ਜੀ। हाँ जी, हाँ जी। ਪਹਿਲੀ ਗੱਲ ਤੇ ਮੈਂ देखो ਮਾਫੀ ਚਾਹਾਂਗਾ, ਟਾਈਟਲ ਦੇ ਵਿੱਚ ਮੈਂ ਧੁੰਨਾ ਲਿਖਤਾ, ਮੈਂ ਧੁੰਮਾ ਲਿਖਣਾ ਹੀ ਸਪੈਲਿੰਗ ਮਿਸਟੇਕ ਹੋ ਗਈ, ਉਹਦੇ ਲਈ कोई ਮਾਫੀ चक्कर नहीं, ਚਾਹਾਂਗਾ। सुनो गल करो अगे चलो। ਹਾਂ ये ਚਲੋ, तो हैगा ਕਿੱਥੋਂ भी ਵਿਸ਼ਾ 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 ਆਫਤ ਜੀ ਜਾਂ ਡੇਵਿਲ ਜੀ, मेरी। ਤੁਸੀਂ ਵਿਸ਼ਾ ਸਟਾਰਟ ਕਰੋ। ਡੇਵਿਲ ਜੀ ਪਲੀਜ਼। ਆਫਤ ਜੀ ਤੁਸੀਂ ਕਰੋ ਯਾਰ, ਮੈਂ ਮਾੜਾ ਕੰਮ ਕਰਦਾ ਸੀ ਨਾਲ ਨਾਲ। ਹਾਂਜੀ ਹਾਂਜੀ, ਆਫਤ ਜੀ ਹਾਂਜੀ ਪਤਾ ਕੀ ਫ੍ਰੀ ਹੋ ਗੱਲ ਜਾਣਾ ਕਰਨੀ ਫਿਰ। ਨਾ, ਕੰਟੀਨਿਊ। ਵਿਸ਼ਾ ਹਾਂਜੀ, ਤੁਸੀਂ ਜਿੱਦਾਂ ਕੁਝ ਕਹਿਣ ਲੱਗੇ ਸੀਗੇ। ਇੱਕ ਸੈਕਿੰਡ ਪਹਿਲੇ ਮੈਂ ਕਹੂੰਗਾ, ਜਿੰਨੇ ਵੀ ਕੋਈ ਗੱਲ ਕਰਨੀ ਹੋਏਗੀ ਉਹ ਆਪਣਾ ਸਪੀਕਰ ਬਲਿੰਕ ਕਰੇਗਾ, ਸਿੱਧਾ ਅਟੈਕ ਨਹੀਂ ਕਰੇਗਾ, ਕਿਸੇ ਦੀ ਗੱਲ ਨਹੀਂ ਤੋੜੇਗਾ ਜੀ। ਭਾਈ ਟਾਈਮਿੰਗ ਵੀ ਰੱਖ ਦਿਓ ਇੱਕ ਵਾਰ, ਕਿਉਂਕਿ ਅਸੀਂ 2 ਮਿੰਟ ਦਾ ਟਾਈਮ ਪਹਿਲਾਂ ਡਿਸਾਈਡ ਕੀਤਾ ਸੀਗਾ। ਚਲੋ ਮੈਂ ਸਟਾਪ ਵਾਚ ਲਗਾ ਦਿੰਦਾ ਵਾਂ। ਪਹਿਲੇ ਪਹਿਲੇ ਤੇ ਮੇਰੀ ਗੱਲ ਸੁਣੋ, ਜਤਿੰਦਰ ਜੀ ਤੁਹਾਡਾ ਤੀਸਰਾ ਬੰਦਾ ਕੋਈ ਨਹੀਂ ਹੈ? नहीं कोई चक्कर नहीं, करो गल। ਨਹੀਂ ਐ ਨਾ ਕਹੋ ਤੁਸੀਂ 3 ਸੀ ਜਾਂ 2 ਸੀ, ਕੱਲ ਨੂੰ ਇਹ ਗੱਲ ਨਾ ਅਜੇ। ਹਾਂਜੀ, ਤੁਸੀਂ ਜੇਕਰ ਜੇ ਹਰਪ੍ਰੀਤ ਸਾਨੂੰ ਸਿੰਘ ਲੱਗੇ ਅਸੀਂ ਬੁਲਾ ਲਾਂਗੇ ਕਹਿੰਦੇ ਇੱਕ ਉਹਨਾਂ ਨੂੰ ਬੰਦਾ, ਬੁਲਾ ਲੈਂਦੇ ਆ, ਦੇਖਦੇ ਕੀ ਮੈਂ ਠੀਕ ਮੈਂ ਹੈ ਬੁਲਾ ਠੀਕ ਹੈ। ਲੂੰਗਾ, ਹਲੇ ਨਹੀਂ ਭਾਜੀ, ਅਵੇਲੇਬਲ ਨਹੀਂ ਜੇ ਹੁਣੇ ਹੋਇਆ ਫਿਰ ਹੁਣੇ ਮੈਂ ਬੁਲਾ ਬੁਲਾਓ ਭਾਈ, ਲੂੰਗਾ। ਜਿਹੜਾ ਬੁਲਾਉਣਾ ਆ ਬਾਅਦ ਉਹ ਵਿੱਚ। ਕੋਈ ਗੱਲ ਨਹੀਂ ਹੁਣੇ ਆਫਤ, ਆ ਕੋਈ ਜਾਊਗਾ, ਗੱਲ। 5-10 ਮਿੰਟ ਚ ਆ ਜਾਊ, ਤੁਸੀਂ ਗੱਲ ਸ਼ੁਰੂ ਕਰੋ ਆਪਣੀ। ਜਤਿੰਦਰ ਚਲੋ ਜੀ ਅਸੀਂ ਹਰਪ੍ਰੀਤ ਜੀ ਆ ਨੂੰ ਹੋ ਗਏ ਤੁਸੀਂ ਤੁਸੀਂ ਬੁਲਾ ਟੈਨਸ਼ਨ, ਲਿਆ ਉੱਪਰ, ਠੀਕ ਹੈ, 3 ਹੋ ਬਸ ਗਏ ठीक है, ਤੁਸੀਂ, ਬਸ ਹੁਣ ਕਰਦੇ ਆ। ਠੀਕ ਹੈ। ਤੇ ठीक ਹੁਣ है ਇਹਦੇ जी। ਚ ਮੈਂ ਪਹਿਲੇ ਦੱਸ ਦਵਾਂ ਕਿ ਹਰ ਬੰਦੇ ਨੂੰ 2 ਮਿੰਟ ਦਾ ਟਾਈਮ ਮਿਲੇਗਾ ਪਹਿਲੇ ਬੋਲਣ ਦਾ। 3 ਬੰਦੇ 2-2 ਮਿੰਟ ਲਈ ਗੱਲ ਕਰਨਗੇ, ਉਸ ਤੋਂ ਬਾਅਦ ਫਿਰ ਹੋਏਗਾ 1 to 1, ਆਪਸ ਦੇ ਵਿੱਚ ਡਿਸਕਸ ਹੋਏਗੀ, 1 to 1 ਹੋਏਗੀ, ਕੋਈ ਤੀਸਰਾ ਬੰਦਾ ਵਿੱਚ ਨਹੀਂ ਬੋਲੇਗਾ, ਠੀਕ ਹੈ? ਐਗਰੀ ਜੀ? ਐਗਰੀ ਭਾਜੀ, ਐਗਰੀ ਐਗਰੀ। ਓਕੇ, ਚਲੋ ਆਫਤ ਜੀ ਤੁਹਾਡਾ ਟਾਈਮ ਸਟਾਰਟ ਹੋ ਗਿਆ। ਜਤਿੰਦਰ ਜੀ ਮਿਊਟ ਕਰੋ ਪਲੀਜ਼ ਜੀ। ਆਫਤ ਜੀ ਟਾਈਮ ਸਟਾਰਟ ਹੈ ਹਾਂਜੀ ਤੁਹਾਡਾ। ਭਾਜੀ, ਮੈਂ ਹਿੰਦੀ ਚ ਗੱਲ ਕਰੂੰਗਾ ਕਿਉਂਕਿ ਸਾਡੇ ਕਾਫੀ लोग बिचौली हिंदी बोलने वाले हैं, तो मैं चाहना है उन्होंने भी अंडरस्टैंड होवे। तो यहाँ पर आज बात होगी हमारे गंगू ब्राह्मण या तुम्मा जट उस पे। ਇੱਕ ਸੈਕਿੰਡ एक ਇੱਕ सिख ਸੈਕਿੰਡ समाज ਮੈਂ में ਇੱਕ ਸੈਕਿੰਡ ਮੈਂ ਆਫਤ ਜੀ ਇੰਟਰਰਪਟ ਕਰਾਂਗਾ। ਇਹ ਨੀਚੇ ਵੀਰ ਜਿਹੜੇ ਬੈਠੇ ਆ, ਕੋਈ ਨਾਲ ਵੀਡੀਓ ਬਣਾਈ ਜਾਏ ਇਹਦੀ ਪਲੀਜ਼ ਜੀ। ਆਫਤ ਜੀ ਕੰਟੀਨਿਊ, टाइम स्टार्ट हो गया ਤੁਹਾਡਾ। हमारे सिख समाज में बहुत आम ये बात बोली जाती है कि अगर किसी को कुछ बुरा कहना होता है या किसी को कोई उलाना देना होता है कि ये गंगू की औलादें हैं, ये गंगू की औलाद है। ये गंगू का मतलब है कि एक गाली है, एक जो हिंदू समाज के लिए, जिसमें ये बात इसलिए कही जाती है कि इल्जाम है गंगू ब्राह्मण पर कि वो बंदे ने गुरु साहब के जो छोटे साहिबजादे थे उनको, और माता गुजरी जो गुरु साहब के माता जी थे, उनको पकड़वाने में साथ दिया था या उसने पकड़वाया था। उसके बाद में आज तक तब से हमें ये बात सुननी पड़ती है। पर जब हमने ये चीज पे थोड़ी सी रिसर्च की या थोड़ा सा जानने की के बारे में कोशिश की, अपनी कैजुअली दूसरी चीजें कर रहे थे हम, पर बीच में हमने नोट किया कि इस गंगू का करैक्टर कहीं पे हमें शो नहीं हो रहा ज्यादा। तो जब हमने इस पे थोड़ा सा और जानने की कोशिश की तो पता चला कि ऐसा कोई करैक्टर है ही नहीं है। तो बहुत बाद में गढ़ा गया है एक करैक्टर ब्राह्मण समाज या हिंदू समाज को नीचा दिखाने के लिए, कुछ एक लोगों की तरफ से जो कि चाहते थे कि ऐसा कुछ हो, जो कि ब्राह्मणों से थोड़ा सा नफरत करते हैं या कोई कुछ भी कह लीजिए। तो यही आज हमारा टॉपिक है, इसी पे हम बात करेंगे, चर्चा करेंगे। तो आगे अपने दूसरे भाई बात। ਆਫਤ ਜੀ 2 ਮਿੰਟ ਹੋਏ ਨਹੀਂ ਤੁਹਾਡੇ ਹਲੇ, ਤੁਸੀਂ ਕੁਝ नहीं ਕਹਿਣਾ नहीं ਹੋਰ ਕਹਿ ठीक ਲਓ। है, नहीं 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 नहीं, ठीक है ठीक है, मैं ठीक है। ਜਤਿੰਦਰ ਜੀ ਤੁਹਾਡੇ 2 ਮਿੰਟ ਸਟਾਰਟ ਹੋਣ ਲੱਗੇ ਹੁਣ। ਜਤਿੰਦਰ ਜੀ हाँ जी ठीक है ਜੀ ਜੀ, ਤੁਹਾਡੇ ਤੁਹਾਡੇ 2 ਮਿੰਟ धन्यवाद। ਸਟਾर्ट ਹੈ, ਬੋਲੋ ਪਲੀਜ਼। हाँ धन्यवाद जी। ਚੱਕਰ ਏਦਾਂ ਹੈਗਾ ਵੀ ਵਿੱਚ ਜਿਹੜਾ ਸਭ ਤੋਂ ਪਹਿਲਾਂ ਗ੍ਰੰਥਾਂ ਦੇ ਵਿੱਚ ਜਿਹੜੇ ਜ਼ਿਕਰ ਆਉਂਦੇ ਆ, ਅਸੀਂ ਗ੍ਰੰਥਾਂ ਤੋਂ ਗੱਲ ਕਰਨੀ ਆ ਕਿ ਕਿਹੜੇ ਕਿਹੜੇ ਗ੍ਰੰਥਾਂ ਦੇ ਵਿੱਚ, ਧਰਮ ਦੇ ਜਿਹੜੇ ਗ੍ਰੰਥ ਆ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਦੇ ਵਿੱਚ ਕਿੱਦਾਂ ਕਿੱਦਾਂ ਜ਼ਿਕਰ ਆਇਆ। ਤੇ ਜਿਸ ਗ੍ਰੰਥ ਨੂੰ ਲੈ ਕੇ ਅੱਜ ਗੱਲ ਤੁਰੀ ਆ ਇਹ ਕਿ ਧੁੰਮਾਂ ਤੇ ਦਰਬਾਰੀ, ਉਹ ਮੇਨ ਗ੍ਰੰਥ ਦਾ ਜੇ ਹਵਾਲਾ ਆਉਂਦਾ ਆ ਤੇ ਉਹ ਇਹਨਾਂ ਦਾ ਮੰਨਣਾ ਹੈਗਾ ਆ ਪੰਡਤ ਜੀ ਦਾ ਕਿ ਉਹ ਦੁੰਨਾ ਸਿੰਘ ਹੰਡੂਰੀਏ ਦੀ ਕਿਤਾਬ ਦੇ ਵਿੱਚੋਂ ਆਉਂਦਾ ਆ। ਜੇ ਦੁੰਨਾ ਸਿੰਘ ਹੰਡੂਰੀਏ ਦੀ ਕਿਤਾਬ ਨੂੰ ਅਸੀਂ ਦੇਖਦੇ ਹਾਂ ਤਾਂ ਉਹ 1984 ਦੇ ਵਿੱਚ ਜਿਹੜੀ ਆ ਉਹ ਜਦੋਂ ਸਿੱਖ ਲਾਇਬ੍ਰੇਰੀ ਹਰਿਮੰਦਰ ਸਾਹਿਬ ਸੜੀ ਸੀਗੀ, ਉਹਦੇ ਵਿੱਚ ਉਹ ਸੜ ਗਈ ਆ। ਉਸ ਤੋਂ ਪਹਿਲਾਂ 1968 ਦੇ ਵਿੱਚ ਉਹ ਜਿਹੜੀ ਪ੍ਰਕਾਸ਼ਿਤ ਕਰ ਲਈ ਗਈ ਸੀਗੀ, ਉਹਦਾ ਉਤਾਰਾ ਕਰ ਲਿਆ ਗਿਆ ਸੀਗਾ
ਤੇ ਉਹ ਪਿਆਰਾ ਸਿੰਘ ਪਦਮ ਹੁਣੀ ਸੀਗੇ ਜਿਨ੍ਹਾਂ ਨੇ ਉਹਦਾ ਉਤਾਰਾ ਕਰ ਲਿਆ ਸੀਗਾ। ਉਹਨਾਂ ਦੀ ਜਿਹੜੀ ਬੁੱਕ ਆ ਉਹ ਸਾਡੇ ਵਾਸਤੇ ਇਸ ਟਾਈਮ ਮੰਨ ਲਓ ਵੀ ਦੁੰਨਾ ਸਿੰਘ ਹੰਡੂਰੀਆ ਦੀ ਜਿਹੜੀ ਗੱਲਬਾਤ ਕਹੀ ਹੋਈ ਆ, ਤਾਂ ਜੋ ਕੁਝ ਉਹਨਾਂ ਨੇ ਕਿਤਾਬ ਦੇ ਵਿੱਚ ਕਿਹਾ ਆ, ਉਹਨਾਂ ਦੀ ਜਿਹੜੀ ਚਾਰ ਸਾਹਿਬਜ਼ਾਦੇ ਬੁੱਕ ਲਿਖੀ ਹੋਈ ਆ ਪਿਆਰਾ ਸਿੰਘ ਪਦਮ ਦੀ, ਉਹਨਾਂ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਇਹਨਾਂ ਬਾਰੇ ਦੱਸਿਆ ਹੋਇਆ ਹੈ। ਤੇ ਅਨਿਲ ਜੀ ਤੁਸੀਂ ਮੈਨੂੰ ਮਾੜਾ ਜਿਹਾ ਦੱਸ ਦਿਓ ਜਦੋਂ ਟਾਈਮ ਮੇਰਾ ਪੂਰਾ ਹੋ ਗਿਆ। ਤੇ ਉਹ ਜਿਹੜਾ ਟਾਈਮ ਦੱਸਿਆ ਹੋਇਆ ਆ, ਉਹਦੇ ਤੋਂ ਬਾਅਦ ਚ ਜਿਹੜੇ ਜਿੰਨੇ ਵੀ ਸਿੱਖ ਲਾਇਬ੍ਰੇਰੀ ਦੇ ਵਿੱਚੋਂ ਜੋ ਸਾਡੇ ਧਰਮ ਦੇ ਵਿੱਚੋਂ ਚੀਜ਼ਾਂ ਨਿਕਲਦੀਆਂ, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਖਾਲਸਾ ਮਹਿਮਾ ਆਉਂਦਾ ਜਾਂ ਤਵਾਰੀਖ ਆਉਂਦਾ ਆ, ਇਹ ਗ੍ਰੰਥਾਂ ਦੇ ਜੇ ਹਵਾਲੇ ਲੈਂਦੇ ਆ ਤੇ ਬਹੁਤ ਸ਼ਾਰਟਕਟ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ। ਜਿੱਦਾਂ ਕਈਆਂ ਦੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਦਾ ਜ਼ਿਕਰ ਨਹੀਂ ਹੈਗਾ, ਕਈਆਂ ਦੇ ਵਿੱਚ ਸਿਰਸੇ ਦਾ ਜ਼ਿਕਰ ਨਹੀਂ ਹੈਗਾ, ਕਈਆਂ ਦੇ ਵਿੱਚ ਆਨੰਦਪੁਰ ਸਾਹਿਬ ਦਾ ਜ਼ਿਕਰ ਨਹੀਂ ਹੈਗਾ, ਇਦਾਂ ਦੀਆਂ ਬੜੀਆਂ ਹੈਗੀਆਂ। ਸੋ ਸਾਡੇ ਕੋਲ ਇੱਕੋ ਹੀ ਗ੍ਰੰਥ ਬਚਦਾ ਆ ਜਿਹਦੇ ਵਿੱਚ ਸਾਰੀ ਗੱਲ ਆਉਂਦੀ ਆ ਕਿ ਕਿੱਥੋਂ ਕਿੱਥੋਂ ਕਿੱਥੇ ਕਿੱਥੇ ਗਏ ਤੇ ਕੌਣ ਕੌਣ ਕਰੈਕਟਰ ਉਹਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ। ਉਹ ਹੈਗਾ ਸੂਰਜ ਪ੍ਰਕਾਸ਼ ਗ੍ਰੰਥ। ਤੇ ਸੂਰਜ ਪ੍ਰਕਾਸ਼ ਗ੍ਰੰਥ ਤੁਹਾਡਾ ਨੂੰ ਟਾਈਮ ਹੋ ਗਿਆ ਜਤਿੰਦਰ ਜੀ। ਇੱਕ ਮਿੰਟ ਚ ਮਾੜੀ ਜੀ ਨਿਬੇੜਦੇ ਆ ਫਿਰ। ਨਹੀਂ ਰੁਕ ਜਾਓ ਨਹੀਂ ਆਪਾਂ ਚਲੋ ਭਾਜੀ ਡਿਸਪਲਿਨ ਤੋਂ ਕਰ ਬਾਹਰ ਨਹੀਂ ਜਾਣਾ। ਪੰਡਿਤ ਜੀ ਨਹੀਂ, ਕਿਸੇ ਨੇ ਨਹੀਂ ਬੋਲਣਾ। ਆਫਤ ਜੀ ਤੁਸੀਂ ਇਹਨਾਂ ਦੀ ਗੱਲ ਨੂੰ ਕਾਊਂਟਰ ਕਰਨਾ ਚਾਹੁੰਦੇ ਹੋ? ਪਹਿਲੇ ਸਾਰਿਆਂ ਨੂੰ ਬੋਲਣ ਦੋ, ਫਿਰ ਤੋਂ ਬਾਅਦ ਅਸੀਂ ਕਾਊਂਟਰ ਕਰਦੇ ਹਾਂ। ਨਹੀਂ ਤੁਸੀਂ ਇਹਨਾਂ ਦੀ ਗੱਲ ਨੂੰ ਕਾਊਂਟਰ ਕਰਨਾ ਚਾਹੁੰਦੇ ਹੋ? ਇਹ ਦੱਸੋ ਪਹਿਲੇ। ਇਹਨਾਂ ਦੀ ਗੱਲ ਪੂਰੀ ਨਹੀਂ ਹੋਈ ਸੀ ਭਾਜੀ ਹਲੇ, ਤਾਂ ਫਿਰ ਮੈਨੂੰ ਪਤਾ ਹੀ ਨਹੀਂ ਹਲੇ ਕਹਿਣਾ ਕੀ ਚਾਹੁੰਦੇ ਸੀਗੇ। ਹਾਂ, ਇਹਨਾਂ ਗੱਲ ਪੂਰੀ ਨਹੀਂ ਜਿੰਨੀ ਕੋ ਹੋਈ ਹੈ ਮਤਲਬ ਨਹੀਂ ਕਰਨਾ ਚਾਹੁੰਦੇ। ਓਕੇ, ਗੱਲ ਖਤਮ ਹੋ ਗਈ। ਓਕੇ ਜਤਿੰਦਰ ਜੀ ਭਾਈ ਉਹਨਾਂ ਨੂੰ ਗੱਲ ਤਾਂ ਪੂਰੀ ਕਰਨ ਦਿਓ, ਕਾਊਂਟਰ ਅਗਲਾ ਫਿਰ ਹੀ ਕਰੂ ਜੇ ਗੱਲ ਪੂਰੀ ਕਰ ਲੂ ਆਪਣੀ। ਭਾਈ ਸਾਹਿਬ 2 ਮਿੰਟ ਦਾ ਜਦ ਟਾਈਮ ਹੈ, 2 ਮਿੰਟ ਦਾ ਮਿੰਟਾਂ ਵਾਲਾ ਮਸਲਾ, ਅਗਲੇ ਨੂੰ ਆਪਣਾ ਆਰਗੂਮੈਂਟ ਪੂਰਾ ਕਰਨ ਦਿਓ। ਮਿੰਟਾਂ ਵਾਲਾ ਆਰਗੂਮੈਂਟ ਜਦ ਟਾਈਮ ਹੀ 2 ਮਿੰਟ ਦਾ, ਜੇ 2 ਮਿੰਟ ਦਾ ਟਾਈਮ ਕਿਉਂ ਦਿੱਤਾ ਫਿਰ ਮੈਨੂੰ ਇਹ ਦੱਸੋ? ਸਾਰਿਆਂ ਦੀ ਸਹਿਮਤੀ ਨਾਲ ਦਿੱਤਾ ਨਾ? ਸਾਰਿਆਂ ਨੇ ਕਾਊਂਟਰ ਕਰਨ ਨੂੰ ਦਿੱਤੇ ਆ ਨਾ। ਭਾਈ ਜਿਹਨੇ ਕਾਊਂਟਰ ਕਰਨਾ ਉਹ ਕਹੀ ਜਾਂਦਾ ਵੀ ਗੱਲ ਪੂਰੀ ਨਹੀਂ ਹੋਈ, ਉਹਨੂੰ ਤਾਂ ਗੱਲ ਮੈਂ ਉਹੀ ਤੇ ਕਹਿਣ ਡਿਆ, ਗੱਲ ਪੂਰੀ ਨਹੀਂ ਹੋਈ ਹੈ ਮਤਲਬ ਉਹ ਕਾਊਂਟਰ। ਇੱਕ ਮਿੰਟ ਪਿੱਪਲ ਜੀ, ਇੱਕ ਮਿੰਟ ਕਾਨੂੰ ਦੱਸਦੇ ਹੁੰਦੇ ਹੋ। ਜਦ ਆਫਤ ਨੇ ਕਹਿ ਦਿੱਤਾ ਕਿ ਮੈਂ ਨਹੀਂ ਕਾਊਂਟਰ ਕਰਨਾ, ਗੱਲ ਖਤਮ ਹੋ ਗਈ। ਹੁਣ ਮੈਂ ਗੱਲ ਕਵਾਂਗਾ ਡੇਵਿਲ ਜੀ ਨੂੰ। ਡੇਵਿਲ ਜੀ ਤੁਸੀਂ ਆਪਣੇ 2 ਮਿੰਟ ਲਵੋ। ਪੰਡਿਤ ਜੀ ਨੂੰ ਦੇ ਦਿਓ ਪਹਿਲਾਂ ਟਾਈਮ। ਚਲੋ ਪੰਡਿਤ ਜੀ ਤੁਸੀਂ 2 ਮਿੰਟ ਲਵੋ ਆਪਣੇ। ਦੇਖੋ ਭਾਜੀ ਮੈਂ ਤਾਂ ਸ਼ਾਰਟ ਵਿੱਚ ਹੀ ਗੱਲ ਕਰਾਂਗਾ। ਚਲੋ ਉਹਨਾਂ ਨੂੰ ਆਪਾਂ ਜੇ ਉਹ ਫਿਨਿਸ਼ ਕਰ ਲੈਂਦੇ, ਕਿਉਂਕਿ ਬਾਅਦ ਵਿੱਚ ਆਪਾਂ 2-2 ਮਿੰਟ ਮਿਲ ਜਾਂਦੇ, ਪਹਿਲਾਂ ਇੱਕ ਵਾਰੀ ਆਪਣਾ ਪੱਕ ਸਾਰੇ ਰੱਖ। ਪੰਡਿਤ ਭਾਈ ਤੁਸੀਂ ਕਰੋ ਗੱਲ, ਕਰੋ ਆ ਸਭ ਚੀਜ਼ਾਂ ਨਾ ਸੀ ਪਈ, ਉਹ ਅਨਿਲ ਭਾਈ ਦੀ ਆ। ਠੀਕ ਆ ਭਾਜੀ। ਹਾਂਜੀ ਸੋ ਇਹ ਤੁਹਾਡਾ ਟਾਈਮ ਸਟਾਰਟ ਹੋ ਗਿਆ। ਹਾਂਜੀ ਜਿਹੜਾ ਆਉਂਦਾ ਪਿਆ ਇੱਕ ਗੰਗੂ ਬ੍ਰਾਹਮਣ ਦਾ ਕਰੈਕਟਰ ਜਿਹੜਾ ਵਾ, ਉਹ ਆਪਾਂ ਨੂੰ ਸਭ ਨੂੰ ਪਤਾ ਵਾ ਵੀ ਉਹ ਸਾਹਿਬਜ਼ਾਦਿਆਂ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਜੁੜਦਾ ਵਾ। ਉਹ ਜਿਹੜਾ ਵਾ ਉਹਦੇ ਵਿੱਚ ਜਦੋਂ ਆਪਾਂ ਸਮਕਾਲੀ ਜਿਹੜੇ ਆਪਾਂ ਗ੍ਰੰਥ ਜਿਹੜੇ ਦੇਖਦੇ ਆ, ਉਹਨਾਂ ਦੇ ਵਿੱਚ ਨਹੀਂ ਆ ਰਹੀ ਉਹ ਚੀਜ਼। ਉਹ ਚੀਜ਼ ਜਿਹੜੀ ਆ ਉਹ ਬਾਅਦ ਵਿੱਚ ਜਿਹੜੀ ਕਾਫੀ ਬਾਅਦ ਵਿੱਚ ਜਿਹੜੇ ਸਾਰੇ ਗ੍ਰੰਥ ਆਏ ਨੇ, ਜਿਹੜੀ ਤੁਸੀਂ ਕਹਿ ਲਓ ਵੀ ਜਿਹੜਾ 1700 ਐਂਡ ਦੇ ਵਿੱਚ ਜਿਹੜੇ ਆ ਰਹੇ, ਜਾਂ 18ਵੀਂ ਸਦੀ ਦੇ ਜਿਹੜੇ ਆ ਰਹੇ, ਜਿਹੜਾ 1800 ਕੁਛ ਦੇ ਅੱਗੇ ਜਾ ਕੇ ਆ ਰਹੇ, ਉਹਨਾਂ ਸਾਰਿਆਂ ਦੇ ਵਿੱਚ ਜ਼ਿਕਰ ਆ ਰਿਹਾ ਵਾ। ਸੋ ਸਾਡੀ ਅਸੀਂ ਜਿਹੜਾ ਇੱਕ ਪੱਖ ਰੱਖਿਆ ਸੀ ਉਸ ਦਿਨ, ਉਹ ਇਹੀ ਸੀਗਾ ਵੀ ਜਿਹੜੇ ਸਮਕਾਲੀ ਨੇ ਉਹਨਾਂ ਦੇ ਵਿੱਚ ਕੁਝ ਹੋਰ ਚੀਜ਼ ਲਿਖੀ ਗਈ ਆ, ਜਿਹੜੀ ਬਾਅਦ ਵਿੱਚ ਜਿਹੜੀਆਂ ਆ ਰਹੀਆਂ ਚੀਜ਼ਾਂ ਉਹ ਕੁਝ ਹੋਰ ਦੱਸ ਰਹੀਆਂ। ਗੰਗੂ ਜਿੱਦਾਂ ਨਾਮ ਹੋ ਗਿਆ, ਗੰਗੂ ਬ੍ਰਾਹਮਣ, ਰਸੋਈਆ ਹੋ ਗਿਆ, ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਬਹੁਤ ਕਿਤੇ ਬਾਅਦ ਵਿੱਚ ਆਇਆ ਵਾ। ਸੋ ਸਾਡਾ ਇਹੀ ਇਹਦੇ ਤੇ ਸੀਗਾ ਮਤ ਵੀ ਸਾਨੂੰ ਲੱਗ ਰਿਹਾ ਕਿਤੇ ਨਾ ਕਿਤੇ ਮਿਸਟੇਕ ਹੋਈ ਆ ਕੋਈ ਇਹਨੂੰ ਕਰਨ ਦੇ ਵਿੱਚ। ਇਹ ਕੋਈ ਕਿਸੇ ਦੀ ਸ਼ਰਾਰਤ, ਜਾਂ ਕਹਿ ਲਓ ਸ਼ਰਾਰਤ ਵੀ ਨਹੀਂ ਕਹਿੰਦੇ, ਕੋਈ ਗਲਤੀ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ ਇਹਨੂੰ ਐਡ ਕੀਤਾ ਗਿਆ। ਚਾਹੇ ਕੋਈ ਆਪਾਂ ਉਹ ਅੰਗਰੇਜ਼ੀ ਸਰਕਾਰ ਨੂੰ ਵੀ ਕਹਿ ਸਕਦੇ ਕਿਤੇ ਵਿੱਚ ਉਹਦਾ ਤਾਂ ਨਹੀਂ ਕੋਈ ਰੋਲ ਸੀਗਾ। ਸੋ ਇਸ ਕਰਕੇ ਅਸੀਂ ਅੱਜ ਜਿਹੜੇ ਅਸੀਂ ਗ੍ਰੰਥ ਜਿਹੜੇ ਦੇਖੇ ਨੇ ਉਹ ਵੀ ਸਿੱਖ ਇਤਿਹਾਸ ਦੇ ਗ੍ਰੰਥ ਨੇ। ਅਸੀਂ ਕੋਈ ਦੂਸਰੇ ਧਰਮ ਦਾ ਇਤਿਹਾਸ ਨਹੀਂ ਚੱਕਿਆ, ਸਾਰੇ ਜਿਹੜੇ ਸਿੱਖ ਧਰਮ ਦੇ ਇਤਿਹਾਸ ਨੇ ਉਹਨਾਂ ਦੇ ਵਿੱਚੋਂ ਹੀ ਅਸੀਂ ਰੈਫਰੈਂਸ ਜਿਹੜੇ ਆ ਅੱਜ ਜਿਹੜੇ ਮੇਰੀ ਜਤਿੰਦਰ ਜੀ ਨਾਲ ਗੱਲ ਹੋਈ ਸੀ, ਇਹਨਾਂ ਨੂੰ ਮੈਂ 5 ਰੈਫਰੈਂਸ ਜਿਹੜੇ ਸਮਕਾਲੀ ਸੀ ਗ੍ਰੰਥ ਉਹ ਦੱਸੇ ਸੀ। ਇਹ ਅੱਜ ਉਹ ਲੈ ਕੇ ਆਏ ਨੇ। ਆਪਾਂ ਉਹਨਾਂ ਤੇ ਬਾਰੋ-ਬਾਰੀ ਗੱਲ ਕਰਾਂਗੇ ਤੇ ਅਸੀਂ ਜਿਹੜੀ ਦੱਸਾਂਗੇ ਵੀ ਇਹ ਆਪਣਾ ਪੇਸ਼ ਕਰਨਗੇ ਤੱਥ, ਤੇ ਨਾਲ ਦੀ ਨਾਲ ਅਸੀਂ ਕਰਾਂਗੇ ਜੀ ਭਾਜੀ। ਥੈਂਕ ਯੂ। ਹਾਂਜੀ ਪਿੱਪਲ ਜੀ ਤੁਸੀਂ। ਹਾਂਜੀ, ਜਿਹੜਾ ਤੁਸੀਂ ਇਹ ਕਹਿੰਦੇ ਜੇ ਵੀ ਜਿਹੜੇ ਰੈਫਰੈਂਸ ਆਉਂਦੇ ਉਹ 18ਵੀਂ ਸਦੀ ਤੋਂ ਬਾਅਦ ਦੇ ਆਉਂਦੇ, 18ਵੀਂ ਸਦੀ ਦੇ ਐਗਜ਼ੈਕਟ ਕਦੋਂ ਆਉਂਦੇ ਆ? ਸ਼ੁਰੂਆਤ ਦੇ ਵਿੱਚ, ਮਿਡ ਦੇ ਵਿੱਚ, ਜਾਂ ਲਾਸਟ ਦੇ ਵਿੱਚ ਆਉਂਦੇ ਆ? ਕਦੋਂ ਆਉਂਦੇ ਆ? ਪੰਡਿਤ ਜੀ ਕ੍ਰੋਸ ਹੋ ਰਿਹਾ, ਆਨਸਰ ਦਿਓ। ਇਹ ਜੀ 17ਵੀਂ ਲਾਈਕ ਤੁਸੀਂ ਰੱਖ ਲਓ 17ਵੀਂ ਸਦੀ ਦੇ ਐਂਡ ਦੇ ਵਿੱਚ ਆਉਂਦੇ ਆ। ਤੇ ਮਤਲਬ ਗੁਰੂ ਸਾਹਿਬ ਵਾਲੀ ਜਿਹੜੀ ਸਦੀ ਹੀ ਜਾਣ ਵਾਲੀ, ਉਹਨਾਂ ਦੀ ਉਸੇ ਸਦੀ ਦੇ ਵਿੱਚ ਹੀ ਆਉਂਦੇ ਆ।
ਉਸੇ ਸਦੀ ਦੇ ਵਿੱਚ ਕੋਈ ਤੁਸੀਂ ਰੱਖ ਲਓ ਇੱਕ 1797 ਸੈਕਿੰਡ ਜਾਂ ਮੈਂ ਇੰਟਰਰਪਟ ਨਹੀਂ ਕਰ ਰਿਹਾ ਪਰ ਇੱਥੇ ਦੱਸੂਗਾ ਕਿ ਜਦੋਂ 1600 ਸਟਾਰਟ ਹੁੰਦਾ ਨਾ ਉਹਨੂੰ ਆਪਾਂ 17ਵਾਂ ਗਿਣਦੇ ਆ ਤੇ ਆਪਦਾ ਜਦੋਂ ਗੱਲ ਰੱਖਣੀ ਹੋਵੇ ਕਿਸੇ ਨੇ ਉਸ ਚੀਜ਼ ਦਾ ਧਿਆਨ ਰੱਖੇ। ਧੰਨਵਾਦ ਜੀ ਤੁਹਾਡਾ, ਬਹੁਤ ਵੱਡੀ ਜਾਣਕਾਰੀ ਦਿੱਤੀ ਤੁਸੀਂ। ਅੱਛਾ ਜੀ, ਜਿਹੜਾ ਵੀ 17ਵੀਂ ਸਦੀ ਦੇ ਵਿੱਚ ਹੀ ਆਉਂਦੇ ਆ, ਸੋ ਤੁਹਾਡਾ ਤਕਰੀਬਨ ਪਿਛਲੇ ਸਮੇਂ ਤੋਂ ਇਹ ਦਾਅਵਾ ਆਉਂਦਾ ਵੀ ਜਿਹੜੀ ਅੱਜ ਇਹ ਡਿਵੀਜ਼ਨ ਪੈਦਾ ਹੋਈ ਆ ਜਾਂ ਜੋ ਵੀ ਆਪਣੇ ਵਿਚਕਾਰ ਜਿਹੜੀਆਂ ਅੱਜ ਦੁਬਾਰਾ ਖੜੀਆਂ ਹੋਈਆਂ ਨੇ, ਇਹ ਕਲੋਨੀਅਲ ਪੀਰੀਅਡ ਦੇ ਵਿੱਚ ਹੋਣੀਆਂ ਸ਼ੁਰੂ ਹੋਈਆਂ ਨੇ। ਸੋ 17ਵੀਂ ਸਦੀ ਦੇ ਐਂਡ ਤੱਕ, ਸੌਰੀ ਜਿਹੜੀ 18ਵੀਂ ਸਦੀ ਦੇ ਐਂਡ ਤੱਕ ਆਪਾਂ ਕਹਿ ਸਕਦੇ ਹਾਂ, ਉਦੋਂ ਤੱਕ ਤੇ ਇਦਾਂ ਦੀ ਕੋਈ ਡਿਵੀਜ਼ਨ ਨਹੀਂ ਹੈਗੀ, ਨਾ ਗੋਰੇ ਆਏ ਸੀ। ਸੋ ਉਦੋਂ ਜਿਹੜਾ ਇਤਿਹਾਸ ਲਿਖਿਆ ਗਿਆ ਉਹ ਗੁਰੂ ਸਾਹਿਬ ਦੇ ਕਾਲ ਤੋਂ ਜਾਣ ਤੋਂ ਮਗਰੋਂ ਲਿਖਿਆ ਗਿਆ, ਤੇ ਜਿੰਨਾ ਬੰਦਿਆਂ ਨੇ ਲਿਖਿਆ, ਜਿਵੇਂ ਦੁਨਾ ਸਿੰਘ ਹੰਡੂਰੀਏ ਦੀ ਗੱਲ ਆਉਂਦੀ ਆ, ਉਹਦੀ 1760 ਤੇ 1765 ਦੇ ਵਿੱਚ, ਮੈਂ ਪੜ੍ਹੀ ਤਾਂ ਨਹੀਂ ਆ ਕਿਤਾਬ, ਨਾ ਮੈਂ ਪਿਆਰਾ ਸਿੰਘ ਪਦਮ ਦੀ ਪੜ੍ਹੀ ਆ, ਪਰ ਉਹ 1760 ਤੇ 1765 ਦੀ ਉਹ ਲਿਖੀ ਗਈ ਆ ਗੱਲਬਾਤ ਸਾਰੀ ਜਿਹੜੀ ਆ। ਤੇ ਦੁਨਾ ਸਿੰਘ ਹੰਡੂਰੀਆ ਸਮਕਾਲੀ ਸੀ ਉਸ ਸਮੇਂ ਦਾ। ਇੱਕ ਮਿੰਟ ਮੈਨੂੰ ਗੱਲ ਪੂਰੀ ਕਰਨ ਦਿਓ। ਸੋ ਗੁਰੂ ਸਾਹਿਬ ਦੇ ਜਾਣ ਤੋਂ 50 ਸਾਲ ਬਾਅਦ, ਤਕਰੀਬਨ 40-50 ਸਾਲ ਬਾਅਦ ਜਿਹੜੀ ਉਹ ਗੱਲਬਾਤ ਲਿਖੀ ਗਈ ਆ। ਉਸ ਸਮੇਂ ਤੇ ਕਿਸੇ ਵੀ ਕਿਸਮ ਦਾ ਜਿਹੜਾ ਕਲੋਨੀਅਲ ਪ੍ਰਭਾਵ ਨਹੀਂ ਹੈਗਾ ਸਿੱਖਾਂ ਦੇ ਉੱਤੇ, ਤੇ ਨਾ ਹੀ ਇਹ ਡਿਵੀਜ਼ਨ ਹੈਗੀ। ਫਿਰ ਤੁਹਾਨੂੰ ਕਿਉਂ ਲੱਗਦਾ ਵੀ ਉਹ ਜਿਹੜੀ ਗੱਲ ਆ ਕਿ ਸ਼ਰਾਰਤ ਤਹਿਤ ਜਿਹੜੀ ਆ ਉਹਦੇ ਵਿੱਚ ਐਡ ਕੀਤੀ ਗਈ ਹੋ ਸਕਦੀ? ਹਾਂਜੀ ਭਾਜੀ ਮੈਂ ਕਾਊਂਟਰ ਦਿੰਦਾ। ਜਿਹੜਾ ਇੱਕ ਮਿੰਟ ਪੰਡਿਤ ਜੀ, ਇੱਕ ਮਿੰਟ ਪੰਡਿਤ ਜੀ, ਕਾਊਂਟਰ ਬਾਅਦ ਚ ਦਿਓ। ਆਫਤ ਜੀ ਕੁਝ ਕਹਿਣਾ ਚਾਹੁੰਦੇ ਸੀ ਜੀ, ਆਫਤ ਜੀ ਬੋਲੋ। ਹਾਂਜੀ, ਇਹ ਭਾਈ ਨੇ ਜਿੱਦਾਂ ਪੁੱਛਿਆ ਸੀ ਨਾ ਕੁਐਸਚਨ ਕਿ ਕਿਹੜੀ ਮਿਡ ਵਿੱਚ ਜਾਂ ਕਦੋਂ ਜਾ ਕੇ, ਆਹ ਚੀਜ਼ ਦਾ ਕੋਈ ਵੀ ਸਹੀ ਤਰ੍ਹਾਂ ਨਾਲ ਸਿੱਖ ਹਿਸਟਰੀ ਦੱਸਦੀ ਨਹੀਂ ਹੈਗੀ, ਕਿਉਂਕਿ ਜਿਹੜੇ ਰਾਈਟਰ ਹੈਗੇ ਆ ਉਹਨਾਂ ਦੀਆਂ ਸਹੀ ਉਮਰਾਂ ਜਾਂ ਸਹੀ ਉਹਨਾਂ ਡੇਟ ਆਫ ਬਰਥ ਕਿਤੇ ਵੀ ਨਹੀਂ ਲਿਖੇ ਹੋਏ ਚੱਜ ਨਾਲ। ਆਹ ਸਭ ਮਿਕਸਡ ਅਪ ਆ, ਤਾਂ ਆਹ ਸਿਰਫ ਅੰਦਾਜ਼ਾ ਲਾਇਆ ਜਾ ਸਕਦਾ ਥੋੜਾ ਬਹੁਤ ਕਿ ਹਾਂ ਜੀ ਤਦ ਹੋਏ ਹੋਊਗੇ, ਉਹ ਵੀ ਰੇਅਰ ਹੀ ਹੈਗਾ ਵਾ ਜੇ ਕਿਤੇ ਹੁੰਦੀ ਹੈ। ਤੇ ਆਹ ਚੀਜ਼ ਤੇ ਆਰਗਿਊ ਕਰਨਾ ਜਾਂ ਪੁੱਛਣਾ ਮੇਰੇ ਖਿਆਲ ਤੋਂ ਸਹੀ ਨਹੀਂ ਹੈਗਾ ਡਿਬੇਟ 'ਚ। ਨਹੀਂ, ਜੀ ਪੰਡਿਤ ਜੀ ਇਸ ਆਰਗੂਮੈਂਟ ਦੇ ਨਾਲ ਨਾ, ਇਸ ਆਰਗੂਮੈਂਟ ਦੇ ਨਾਲ ਆਪਾਂ ਨੂੰ ਬੜਾ ਪਿੱਛੇ, ਹਜ਼ਾਰਾਂ ਸਾਲ ਪਿੱਛੇ ਜਾਣਾ ਪੈਣਾ, ਤੇ ਹਰੇਕ ਬੰਦੇ ਦੀ ਡੇਟ ਆਫ ਬਰਥ ਲੱਭਣੀ ਪੈਣੀ ਹੈ। ਸੋ ਇਹ ਆਰਗੂਮੈਂਟ ਵੈਲਿਡ ਨਹੀਂ ਹੈਗਾ। ਦੁਨਾ ਸਿੰਘ ਹੰਡੂਰੀਆ ਜੇਕਰ ਉਸ ਸਮੇਂ ਹੈਗਾ ਹੀ, ਤੇ ਉਹ ਹੈਗਾ ਹੀ ਗੁਰੂ ਸਾਹਿਬ ਦੇ ਕਾਲ ਦੇ ਸਮੇਂ, ਤੇ ਆਪਾਂ ਨੂੰ ਉਹਨਾਂ ਸ਼ਖਸੀਅਤਾਂ ਦੇ ਨਾਮ ਮਿਲਦੇ ਆ। ਹਾਂਜੀ ਪੰਡਿਤ ਜੀ। ਵੀ ਜਿਹੜਾ ਤੁਸੀਂ ਸਵਾਲ ਕੀਤਾ, ਜਿਹੜਾ ਮੈਂ ਕਿਹਾ ਵੀ ਸਮਕਾਲੀ ਕਿਸੇ ਵੀ ਗ੍ਰੰਥ ਦੇ ਵਿੱਚ ਬ੍ਰਾਹਮਣ ਤੇ ਗੰਗੂ ਕਿਤੇ ਜ਼ਿਕਰ ਨਹੀਂ ਆ ਰਿਹਾ। ਜਿਹੜੇ ਆ ਰਹੇ ਨੇ, ਮੈਂ ਕਿਹਾ ਵੀ ਮੈਨੂੰ ਲੱਗ ਰਿਹਾ ਵੀ ਉਹ ਅੰਗਰੇਜ਼ਾਂ, ਜਦੋਂ ਮੈਂ ਕਿਹਾ ਨਾ ਅੰਗਰੇਜ਼ 1757 ਚ ਅੰਗਰੇਜ਼ ਐਂਟਰ ਕਰਕੇ ਹੌਲੀ ਹੌਲੀ ਇੱਧਰ ਆਉਣਾ ਸ਼ੁਰੂ ਹੋ ਗਿਆ ਸੀ, ਤੇ ਮੁਗਲ ਸਾਮਰਾਜ ਜਿਹੜਾ ਸੀਗਾ ਜਿਹਦਾ ਬਹੁਤ ਦਬਦਬਾ ਸੀ, ਉਹ ਥੱਲੇ ਜਾਣ ਲੱਗ ਪਿਆ ਸੀ। 1757 ਤੋਂ ਬਾਅਦ ਹੌਲੀ ਹੌਲੀ ਮਰਾਠਿਆਂ ਨੂੰ ਜਿੱਤ ਕੇ ਉਹ ਤੁਸੀਂ 1780-90 ਤੱਕ ਰੱਖ ਲਓ, ਉਹ ਪੂਰੇ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਦੇ ਉੱਤੇ ਕਾਬਜ ਹੋ ਚੁੱਕੇ ਸੀ। ਠੀਕ ਹੈ ਜੀ। ਤੇ ਇਸ ਪਾਸੇ ਤੇ ਸਿੱਖਾਂ ਦੀ ਉਸ ਵੇਲੇ ਪੂਰੀ ਚੜ੍ਹਾਈ ਸੀ, ਤੇ ਉਹਨਾਂ ਦੇ ਆਪਸ ਦੇ ਵਿੱਚ ਸੰਬੰਧ ਵੀ ਬਣ ਪਏ ਸੀ। ਤਾਂ ਕਰਕੇ ਮੈਂ ਕਿਹਾ ਵੀ ਉਸ ਵੇਲੇ ਦੀਆਂ ਜਿਹੜੀਆਂ, ਕਿਉਂਕਿ ਇਹ ਜਿਹੜੇ ਸਾਰੇ ਤੁਸੀਂ ਗ੍ਰੰਥ, ਚਲੋ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਭਾਜੀ ਜਿਹੜਾ ਦੂਸਰਾ ਚਰਨ ਹੈ ਡਿਬੇਟ ਦਾ, ਅਸੀਂ ਹੁਣੇ ਹੀ ਕਰੀ ਜਾਂਦੇ, ਆਪਸ ਵਿੱਚ ਡਿਬੇਟ ਕਰ ਰਹੇ ਆ। ਮੇਰੇ ਖਿਆਲ ਤੋਂ ਪਿੱਪਲ ਭਾਈ ਦਾ ਬਣਦਾ ਕਿ ਉਹ ਇਕੱਲੇ ਬੋਲਣ, ਹਾਲੇ ਪ੍ਰੋਪਰ ਨਾ ਕਿ ਕੁਐਸਚਨ ਕਰਨ, ਆਪਣੀ ਉਹ ਗੱਲ ਰੱਖਣ ਜਿਹੜੀ ਹੈਗੀ ਆ। ਮੈਂ ਪਹਿਲੇ ਇੱਕ ਮਿੰਟ ਪੰਡਿਤ ਜੀ, ਇੱਕ ਮਿੰਟ। ਪਿੱਪਲ ਜੀ, ਪਹਿਲੇ ਮੈਂ ਬੇਨਤੀ ਕਰਾਂ ਚਾਹੁੰਦਾ ਵਾਂ ਜਤਿੰਦਰ ਜੀ ਨੂੰ ਵੀ, ਹਰਪ੍ਰੀਤ ਜੀ ਨੂੰ ਵੀ, ਆਫਤ ਜੀ ਨੂੰ ਵੀ, ਡੇਵਿਲ ਜੀ ਨੂੰ ਵੀ, ਔਰ ਪੰਡਿਤ ਜੀ ਨੂੰ ਵੀ। ਇੱਥੇ ਗੱਲ ਸਿਰਫ ਗੰਗੂ ਬਾਹਮਣ ਜਾਂ ਧੁੰਮੇ ਜੱਟ ਦੀ ਹੋਣੀ ਹੈ। ਜਿੱਦਾਂ ਪਿੱਪਲ ਜੀ ਤੁਸੀਂ, ਮੈਨੂੰ ਲੱਗਿਆ ਕਿਤੇ ਨਾ ਕਿਤੇ ਕਿ ਤੁਸੀਂ ਹਾਈਪਰ ਹੋ ਕੇ ਜਿਹੜੀ ਤਰੀਕ ਦੀ ਗੱਲ ਚੱਲੀ ਸੀ, ਤੁਸੀਂ ਕਿਹਾ ਸਾਨੂੰ ਫਿਰ ਹਜ਼ਾਰਾਂ ਸਾਲ ਪਿੱਛੇ ਜਾਣਾ ਪਏਗਾ। ਜਿਸ ਵਿਸ਼ੇ ਤੇ ਗੱਲ ਹੋ ਰਹੀ ਹੈ ਉਸੇ ਵਿਸ਼ੇ ਦੀ ਤਰੀਕ ਦੀ ਗੱਲ ਕਰਨੀ ਹੈ ਆਪਾਂ, ਉਸ ਤੋਂ ਪਿੱਛੇ ਨਹੀਂ ਜਾਣਾ, ਕਿਉਂਕਿ ਜੇ ਤੁਸੀਂ ਪਿੱਛੇ ਜਾਓਗੇ ਅਗਲੇ ਅੱਗੇ ਆਣਗੇ, ਉਹ ਫਿਰ ਇੱਕ ਚਰਚਾ ਦੀ ਜਗ੍ਹਾ ਨਾ ਇੱਕ ਮਿਹਣੇ ਹੋ ਜਾਣਗੇ, ਇੱਕ ਦੂਜੇ ਦੀ ਧਰਮ ਦੀ ਬੇਅਦਬੀ ਵੱਲ ਆਪਾਂ ਤੁਰ ਪਵਾਂਗੇ। ਸੋ ਮੇਰੀ ਹੱਥ ਬੰਨ ਕੇ ਬੇਨਤੀ ਆ, ਸਿਰਫ ਗੰਗੂ ਬਾਹਮਣ ਔਰ ਧੁੰਮਾ ਜੱਟ ਤੇ ਗੱਲ ਕਰਨੀ ਹੈ, ਹੋਰ ਕੋਈ ਵਿਸ਼ਾ ਨਹੀਂ ਹੋਣਾ ਚਾਹੀਦਾ ਵਿੱਚ। ਪਹਿਲੀ ਗੱਲ ਤਾਂ ਬੇਨਤੀ ਹੈ ਜੀ, ਮੈਂ ਹਾਈਪਰ, ਮੇਰੀ ਆਵਾਜ਼ ਇਦਾਂ ਦੀ ਹੈ, ਠੀਕ ਹੈ, ਸੋ ਇਹ ਨਾ ਸਮਝਿਆ ਜਾਵੇ ਕਿ ਹਾਈਪਰ ਹੁੰਦਾ। ਜਦੋਂ ਮੈਂ ਹਾਈਪਰ ਹੋਊਂਗਾ ਫਿਰ ਮੈਂ ਦੱਸ ਕੇ ਹੋਊਂਗਾ, ਏਦਾਂ ਹਾਈਪਰ ਨਹੀਂ ਮੈਂ ਹੋਣ ਡਿਆ, ਮੇਰੀ ਆਵਾਜ਼ ਇਦਾਂ ਦੀ ਹੈ। ਦੂਜੀ ਗੱਲ, ਜਿਹੜਾ ਆਰਗੂਮੈਂਟ ਹੁੰਦਾ ਉਹਨੂੰ ਆਰਗੂਮੈਂਟ ਦੇ ਨਾਲ ਹੀ ਕੱਟਿਆ ਜਾ ਸਕਦਾ ਹੁੰਦਾ, ਕੋਈ ਬੇਅਦਬੀ ਨਹੀਂ ਹੁੰਦੀ। ਸੋ ਜੇਕਰ ਆਪਾਂ ਇਹ ਆਰਗੂਮੈਂਟ ਰੱਖਣਾ ਵੀ ਕਿਸੇ ਬੰਦੇ ਦੀ ਜਨਮ ਤਰੀਕ ਆਪਾਂ ਨੂੰ ਨਹੀਂ ਮਿਲਦੀ, ਤੇ ਜਨਮ ਤਰੀਕਾਂ ਜਿਹੜੀਆਂ ਨੇ ਐਗਜ਼ੈਕਟ, ਉਹ ਤਕਰੀਬਨ ਆਪਾਂ ਨੂੰ ਅਸਲ ਦੇ ਵਿੱਚ ਕਲੋਨੀਅਲ ਪੀਰੀਅਡ ਤੋਂ ਬਾਅਦ ਆਉਣੀਆਂ ਸ਼ੁਰੂ ਹੋਈਆਂ। ਗੋਰੇ ਦਾ ਸਿਸਟਮ ਹੀ ਸਾਰਾ ਕਿ ਉਹਨੇ ਸਾਰੇ ਰਿਕਾਰਡ ਰੱਖਣੇ ਸ਼ੁਰੂ ਕੀਤੇ ਆ। ਉਦੋਂ ਪਹਿਲਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਦੋਂ ਸਾਰੀਆਂ ਸਾਂਝਾਂ ਹੁੰਦੀਆਂ ਸੀ, ਉਦੋਂ ਜਿਹੜੀਆਂ ਜਨਮ ਤਰੀਕਾਂ ਉਹ ਇਦਾਂ ਹੀ ਹੁੰਦੀਆਂ ਸੀ। ਜਦੋਂ ਫਲਾਣੀ ਮੱਝ ਸੂਈ ਜਦੋਂ ਤੂੰ ਹੋਇਆ ਹੈ, ਜਦੋਂ ਫਲਾਣਾ ਹੜ੍ਹ ਆਇਆ ਉਦੋਂ ਤੂੰ ਹੋਇਆ ਹੈ, ਇਦਾਂ ਦੀਆਂ ਜਨਮ ਤਰੀਕਾਂ ਹੁੰਦੀਆਂ। ਸੋ ਐਗਜ਼ੈਕਟ ਕਿਸੇ ਦੀ ਵੀ ਨਹੀਂ ਮਿਲ ਸਕਦੀ। ਸੋ ਤਾਂ ਮੈਂ ਕਿਹਾ ਵੀ ਇਹ ਆਰਗੂਮੈਂਟ ਵੈਲਿਡ ਨਹੀਂ ਹੈਗਾ। ਇਹ ਕੰਸਟਰਕਸ਼ਨ ਆ, ਜਿਹੜਾ ਸਿਸਟਮ ਆਇਆ ਸਾਡੇ ਕੋਲ ਜਨਮ ਤਰੀਕਾਂ ਦਾ, ਡੇਟ ਆਫ ਬਰਥ ਰਿਕਾਰਡ ਰੱਖਣ ਦਾ, ਗੋਰੇ ਤੋਂ ਮਗਰੋਂ ਆਇਆ ਅਸਲ ਦੇ ਵਿੱਚ। ਹਾਂਜੀ ਅੱਜ ਤਾਂ ਭਾਜੀ ਮੈਂ ਕਿਹਾ ਸੀਗਾ ਤੁਸੀਂ ਡਿਬੇਟ, ਫਿਰ ਕੁਐਸਚਨ ਹੀ ਕਦੋਂ ਪੁੱਟ ਕੀਤਾ ਤੁਸੀਂ? ਤੁਹਾਨੂੰ ਹਾਂਜੀ ਡੇਵਿਲ ਜੀ, ਡੇਵਿਲ ਜੀ ਕੁਝ ਕਹਿਣਾ ਚਾਹੋਗੇ? ਹਾਂਜੀ ਜੀ
ਦੇਖੋ, ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ, ਆਪਣੇ ਜਤਿੰਦਰ ਭਾਜੀ ਨੇ ਜੋ ਗੱਲ ਕਹੀ ਹੈ ਕਿ ਜਿਹੜਾ ਸਿੱਖਾਂ ਦਾ ਇੱਕ ਸਭ ਤੋਂ ਇੱਕ ਅਜਿਹਾ ਗ੍ਰੰਥ ਜਿਹੜਾ ਵਿਸਤਾਰ 'ਚ ਹੈ, ਜਿਹੜਾ ਵਿਸਤ੍ਰਿਤ ਜਾਣਕਾਰੀ ਰੱਖ ਕੇ ਬੈਠਾ ਆ। ਦੂਜੇ ਪਾਸੇ ਜਿਹੜੇ ਦੁਨਾ ਸਿੰਘ ਹੰਡੂਰੀਏ ਦੀ ਪੁਸਤਕ ਆ, ਜਾਂ ਉਦੋਂ ਪਹਿਲਾਂ ਦੇ ਜਿਹੜੇ ਕੀ ਕਹਿੰਦੇ ਨੇ ਉਹਨਾਂ ਸਿੱਖਾਂ ਦੇ, ਮੈਂ ਕਹੂੰਗਾ ਜਿਹੜੇ ਸਿੱਖਾਂ ਨੇ ਆਪਣੇ ਚਕਸ਼ੂਆਂ ਦੇ ਨਾਲ ਗੁਰੂਆਂ ਦੇ ਦਰਸ਼ਨ ਕੀਤੇ, ਗੁਰੂਆਂ ਦੀ ਟਹਿਲ ਕਮਾਈ, ਗੁਰੂਆਂ ਦੀ ਸੇਵਾ ਕੀਤੀ ਆ, ਉਹ ਸਿੱਖਾਂ ਦੇ ਜਿਹੜੇ ਇਤਿਹਾਸ ਲਿਖੇ ਹੋਏ ਆ ਉਹ ਸੰਖੇਪ 'ਚ ਆ। ਠੀਕ ਆ, ਇਹ ਚਲੋ ਇਹਨਾਂ ਦਾ ਇੱਕ ਇਹ ਮੰਨਣਾ ਹੈਗਾ ਆ, ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਆ ਕਿ ਜਿੱਥੇ ਤਾਂ ਜਾਣਕਾਰੀ ਦਾ ਅਭਾਵ ਹੋਵੇ, ਉਹ ਤਾਂ ਆਪਾਂ ਮੰਨ ਸਕਦੇ ਹਾਂ ਕਿ ਹਾਂ ਬਈ ਕਿ ਉਹਦੇ 'ਚ ਜਾਣਕਾਰੀ ਦਾ ਅਭਾਵ ਸੀ, ਉਹ ਦੂਜੀ ਪੁਸਤਕ 'ਚ ਪੂਰੀ ਹੋ ਗਿਆ। ਪਰ ਜਦੋਂ ਪਹਿਲੀ ਪੁਸਤਕ 'ਚ ਲਿਖੀ ਗੱਲ ਨੂੰ ਦੂਜੀ ਪੁਸਤਕ ਕੰਟਰਾਡਿਕਟ ਕਰਦੀ ਹੋਵੇ, ਉਹਦੇ ਉਲਟ ਬੋਲਦੀ ਹੋਵੇ, ਤੇ ਉਹਦੇ ਵਿੱਚ ਆਪਾਂ ਜਿਹੜੀ ਪਹਿਲਾਂ ਪੁਸਤਕ ਲਿਖੀ ਗਈ ਤੇ ਜਿਹੜੇ ਅਥੈਂਟੀਕੇਟ ਬੰਦੇ ਵੱਲੋਂ ਲਿਖੀ ਗਈ, ਆਪਾਂ ਉਹਦੀ ਹੀ ਲਿਖੀ ਨੂੰ ਆਪਾਂ ਸੱਚ ਮੰਨਾਂਗੇ। ਕਿਉਂਕਿ 1751 ਮਤਲਬ ਜਦੋਂ ਇਹ ਘਟਨਾ ਹੁੰਦੀ ਆ 1703-4 ਮਤਲਬ 1700 ਦੇ ਮੁੱਢਲੇ ਦਹਾਕੇ ਦੇ ਵਿੱਚ ਹੁੰਦੀ ਆ, ਠੀਕ ਆ। ਉਹ ਮੁੱਢਲੇ ਦਹਾਕੇ ਦੇ ਵਿੱਚ ਹੋਣ ਤੋਂ ਬਾਅਦ ਜਿਹੜੇ ਵੀ 100 ਸਾਲ ਤੱਕ ਜਾਂ 70-80 ਸਾਲ ਵਰਿਆਂ ਤੱਕ ਜਿਹੜੇ ਗ੍ਰੰਥ ਲਿਖੇ ਗਏ ਇਤਿਹਾਸ ਵਾਲੇ, ਉਹਨਾਂ ਦੇ ਵਿੱਚ ਗੰਗੂ ਬ੍ਰਾਹਮਣ ਦਾ ਕੋਈ ਜ਼ਿਕਰ ਨਹੀਂ ਆਉਂਦਾ। ਤੇ ਜਿਹੜੀ ਇਹਨਾਂ ਨੇ ਗੱਲ ਕਰ ਰਹੇ ਸੀ ਜਿਸ ਗ੍ਰੰਥ ਦੀ, ਸੂਰਜ ਪ੍ਰਕਾਸ਼ ਦੀ, ਉਹ 1800 ਕੀ ਕਹਿੰਦੇ ਨੇ 43 ਦੇ ਵਿੱਚ ਜਾਂ 35 ਤੋਂ ਬਾਅਦ ਇਹ ਜਿਹੜਾ ਕੀ ਕਹਿੰਦੇ ਨੇ ਉਹ ਬੰਦੇ ਨੇ ਲਿਖਿਆ ਸੀਗਾ, ਭਾਈ ਸੰਤੋਖ ਸਿੰਘ ਨੇ। ਉਦੋਂ ਬਾਅਦ ਜਿਹਦੀ ਪਬਲੀਕੇਸ਼ਨ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਭਾਈ ਵੀਰ ਸਿੰਘ ਨੇ ਕੀਤੀ ਸੀ ਆ ਕੇ, ਤੇ ਉਹ ਵੀ ਸ਼ਾਇਦ ਕਿਤੇ ਆਪਣਾ ਕੀ ਕਹਿੰਦੇ ਨੇ ਜਿਹੜੀ ਘਟਨਾ ਹੈਗੀ ਆ, ਜਿਹੜਾ 1843 ਦੇ ਵਿੱਚ ਭਾਈ ਸੰਤੋਖ ਸਿੰਘ ਨੇ ਲਿਖੀ ਹੈਗੀ ਆ, ਉਹਦੀ ਵੈਲਿਊ ਉਨੀ ਨਹੀਂ ਬਣਦੀ ਜਿੰਨੀ ਵੈਲਿਊ ਕੀ ਬਣਦੀ ਆ ਆਪਣੇ ਦੁਨਾ ਸਿੰਘ ਹੰਡੂਰੀਏ ਦੀ ਪੁਸਤਕ ਦੀ, ਕਿਉਂਕਿ ਉਹ ਉਸ ਘਟਨਾ ਦੇ ਨਾਲ ਸੰਬੰਧਿਤ ਵੀ ਸੀ। ਉਹਨੇ ਆਪਣੇ ਗੁਰੂਆਂ ਦੇ ਦਰਸ਼ਨ ਕੀਤੇ ਸੀ, ਉਹਨਾਂ ਦੀ ਸੇਵਾ ਕੀਤੀ ਸੀ, ਤੇ ਉਹ ਉੱਥੇ ਵਿਰਾਜਮਾਨ ਸੀ, ਮਤਲਬ ਉਹ ਗੁਰੂਆਂ ਦੇ ਦਰਬਾਰ ਦੇ ਵਿੱਚ ਵਿਰਾਜਮਾਨ ਰਹਿਣ ਵਾਲਾ ਵਿਅਕਤੀ ਸੀ। ਸੋ ਮੈਂ ਤਾਂ ਇਹੀ ਕਹੂੰਗਾ, ਜਿਹੜਾ ਸਮਕਾਲੀ ਸੀ ਉਹ ਸੱਚ ਲਿਖੂਗਾ, ਜਿਹੜਾ ਸਮਕਾਲੀ ਨਹੀਂ ਸੀ, ਜਿਹੜਾ ਉਹ ਘਟਨਾ ਤੋਂ ਕੀ ਕਹਿੰਦੇ ਲਗਭਗ 125 ਸਾਲ ਬਾਅਦ ਕੁਛ ਲਿਖਦਾ ਆ, ਉਹਦੀ ਉਨੀ ਅਥੈਂਟਿਸਿਟੀ ਨਹੀਂ ਆ ਜੇਕਰ ਉਹ ਪੁਰਾਣੀ ਪੁਸਤਕ ਨੂੰ ਕੰਟਰਾਡਿਕਟ ਕਰੇ। ਗੁੱਡ ਜੀ। ਜਤਿੰਦਰ ਜੀ ਕਾਊਂਟਰ ਕਰੋਗੇ? ਹਾਂਜੀ, ਜਰੂਰ ਜੀ। ਦੇਖੋ, ਜੇ ਦੁਨਾ ਸਿੰਘ ਹੰਡੂਰੀਏ ਨੂੰ ਦੇਖੀਏ ਨਾ, ਤੇ ਦੁਨਾ ਸਿੰਘ ਹੰਡੂਰੀਆ ਜਿਹੜਾ ਆ ਉਹ ਪਿਆਰਾ ਸਿੰਘ ਪਦਮ ਹੁਣੀ ਸਿਰਫ ਉਹਦਾ ਉਤਾਰਾ ਕਰ ਰਹੇ ਆ, ਤੇ ਦੁਨਾ ਸਿੰਘ ਹੰਡੂਰੀਆ ਕੀ ਕਰਦਾ ਆ ਕਿ ਚਮਕੌਰ ਸਾਹਿਬ ਤੱਕ ਲਿਖਦਾ ਆ, ਤੇ ਨਾਲ ਲਿਖਦਾ ਹੈ ਕਿ ਚਮਕੌਰ ਸਾਹਿਬ ਤੋਂ ਮੈਂ ਵਾਪਸ ਚਲਾ ਗਿਆ। ਅੱਛਾ, ਦੁਨਾ ਸਿੰਘ ਹੰਡੂਰੀਆ ਚਮਕੌਰ ਸਾਹਿਬ ਤੋਂ ਚਲਾ ਜਾਂਦਾ ਆ, ਤੇ ਜਦੋਂ ਉਹ ਚਲਾ ਜਾਂਦਾ ਆ ਤੇ ਉਹਨੂੰ ਤਾਂ ਸਰਹੰਦ ਦਾ ਵੈਸੇ ਹੀ ਨਹੀਂ ਪਤਾ ਵੀ ਕੀ ਹੋਇਆ ਉਹਦੇ ਨਾਲ। ਇਹ ਗੱਲ ਪਿਆਰਾ ਸਿੰਘ ਪਦਮ ਨੇ ਥੱਲੇ ਆਪਣੀ ਕਿਤਾਬ ਦੇ ਵਿੱਚ ਪੂਰੀ ਗੱਲ ਲਿਖੀ ਆ ਵੀ ਉਹਨੂੰ ਖੁਦ ਖੁੰਝਿਆ ਫਿਰਦਿਆ ਆ ਵੀ ਜਦੋਂ ਜਾ ਕੇ 50 ਸਾਲ ਬਾਅਦ ਇਤਿਹਾਸ ਲਿਖਦਾ ਹੋ, ਤੇ 50 ਸਾਲ ਬਾਅਦ ਇਤਿਹਾਸ ਲਿਖਦਾ, ਉੱਥੇ ਪਿਆਰਾ ਸਿੰਘ ਪਦਮ ਨੇ ਹਵਾਲਾ ਦਿੱਤਾ ਵੀ ਇਹ ਬੰਦਾ 50 ਸਾਲ ਬਾਅਦ ਸੁਣੀ ਗਲਾਈ ਗੱਲ ਲਿਖ ਗਿਆ। ਅੱਛਾ, ਉਹਨੇ 2 ਰੋਲ ਲਿਆਂਦੇ, ਇੱਕ ਧੁੰਮਾ ਤੇ ਇੱਕ ਦਰਬਾਰੀ। ਅੱਛਾ, ਉਸੇ ਸਮੇਂ ਦਾ ਜਿਹੜਾ ਲਿਖਾਰੀ ਆ ਕੋਇਰ ਸਿੰਘ, ਉਹਨੇ ਇਹਨਾਂ ਨੂੰ ਵੀ ਨਹੀਂ ਲਿਆਂਦਾ। ਉਸੇ ਸਮੇਂ ਦੇ ਲਿਖਾਰੀ ਨੇ ਇਤਿਹਾਸ ਹੀ ਨਹੀਂ ਲਿਖਿਆ ਇਹਦਾ। ਉਸੇ ਸਮੇਂ ਦੇ ਲਿਖਾਰੀ ਨੇ ਇੱਕ ਨੇ, ਮੈਂ ਪਹਿਲਾਂ ਵੀ ਦੱਸ ਕੇ ਗਿਆ, ਉਸੇ ਸਮੇਂ ਦੇ ਲਿਖਾਰੀ ਨੇ ਇੱਕ ਨੇ ਸਾਰਾ ਅਨੰਦਪੁਰ ਸਾਹਿਬ ਦਾ ਇਤਿਹਾਸ ਨਹੀਂ ਲਿਖਿਆ, ਤੇ ਬਾਕੀ ਸਾਰਾ ਕੁਝ ਲਿਖਤਾ। ਇਹ ਗੱਲ ਜਿਹੜੀ ਮੰਨੀ ਜਾਣੀ ਵੀ ਜਿਹੜਾ ਉਸ ਟਾਈਮ ਦਾ ਬੰਦਾ ਸੀਗਾ ਉਹਨੇ ਮੈਨੂੰ ਕਰੈਕਟ ਹੀ ਗੱਲ ਭੇਜਤੀ, ਇਹ ਗੱਲ ਵੀ ਕਿਤੇ ਨਾ ਕਿਤੇ ਸਹੀ ਨਹੀਂ ਹੈਗੀ। ਉਹ ਜਿਹੜਾ ਮਗਰੋਂ ਇਤਿਹਾਸ ਲਿਖਣ ਵਾਲਾ ਹੁੰਦਾ। ਹਾਂਜੀ ਮੈਂ ਭਾਜੀ ਜਵਾਬ ਦਿੰਦਾ। ਜਿਹੜਾ ਰੁਕੋ ਪਹਿਲੇ ਗੱਲ ਪੂਰੀ ਕਰਨ ਦਿਓ ਜਤਿੰਦਰ ਜੀ ਨੂੰ। ਰੁਕ ਜਾਓ, ਦੋਨੋਂ ਮਿਊਟ ਕਰੋ ਜੀ। ਜਤਿੰਦਰ ਜੀ ਉਹ ਵੀ ਧਿਆਨ ਰੱਖਿਓ। ਅਰੇ ਕੋਈ ਗੱਲ ਨਹੀਂ, ਹੁਣ ਉਹ 2 ਮਿੰਟ ਵਾਲੀ ਗੱਲ ਖਤਮ ਹੋ ਗਈ। ਜਤਿੰਦਰ ਜੀ ਕਰੋ ਕੰਟੀਨਿਊ। ਭਾਜੀ ਹਰਪ੍ਰੀਤ ਭਾਜੀ ਪਏ ਆ ਹੱਲੇ, ਉਹਨਾਂ 2 ਮਿੰਟ ਪਏ ਆ ਹੱਲੇ, ਅਸੀਂ ਉਸੇ ਚੀਜ਼ ਸਲੋਟ ਚ ਚਲੋ, ਸੀ। ਮੈਂ ਸਿਰਫ ਇੰਨੀ ਗੱਲ ਨਾਲ ਦੱਸਣੀ ਆ ਕਿ ਜੇ ਸੂਰਜ ਪ੍ਰਕਾਸ਼ ਗ੍ਰੰਥ ਤੇ ਆਪਣੀ ਗੱਲ ਆਉਂਦੀ ਆ ਵੀ ਸੂਰਜ ਪ੍ਰਕਾਸ਼ ਗ੍ਰੰਥ ਨੂੰ ਪਹਿਲਾਂ ਮੰਨਿਆ ਜਾਵੇ ਕਿ ਬਾਅਦ ਚੋਂ, ਇਹ ਗੱਲ ਜਿਹੜੀ ਉੱਥੇ ਜਾਣੀ ਆ, ਕਿਉਂਕਿ ਰਾਮ ਕੋਇਰ ਜਿਹੜੇ ਆ ਉਹ ਬਾਬਾ ਬੁੱਢਾ ਜੀ ਦੀ ਅੰਸ਼ ਬੰਸ ਦੇ ਵਿੱਚ ਆ, ਤੇ ਰਾਮ ਕੋਇਰ ਨੇ 500 ਪੋਥੀਆਂ 500 ਸਾਖੀਆਂ ਲਿਖੀਆਂ ਸੀਗੀਆਂ ਗੁਰੂ ਸਾਹਿਬ ਦੀਆਂ। ਉਹ ਬਾਬਾ ਆਲਾ ਸਿੰਘ ਦੀ ਜਿਹੜੀ ਨੌਂ ਸੀ, ਕੁੜੀ ਸੀਗੀ, ਜਿਹੜੀ ਬਾਬਾ ਆਲਾ ਸਿੰਘ ਦੇ ਕੋਇਰ ਸਿੰਘ ਦੇ ਘਰੇ, ਉਹਦੇ ਕੋਲ ਪੋਥੀਆਂ 5 ਪੋਥੀਆਂ ਸੀ, ਜਿਹਦੇ ਚ 500 ਕਥਾਵਾਂ ਸੀਗੀਆਂ, ਤੇ ਉਹ ਸਾਰੀਆਂ ਅੰਸ਼ ਬੰਸ ਚੋਂ ਹੀ ਆਈਆਂ ਸੀਗੀਆਂ, ਜਿਨ੍ਹਾਂ ਤੋਂ ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਹੋਣਾ ਨੇ ਲਿਖਿਆ। ਉਹ ਸਾਰੀਆਂ ਵੀ ਅੰਸ਼ ਬੰਸ ਚੋਂ ਆਈਆਂ।
ਭਾਜੀ ਹਾਂਜੀ ਮੈਂ ਉਹੀ ਸਭ ਭਾਜੀ ਤੋਂ ਇੱਕ ਮਿੰਟ ਪਹਿਲਾਂ ਜਤਿੰਦਰ ਡੇਵਲ ਭਾਜੀ ਮੈਨੂੰ ਇੱਕ ਮਿੰਟ ਜਵਾਬ ਮੇਰੇ ਯਾਰ ਕੋਲ ਬਲਿੰਕ ਭਾਈ ਕਰ ਦਿਆ ਕੁੰਵਰ ਕਰੋ, ਮਾਈਕ ਬਲਿੰਕ ਕਰਿਆ ਕਰੋ। ਹਾਂਜੀ ਪੰਡਿਤ ਜੀ ਹਾਂਜੀ ਬੋਲੋ। ਹਾਂਜੀ ਮੇਰੇ ਕੋਲ ਭਾਈ ਕੁੰਵਰ ਸਿੰਘ ਜੀ ਦਾ ਲਿਖਿਆ ਹੋਇਆ ਗੁਰਬਿਲਾਸ ਪਾਤਸ਼ਾਹੀ 10ਵੀਂ ਮੇਰੇ ਕੋਲ ਪਿਆ, ਉਹਦੇ ਵਿੱਚ ਪ੍ਰਸੰਗ ਨੰਬਰ ਜਫਰਨਾਮੇ ਦੇ ਪ੍ਰਸੰਗ ਦੇ ਵਿੱਚ ਇਹਨਾਂ ਨੇ ਕਿਹਾ ਨਾ ਨਹੀਂ ਜ਼ਿਕਰ ਆ ਰਿਹਾ 7 ਪੇਜਾਂ ਦਾ ਜ਼ਿਕਰ। ਜੇ ਤੁਸੀਂ ਕਹੋ ਤਾਂ ਮੈਂ ਉਹਨੂੰ ਪੜ੍ਹਨਾ ਸਟਾਰਟ ਕਰਾਂ, ਤੁਸੀਂ ਨਾਲ ਨਾਲ ਉਹਦਾ ਤੁਸੀਂ ਮੈਨੂੰ ਅਰਥ ਕਰਕੇ ਦੱਸੋਗੇ ਕੀ ਕਹਿ ਰਹੇ ਨੇ ਕਰੋ ਭਾਈ ਕਰੋ ਜੀ। ਪੰਡਿਤ ਜੀ, ਕਰੋ ਕਰੋ ਕਰੋ। ਠੀਕ ਹੈ ਜੀ, ਮੈਂ ਜਤਿੰਦਰ ਜੀ ਤੁਸੀਂ ਹੁਣ ਇੱਥੇ ਪੁਆਇੰਟ ਉਠਾਇਆ ਸੀ, ਮੈਂ ਉਹਨੂੰ ਸਟਾਰਟ ਕਰਾਂ ਬੋਲਣਾ? ਠੀਕ ਹੈ ਜੀ, ਮੈਨੂੰ 1 ਮਿੰਟ ਦਾ ਟਾਈਮ ਦੇ ਦਿਓ। ਤੁਸੀਂ ਮੈਨੂੰ ਕੱਟ ਦਿਓ ਜੇ ਤੁਹਾਨੂੰ ਲੱਗੇਗਾ ਵੀ ਇਹ ਮੈਂ ਇੱਥੇ ਕੋਈ ਗਲਤ ਬੋਲਿਆ। ਠੀਕ ਹੈ ਜੀ, ਨਹੀਂ ਨਹੀਂ ਨਹੀਂ, ਮੈਂ ਕੱਟੇਗਾ ਕਿਉਂਕਿ ਕੋਈ ਨਹੀਂ, ਲੰਬਾ ਬਹੁਤ ਹੈ ਕੱਟੇਗਾ ਜੇ ਕੋਈ ਤੁਸੀਂ ਨਹੀਂ। ਤੁਸੀਂ ਆਪਣੀ ਪੂਰੀ ਗੱਲ ਕਰੋਗੇ, ਉਸ ਤੋਂ ਬਾਅਦ ਉਹਨੂੰ ਕਾਊਂਟਰ ਕਰੇਗਾ ਕੋਈ, ਵਿੱਚ ਨਹੀਂ ਬੋਲੇਗਾ ਕੋਈ। ਜੀ ਪੰਡਿਤ ਜੀ। ਕਿਉਂਕਿ 7-8 ਪੇਜ ਦਾ ਵਾ ਉਹ ਸਾਰੀ ਦੱਸਦਾ ਪਿਆ ਵਾ। ਮੈਂ ਉਹ ਚਲੋ ਜਿੱਥੋਂ ਮੈਂ ਸ਼ੁਰੂ ਕਰਦਾ ਜੀ। ਮਾਛੀਵਾੜੇ में तब गए बहुते चरित्र कर तय भये जो जो कीनो अधिक चरित्रा ठहरन आवत अधिक विचित्रा नारी एक के ग्रह रहे उन अनेक चित्र सो कहे अब सुन उनकी कथा बखानो गढ़ चमकौर पिए जिम जानो आधी रात जब रही अपारा आप सुने चले नाथ अवतारा कीन ताही विचार माता प्रभु की सिधार ही ऊठ ठाठ ही टड चोट की पर दृष्ट सब निहार की अंदर निहार के ਪਈ ਬਹੁਤ ਦਕਸਾਰੀਆ ਹਾਏ ਪੂਤ ਕਹਿ ਸਦਾਰਿਓ ਮਮ ਤਿਆਗ ਦੁੱਖ ਮੰਜਾਰੀਆ। ਯਾਨੀ ਕਿ ਮਾਤਾ ਜੀ ਨੇ ਬਹੁਤ ਯਾਨੀ ਕਿ ਉਹਨਾਂ ਨੇ ਉੱਥੇ ਦੁੱਖ ਪ੍ਰਗਟ ਕੀਤਾ। ਤੁਸੀਂ ਜੇ ਇਹਦੇ ਅਰਥ ਜਤਿੰਦਰ ਬਾਜੀ ਨਾਲ ਕਰਨੇ ਤਾਂ ਕਰ ਦਿਓ, ਪਰ ਤੁਸੀਂ ਆਪਣੇ ਸਰੋਤੇ ਸਾਰੇ ਐਸੇ ਹੋ ਅਨੇਰ ਕਹੂ ਦਿਸ਼ਟ ਨਾ ਪਏ ਚੌਫੇਰ ਹਾਏ ਹਾਏ ਨੀਰ ਪਰ ਰੋਏ ਪੁਕਾਰਤੀ ਸੁਧ ਨਾਹੀ ਰਹੀ ਕਾਏ ਆਪ ਰਹੇ ਕਹੂ ਤਾਏ ਕਾਲ ਹੀ ਕੀ ਬਾਤ ਕਹੇ ਕੰਨ ਐਸੇ ਭਾਵਤੀ ਦੋਈ ਬਾਲ ਲੀਨ ਸੰਗ ਕੰਨ ਕਾਕ ਮੈਂ ਬੜੀ ਨਿਸੰਗ ਲੋਥਨ ਕੇ ਡੋਰ ਤਾਹੀ ਹਾਥਨ ਸੇ ਟਾਰਤੀ। ਯਾਨੀ ਕਿ ਮਾਤਾ ਜੀ ਦੋਨੇ ਜਿਹੜੇ ਬੱਚੇ ਨੇ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਆ ਉਹ, ਕਿਉਂਕਿ ਬਹੁਤ ਭਾਰੀ ਯੁੱਧ ਹੋਇਆ ਆਪਣੇ ਚਮਕੌਰ ਸਾਹਿਬ ਦੇ ਵਿੱਚ, ਉਹ ਮਾਤਾ ਜੀ ਲੋਥਾਂ ਨੂੰ ਜਿਹੜੇ ਆ ਉਹ ਆਪਣੇ ਹੱਥਾਂ ਦੇ ਨਾਲ ਫਰੋਲ ਰਹੇ ਨੇ। ਬਾਲ ਕੇ ਚੁਆਤੀ ਤਾਹੀ ਫਿਰੇ ਕਿ ਗਿਆਤੀ ਹਾਏ ਪੂਤ ਕਹਾਂ ਗਇਓ ਮੋਹ ਡਾਕ ਕੇ ਕੁਪਾਰਤੀ। ਜਾਣੀ ਕਿ ਮਾਤਾ ਜੀ ਕਹਿ ਰਹੇ ਵੀ ਆਪਣੇ ਬਾਲਾਂ ਨੂੰ ਵੀ ਮਾਤਾ ਜੀ ਚੁੰਮ ਰਹੇ ਆ, ਤੇ ਫਿਰ ਉਹਨਾਂ ਨੂੰ ਥੋੜਾ ਆਪਣੇ, ਕਿਉਂਕਿ ਉਸ ਸਮੇਂ ਦਾ ਟਾਈਮ ਤੁਸੀਂ ਸੋਚੋ ਕਿੱਦਾਂ ਦਾ ਹੋਇਆ ਹੋਊਗਾ, ਉਹ ਕਿੱਦਾਂ ਦੇ ਹਾਲਾਤ ਵਿੱਚ ਹੋਣਗੇ, ਤੇ ਆਪਣੇ ਪੁੱਤ ਨੂੰ ਵੀ ਜਾਣੀ ਕਿ ਉਹ ਆਵਾਜ਼ ਮਾਰ ਰਹੇ ਖਾਏ ਤਵਾਰਾ ਗਿਰੀ ਧਰਨੀ ਨਹੀਂ ਸੁਧ ਰਹੀ ਕੋ ਦੇ ਕੀ ਮਾਹੀ ਹੋਏ ਸੁਚੇਤ ਸੋ ਲੋਥਨ ਟੋਰ ਕੇ ਤਾਤ ਕੋ ਸੀਸ ਨਾ ਦ੍ਰਿਸ਼ਟੀ ਨਾ ਆਹੀ। ਜਾਣੀ ਕਿ ਉਹਨਾਂ ਨੂੰ ਕਿਤੇ ਨਹੀਂ ਜਿਹੜਾ ਵਾ ਉਹ ਗੁਰੂ ਸਾਹਿਬ ਜੀ ਉੱਥੇ ਨਹੀਂ ਦਿਸ ਰਹੇ। ਸਾਹਿਬ ਮਹਿਲਾ ਸੋ ਨਿਕਸ ਚਲੇ ਨਹੀਂ ਉਨਕੋ ਸਵਾਰ ਰਹੀ ਮਨ ਮਾਹੀ ਕਾਲ ਬਲੀ ਤਹੀ ਆਈ ਪਰਿਓ ਅਵਤਾਰਨ ਕੋ ਜੇ ਦੁੱਖ ਦਿਖਾਈ। ਜਾਣੀ ਕਿ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਸੀ ਨਾ, ਮੈਂ ਹੁਣ ਉਹੀ ਬੋਲ ਰਿਹਾ। ਕਹਿੰਦੇ ਸੀ ਵੀ ਉਹਨਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ 7 ਪੇਜ ਦਾ, ਇਹ ਤੁਹਾਨੂੰ ਥੋੜਾ ਸੰਯਮ ਰੱਖਣਾ ਪਏਗਾ। ਜੋ ਮਾਤਾ ਰੋਵੇ ਤਹਿ ਜਾਹੀ ਯੂੰ ਕੁਕਰੀ ਬਿਨ ਸਤਾ ਦੁੱਖ ਪਾਹੀ ਕਹਿਓ अब अब कहो अब तो ही खालसा कीना ना करते तो क्यों दुख चीना। ਉਹ ਮਾਤਾ ਜੀ ਗੁਜਰੀ ਜੀ ਇਹ ਵੀ ਉੱਥੇ ਕਹਿ ਰਹੇ ਆ, ਜੋ ਭਾਈ ਕੁੰਵਰ ਸਿੰਘ ਜੀ ਲਿਖ ਰਹੇ ਆ, ਵੀ ਤੁਸੀਂ ਖਾਲਸਾ ਕਿਉਂ ਸਾਜ ਦਿੱਤਾ, ਜੇ ਆਪਾਂ ਨਾ ਸਾਜਦੇ ਇੰਨਾ ਦੁੱਖ ਨਾ ਆਪਾਂ ਨੂੰ ਜਿਹੜਾ ਉਹ ਸਹਿਣਾ ਪੈਂਦਾ। ਮੂੜ ਮੁਖਮਨ ਕਹੇ ਕਹਾਏ ਨਸ ਗਏ ਅਬ ਹਮ ਦੁਖ ਪਾਏ ਨਹੀਂ ਤੁਰਕਨ ਹਮ ਦੇਸ ਨਿਸ਼ਨਾਵਾ मांग खान में लग क्यों लावा ये मिल लुटत देश को पूता सो तो चले नाश के विभूता दो प्रोतन की खबर ना बारी तुमरी सुनी ना सरवन में जारी दीन बचन ना कह जे सुने आए तुरकन अगन ते कने रोबत देख कही तिन बानी कौन तात देखो दुखसानी कौन मोए के रोबत पारी सो सुन माता बहन बिचारी सोडी बंस पति गुरसोई गोविंद सिंह नाम सुत सोई ता माता से सुतनन संगा मोह बहावत जय तुम रंगा दुख समुंदर में डूबत आही को मोह पार लंगावे जाही। ਵੀ ਬਹੁਤ ਸਾਰਾ ਉਹਨਾਂ ਨੂੰ ਉਹ ਸਾਰੇ ਉਹ ਦੁੱਖ ਦੀ ਗੱਲ ਕਰ ਰਹੇ। ਸੁਨ ਮਲੇਸ਼ ਮਨ ਹਖ ਹਰਖਤ ਪਏ ਢੂੰਡਤ ਰਹੇ ਸਹਜੇ ਹਮ ਲਏ ਨਾ ਖਿਨ ਗਹੀ ਲੀਨੀ ਸੰਗ ਬਾਲਾ ਜਿਸ ਸੁਮਾਤ ਗਿਹੀ ਦਿਤ ਬਾਲਾ ਕੁਸ਼ਤ ਕੋਟ ਕੇ ਭੀਤਰ ਗਏ ਸਿੰਘਨ ਇੱਕ ਨਿਹਾਰਤ ਪਏ ਕਲਗੀ ਜਿਹਾ ਔਰ ਨਾ ਹੋਏ ਗੋਬਿੰਦ ਸਿੰਘ ਲਹੇ ਜੈ ਹੋਈ ਮਾਰ ਸੀਸ ਸ਼ਮਸ਼ੇਰ ਪਠਾਨਾ ਸੀਸ ਰਹਿਤ ਕਲ ਗੀਲੀ ਮਾਨਾ। ਜਾਣੀ ਕਿ ਉਹ ਇੱਕ ਨਾ ਉੱਥੇ ਵੀ ਦੱਸਦੇ ਪਠਾਨ ਨੇ ਵੀ ਜਾਣੀ ਕਿ ਕੋਈ ਹੋਰ ਕਲਗੀ ਜਿਹੜੀ ਸੀ ਉਹ ਕਿਸੇ ਹੋਰ ਜਿੱਦਾਂ ਕੋਈ ਸ਼ਹੀਦ ਹੋਏ ਸਿੰਘ ਦੇ ਉੱਤੇ ਲਾ ਕੇ ਤਾਂ ਉਹ ਇਦਾਂ ਸ਼ੋਅ ਕਰ ਰਹੇ ਆ। ਇਹ ਸਭ ਬਾਤ ਮਨ ਜੀ ਧਾਰੀ ਗੇ ਦਲੀਸ ਅਗਰ ਸੋ ਤਾਰੀ ਸਭੀ ਖਾਨ ਹਰਖਤ ਮਨ ਪਏ ਸਹਿਤ ਨਾਰ ਪਤੀ ਸੁਤ ਤਜ ਗਏ ਸਾਚੋ ਗੁਰਬਲ ਲਖਾਵਤ ਜੋਈ ਗਇਓ ਧਿਆਨ ਖਿਨ ਬੀਤਰ ਸੋਈ ਗਏ ਕੇ
गए सरअंद मजारी हाथन मथ हथौड़ी टारी पद में ताही जंजीर तराए कोई कहे बालन मारवाए कोई कहे बंदी कीजे ਕੋਈ ਕਹੇ ਤੁਰਕਿਨ ਲੀਜੇ। ਹੁਣ ਜਾਣੀ ਕਿ ਉੱਥੇ ਉਹ ਦੱਸਦੇ ਆ ਵੀ ਉਹਨਾਂ ਨੂੰ ਚਮਕੌਰ ਸਾਹਿਬ ਤੋਂ ਜਿਹੜੇ ਆ ਉਹ ਜਿਹੜੇ ਇਹ ਹੈਗੇ ਆ ਮੁਗਲ, ਉਹ ਮਾਤਾ ਜੀ ਨੂੰ ਫੜ ਕੇ ਲੈ ਜਾਂਦੇ ਆ ਉੱਥੇ। ਕਿਤੇ ਕੋਈ ਗੰਗੂ ਦਾ ਜ਼ਿਕਰ ਨਹੀਂ ਆ ਰਿਹਾ। ਉਹ ਕੋਈ ਉੱਥੇ ਕਹਿ ਰਿਹਾ ਵੀ ਮਾਤਾ ਜੀ ਇਹ ਬਾਲਣ ਨੂੰ ਮਾਰੋ, ਕੋਈ ਕਹਿੰਦੇ ਬੰਦੀ ਕੀ ਜਾਏ ਵੀ ਉਹਨਾਂ ਨੂੰ ਬੰਦੀ ਕਰ ਲਓ, ਕੋਈ ਉੱਥੇ ਕਹਿ ਰਿਹਾ ਇਹਨਾਂ ਨੂੰ ਤੁਰਕ ਕਰ ਲਓ। ਤੁਸੀਂ ਇਹਨੂੰ ਮੈਂ ਅੱਗੇ ਹੋਰ ਤੋਰਾਂ ਜਾਂ ਇੱਥੋਂ ਤੁਸੀਂ ਤੁਹਾਡਾ ਕੋਈ ਹੈ ਕੁਐਸਚਨ? ਮਾਤ ਗੋਦ ਬਾਲ ਜੈ ਹੋਈ ਕਰਤ ਵਿਸਾਤ ਰਤੀ ਨਹੀਂ ਤੇਈ ਖੋਸ ਗੋਦ ਤੇ ਲੈ ਗਏ ਵਾਹੀ ਪ੍ਰਾਂਤ ਕਚਹਿਰੀ ਮਾਹੀ ਤਹਾਂ ਮਾਹੀ। ਜਾਣੀ ਕਿ ਜਿਹੜੇ ਬਾਲ ਸੀ ਉਹ ਮਾਤਾ ਜੀ ਦੀ ਗੋਦੀ ਵਿੱਚ ਸੀ, ਉੱਥੋਂ ਉਹਨਾਂ ਨੂੰ ਲੈ ਗਏ ਤੇ ਉਹ ਕਚਹਿਰੀ ਚ ਲੈ ਗਏ। ਨੀਲ ਚੁਗਰੀਆ ਤਨਮੈ ਕੀਜੇ ਬਿਜਲੀ ਸਿਆਮ ਅਬਰ ਮੈਂ ਜੈਸੇ ਕੋਮਲ ਅੰਗ ਹਥੋੜੀ ਹਾਥਾ ਪਾਂਦ ਜੰਜੀਰ ਤਿਨਕੇ ਸਾਥਾ ਸੀਸ ਲੈ ਗਏ ਦਿੱਲੀ ਮਾਹੀ ਪਇਓ ਸੋਰ ਨਗਰੀ ਕੋ ਤਾਹੀ ਖੱਤਰੀ ਬ੍ਰਾਹਮਣ ਚਾਰ ਜੋ ਵਰਨਾ ਉਬੇ ਸਾਹ ਲੈ ਜੀ ਅਤ ਜਰਨਾ ਚੋਰ ਮਾਤ ਜਯੋ ਸੋਕ ਕਰਾਈ ਤੁਰਕ ਰਾਜ ਨਹੀਂ ਜੋਰ ਚਲਾਈ ਸੁਨਤ ਸਾਹ ਅਸਹਿਜ ਜੋ ਰਹਾ ਕਰਤ ਵਿਚਾਰ ਮਨੇ ਪੈ ਪਿਆ। ਜਾਣੀ ਕਿ ਉਹ ਦੱਸਦੇ ਮਾਤਾ ਜੀ ਦੇ ਕੋਲੋਂ ਬਾਲਾਂ ਨੂੰ ਖੋ ਕੇ ਲੈ ਜਾਂਦੇ ਆ ਤੇ ਉਹਨਾਂ ਦੇ ਕੋਮਲ ਜਿਹੜੇ ਹੱਥ ਹੁੰਦੇ, ਪੈਰਾਂ 'ਚ ਜੰਜੀਰਾਂ ਪਾਈਆਂ ਤੇ ਉੱਥੇ ਜਿਹੜਾ ਵਾ ਸੀਸ ਵੀ ਜਿਹੜਾ ਵਾ ਉਹ ਦਿੱਲੀ 'ਚੋਂ ਗਲਤ ਉੱਥੇ ਖਬਰ ਪਹੁੰਚਾ ਦਿੰਦੇ ਹੈ ਨਾ ਜੀ। ਸੋ ਉਹ ਸਾਚ ਗੁਰ ਅਵਤਾਰ ਮੋਹ ਰਾਜਨ ਖੋਸਨ ਜਗ ਆਇਓ ਬਾਤ ਪਈ ਇੱਕ ਅਵਰੇ ਸੀਸ ਇਨ ਸੀਸ ਸੋ ਕਾੜ ਅਗਰ ਦਿਖਾਇਓ ਮਰਨ ਪਇਓ ਨਹੀਂ ਤਾਹੀ या जग सिर कछु इनके दृष्टायो खाने बीच खुदाइन के हाजर पीर भवे नहीं मेक रदायो सही बीच हैरानगी आई सीस रखियो अंदर के ताही जे अवतार गुर है जानी नहियो मोहे को सिर पसानी मन के बीच आवाज ये आई राज करत खालस अधिकारी उहो नगर में हाहाकारा इहो सुदू सरंद मंजारा केसरी अंग पहुंचाक महावत मूरत पेख कहे इन बानी मारन जोग सो बालक नाही दीन लियावत मही बखानी ਭੂਪ ਬਖਾਵਤ ਹੈ ਸਭ ਪਾਤਨ ਕੋਈ ਕਹੇ ਬੰਦ ਜਾਂ ਕਰ ਠਾਨੀ ਕੋਈ ਬਿਖਤਨ ਕੋਈ ਕਹੇ ਅੰਨ ਕੋਈ ਦੇ ਇਹ ਨਾ ਨਹੀਂ ਜਾਂ ਕਰ ਹਾਨੀ ਜਿਮ ਲੂਟੇ ਇਨ ਦੇਸ ਹਮਾਰੇ ਇਹੀ ਦੁੱਖ ਦੇ ਦੇਵੇ ਜਾਂ ਪਾਰੇ ਜੇਕਰ ਲਿਖਾ ਸਾਹ ਨਾ ਆਵੇ ਨਹੀਂ ਛੋਟੇ ਜੇ ਬਾਤ ਸੁਣਾਵੇ दीन माही लियावे जो कहे बानी पुनी बालक को कहे तुम्हें सा को मेल करावे बहु देसन के राज दिवावे ਬਟ ਜਾਣੀ ਕਿ ਉਹ ਕਹਿ ਰਹੇ ਵੀ ਤੁਸੀਂ ਕਰ ਲਓ, ਤੁਸੀਂ ਕਨਵਰਟ ਹੋ ਜਾਓ, ਤੁਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਕਹਿ ਰਹੇ ਵੀ ਤੁਹਾਨੂੰ ਅਸੀਂ ਦੇਵਾਂਗੇ। ਤੁਮੇ ਸਾਹ ਕੋ ਮੇਲ ਕਰਾਵੇ ਬਹੁ ਦੇਸਨ ਕੇ ਰਾਜ ਦਿਵਾਵੇ ਪਟਭੂ ਖੰ ਤੁਮ ਅਨਗਸ ਦੇਹੇ ਦੁਖਤਰ ਸਾਹਿਤ ਸਬੂਤਰ ਹੈ ਜੇਤੀ ਨਾਰੀ ਚਾਰੋ ਹੋਈ ਨੀਲ ਪਟੰਬਰ ਤਾਰੋ ਇਹੀ ਜਾ ਵਿਧੀ ਕਹੇ ਲੋਕ ਪਤੀ ਭਾਰੇ ਬਾਲਕ ਨਾ ਮਨ ਦ੍ਰਿਗ ਉਚਾਰੇ ਪੁਰੀ ਨਰ ਨਾਰੀ ਬ੍ਰਿਖਤ ਖਤਿਆਨੀ पेख लहे दुख अति ही मानी चार बरंजा पात बखाने ए अंजियान न काहू ठाने बाल लाल जुग को दुख भारी लखे बिलिपते सब नर नारी। जानी कि सारे उत्थे रो रहे क्योंकि बालों के दुख देख के भारा मात परी बिबलाता इते जुग पादन मद जंजीर ही डारे गौर शरीर अधीर पयो अति दुख पयो मुख से ना चारे। ਜਾਣੀ ਕਿ ਪੈਰਾਂ 'ਚ ਜੰਜੀਰਾਂ ਪਾਈਆਂ ਤੇ ਮਾਤਾ ਜੀ ਵੀ ਉੱਥੇ ਬਿਰਲਾ ਰਹੇ ਸੂਕ ਗਏ ਅੰਗਯੂ ਤਿਨਕੇ ਅਤੀ ਭੂਖ ਪਿਆਸ ਸਰੀਰ ਹੀ ਤਾਰੇ ਲੋਕ ਮਹਾਜਨ ਬਾਤ ਕਹੇ ਜਗ ਚੋਰ ਕੀ ਮਾਤ ਜਿਉ ਬਾਤ ਉਚਾਰੇ ਵੀ ਜਾਣੀ ਕਿ ਉਹ ਭੁੱਖ ਪਿਆਸ ਉੱਤੇ ਛੋਟੇ ਸਾਹਿਬਜ਼ਾਦੇ ਮਾਤਾ ਜੀ ਉੱਥੇ ਉਹ ਟਾਈਮ ਦੇ ਵਿੱਚ ਗੁਜ਼ਰ ਰਹੇ। ਤਬ ਆਦਿ ਕਾਜੀ ਬਾਤ ਭਾਖੀ ਇਨੇ ਮਜਬ ਲਿਆਈਐ ਰਸੂਲ ਕੋ ਇਨ ਅਜਬ ਕੀ ਨਾ ਖੁਦ ਖੁਦਾਏ ਬਤਾਈਐ ਤੇ ਕਾਜੀ ਵੀ ਆਉਂਦਾ ਉੱਥੇ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਆਪਣਾ ਚੇਂਜ ਕਰੋ ਪਿਸਤ ਕੀ ਜੋ ਅਸਰਾ ਕੇ ਮਜਬ ਹੁਕਮ ਇਹ ਕਰੇ ਪਵੇ ਦੁਖਜ ਆਦਮੀ ਜੋ ਕਾਫਰੀ ਸੁਭਾ ਰਹੇ ਸੁਣੀ ਕਾਜੀ ਕੀ ਬਾਤ ਕੋ ਇਹ ਬੁੱਧੀ ਕਹੇ ਸੁਧਾਰ ਮਜਬ ਕਬੂਲ ਸੋ ਇਹ ਕਰੋ ਨਹੀਂ ਤੁਮੇ ਡਾਰੇ ਮਾਰ ਵੀ ਤੁਸੀਂ ਕਬੂਲ ਕਰ ਲਓ ਤੁਹਾਨੂੰ ਸਾਡਾ ਕੋਈ ਡਰ ਨਹੀਂ ਰਹੇਗਾ। ਯੂ ਸੁਣ ਕੇ ਤਿਨਕੀ ਅਤੀ ਬਾਤ ਕੋ ਆਪ ਸੋ ਸਾਹਿਬ ਬੈਨ ਉਚਾਰੇ तूसनी एक मुहूर्त पेपक सूखवे प्राण बात बिचारे एक सो सावी बोलत बे मुख आपन हफजत ओद है तारे जानत जन्म लियो हम खतरन यानी को कह रहे भी और बने नहीं वेस धारे भी मैं खत्तरियां दे घर जन्म लिया ਤੇ ਮੈਂ ਤੁਹਾਡਾ ਨਹੀਂ ਮੈਂ ਆਪਣਾ ਧਰਮ ਨਹੀਂ ਬਦਲਾਂਗਾ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਖੱਤਰੀਆਂ ਦਾ ਵੇਸ ਚ ਆਇਆ ਅਸੀਂ ਇਦਾਂ ਹੀ ਜਾਵਾਂਗੇ। ਸੁਨੇ ਕਾਜੀ ਅਸ ਬਹਿਨ ਹਮਾਰੇ ਨਹੀਂ ਕਾਫਰ ਜੋ ਆਪ ਸਮਾਰੇ ਫਿਰ ਕਾਜੀ ਕਹਿੰਦਾ ਵੀ ਇਹ ਕਾਫਰ ਸਾਡੀ ਗੱਲ ਨਹੀਂ ਸੁਣ ਰਹੇ ਜੋ ਖੁਦਾਈ ਕੀ ਬਾਤ ਸੋ ਮਾਨੋ ਬੀਚ ਕਿਤਾਬਤ ਕਾਫਰ ਮਾਨੇ ਜੋ ਖੁਦਾਈ ਕੀ ਕੀਤੀ ਢਾਹੇ ਕਾਫਰ ਆਪ ਨਬੀ ਜੋ ਕਹਾ ਹੈ ਜਾਤ ਜਨਮ
लयो पिन खृतन आप खुदायो दयो पर रितन और जन्म दोहो नहीं चूका ना कीती हम काफर मूका जो तही जन्म दियो सो नीके और लगे लागत हो फीको मरन जाई ये पले निहारे जो सुन काजी को पित पारे ए हिंदुअन को पीर अपारा करके कर है बिने रहे नहीं हारा बे ਹਿੰਦੂਆਂ ਦਾ ਜਿਹੜਾ ਇਹ ਪੀਰ ਅਪਾਰਾ ਵਾ ਵੀ ਇਹ ਕਰ ਹੈ ਬਿਨੇ ਰਹੀ ਨਹੀਂ ਆਰਾ ਬਾਤਨ बीच जानिए एरी पूरी परी पसमुख सोई चंदू सुहाए के नाते भाई बैर बडन की रीत टिकाई बैचे बैठे बीच दीवान अपारा खत्री जन्म चंडाल विचारा तबही भीम चंद ਵੇਖੋ सोट ਪੰਡਤ ਜੀ ਇੱਕ ਬੇਨਤੀ ਆ, ਵੇਖੋ ਤੁਸੀਂ ਉਸ ਥਾਂ ਤੇ ਪਹੁੰਚ ਚੁੱਕੇ ਹੋ ਜਿੱਥੇ ਗੱਲਬਾਤ ਸਾਰੀ ਦਰਬਾਰ ਦੇ ਵਿੱਚ ਹੁੰਦੀ ਹੈ, ਸੋ ਇਸ ਵਿਸ਼ੇ ਤੇ ਆਪਣੀ ਬਹਿਸ ਹੀ ਕੋਈ ਨਹੀਂ ਹੈਗੀ। ਇਹਦੇ ਤੋਂ ਬਿਨਾਂ ਤੁਸੀਂ ਉਹ ਵੀ ਗ੍ਰੰਥ ਚੁੱਕ ਸਕਦੇ ਹੋ ਜਿਨ੍ਹਾਂ ਦੇ ਵਿੱਚ ਇਹ ਜ਼ਿਕਰ ਨਹੀਂ ਹੈਗਾ, ਗੰਗੂ ਵਾਲਾ ਜ਼ਿਕਰ ਤੁਸੀਂ ਕਹਿਣ ਦਿਓ ਕਿ ਨਹੀਂ ਹੈਗਾ, ਸੋ ਇਹ ਤੇ ਨੈਵਰ ਐਂਡਿੰਗ ਚੀਜ਼ ਹੋ ਜਾਣੀ, ਆਪਾਂ ਜਿੰਨਾ ਚਿਰ ਮਰਜ਼ੀ ਲੱਗੇ ਰਹਿ ਸਕਦੇ ਹਾਂ ਇਸ ਚੀਜ਼ ਦੇ ਉੱਤੇ। ਭਾਜੀ ਕਿੱਥੇ ਹੈਗਾ ਦੱਸ ਦਿਓ, ਉੱਥੇ ਅਸੀਂ ਚੱਲ ਜੰਨੇ ਮੈਂ ਆ, ਭਾਜੀ ਤੁਸੀਂ ਦੱਸ ਦਿਓ ਹਾਂ, ਕਿੱਥੇ। ਮੈਂ ਦੱਸਣ ਲੱਗਾ ਭਾਜੀ ਜਤਿੰਦਰ ਸਿੰਘ ਭਾਜੀ ਉਹਨਾਂ ਨੇ ਕੋਇਰ ਸਿੰਘ ਜੀ ਦਾ ਮੇਨ ਇਹਨਾਂ ਨੇ ਕਿਹਾ ਸੀ, ਉਹ ਮੈਂ ਪੜ੍ਹ ਕੇ ਮੈਨੂੰ ਦੱਸ ਦਿੱਤਾ ਭਾਜੀ। ਮੈਂ ਦੇਣਾ ਜਵਾਬ ਭਾਜੀ ਨੂੰ, ਇੱਕ ਮਿੰਟ ਪਿੱਪਲ ਭਾਜੀ। ਬੋਲੋ। ਇਹਦੇ ਵਿੱਚ ਜਿਹੜਾ ਦੁੰਨਾ ਸਿੰਘ ਹੰਡੂਰੀਏ ਨੇ ਲਿਖਿਆ ਆ ਉਹ ਵੀ ਸਮਕਾਲੀ ਆ, ਤੇ ਜਿਹੜਾ ਗੁਰਬਿਲਾਸ ਪਾਤਸ਼ਾਹੀ 10ਵੀਂ ਆ ਕੋਇਰ ਸਿੰਘ ਹੁਣਾਂ ਦਾ, ਉਹ ਵੀ ਇਹ ਕਹਿੰਦੇ ਸਮਕਾਲੀ। ਅੱਛਾ, ਜਿਹੜਾ ਇਹ ਲਿਖ ਰਿਹਾ ਹੈ ਸਾਰਾ ਵਾਕਾ, ਇਹ ਗੱਲ ਹੀ ਖਾ ਗਿਆ ਜਿਹੜਾ ਦੁੰਨਾ ਸਿੰਘ ਹੰਡੂਰੀਆ ਗੱਲ ਕਹਿ ਰਿਹਾ ਆ ਧੁੰਮੇ ਦੀ ਤੇ ਦਰਬਾਰੀ ਦੀ, ਉਹ ਗੱਲ ਹੀ ਖਾ ਗਿਆ ਵਿੱਚੋਂ। ਇਹ ਸਾਰਾ ਉਹਦੇ ਤੇ ਚਲਾ ਗਿਆ, ਉਹਨੂੰ ਬਰੀ ਕਰ ਗਿਆ, ਇਹ ਦੋਵਾਂ ਦਾ ਰੋਲ ਪਾਸੇ ਕਰ ਗਿਆ। ਇਹਨਾਂ ਦੋਵਾਂ ਦੇ ਵਿੱਚੋਂ ਸਮਕਾਲੀਆਂ ਚੋਂ ਪਹਿਲਾਂ ਪੰਡਤ ਜੀ ਦੱਸਣ ਵੀ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਕੱਢੀਏ ਪਹਿਲਾਂ ਤਾਂ। ਇਹ ਅਸੀਂ ਨਹੀਂ ਕੱਢਣਾ ਹੈਗਾ, ਅਸੀਂ ਤੁਹਾਨੂੰ ਸਮਕਾਲੀ ਦੱਸ ਦਿੱਤਾ, ਇਹ ਤੁਸੀਂ ਇਹਦੇ ਤੇ ਵਿਚਾਰ ਕਰਨਾ ਵੀ ਇਹ ਅਸਲ ਦੇ ਵਿੱਚ ਗੱਲ ਹੈ ਕੀ ਆ। ਨਹੀਂ ਫਿਰ ਦੋਨੇ ਹੀ ਜਿਹੜੇ ਸਮਕਾਲੀ ਆ ਉਹ ਦੋਨੇ ਹੀ ਗਲਤ ਲਿਖ ਗਏ, ਦੋਨਾਂ ਨੂੰ ਨਹੀਂ ਗੱਲ ਪਤਾ। ਇਹ ਨਹੀਂ ਗਲਤ, ਅਸੀਂ ਗਲਤ ਕਹਿ ਨਹੀਂ ਰਹੇ, ਉਹਨਾਂ ਨੇ ਗਲਤ ਲਿਖੇ ਆ, ਉਹ ਸਮਕਾਲੀ ਨੇ ਕੋਈ ਨਹੀਂ। ਉਹਨਾਂ ਦਾ ਆਰਗੂਮੈਂਟ ਇਹ ਆ, ਜਤਿੰਦਰ ਸਿੰਘ ਜੀ ਦਾ ਆਰਗੂਮੈਂਟ ਇਹ ਆ ਕਿ ਕੋਇਰ ਸਿੰਘ ਜਿਹੜਾ ਵਾ ਉਹ ਦਰਬਾਰੀ ਜੱਟ ਦੀ ਤੇ ਦੂਜੇ ਦੀ ਜਿਹੜੀ ਧੁੰਮੇ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦਾ ਜ਼ਿਕਰ ਨਾ ਕਰਨ ਕਰਕੇ ਸਹੀ ਆ, ਤੇ ਜਿਹੜਾ ਆਪਣਾ ਦੁੰਨਾ ਸਿੰਘ ਹੰਡੂਰੀਆ ਉਹ ਗੰਗੂ ਦਾ ਜ਼ਿਕਰ ਨਾ ਕਰਨ ਕਰਕੇ ਸਹੀ ਆ। ਸੋ ਤੁਸੀਂ ਦੋਵਾਂ ਨੂੰ ਆਪਣੇ ਮੁਤਾਬਕ ਸਹੀ ਕਹਿਣ ਡਏ ਹੋ। ਇੱਕ ਨੂੰ ਉਸ ਜਗ੍ਹਾ ਸਹੀ ਕਹਿੰਦੇ ਹੋ ਜਿੱਥੇ ਉਹ ਗੰਗੂ ਦਾ ਜ਼ਿਕਰ ਨਹੀਂ ਕਰਦਾ, ਤੇ ਇੱਥੇ ਤੁਸੀਂ ਉਹਨੂੰ ਸਹੀ ਕਹਿੰਦੇ ਹੋ ਵੀ ਕਿਉਂਕਿ ਉਹਨੇ ਦਰਬਾਰੀ ਦਾ ਜ਼ਿਕਰ ਹੀ ਨਹੀਂ ਕੀਤਾ। ਨਹੀਂ ਤੁਸੀਂ ਸਾਡੇ ਤੇ ਪਾ ਰਹੇ ਹੋ ਗੱਲ, ਅਸੀਂ ਕਿਸੇ ਨੂੰ ਸਹੀ ਨਹੀਂ ਕਿਹਾ। ਇੱਕ ਮਿੰਟ ਅਸੀਂ ਗੱਲ ਕੀਤੀ ਆ ਆਪਣਾ ਇਤਿਹਾਸ ਦੇ ਵਿੱਚੋਂ ਆਪਣੀ ਮਨਮਰਜ਼ੀ ਦੀ ਚੀਜ਼ ਨਹੀਂ ਚੁੱਕੀ ਜਾ ਸਕਦੀ। ਪੀਪਲ ਜੀ ਹਾਂ ਬੋਲੋ। ਦੇਖੋ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਆਪਣਾ ਕੀ ਕਹਿੰਦੇ ਨੇ ਦੋਹਾਂ ਕਹਾਣੀਆਂ ਦੇ ਵਿੱਚ ਦੁੰਨਾ ਸਿੰਘ ਹੰਡੂਰੀਏ, ਗੱਲ ਇਹ ਨਹੀਂ ਕਿ ਉਹਦੇ ਵਿੱਚ ਗੰਗੂ ਬ੍ਰਾਹਮਣ ਦਾ ਜ਼ਿਕਰ ਨਹੀਂ। ਉੱਥੇ ਕੀ ਕਿਹਾ ਗਿਆ ਹੈ ਦੁੰਨਾ ਸਿੰਘ ਹੰਡੂਰੀਏ ਦੀ ਪੁਸਤਕ ਦੇ ਵਿੱਚ, ਉੱਥੇ ਇਹ ਗੱਲ ਕਹੀ ਗਈ ਆ ਕਿ ਦੋਵਾਂ ਮਸੰਦਾਂ ਨੇ ਜਾ ਕੇ ਮਰੰਡੇ ਪਿੰਡ ਦੇ ਵਿੱਚ ਕੀ ਕਹਿੰਦੇ ਨੇ ਉੱਥੇ ਸੂਹ ਦਿੱਤੀ, ਤੇ ਕੀ ਕਹਿੰਦੇ ਨੇ ਉਦੋਂ ਸੂਹ ਦੇਣ ਤੋਂ ਉਪਰੰਤ ਜਿਹੜੀ ਆ ਉੱਥੋਂ ਫੌਜ ਆਈ, ਫੌਜ ਉਹਨਾਂ ਨੂੰ ਲੈ ਗਈ। ਠੀਕ ਹੈ, ਫੌਜ ਉਹਨਾਂ ਨੂੰ ਲੈ ਕੇ ਚਲੇ ਗਈ। ਠੀਕ ਹੈ, ਉਦੋਂ ਬਾਅਦ ਬਲੀਦਾਨ ਹੋ ਗਿਆ, ਉਹ ਬਾਕੀ ਸਟੋਰੀ ਤੁਸੀਂ ਪਤਾ ਹੀ ਹੈ ਤੁਹਾਨੂੰ। ਠੀਕ ਹੈ, ਇੱਥੇ ਅੱਜ ਦੇ ਵਿਦਵਾਨ ਇਹ ਕਹਿੰਦੇ ਆ ਕਿ ਗੰਗੂ ਬ੍ਰਾਹਮਣ ਨੇ ਚੁਗਲੀ ਕੀਤੀ। ਇੱਕ ਤਾਂ ਹੁੰਦਾ ਨਾ ਕਿ ਜੇ ਕੋਈ ਉਸ ਸਾਰੀ ਸਟੋਰੀ ਦੇ ਦਰਮਿਆਨ ਇੱਕ ਹੋਰ ਛੋਟੀ ਘਟਨਾ ਹੋਈ ਹੁੰਦੀ ਗੰਗੂ ਵਾਲੀ, ਉਹ ਮਿਸਿੰਗ ਹੁੰਦੀ, ਤੇ ਆਪਾਂ ਕਹਿ ਸਕਦੇ ਸੀ ਉਹ ਪੂਰੀ ਹੋ ਗਈ ਦੂਜੇ ਗ੍ਰੰਥ 'ਚ। ਪਰ ਉਹ ਦੂਜੇ ਗ੍ਰੰਥ 'ਚ ਆ ਕੇ ਉਹ ਕੰਟਰਾਡਿਕਟਰੀ ਕਰ ਰਹੀ ਆ। ਜਿਹੜੇ ਤੁਸੀਂ ਵਿਦਵਾਨ, ਜਿਹੜੇ ਤੁਹਾਡੇ ਅੱਜ ਦੇ ਨਵੇਂ ਵਿਦਵਾਨ ਹੈ, ਉਹ ਨਵੇਂ ਵਿਦਵਾਨ ਜਿਹੜੀ ਉਹ ਕਹਾਣੀ ਕਰਕੇ ਆ ਕਿ ਇੱਕ ਪਾਸੇ ਦੁੰਨਾ ਸਿੰਘ ਹੰਡੂਰੀਆ ਤਾਂ ਇਹੀ ਕਹਿ ਰਿਹਾ ਨਾ ਕਿ ਇਹ ਜਿਹੜੀ ਚੁਗਲੀ, ਕਿਹਦੀ ਚੁਗਲੀ ਕਰਕੇ ਨੁਕਸਾਨ ਹੋਇਆ, ਕਿਹਦੀ ਸੂਹ ਕਰਕੇ ਨੁਕਸਾਨ ਹੋਇਆ, ਧੁੰਮੇ ਜੱਟ ਤੇ ਆਪਣਾ ਕੀ ਕਹਿੰਦੇ ਨੇ ਦਰਬਾਰੀ ਜੱਟ ਦੀ। ਦੂਜੇ ਪਾਸੇ ਨਵੇਂ ਵਿਦਵਾਨ ਇਹ ਕਹਿੰਦੇ ਆ ਕਿ ਗੰਗੂ ਦੀ ਚੁਗਲੀ ਕਰਕੇ ਨੁਕਸਾਨ ਹੋਇਆ। ਨਵੇਂ ਵਿਦਵਾਨ ਜਿੱਥੇ ਕਹਿੰਦੇ ਆ ਕਿ ਗੰਗੂ ਇੱਕ ਬ੍ਰਾਹਮਣ ਜਿਹੜਾ ਰਸੋਈਆ ਸੀ, ਉਹ ਤਾਂ ਸੰਤੋਖ ਸਿੰਘ ਦੀ ਪੁਸਤਕ ਦੇ ਵਿੱਚ ਵੀ ਉਹ ਰਸੋਈਆ ਨਹੀਂ ਆਉਂਦਾ। ਜਤਿੰਦਰ ਜੀ ਨੇ ਇੱਥੇ ਦੋ ਗੱਲਾਂ ਕਹੀਆਂ ਸੀ ਪਿਆਰਾ ਸਿੰਘ ਪਦਮ ਦੀਆਂ, ਕਿ ਪਿਆਰਾ ਸਿੰਘ ਪਦਮ ਸਵੈ ਆਪ ਕਹਿੰਦਾ ਆ, ਨੀਚੇ ਕਮੈਂਟਰੀ ਕਰਦਾ ਆ, ਉਹਦੀ ਲਿਖਤ ਜਦੋਂ ਜਨਤਕ ਕਰਦਾ, ਪਬਲਿਸ਼ ਕਰਦਾ, ਉਹਦੇ ਥੱਲੇ ਕਮੈਂਟ ਕਰਦਾ ਕਿ ਜਿਹੜਾ ਦੁੰਨਾ ਸਿੰਘ ਹੰਡੂਰੀਆ ਚਮਕੌਰ ਦੀ ਗੜੀ ਤੋਂ ਵਿਛੜ ਗਿਆ ਸੀਗਾ। ਪਿਆਰਾ ਸਿੰਘ ਪਦਮ ਉਹ ਚੀਜ਼ ਕਦੋਂ ਕਹਿੰਦਾ? ਉਹ ਪਿਆਰਾ ਸਿੰਘ ਪਦਮ ਪੂਰੀ ਕਹਾਣੀ ਨੂੰ ਖੰਡਨ ਨਹੀਂ ਕਰਦਾ, ਉਹ ਸਿਰਫ ਇਸ ਚੀਜ਼ ਨੂੰ ਖੰਡਨ ਕਰ ਰਿਹਾ ਕਿ ਜਦੋਂ ਦੁੰਨਾ ਸਿੰਘ ਹੰਡੂਰੀਆ ਲਿਖਦਾ ਕਿ ਕਿੱਕਰ ਦੇ ਪੇੜ ਦੇ ਹੇਠਾਂ ਬਹਿ ਕੇ ਮਾਤਾ ਗੁਜਰੀ ਜੀ ਰੋ ਰਹੇ ਸਨ ਤੇ ਰੋਂਦੇ ਰੋਂਦੇ ਉਹਨਾਂ ਨੇ ਅਰਦਾਸ ਕੀਤੀ। ਉਹ ਇਹ ਤੇ ਜਦੋਂ ਦੂਜੇ ਪਾਸੇ ਜਦੋਂ ਮੈਂ ਗਲਤ ਕਹਿ ਗਿਆ, ਜਿੱਥੇ ਕੀ ਕਹਿੰਦੇ ਨੇ ਜਦੋਂ ਪੁਲਿਸ ਉਹਨਾਂ ਨੂੰ ਫੜਨ ਆਉਂਦੀ ਹੈ ਮਾਤਾ ਜੀ ਤੇ ਦੋ ਬਾਲਕਾਂ ਨੂੰ, ਉੱਥੇ ਜਦੋਂ ਉਹ ਆਪਦੇ ਆਪ ਨੂੰ ਇੱਕ
ਨੌ ਚਲਾਨ ਕੀ ਕਹਿੰਦੇ ਹੁੰਦੇ ਉਹਨੂੰ, ਕਿਸ਼ਤੀ ਚਲਾਉਣ ਵਾਲੇ ਦੀ ਧੀ ਦੱਸਦੇ ਆ, ਧਿਵਰੀ ਦੱਸਦੇ ਆ ਜਦੋਂ ਆਪਣੇ ਆਪ ਨੂੰ ਕਿ ਇਹ ਨਹੀਂ ਮੈਂ ਤਾਂ ਧਿਵਰੀ ਆ, ਇਹ ਦੋ ਮੇਰੇ ਬਾਲਕ ਆ। ਉੱਥੇ ਥੱਲੇ ਉਹ ਕਮੈਂਟ ਕਰਕੇ ਕਹਿੰਦਾ ਪਿਆ ਆ ਕਿ ਟੂਨਾ ਸਿੰਘ ਹੰਡੂਰੀਆ ਉੱਥੇ ਹੈ ਨਹੀਂ ਸੀ ਆਪ, ਤੇ ਉਹਨੂੰ ਕਿੰਨੇ ਕਹਿ ਦਿੱਤਾ ਕਿ ਮਾਤਾ ਨੇ ਝੂਠ ਮਾਰਿਆ ਕਿ ਤੂੰ ਕੀ ਧਿਵਰੀ ਜਿਹੜੀ ਹੈਗੀ ਮੈਂ ਧਿਵਰੀ ਆ, ਤੇ ਮਾਤਾ ਜੀ ਕਿੱਥੋਂ ਰੋ ਪਏ। ਮਤਲਬ ਜਿਹੜੀ ਗੱਲ ਆ ਉਹ ਪੂਰੀ ਸਟੋਰੀ ਦਾ ਖੰਡਨ ਨਹੀਂ ਕਰਦਾ, ਉਹ ਸਿਰਫ ਇਸ ਗੱਲੋਂ ਖੰਡਨ ਕਰ ਰਿਹਾ ਕਿ ਉੱਥੇ ਮਾਤਾ ਜੀ ਨੇ ਇੱਕ ਝੂਠ ਮਾਰਿਆ ਪੁਲਿਸ ਵਾਲਿਆਂ ਨੂੰ ਕਿ ਮੈਂ ਧਿਵਰੀ ਆ। ਜਦੋਂ ਦੋ ਬਾਲਕਾਂ ਨੂੰ ਤੇ ਬਚਾਉਂਦੀ ਹੋਵੇ ਤੇ ਕੋਈ ਵੀ ਮੇਰੇ ਹਿਸਾਬ ਨਾਲ ਦਾਦੀ ਝੂਠ ਮਾਰ ਦੂਗੀ, ਮਾਂ ਝੂਠ ਮਾਰ ਦੂਗੀ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਉਹ ਜਿਹੜੇ ਬੰਦੇ ਨੇ ਖੰਡਨ ਕੀਤਾ ਸਿਰਫ ਇਸ ਕਰਕੇ ਖੰਡਨ ਕੀਤਾ ਕਿ ਮਾਤਾ ਜੀ ਨੇ ਉੱਥੇ ਆਪਦੇ ਆਪ ਨੂੰ ਧਿਵਰੀ ਦੱਸਿਆ ਸੀ, ਤੇ ਇਸ ਕਰਕੇ ਜਿਹੜਾ ਆ ਪਿਆਰਾ ਸਿੰਘ ਪਦਮ ਨੀਚੇ ਕਮੈਂਟ ਕਰਦਾ। ਉਦੋਂ ਪਹਿਲਾਂ ਨਹੀਂ ਉਹ ਕਮੈਂਟ ਕਰਦਾ, ਉਦੋਂ ਬਾਅਦ ਇਹ ਕਮੈਂਟ ਨਹੀਂ ਕਰਦਾ। ਸੋ ਦੂਜੀ ਗੱਲ ਇਹਨਾਂ ਨੇ ਇਹ ਗੱਲ ਕਹੀ ਸੀ ਧੂਨਾ ਸਿੰਘ ਹੰਡੂਰੀਆ ਉੱਥੇ ਨਹੀਂ ਸੀਗਾ, ਤੇ ਉਹਨੇ ਇਹ ਚੀਜ਼ ਕਿੱਥੋਂ ਸੁਣ ਲਈ? ਭਾਜੀ ਸੰਤੋਖ ਸਿੰਘ ਕਿਹੜਾ ਉੱਥੇ ਸੀ? ਜੇ ਤੁਸੀਂ ਸੰਤੋਖ ਸਿੰਘ ਦੀ ਗੱਲ ਤੇ ਬਲੀਵ ਕਰਦੇ ਹੋ, ਫਿਰ ਸੰਤੋਖ ਸਿੰਘ ਤਾਂ ਉੱਥੇ ਸੀਗਾ ਹੀ ਨਹੀਂ। ਸੰਤੋਖ ਸਿੰਘ ਤਾਂ ਜੰਮਿਆ, ਮਤਲਬ ਸੰਤੋਖ ਸਿੰਘ ਨੇ ਲਿਖਿਆ 125 ਸਾਲ ਬਾਅਦ। ਦੂਨਾ ਸਿੰਘ ਹੰਡੂਰੀਆ ਘੱਟੋ ਘੱਟ ਚਮਕੌਰ ਤੱਕ ਤਾਂ ਨਾਲ ਸੀ ਨਾ, ਉਦੋਂ ਬਾਅਦ ਵੀ ਗੁਰੂਆਂ ਦੀ ਟਹਿਲ ਚ, ਮਤਲਬ ਗੁਰੂ ਪਰਿਵਾਰ ਦੀ ਟਹਿਲ ਚ ਰਿਹਾ ਹੋਣਾ। ਜੇ ਗੁਰੂ ਪਰਿਵਾਰ ਵਿਛੜ ਗਿਆ ਸੀ, ਗੁਰੂ ਪਰਿਵਾਰ ਸਾਰਾ ਸ਼ਹੀਦ ਹੋ ਗਿਆ ਸੀ, ਉਦੋਂ ਬਾਅਦ ਵੀ ਉਹ ਜਿਹੜੇ ਇੱਥੇ ਆਨੰਦਪੁਰ ਪੰਜਾਬ ਦੇ ਵਿੱਚ ਜਿਹੜੇ ਸਿੱਖ ਦੇ ਮੂਹਰਲੀ ਪੰਕਤੀ ਦੇ ਵਿੱਚ ਜਿਹੜਾ ਸਮਾਜ ਸੀ ਉਹਨਾਂ ਦੇ ਨਾਲ ਵਿਚਰਦਾ ਹੋਣਾ। ਪਰ ਭਾਜੀ ਸੰਤੋਖ ਸਿੰਘ ਜਿਹਨੂੰ ਜ਼ੋਰਾਵਰ ਸਿੰਘ ਤੇ ਜੁਝਾਰ ਸਿੰਘ ਦਾ ਫਰਕ ਦਾ ਨਹੀਂ ਪਤਾ, ਉਹ ਬੰਦੇ ਦਾ ਸੀ ਕੀ ਕੀਤਾ ਗੱਲ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਬੋਲ ਸਕਦੇ। ਕਰਿਓ ਅੱਧਾ ਮਿੰਟ, ਮੈਂ ਇਹ ਤਾਂ ਥੋੜੀ ਆ ਯਾਰ, ਤੁਸੀਂ ਆਪਣੀ ਮਰਜ਼ੀ ਨਾਲ ਸਾਰੇ ਟਾਈਮ ਲਈ ਜਾਂਦੇ। ਮੈਂ ਉਹਨਾਂ ਦੀ ਗੱਲ ਯਾਰ ਭਾਈ ਉਹਨੂੰ ਬੋਲਣ ਦੋ ਜਤਿੰਦਰ ਸਿੰਘ ਨੂੰ। ਹੁਣ ਤੁਸੀਂ ਤਿੰਨ ਬੰਦੇ ਬੋਲ ਹਟੇ ਹੋ, ਠੀਕ ਹੈ? ਹਾਂਜੀ ਪਿੱਪਲ ਜੀ ਇੱਕ ਮਿੰਟ, ਪਿੱਪਲ ਜੀ ਜਤਿੰਦਰ ਜੀ ਇੱਕ ਮਿੰਟ, ਪਿੱਪਲ ਜੀ ਜਤਿੰਦਰ ਜੀ, ਡੇਵਲ ਜੀ ਦੀ 10 ਸੈਕਿੰਡ ਦੀ ਗੱਲ ਰਹਿ ਗਈ ਹੈ, ਪੂਰੀ ਹੋ ਲੈਣ ਦਿਓ, ਫਿਰ ਜਤਿੰਦਰ ਜੀ ਪੂਰੀ ਗੱਲ ਕਰਿਓ ਤੁਸੀਂ ਜੀ। ਡੇਵਲ ਜੀ ਗੱਲ ਮੇਨ ਇਹ ਆ ਸੰਤੋਖ ਸਿੰਘ ਦਾ ਗ੍ਰੰਥ, ਜਿਹੜੀ ਤੁਹਾਡੀ ਕਹਾਣੀ ਹੈ ਗੰਗੂ ਬ੍ਰਾਹਮਣ ਵਾਲੀ, ਗੰਗੂ ਬ੍ਰਾਹਮਣ ਰਸੋਈਆ ਸੀ, ਤੁਹਾਡੇ ਕਿਸੇ ਗ੍ਰੰਥ ਚ ਉਹਨੂੰ ਰਸੋਈਆ ਨਹੀਂ ਕਿਹਾ ਗਿਆ। ਇੱਥੇ ਰਸੋਈਆ ਲਿਖਿਆ ਗਿਆ ਸੰਤੋਖ ਸਿੰਘ ਦੀ ਪੁਸਤਕ ਦੇ ਵਿੱਚ। ਉਹ ਤਾਂ ਇਹ ਆ ਕਿ ਗੁਰੂ ਘਰ ਦਾ ਰਸੋਈਆ ਸੀ। ਹੁਣ ਇਹ ਸਾਬਤ ਕਰੋ ਗੁਰੂ ਘਰ ਦਾ। ਹਾਂਜੀ ਜਤਿੰਦਰ ਜੀ। ਮੈਂ ਉਹੀ ਇਹਨਾਂ ਨੂੰ ਦੱਸ ਕੇ ਹਟਿਆ ਹੁਣੇ, ਹਜੇ ਪਤਾ ਨਹੀਂ ਕਿਉਂ ਗੱਲ ਨੂੰ ਇਗਨੋਰ ਕਰਦੇ ਆ। ਮੈਂ ਦੱਸ ਕੇ ਹਟਿਆ ਕਿ ਬਾਬਾ ਆਲਾ ਸਿੰਘ ਹੁਣਾਂ ਦੀ ਜਿਹੜੀ ਨੌਂ ਆ, ਉਹਦੇ ਕੋਲ ਜਿਹੜੀਆਂ 500 ਪੋਥੀਆਂ ਆ, ਉਹ ਪੋਥੀਆਂ ਤੋਂ ਉਤਾਰਾ ਕੀਤਾ ਗਿਆ। ਜਿਹੜੀ ਬਾਅਦ ਦੇ ਵਿੱਚੋਂ ਜਦੋਂ ਕੈਂਥਰ ਤੇ ਹਮਲਾ ਹੋਇਆ ਸੀਗਾ, ਉਹਦੇ ਵਿੱਚ 400 ਪੋਥੀ ਜਿਹੜੀ ਸੀਗੀ ਉਹ ਤਬਾਹ ਹੋ ਗਈ ਸੀਗੀ। 100 ਸਾਖੀ ਦੀ ਪੋਥੀ ਬਚੀ ਸੀਗੀ, ਤੇ 100 ਸਾਖੀ ਤੋਂ ਉਤਾਰਾ ਵੀ ਕੀਤਾ ਸੀਗਾ ਆਪਣੇ ਸਿੱਖਾਂ ਨੇ। ਹੁਣ ਵੀ ਪੋਥੀਆਂ ਚੱਲਦੀਆਂ 100 ਸਾਖੀਆਂ ਲੋਕਾਂ ਦੇ ਘਰਾਂ ਦੇ ਵਿੱਚ। ਤੇ ਉਹ ਪੋਥੀਆਂ ਤੋਂ ਤੁਸੀਂ ਏਦਾਂ ਕਿੱਦਾਂ ਕਹਿ ਸਕਦੇ ਵੀ 100 ਸਾਲ, 80 ਸਾਲ ਤੋਂ ਬਾਅਦ ਉਹ ਜੰਮੇ ਆ, ਤੇ ਬਾਅਦ ਚੋਂ ਸਾਰੇ ਹੀ ਉਹ 70 ਕੁ ਸਾਲ ਤੋਂ ਪਹਿਲਾਂ ਸਾਰਾ ਲਿਖਿਆ ਉਹਨਾਂ ਨੇ। ਤਾਂ 100 ਸਾਲ ਤੋਂ ਪਹਿਲਾਂ ਦੀ ਗੱਲ ਆ। ਤੇ ਮੈਂ ਦੱਸ ਰਿਹਾ ਤੁਹਾਨੂੰ ਵੀ ਜਿਹੜੇ ਨਵਾਬ ਕੋਇਰ ਸਿੰਘ ਹੁਣੀ ਆ, ਉਹ ਬਾਬਾ ਬੁੱਢਾ ਸਿੰਘ ਦੀ ਅੰਸ਼ ਬੰਸਦੇ ਆ, ਉਹਨਾਂ ਦੇ ਕੋਲੋਂ ਪੋਥੀਆਂ ਜਿਹੜੀਆਂ ਉਹਨਾਂ ਦੇ ਕੋਲ ਪਹੁੰਚੀਆਂ। ਭਾਜੀ ਉਹੀ ਤੁਹਾਨੂੰ ਦੱਸਿਆ, ਕੋਇਰ ਸਿੰਘ ਜੀ ਤਾਂ ਆਪ ਨਹੀਂ ਲਿਖ ਰਹੇ। ਤੁਸੀਂ ਦੇਖੋ ਆਪ ਗੱਲ ਕਰ ਰਹੇ ਹੋ ਕੋਇਰ ਸਿੰਘ ਬੁੱਢਾ ਸਿੰਘ ਹੋਣਾ ਜੀ ਦੇ ਵੰਸ਼ ਵਿੱਚੋਂ। ਮੈਂ ਤੁਹਾਨੂੰ ਕੋਇਰ ਗੱਲ ਪੂਰੀ ਹੋ ਲੈਣ ਦਿਓ ਪੰਡਿਤ ਜੀ। ਪੰਡਿਤ ਜੀ ਜਤਿੰਦਰ ਜੀ ਦੀ ਗੱਲ ਪੂਰੀ ਹੋ ਲੈਣ ਦਿਓ। ਗੱਲ ਪੂਰੀ। ਅੱਛਾ, ਹੁਣ ਜਿਹੜੀ ਦੁਨਾ ਸਿੰਘ ਹੰਡੂਰੀਏ ਹੁਣੀ ਗੱਲ ਲਿਖਦੇ ਆ, ਉਹ ਵੀ 50 ਸਾਲ ਬਾਅਦ ਲਿਖਦੇ ਆ, ਕਿਉਂਕਿ ਉਹਨਾਂ ਨੇ ਝੰਡਿਆਂ ਦੀਆਂ ਬੁੰਗਿਆਂ ਦੀਆਂ ਗੱਲਾਂ ਕੀਤੀਆਂ। ਤੇ ਉਹ ਜਦੋਂ ਖਾਲਸੇ ਦੀ, ਮੈਂ ਗੱਲ ਕਰ ਚੁੱਕਾ ਕਿ ਜਦੋਂ ਖਾਲਸੇ ਰਾਜ ਦੀ ਉੱਥੇ ਗੱਲ ਹੁੰਦੀ ਆ, ਜਦੋਂ ਛੋਟਾ ਘੱਲੂਘਾਰਾ ਹੁੰਦਾ ਆ, ਉਤੋਂ ਦੇ ਲਾਗੇ ਦੀਆਂ ਗੱਲਾਂ ਉਹ, ਤੇ ਉਹਨਾਂ ਦੀਆਂ ਗੱਲਾਂ ਤੇ ਉਹ ਵੀ 40 ਸਾਲ ਦਾ ਤੇ ਫਰਕ ਉਹਨਾਂ ਦਾ ਵੀ ਪਿਆ ਆ। ਤੇ ਫਿਰ ਉਹਨਾਂ ਨੇ ਜਿਹੜੀ ਲਿਖੀ ਵੀ ਐਂਡ ਚ ਆ, ਇਹ ਭਾਈ ਪਿਆਰਾ ਸਿੰਘ ਪਦਮੁਨੀ ਕਹਿੰਦੇ ਵੀ ਆ ਕਿ ਉਹ ਚਮਕੌਰ ਸਾਹਿਬ ਤੋਂ ਵਾਪਸ ਚਲੇ ਗਏ ਸੀਗੇ, ਇਸ ਕਰਕੇ ਉਹਨਾਂ ਨੂੰ ਮਾਤਾ ਜੀ ਦੇ ਇਤਿਹਾਸ ਦਾ ਪਤਾ ਨਹੀਂ ਆ। ਮੈਂ ਤਾਂ ਇਹ ਗੱਲ ਕਹਿ ਰਿਹਾ, ਮੈਂ ਤਾਂ ਇਹ ਕਹਿ ਹੀ ਨਹੀਂ ਰਿਹਾ ਵੀ ਉਹਦੇ ਵਿੱਚ ਹੈ। ਹਾਂਜੀ, ਮੈਂ ਕਿਹਾ ਸੰਤੋਖ ਸਿੰਘ ਨਾਲ ਭਾਈ ਇਹ ਸੁਣੋ, ਡੇਵਿਡ ਜੀ 1 to 1 ਗੱਲ ਕਰੋ। ਜਿਹੜੀ ਜੇਕਰ ਸੰਤੋਖ ਸਿੰਘ ਸੂਰਜ ਪ੍ਰਕਾਸ਼ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਣ ਡਿਆ ਨਾ, ਤੇ ਸੂਰਜ ਪ੍ਰਕਾਸ਼ ਲਿਖਿਆ ਕਦੋਂ ਗਿਆ ਵਾ? ਸੂਰਜ ਪ੍ਰਕਾਸ਼ 1843, ਇੱਕ ਮਿੰਟ ਵੀਰ ਹੁਣ ਫਿਨਿਸ਼ ਕਰ ਲੈਂਦੇ ਮੈਨੂੰ। ਸੂਰਜ ਪ੍ਰਕਾਸ਼ 1843 ਤੋਂ ਪਹਿਲਾਂ ਕੰਪਾਈਲ ਹੋ ਗਿਆ ਸੀ, ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਹੋ ਗਿਆ ਸੀ, ਠੀਕ ਹੈ? ਹੁਣ ਉਹ ਜਿਹੜਾ ਸਮਾਂ ਵਾ, ਤੁਸੀਂ ਤੁਹਾਡਾ ਆਪਣੇ ਮੂੰਹ ਕਹਿਣ ਦੀ ਗੱਲ ਆ ਵੀ ਮਹਾਰਾਜੇ ਦਾ ਜਿਹੜਾ ਰਾਜ ਸੀ ਉਹ ਸਿੱਖ ਰਾਜ ਨਹੀਂ ਹੈਗਾ, ਮਹਾਰਾਜਾ ਦੇਵੀ ਪੂਜ ਕੇ ਹੀ, ਤੇ ਉਹ ਹਿੰਦੂ ਪ੍ਰਸਤ ਵੀ ਹੈਗਾ ਸੀ। ਤੇ ਉਦੋਂ ਇਹ ਡਿਵੀਜ਼ਨ ਵੀ ਨਹੀਂ ਹੈਗੀ, ਗੋਰਿਆਂ ਦੇ ਆਉਣ ਤੋਂ ਪਹਿਲਾਂ ਹਿੰਦੂ ਸਿੱਖ ਦੇ ਵਿੱਚ ਇਸ ਕਿਸਮ ਦੀ ਕੋਈ ਡਿਵੀਜ਼ਨ ਨਹੀਂ। ਤੁਹਾਨੂੰ ਕੀ ਲੱਗਦਾ ਵੀ ਸੰਤੋਖ ਸਿੰਘ ਨੇ ਜੇਕਰ ਇਹ ਗੱਲ ਲਿਖੀ ਆ,
ਤੇ ਉਹ ਕਿਹੜੀ ਸਾਜ਼ਿਸ਼ ਤਹਿਤ ਲਿਖੀ ਹੋ ਸਕਦੀ ਹੈ? ਕੀ ਕਾਰਨ ਹੋ ਸਕਦਾ ਕਿ ਮੈਂ ਮਹਾਰਾਜ ਦਾ ਦੱਸਦਾ ਰਾਜ ਜਿਹੜਾ ਮੈਂ ਇੱਕ ਮਿੰਟ ਮੈਂ ਦੱਸਦਾ ਵੀਰ ਫਿਨਿਸ਼ ਕਰ ਹੂੰ, ਉਹ ਫਿਨਿਸ਼ ਤੇ ਕਰ ਲੈਂਦੇ ਭਰਾ ਮੈਨੂੰ ਇੱਕ ਮਿੰਟ। ਜਿਹੜਾ ਰਾਜ ਸੀ ਉਹਦੇ ਵਿੱਚ ਕਿਹੜੀ ਸਾਜ਼ਿਸ਼ ਹੋ ਸਕਦੀ ਹੈ, ਖਾਸ ਕਰ ਬ੍ਰਾਹਮਣ ਦੇ ਖਿਲਾਫ? ਨਾਲੇ ਦੂਜਾ ਤੁਸੀਂ ਇਹਦੇ ਵਿੱਚੋਂ ਮਸਲਾ ਇਹ ਚੁੱਕਣ ਦੇ ਵੀ ਬ੍ਰਾਹਮਣ ਨੂੰ ਟਾਰਗੇਟ ਕੀਤਾ ਗਿਆ, ਬ੍ਰਾਹਮਣ ਨੂੰ ਬਿਲਕੁਲ ਟਾਰਗੇਟ ਨਹੀਂ ਕੀਤਾ ਗਿਆ। ਕਈ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਬੰਦਾ ਇੱਕ ਕਿਸੇ ਦਾ ਨਾਮ ਜਿਹੜੇ ਤਰੀਕੇ ਨਾਲ ਮਸ਼ਹੂਰ ਹੋਇਆ ਹੁੰਦਾ ਉਹ ਹੋ ਸਕਦਾ ਵਾ। ਜੱਟਾਂ ਦੇ ਵਿੱਚ ਵੀ ਹੈਗਾ, ਰਾਮੇ ਰੰਧਾਵੇ ਦਾ ਨਾਮ ਆਉਂਦਾ ਵਾ। ਜਿਹੜੇ ਬੰਦੇ ਨੇ ਤਾਰਾ ਸਿੰਘ ਮਾਂ ਦੀ ਜਾ ਕੇ ਮੁਖਬਰੀ ਕੀਤੀ ਸੀ ਲਾਹੌਰ ਦੇ ਸੂਬੇਦਾਰ ਦੇ ਕੋਲ, ਉਹ ਨਸ਼ਹਿਰੇ ਪੰਨੂਏ ਦਾ ਜੱਟ ਸੀ, ਰਾਏ ਕਰਕੇ ਮੈਨੂੰ ਨਾਂ ਦਾ ਭੁੱਲ ਗਿਆ। ਉਹ ਬੰਦੇ ਦੇ ਨਾਂ ਦੇ ਨਾਲ ਉਹਦੀ ਗੋਦ ਲੱਗਦੀ ਆ ਹਮੇਸ਼ਾ। ਸੋ ਇਹ ਦੱਸੋ ਵੀ ਜੇਕਰ ਸਮਕਾਲੀ ਦਾ ਤਾਰਾ ਆਪਣਾ ਦੁਨਾ ਸਿੰਘ ਹੰਡੂਰੀਆ ਵੀ ਨਹੀਂ ਹੈਗਾ, ਸਮਕਾਲੀ ਤੇ ਪਿਆਰਾ ਸਿੰਘ ਪਦਮ ਵੀ ਨਹੀਂ ਹੈਗਾ, ਤੇ ਸਮਕਾਲੀ ਸੰਤੋਖ ਜਿਹੜੇ ਤਰੀਕੇ ਨਾਲ ਆਰਗੂਮੈਂਟ ਜਤਿੰਦਰ ਸਿੰਘ ਹੋਣਾ ਨੇ ਆਪਣਾ ਰੱਖਿਆ, ਤੁਸੀਂ ਇਹ ਐਸਟੈਬਲਿਸ਼ ਕਰੋ ਵੀ ਸੰਤੋਖ ਸਿੰਘ ਦੀ ਗੱਲ ਨੂੰ ਡਿਬੰਕ ਕਰਨ ਵਾਸਤੇ ਤੁਸੀਂ ਕੋਈ ਰੀਜ਼ਨ ਦਿਓ ਕਿ ਕਿਹੜੀ ਸਾਜ਼ਿਸ਼ ਤਹਿਤ ਹੋਇਆ ਹੋ ਸਕਦਾ। ਦੇਖੋ, ਸਭ ਤੋਂ ਪਹਿਲੀ ਗੱਲ ਮੈਂ ਇੱਥੇ ਕਹੂੰਗਾ ਕਿ ਜਿਸ ਕਹਾਣੀ ਨੂੰ ਪ੍ਰਸਤੁਤ ਕੀਤਾ ਜਾਂਦਾ ਅੱਜ ਕੱਲ੍ਹ ਦੇ ਵਿਦਵਾਨਾਂ ਤੋਂ WhatsApp ਤੇ Facebook ਤੇ ਕੁਝ 10ਵੀਂ 12ਵੀਂ ਦੇ ਸਿਲੇਬਸਾਂ 'ਚ ਵੀ ਕਦੇ ਆ ਜਾਂਦੀ ਉਹ ਕਹਾਣੀ, ਕਦੇ ਐਸੇ ਦੇ ਵਿੱਚ ਕਹਾਣੀ ਆ ਜਾਂਦੀ ਆ। ਸੋ ਇਹ ਜਿਹੜੀ ਕਹਾਣੀ ਆ ਉਹ ਤਾਂ ਸੰਤੋਖ ਸਿੰਘ ਦੀ ਕਹਾਣੀ ਦੇ ਨਾਲ ਵੀ ਮੇਲ ਨਹੀਂ ਖਾਂਦੀ, ਕਿਉਂਕਿ ਗੰਗੂ ਬ੍ਰਾਹਮਣ ਰਸੋਈਆ ਸੀ। ਸੰਤੋਖ ਸਿੰਘ ਇਹ ਨਹੀਂ ਲਿਖਦਾ ਕਿ ਨਾਲ ਮਾਤਾ ਜੀ ਦੇ ਰਸੋਈਆ ਸੀ, ਉਸ ਰਸੋਈਏ ਨੇ ਧੋਖਾ ਦਿੱਤਾ। ਪੜ੍ਹ ਲਓ, ਸੰਤੋਖ ਸਿੰਘ ਨੂੰ ਪੜ੍ਹੋ, ਉੱਥੇ ਉਹ ਬਿਲਕੁਲ ਵੀ ਨਹੀਂ ਲਿਖਦਾ ਕਿ ਗੰਗੂ ਬ੍ਰਾਹਮਣ ਨਾਮ ਦਾ ਵਿਅਕਤੀ ਸੀ। ਜੇ ਉੱਥੇ ਗੰਗੂ ਦਾ ਜ਼ਿਕਰ ਹੋਵੇ ਤੇ ਦੱਸੋ, ਕੋਈ ਗੰਗੂ ਦਾ ਜ਼ਿਕਰ ਹੈ? ਨਹੀਂ, ਕੋਈ ਗੰਗੂ ਦਾ ਜ਼ਿਕਰ ਨਹੀਂ। ਕੀ ਰਸੋਈਏ ਦਾ ਜ਼ਿਕਰ ਆ? ਕੋਈ ਰਸੋਈਏ ਦਾ ਜ਼ਿਕਰ ਨਹੀਂ। ਜਿਹੜੀਆਂ ਤੁਹਾਡੀਆਂ ਗੰਗੂ ਬ੍ਰਾਹਮਣ ਵਾਲੀ ਕਹਾਣੀ ਆ ਉਹ ਤਾਂ ਸੰਤੋਖ ਸਿੰਘ ਦੇ ਗ੍ਰੰਥ ਦੇ ਹਿਸਾਬ ਨਾਲ ਵੀ ਮੇਲ ਨਹੀਂ ਖਾਂਦੀ। ਦੂਜੀ ਗੱਲ, ਜਿਹੜੀ ਤੁਸੀਂ ਗੱਲ ਗੰਗੂ ਦਾ ਇੱਕ ਮਿੰਟ ਜੇਕਰ ਸੰਤੋਖ ਸਿੰਘ ਦੇ ਗ੍ਰੰਥ 'ਚ ਨਹੀਂ ਹੈਗਾ, ਨਹੀਂ ਹੈਗਾ ਜੀ। ਕਰੋ ਸਾਬਤ ਕਰੋ। ਗੰਗੂ ਸ਼ਬਦ ਨਹੀਂ ਹੁੰਦਾ। ਦੂਜੀ ਗੱਲ ਪਿੱਪਲ ਜੀ, ਦੂਜੀ ਗੱਲ ਤੁਸੀਂ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੰਡੀਆਂ ਨਹੀਂ ਸੀ, ਸਭ ਇੱਕ ਬਰਾਬਰ ਸੀ। ਮੈਂ ਦੱਸ ਦੇਵਾਂ, ਇੱਕ ਮਿੰਟ ਡੇਵਿਲ ਜੀ, ਇੱਕ ਮਿੰਟ ਜਸਟ 2 ਮਿੰਟ 5 ਸੈਕਿੰਡ। ਜੇ ਮੈਂ ਇੰਟਰਰਪਟ ਕਰਾਂਗਾ ਕਿਸੇ ਗੱਲ ਤੋਂ ਕਰਾਂਗਾ। ਪਿੱਪਲ ਜੀ, ਕਿਆ ਤੁਸੀਂ ਸੰਤੋਖ ਸਿੰਘ ਨੂੰ ਪੜ੍ਹਿਆ? ਮੈਂ ਇਹਦੇ ਤੇ ਗੱਲ ਕਰ ਅੱਜ ਜਤਿੰਦਰ ਸਿੰਘ ਨੇ ਪੜਿਆ, ਗੱਲ ਕਰ ਸਕਦੇ ਹੁੰਦੇ ਰਹੋ। ਚਲੋ ਜਤਿੰਦਰ ਜੀ, ਤੁਸੀਂ ਪੜ੍ਹਿਆ? ਹਾਂਜੀ, ਕਰੋ ਗੱਲ। ਜਤਿੰਦਰ ਜੀ, ਉਹ ਜੋ ਡੇਵਿਲ ਜੀ, ਇੱਕ ਮਿੰਟ ਡੇਵਿਲ ਜੀ, ਇੱਕ ਮਿੰਟ। ਜੋ ਜਤਿੰਦਰ ਜੀ, ਜੋ ਡੇਵਿਲ ਜੀ ਕਹਿ ਰਹੇ ਨੇ ਕਿ ਉਹਦੇ ਵਿੱਚ ਗੰਗੂ ਦਾ ਕਿਤੇ ਜ਼ਿਕਰ ਨਹੀਂ, ਸੰਤੋਖ ਸਿੰਘ ਜੀ, ਕਿਆ ਤੁਸੀਂ ਐਗਰੀ ਕਰਦੇ ਹੋ? ਮੈਂ ਤੁਹਾਨੂੰ ਦੱਸਦਾ, ਉਹਦੇ ਵਿੱਚ ਵਿਪਰ ਦਾ ਜ਼ਿਕਰ ਆਉਂਦਾ ਆ। ਤੇ ਏਦਾਂ ਕਰੋ ਵੀ ਗੰਗੂ ਲਾ ਦਿਓ। ਭਾਜੀ ਗੰਗੂ ਬ੍ਰਾਹਮਣ ਹੈਗਾ ਭਾਈ, ਗੰਗੂ ਬ੍ਰਾਹਮਣ ਲਿਖਿਆ ਵਿੱਚ ਕਿਤੇ ਭਾਜੀ ਵਿਪਰ ਛੱਡੋ, ਇੱਕ ਮਿੰਟ ਆਫਤ, ਇੱਕ ਮਿੰਟ ਜਤਿੰਦਰ ਜੀ, ਵਿਪਰ ਦਾ ਜ਼ਿਕਰ ਹੈਗਾ, ਕਿਆ ਉਹਦੇ ਚ ਗੰਗੂ ਬਾਮਨ ਦਾ ਜ਼ਿਕਰ ਹੈ? ਫਿਨਿਸ਼ ਕਰਨ ਦੋ ਗੱਲ। ਨਹੀਂ, ਗੰਗੂ ਬਾਮਨ ਦਾ ਜ਼ਿਕਰ ਹੈ ਕਿ ਨਹੀਂ, ਪਹਿਲੇ ਆ ਦੱਸੋ ਯਾਰ। ਗੱਲ ਫਿਨਿਸ਼ ਕਰਨ ਦੋ, ਗੱਲ ਵੀ ਫਿਨਿਸ਼ ਕਰਾਣੇ ਆ ਪਿੱਪਲ ਸਾਹਿਬ, ਪਿੱਪਲ ਸਾਹਿਬ ਕਰਾਣੇ ਆ ਗੱਲ ਵੀ ਕਲੀਅਰ ਨਾ ਹੋਊਗਾ। ਤੁਸੀਂ ਮੈਂ 1 ਮਿੰਟ ਵੀ ਨਹੀਂ ਤੁਹਾਡੀ ਡਿਬੇਟ ਦੇ ਵਿੱਚ ਬੋਲਿਆ, ਮੈਂ 1 ਮਿੰਟ ਵੀ ਨਹੀਂ ਤੁਹਾਡੀ ਡਿਬੇਟ 'ਚ ਬੋਲਿਆ। ਤੁਸੀਂ ਸਾਰਿਆਂ ਨੇ ਆਪਣਾ ਟਾਈਮ ਲਿਆ। ਮੈਂ ਸਿਰਫ 10 ਸੈਕਿੰਡ ਦਾ ਮੇਰਾ ਇੱਕ ਸਵਾਲ ਹੈ, ਉਹਦਾ ਹਾਂ ਜਾਂ ਨਾ ਜਵਾਬ ਲੈਣ ਦਿਓ। ਜਤਿੰਦਰ ਜੀ ਦੱਸੋ। ਤੁਸੀਂ ਕੱਟ ਕਰ ਦਿਓ ਦਾ ਆਰਗੂਮੈਂਟ, ਗੱਲ ਕਰਨ ਦੋ ਉਹਨੂੰ। ਹਾਂ, ਤੇ ਮੈਂ ਉਹੀ ਤਾਂ ਪੁੱਛਦਾ, ਮੈਂ ਜੋ ਡੇਵਿਲ ਨੇ ਕਲੇਮ ਕੀਤਾ ਕਿ ਸੰਤੋਖ ਸਿੰਘ ਦੀ ਲਿਖਤ ਦੇ ਵਿੱਚ ਗੰਗੂ ਦਾ ਬਾਮਣ ਦਾ ਕਿਤੇ ਜ਼ਿਕਰ ਨਹੀਂ। ਜਤਿੰਦਰ ਜੀ, ਤੁਸੀਂ ਸਹਿਮਤ ਹੋ ਜਾਂ ਨਹੀਂ? ਹਾਂ ਨਾ ਨਹੀਂ ਇਹ ਜਵਾਬ ਹੈਗਾ, ਮੇਰੀ ਗੱਲ ਸੁਣੋ। ਚਲੋ ਜਿੱਦਾਂ ਦਾ ਜਵਾਬ ਦੇਣਾ, ਬਸ ਇਹੀ ਜਵਾਬ ਦਿਓ ਇੱਕ ਵਾਰੀ। ਹਾਂ, ਵਿਪਰ ਜਿਹੜਾ ਆ ਉਹਦਾ ਨਾਂ ਆਉਂਦਾ ਆ। ਮੈਂ ਇਹ ਕਹਿੰਦਾ ਆ ਵੀ ਚਲੋ ਵਿਪਰ ਦੇ ਗੰਗੂ ਮੂਹਰੇ ਜਿਹੜਾ ਮਰਜ਼ੀ ਲਾ ਦਿਓ, ਗੰਗੂ ਨੂੰ ਲਾ ਦਿਓ। ਵਿਪਰ ਜਿਹੜਾ ਆ ਉਹਦੇ ਤੇ ਜਿਹੜਾ ਨਾਂ ਤੁਹਾਨੂੰ ਸਹੀ ਲੱਗਦਾ ਉਹ ਲਾ ਦਿਓ, ਸਾਨੂੰ ਕੋਈ ਪ੍ਰੋਬਲਮ ਅਸੀਂ ਜੱਟ ਲਾਣੇ ਆ, ਅਸੀਂ ਜੱਟ ਲਾਣੇ ਆ। ਅਨਿਲ ਜੀ ਇੱਕ ਮਿੰਟ ਦਿਓ। ਦੂਜੀ ਗੱਲ, ਪਿੱਪਲ ਜੀ ਨੇ ਜਿਹੜੀ ਗੱਲ ਕਹੀ ਸੀਗੀ ਕਿ ਸੰਤੋਖ ਸਿੰਘ, ਮੈਂ ਦੱਸ ਦੇਵਾਂ, ਸੰਤੋਖ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਰਹਿਣ ਵਾਲਾ ਵਿਅਕਤੀ ਨਹੀਂ ਸੀ, ਨਾ ਉੱਥੋਂ ਦਾ ਨਾਗਰਿਕ ਸੀ। ਉਹ ਲਹਿੰਦੇ ਨਹੀਂ, ਉਹ ਚੜ੍ਹਦੇ ਪੰਜਾਬ ਦਾ ਵਾਸੀ ਸੀ ਤੇ ਉਹਦਾ ਬਹੁਤਾ ਸਮਾਂ ਹਰਿਆਣੇ ਵਾਲੇ ਖੇਤਰ 'ਚ ਲੰਘਿਆ ਸੀ ਤੇ ਉਹ ਪਟਿਆਲੇ ਦੇ ਵਿੱਚ, ਸ਼ਾਇਦ ਪਟਿਆਲੇ ਦੀ ਸਰਕਾਰੀ ਕੋਈ ਨੌਕਰੀ ਵੀ ਸ਼ਾਇਦ ਉਹਨੇ ਕੀਤੀ ਸੀ। ਠੀਕ ਹੈ, ਹੁਣ ਜਤਿੰਦਰ ਜੀ ਨੂੰ ਮੇਰਾ ਇੱਕ ਛੋਟਾ ਜਿਹਾ ਪ੍ਰਸ਼ਨ ਹੈ, ਕੀ ਗੰਗੂ ਸ਼ਬਦ ਆਉਂਦਾ ਹੈ ਸੰਤੋਖ ਸਿੰਘ ਦੀ ਪੁਸਤਕ ਦੇ ਵਿੱਚ, ਹਾਂ ਜਾਂ ਨਾ? ਭਾਈ ਕਵੀ ਸੰਤੋਖ ਸਿੰਘ ਝਬਾਲ ਦਾ ਹੀ, ਮਾਝੇ ਦਾ ਹੀ, ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੀ। ਨਹੀਂ ਭਾਜੀ, ਜਿਹੜਾ ਉਹਨੇ ਗ੍ਰੰਥ ਲਿਖਿਆ ਉਹ ਕੈਂਥਲ ਦੇ ਵਿੱਚ ਲਿਖਿਆ, ਉਹਦੇ ਸਿੰਘ ਰਾਜੇ ਦੇ ਉਹਨੇ ਲਿਖਵਾਇਆ। ਹਾਂਜੀ, ਉੱਧਰ ਲਿਖਿਆ ਹੋ ਸਕਦਾ, ਪਰ ਉਹ ਲਹਿੰਦੇ ਪੰਜਾਬ ਦਾ, ਚੜ੍ਹਦੇ ਪੰਜਾਬ ਦਾ ਨਹੀਂ, ਲਹਿੰਦੇ ਦਾ। ਜੇ ਸਾਰਿਆਂ ਨੇ ਵਿੱਚ ਬੋਲਣਾ ਮੈਂ ਵੀ ਆ ਜਾਵਾਂ ਫਿਰ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਆਂਦਾ ਹੋਵੇ, ਪਰ ਉਹ ਪੜ੍ਹਿਆ ਲਿਖਿਆ ਵੀ ਬਾਹਰ ਆ ਤੇ ਉਹਨੇ ਉਹ ਗ੍ਰੰਥ ਦੀ ਜਿਹੜੀ ਸਿਰਜਣਾ ਉਹ ਵੀ ਬਾਹਰ ਕੀਤੀ ਹੈ। ਹੋ ਸਕਦਾ ਕਿਉਂਕਿ ਉਹ ਬਾਰਡਰ ਦਾ ਏਰੀਆ ਬਿਲਕੁਲ ਤਰਨਤਾਰਨ। ਭਾਜੀ ਸੰਤੋਖ ਸਿੰਘ ਨਾ ਨਿਰਮਲਾ ਸੀਗਾ, ਉਹ ਜ਼ਿਆਦਾਤਰ ਉਹਨੇ ਕਾਸ਼ੀ ਵੱਲ ਆਪਣਾ ਬਚਪਨ ਗੁਜ਼ਾਰਿਆ ਵਾ, ਉਧਰ ਹੀ ਜਾ ਕੇ ਪੜ੍ਹਿਆ ਲਿਖਿਆ ਵਾ ਸਾਰਾ ਕੁਝ ਏਦਾਂ, ਤੇ ਬਾਅਦ ਇੱਧਰ ਆ ਗਿਆ ਨੇ, ਇਸ ਪਾਸੇ ਗੁਜ਼ਾਰਿਆ ਵਾ ਉਧਰ। ਆਫਤ ਜੀ, ਦੋਨਾਂ ਨੂੰ ਗੱਲ ਕਰਨ ਦਿਓ 2 ਮਿੰਟ। ਓਕੇ, ਫਿਰ ਤੇ ਗੱਲ ਹੀ ਖਤਮ ਹੋ ਗਈ ਨਾ। ਜੋ ਨਿਰਮਲਾ ਸੀ ਤੇ ਫਿਰ ਤੁਸੀਂ ਉੱਤੇ ਕਿੱਦਾਂ ਸ਼ੱਕ ਕਰ ਸਕਦੇ ਹੋ? ਫਿਰ ਤਾਂ ਸਭ ਯਕੀਨ ਕਰਨਾ ਚਾਹੀਦਾ ਉਹ ਬੰਦੇ ਦੀ ਲਿਖਤ ਦੇ ਉੱਤੇ।
ਅਸੀਂ ਕਦੋਂ ਭਾਜੀ ਕਰੀਏ? ਅਸੀਂ ਤਾਂ ਸਾਰੀਆਂ ਪੁਸਤਕਾਂ ਦੇ ਵਿੱਚੋਂ ਆਂਕਲਨ ਇਹ ਤਾਂ ਕਰਾਂਗੇ। ਹੁਣ ਕਾਂਗਰਸ ਵੱਲੋਂ ਰਾਮ ਫਿਰ ਮੰਦਿਰ ਲਈ ਕਿਹੜੀ ਖੜੇ ਹੋਏ ਕਿਹੜੀ ਸੀ ਸਾਜ਼ਿਸ਼ ਅਸੀਂ ਕਿਹੜੀ ਯਕੀਨ ਕਰ ਸਾਜ਼ਿਸ਼ ਲਿਆ ਹੋ ਸਕਦੀ ਆ? ਇੱਕ ਇੱਕ ਬੋਲੋ ਯਾਰ, ਇੱਕ ਇੱਕ ਜਣਾ ਬੋਲੋ ਯਾਰ, ਇੱਕ ਜਣਾ ਬੋਲੋ ਯਾਰ। ਆਫਤ ਜੀ ਆਫਤ ਮੈਂ ਅਸੀਂ ਕਨਈਆ ਕੁਮਾਰ ਤੇ ਯਕੀਨ ਕਰ ਲਈਏ ਹੁਣ। ਨਹੀਂ ਮੈਂ ਤਾਂ ਕਹਿ ਨਹੀਂ ਡਿਆ, ਪਰ ਮੈਂ ਕਹਿੰਦਾ ਜਦੋਂ ਨਿਰਮਲਾ ਸੀ ਤੇ ਤੁਸੀਂ ਆਪ ਮੰਨਣ ਡਿਓ ਨਿਰਮਲਾ ਸੀ, ਤੇ ਫਿਰ ਨਿਰਮਲੇ ਦੀ ਕਿਸੇ ਬਾਹਮਣ ਦੇ ਖਿਲਾਫ ਕੀ ਸਾਜ਼ਿਸ਼ ਹੋ ਸਕਦੀ ਹੈ? ਮੈਂ ਉਹ ਵੀ ਦੱਸਦਾ ਨਾ, ਮੈਂ ਵਿਪਰ ਤੇ ਵੀ ਆ ਜਾਊਂਗਾ, ਮੈਂ ਵਿਪਰ ਤੇ ਵੀ ਆ ਜਾਊਂਗਾ। ਪਿੱਪਲ ਜੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਚਿੰਤਾ ਨਾ ਕਰੋ। ਦੇਵਲ ਜੀ, ਜੇ ਅਗਲੇ ਨੇ ਆਪਣਾ ਪਿੱਪਲ ਜੀ ਅਗਲੇ ਨੇ ਲਿਖਿਆ ਹੀ ਨਹੀਂ ਜੀ ਜਿਹਦੇ ਵਿੱਚ ਗੰਗੂ ਬਾਹਮਣ, ਤੁਸੀਂ ਕਿਉਂ ਕਹਿੰਦੇ ਪਏ ਹੋ ਨਿਰਮਲਾ ਨੇ ਕਿਉਂ ਸਾਜ਼ਿਸ਼ ਕੀਤੀ ਬਾਹਮਣ ਦੇ ਖਿਲਾਫ? ਬਾਹਮਣ ਤੇ ਕਿਤੇ ਲਿਖਿਆ ਹੀ ਨਹੀਂ। ਮਸੰਦ ਲਿਖਿਆ ਭਾਈ ਜੀ, ਮਸੰਦ ਲਿਖਿਆ। ਮਸੰਦ ਤੇ ਕੋਈ ਵੀ ਹੋ ਸਕਦਾ ਨਹੀਂ। ਮਸੰਦ ਦਾ ਮਤਲਬ ਬਾਹਮਣ ਹੁੰਦਾ? ਮਸੰਦ ਨਹੀਂ, ਮਸੰਦ ਦਾ ਮਤਲਬ ਬਾਹਮਣ ਹੁੰਦਾ? ਮੈਂ ਪੜ੍ਹ ਦਿੰਦਾ, ਸੁਣੋ ਮੈਂ ਪੜ੍ਹ ਦਿੰਦਾ। ਅਨਿਲ ਜੀ ਇੱਕ ਮਿੰਟ ਸਭ ਤੋਂ ਪਹਿਲਾਂ ਪਿੱਪਲ ਜੀ ਤੁਸੀਂ 2 ਮਿੰਟ ਮੈਨੂੰ ਜਤਿੰਦਰ ਜੀ ਨਾਲ ਇੱਕ ਪ੍ਰਸ਼ਨ ਪੁੱਛਣ ਦਿਓ। ਜਤਿੰਦਰ ਜੀ, ਹਾਂ ਜਾਂ ਨਾ ਚ ਪੇਪਰ ਵਾਲੀ ਚੀਜ਼ ਤੁਹਾਡੀ ਤੁਸੀਂ ਆਪਦਾ ਬਾਅਦ ਚ ਕਮੈਂਟ ਨਾਲ ਦੀ ਨਾਲ ਦੇ ਦਿਓ, ਪਰ ਇੱਕ ਚੀਜ਼ ਦੱਸਿਓ ਕਿ ਗੰਗੂ ਦਾ ਸ਼ਬਦ ਆਉਂਦਾ ਹੈ ਸੰਤੋਖ ਸਿੰਘ ਦੀ ਪੁਸਤਕ ਦੇ ਵਿੱਚ? ਜੀ ਨੈਟਵਰਕ ਡ੍ਰੌਪ ਹੋ ਗਿਆ ਤੁਹਾਡਾ, ਆਵਾਜ਼ ਨਹੀਂ ਆ ਰਹੀ। ਮੇਰਾ ਹੁਣ ਆਵਾਜ਼ ਆ ਰਹੀ ਹੈ ਜੀ? ਹੈਲੋ, ਹੁਣ ਆ ਰਹੀ ਹੈ, ਹੁਣ ਆ ਰਹੀ ਹੈ। ਦੇਵਲ ਜੀ ਬੋਲੋ। ਹਾਂਜੀ ਜਤਿੰਦਰ ਜੀ, ਮੇਰਾ ਤੁਹਾਨੂੰ ਇੱਕ ਸਿੰਪਲ ਜਿਹਾ ਪ੍ਰਸ਼ਨ ਹੈ, ਹਾਂ ਜਾਂ ਨਾ ਚ, ਕੀ ਗੰਗੂ ਸ਼ਬਦ ਆਉਂਦਾ ਸੰਤੋਖ ਸਿੰਘ ਦੀ ਪੁਸਤਕ ਚ ਕਿ ਨਹੀਂ? ਵਿਪਰ ਆਉਂਦਾ। ਠੀਕ ਹੈ, ਗੰਗੂ ਨਹੀਂ ਆਉਂਦਾ ਨਾ? ਵਿਪਰ ਦੇ ਮੂਹਰੇ ਜਿਹੜਾ ਮਰਜ਼ੀ ਲਾ ਲਓ। ਨਹੀਂ ਆਉਂਦਾ ਨਾ? ਵਿਪਰ ਦੇ ਮੂਹਰੇ ਕੋਈ ਨਹੀਂ ਆਉਂਦਾ, ਉਹ ਕਹਿੰਦੇ ਪੇਪਰ ਨੂੰ ਜੋ ਮਰਜ਼ੀ ਲਾ ਦੋ। ਠੀਕ ਹੈ ਚਲੋ ਠੀਕ ਹੈ। ਵਿਪਰ ਹੁਣ ਵਿਪਰ ਦਾ ਜਿਹੜੀ ਅਗਲੀ ਖੋਜ ਕੀਤੀ ਉਹਦੇ ਗੰਗੂ ਨਿਕਲੀ, ਤੇ ਜੇ ਵਿਪਰ ਦੇ ਮੂਹਰੇ ਉਹਦਾ ਸਪੀਚ ਲਾਉਂਦਾ ਤੁਹਾਨੂੰ ਤਾਂ ਫਿਰ ਸਪੀਚ ਤੇ ਇਤਰਾਜ਼ ਹੋ ਜਾਣਾ ਹੈ। ਨਹੀਂ ਇੱਕ ਮਿੰਟ ਜੀ, ਕੰਟਰੋਲ F ਨੱਪੀਏ ਤੇ ਪੁਸਤਕ ਦੀ PDF ਦੇ ਵਿੱਚ ਜਾਈਏ ਤੇ PDF ਚ ਗੰਗੂ ਭਰੀਏ ਤੇ ਆਊਗਾ ਕਿ ਨਹੀਂ ਆਊਗਾ? ਤੇ ਵਿਪਰ ਕੀ ਆ? ਵਿਪਰ ਕੌਣ ਆ? ਬ੍ਰਾਹਮਣ ਨੀਗਾ ਉਹ? ਮੈਂ ਉਹ ਵੀ ਤਾਂ ਉੱਥੇ ਆ ਜਾਊਂਗਾ, ਪਹਿਲਾਂ ਗੰਗੂ ਦੱਸੋ ਆਉਂਦਾ ਕਿ ਨਹੀਂ ਆਉਂਦਾ? ਨਹੀਂ, ਜਦੋਂ ਮੈਂ ਕਹਿ ਰਿਹਾ ਵਿਪਰ ਆਉਂਦਾ, ਇਹਦਾ ਮਤਲਬ ਫਿਰ ਗੰਗੂ ਨਾ ਮੇਰਾ ਪ੍ਰਸ਼ਨ ਦਾ ਉੱਤਰ ਦੇ ਦਿਓ ਨਾ, ਮੈਂ ਤੁਹਾਡੇ ਪ੍ਰਸ਼ਨ ਦਾ ਉੱਤਰ ਦੇ ਦੂੰਗਾ। ਆਉਂਦਾ ਕਿ ਨਹੀਂ ਆਉਂਦਾ? ਨਾ, ਗੰਗੂ ਨਹੀਂ ਆਉਂਦਾ। ਭਾਈ ਵਿਪਰ ਬਾਅਦ ਦੀਆਂ ਇਤਿਹਾਸਕ ਸਰੋਤਾਂ ਦੇ ਵਿੱਚ ਖੋਜ ਹੋਈ ਹੋ ਸਕਦੀ ਆ ਵੀ ਪੇਪਰ ਕੌਣ ਜੀ ਦੋਨਾਂ ਨੂੰ ਗੱਲ ਕਰਨ ਦਿਓ। ਪਿੱਪਲ ਜੀ ਦੋਨਾਂ ਨੂੰ ਗੱਲ ਕਰਨ ਦਿਓ। ਨਿਕਲੂਗਾ ਵਿਪਰ ਦਾ ਜਦੋਂ ਪਤਾ ਲਾਉਣਾ, ਇਤਿਹਾਸਕਾਰਾਂ ਨੇ ਖੋਜ ਕਰਨ, ਪਿਆਰਾ ਸਿੰਘ ਪਦਮ ਨੇ ਦੁਬਾਰਾ ਜਤਿੰਦਰ ਜੀ ਉਹ ਵੀ ਦੱਸੂਗਾ। ਖੋਜ ਨੂੰ ਅੱਜ ਨਾ ਮੰਨੀਏ, ਫਿਰ ਜੇ ਅਸੀਂ ਉਹਦੀ ਗੱਲ ਨਹੀਂ ਮੰਨਣੀ, ਫਿਰ ਪਿਆਰਾ ਸਿੰਘ ਪਦਮ ਦੀ ਮੰਨਣ ਦੀ ਲੋੜ ਨਹੀਂ ਹੈ। ਜਿਹੜੀ ਦੁਨਾ ਸਿੰਘ ਹੰਡੂਰੀਏ ਦੀ ਸੁਣੋ, ਗੁਰੂ ਬਿਲਾਸ ਨੂੰ, ਇੱਕ ਮਿੰਟ ਮੇਰੀ ਗੱਲ ਛੱਡੋ, ਸਾਰੀ ਗੱਲ। ਕੀ ਰਸੋਈਏ ਦਾ ਜ਼ਿਕਰ ਆਉਂਦਾ ਕਿ ਨਹੀਂ ਆਉਂਦਾ? ਮੈਂ ਤਾਂ ਉਹੀ ਕਹਿ ਰਿਹਾ ਵੀ ਜੇ ਤੁਸੀਂ ਉਸ ਤਰੀਕੇ ਨਾਲ ਗੱਲ ਨੂੰ ਸਮਝਣਾ, ਜੇ ਦੁਨਾ ਸਿੰਘ ਹੰਡੂਰੀਏ ਨੇ ਤਾਂ ਉਸ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ। ਦੇਖੋ ਜੀ, ਇੱਕ ਮਿੰਟ ਜਤਿੰਦਰ ਜੀ ਮੈਂ ਕਰ ਰਿਹਾ ਤੁਹਾਡੇ ਤੋਂ ਪ੍ਰਸ਼ਨ, ਸੰਤੋਖ ਸਿੰਘ ਦੀ ਪੁਸਤਕ ਦੇ ਵਿੱਚ ਕੀ ਕਿਸੇ ਰਸੋਈਏ ਦਾ ਜ਼ਿਕਰ ਆਉਂਦਾ? ਨਹੀਂ, ਇਹ PDF ਤਾਂ ਕੋਈ ਵੀ ਜੋ ਮਰਜ਼ੀ ਕਰ ਦੇ। PDF ਦੀ ਕਿਹੜੀ ਗੱਲ ਆ? PDF ਦੀ ਨਹੀਂ ਟੈਨਸ਼ਨ ਹੈਗੀ। ਤੁਸੀਂ ਜਿਹੜੀ PDF ਪੜ੍ਹ ਕੇ ਆਏ ਹੋ, ਜਿਹੜੀ ਜਿੱਥੋਂ ਤੁਸੀਂ ਚਾਹੇ PDF ਪੜ੍ਹੀ, ਚਾਹੇ ਹਾਰਡ ਬੁੱਕ ਪੜ੍ਹੀ, ਚਾਹੇ ਤੁਸੀਂ ਪਾਂਡੂ ਲਿਪੀ ਆਪ ਉੱਥੇ ਜਾ ਕੇ ਪੜ੍ਹੀ ਆ, ਪਰ ਤੁਸੀਂ ਮੈਨੂੰ ਜਿੰਨਾ ਕੁ ਸੰਤੋਖ ਸਿੰਘ ਦੀ ਪੁਸਤਕ ਬਾਰੇ ਤੁਸੀਂ ਪੜ੍ਹਿਆ, ਤੁਸੀਂ ਜਾਣਦੇ ਹੋ ਕਿੱਥੋਂ ਪੜ੍ਹਿਆ ਕਿੱਥੋਂ ਨਹੀਂ ਪੜ੍ਹਿਆ, ਮੈਂ ਉੱਥੇ ਨਹੀਂ ਜਾਂਦਾ। ਕੀ ਉੱਥੇ ਰਸੋਈਏ ਦਾ ਜ਼ਿਕਰ ਆਉਂਦਾ? ਉੱਥੇ ਇਹ ਨਹੀਂ ਜ਼ਿਕਰ ਆਉਂਦਾ ਕਿ ਵਿਚਰੇ ਜਬ ਇੱਕ ਵਿਪਰ ਅਘਾਰੀ। ਅਘਾਰੀ ਦਾ ਮਤਲਬ ਅੱਗੇ ਜਾ ਕੇ ਮਿਲਿਆ, ਮੈਂ ਗੱਲ ਕਰ ਰਿਹਾ ਰਸੋਈਏ ਦਾ ਜ਼ਿਕਰ ਆਉਂਦਾ? ਹਾਂ ਜਾਂ ਮੈਨੂੰ ਨਾ? ਪਹਿਲਾਂ ਇਹ ਦੱਸੋ ਵੀ ਹੁਣ ਤੁਸੀਂ ਇਹਦੇ ਤੇ ਮੰਨੋ ਪਹਿਲਾਂ ਕਿ ਇੱਥੇ ਵਿਪਰ ਅਘਾਰੀ ਆ ਗਿਆ ਆ। ਵਿਪਰ ਤੇ ਵੀ ਆਉਂਗਾ ਮੈਂ, ਪਹਿਲਾਂ ਮੈਨੂੰ ਇਹ ਦੱਸੋ ਰਸੋਈਏ ਦਾ ਜ਼ਿਕਰ ਆਉਂਦਾ ਕਿ ਨਹੀਂ? ਹੁਣ ਤੁਸੀਂ ਇਹ ਦੱਸੋ ਵੀ ਇਹਦਾ ਜ਼ਿਕਰ ਆਇਆ ਕਿ ਨਹੀਂ ਇੱਥੇ? ਮੈਂ ਵਿਪਰ ਤੇ ਵੀ ਆ ਜਾਊਂਗਾ, ਤੁਸੀਂ ਪਹਿਲਾਂ ਰਸੋਈਏ ਦਾ ਦੱਸੋ ਜ਼ਿਕਰ ਆਉਂਦਾ ਕਿ ਨਹੀਂ? ਇਹਦੇ ਚੋਂ ਧਮਾਨ ਕੋਸ਼ ਚੋਂ ਕੱਢੋ। ਜਤਿੰਦਰ ਜੀ ਮੈਂ ਵਿਪਰ ਤੇ ਵੀ ਆਉਂਗਾ, ਮੈਂ ਤੁਹਾਨੂੰ ਕਹਿ ਰਿਹਾ ਮੈਂ ਵਿਪਰ ਤੇ ਵੀ ਆਉਂਗਾ। ਮੈਂ ਵਿਪਰ ਤੇ ਵੀ ਆਪਣਾ ਜਤਿੰਦਰ ਜੀ, ਮੈਂ ਦੇਖੋ ਭਾਈ, ਜਿਹੜੇ ਤਰੀਕੇ ਨਾਲ ਤੁਸੀਂ ਗੱਲ ਮਨਾਉਣ ਦੀ ਕੋਸ਼ਿਸ਼ ਕਰਨ ਦੇ ਹੋ, ਪਿੱਪਲ ਜੀ ਇਦਾਂ ਨਹੀਂ 1 to 1 ਹੋਣ ਦੀ ਕੋਈ ਨਹੀਂ ਵਿੱਚ ਬੋਲਦਾ ਪਿਆ। ਪਿੱਪਲ ਜੀ ਐ ਨਾ ਕਰੋ, ਖਿਚੜੀ ਨਾ ਪਕਾਓ ਪਿੱਪਲ ਜੀ, ਦੱਸੋ ਵੀ ਰੂਮ ਦੀ ਮਰਿਆਦਾ ਭੰਗ ਨਾ ਕਰੋ ਪਲੀਜ਼। ਪਿੱਪਲ ਜੀ ਇੱਕ ਮਿੰਟ ਪਹਿਲਾਂ ਨਾ ਸਾਰੇ ਸ਼ਾਂਤ ਹੋ ਜਾਣ। ਮੈਂ ਇੱਥੇ ਇੱਕ ਗੱਲ ਕਹੂੰਗਾ ਜਤਿੰਦਰ ਜੀ, ਤੁਹਾਨੂੰ ਪੂਰਾ ਸਮਾਂ ਦਿੱਤਾ ਜਾਊਗਾ। ਜੇ ਤੁਸੀਂ ਰਸੋਈਆ ਹੈਗਾ ਜਾਂ ਨਹੀਂ ਹੈਗਾ, ਉਹਦਾ ਜੋ ਵੀ ਉੱਤਰ ਦੋਗੇ, ਉਦੋਂ ਬਾਅਦ ਚਰਚਾ ਅਸੀਂ ਐਂਡ ਨਹੀਂ ਕਰ ਦੇਣ ਲੱਗੇ, ਉਦੋਂ ਬਾਅਦ ਵੀ ਚਰਚਾ ਕੰਟੀਨਿਊ ਹੋਊਗੀ। ਤੁਸੀਂ ਪਹਿਲਾਂ ਇਹ ਦੱਸੋ ਜਿਹੜਾ ਇੱਥੇ ਆਇਆ ਆ, ਇਹ ਰਸੋਈਏ ਦਾ ਜ਼ਿਕਰ ਆਉਂਦਾ? ਜਿਹੜਾ ਆ ਇਹ ਕੌਣ ਆ? ਮੇਰੀ ਆਵਾਜ਼ ਆਉਂਦੀ ਤੁਹਾਨੂੰ? ਜਤਿੰਦਰ ਜੀ, ਰਸੋਈਏ ਦਾ ਜ਼ਿਕਰ ਆਉਂਦਾ? ਮੇਰੀ ਆਵਾਜ਼ ਆਉਂਦੀ ਤੁਹਾਨੂੰ? ਆਵਾਜ਼ ਆਉਂਦੀ?
ਆ ਰਹੀ ਹੈ ਜਤਿੰਦਰ ਜੀ, ਤੁਹਾਡੀ ਆਵਾਜ਼ ਵਧੀਆ ਆ ਰਹੀ ਹੈ। ਅੱਛਾ, ਕੀ ਮੈਨੂੰ ਮੈਂ ਇਹ ਦੱਸੋ ਵੀ ਜਿਹੜਾ ਇਹ ਵਿਪਰ ਇੱਥੇ ਆ ਗਿਆ ਆ, ਵਿਪਰ ਆਧਾਰੀ ਵਿਪਰ ਅਕਾਊਂਟ, ਤੇ ਆਊਂਗਾ, ਮੈਂ ਵਿਪਰ ਤੇ ਮੈਨੂੰ ਆਊਂਗਾ। ਪਹਿਲਾਂ ਪਹਿਲਾਂ ਦੱਸੋ ਤੁਸੀਂ ਕੀ ਮੈਨੂੰ ਇਹ ਕੌਣ ਆ? ਦੱਸੋ ਰਸੋਈਏ ਦਾ ਜ਼ਿਕਰ ਆਉਂਦਾ। ਤੁਸੀਂ ਇਹ ਦੱਸ ਦਿਓ, ਅਸੀਂ ਦੱਸ ਦਿੰਦੇ ਵੀ ਰਸੋਈਏ ਦਾ ਜ਼ਿਕਰ ਆਉਂਦਾ ਹੈ ਕਿ ਨਹੀਂ, ਤੁਸੀਂ ਦੱਸ ਦਿਓ ਪੇਪਰ ਕੌਣ ਦੱਸੋ ਕੌਣ ਆ? ਮੈਂ ਦੱਸਾਂਗਾ, ਤੁਸੀਂ ਪੇਪਰ ਦੱਸ ਦਿਓ ਪਿੱਪਲ ਕੌਣ ਜੀ 5 ਬੰਦੇ ਹੋਰ ਆ, ਤੁਸੀਂ ਇਕੱਲੇ ਇੰਟਰਪਟ ਕਰ ਰਹੇ ਹੋ ਦੋ ਜਣਿਆਂ ਨੂੰ। ਜਾਂ ਤੇ ਜਤਿੰਦਰ ਜੀ ਤੁਸੀਂ ਮਿਊਟ ਕਰ ਦਿਓ, ਪਿੱਪਲ ਜੀ ਨੂੰ ਗੱਲ ਕਰ ਲੈਣ ਦਿਓ। ਜਤਿੰਦਰ ਜੀ ਤੁਸੀਂ ਮਿਊਟ ਕਰੋ, ਜਤਿੰਦਰ ਜੀ ਤੁਸੀਂ ਮਿਊਟ ਕਰੋ, ਪਿੱਪਲ ਜੀ ਨੂੰ ਗੱਲ ਕਰਨ ਦਿਓ। ਕਰ ਲਓ ਮਿਊਟ, ਕਰ ਲਓ ਹਾਂ ਮਿਊਟ ਇੱਕ ਮਿੰਟ ਬਾਬਾ ਜੀ। ਕਰੋ ਡੇਵਿਲ ਜੀ, ਪਿੱਪਲ ਜੀ ਨਾਲ ਗੱਲ ਕਰੋ। ਪਿੱਪਲ ਜੀ ਤੁਸੀਂ ਦੱਸੋ ਕਿ ਸੰਤੋਖ ਸਿੰਘ ਦੀ ਪੁਸਤਕ ਦੇ ਵਿੱਚ ਸੌਰੀ ਭਾਜੀ, ਇੱਕ ਮਿੰਟ ਮੇਰਾ ਬੋਲਣਾ ਜ਼ਰੂਰੀ ਹੈ ਥੋੜਾ ਜਿਹਾ, ਇੱਕ ਮਿੰਟ ਪਲੀਜ਼। ਪਿੱਪਲ ਭਾਜੀ ਪਹਿਲੇ ਕਹਿ ਕੇ ਹਟੇ ਕਿ ਇਹਨਾਂ ਨੇ ਨਹੀਂ ਪੜਿਆ ਉਹ ਗ੍ਰੰਥ ਜਾਂ ਕੁਛ ਵੀ। ਇਹਨਾਂ ਨੇ ਪੜ੍ਹੀ ਨਹੀਂ ਕਿਤਾਬ ਬੋਲੀ। ਬਸ ਫਿਰ ਕਹਿ ਨਹੀਂ ਸਕਦੇ ਉੱਤੇ ਕੁਛ ਵੀ। ਜਤਿੰਦਰ ਭਾਜੀ ਤੁਸੀਂ ਪੜ੍ਹ ਲਿਆ ਸਾਰਾ ਕੁਝ, ਤੁਸੀਂ ਵੇਦ ਭਾਜੀ ਸਾਡੇ ਕੋਲ ਸਾਹਮਣੇ ਪਈ ਆ ਭਾਜੀ, ਮੈਂ ਪਿੱਪਲ ਬਾਹੂ ਕੱਪੜਿਆਂ ਤੋਂ ਬਾਹਰ ਨਹੀਂ ਹੋਣਾ। ਮੈਂ ਤੈਨੂੰ ਅੱਗੇ ਵੀ ਕਿਹਾ ਸੀ ਮੇਰਾ ਵੀਰ, ਇੱਕ ਮਿੰਟ ਫਾਲਤੂ ਬਸ ਹੁਣ ਭੱਜਣ ਦਾ ਟਾਈਮ ਆ ਗਿਆ ਤੁਹਾਡੇ, ਮੇਰੇ ਖਿਆਲ ਨਾਲ ਉਹ ਹੁਣ ਤੁਹਾਡੇ ਭੱਜਣ ਦਾ ਟਾਈਮ ਆ ਗਿਆ, ਭੱਜਣ ਦਾ ਟਾਈਮ ਆ ਗਿਆ ਤੁਹਾਡੇ। ਹੁਣ ਤੁਸੀਂ ਕਰਦੇ ਹੋ ਲੱਗ ਪਿਓ, ਕੱਪੜਿਆਂ ਤੋਂ ਬਾਹਰ ਜਾਣ ਲੱਗ ਪਏ ਹੋ। ਮੈਂ ਪਹਿਲੇ ਮਨਾ ਕੀਤਾ ਸੀ ਕਿ ਗ੍ਰੰਥਾਂ ਦੇ ਕੋਈ ਵੇਦਾਂ ਦੀ ਗੱਲ ਨਹੀਂ ਕਰਨੀ, ਸਿਰਫ ਇਸ ਟੌਪਿਕ ਤੇ ਗੱਲ ਹੋ ਰਹੀ ਹੈ, ਇਸੇ ਟੌਪਿਕ ਤੇ ਕਰਨੀ ਹੈ। ਪਿੱਪਲ ਹੁਣ ਤੂੰ ਕੱਪੜਿਆਂ ਤੋਂ ਬਾਹਰ ਜਾ ਰਿਹਾ, ਤਰੀਕੇ ਨਾਲ ਗੱਲ ਹੁੰਦੀ ਹੈ, ਤੂੰ ਐਵੇਂ ਤੱਤਾ ਹੋਈ ਜਾਂਦੇ ਤੂੰ ਯਾਰ। ਤੂੰ ਨਹੀਂ ਪੜੇ, ਨਹੀਂ ਤੇਰੇ ਚ ਉਹਦਾ ਗੁੱਸਾ ਯਾਰ, ਤੁਸੀਂ ਆਪਣੇ ਆਪ ਬਾਕੀ ਕੋਈ ਐਵੇਂ ਬੈਠੇ ਹੋਏ ਆ। ਤੁਸੀਂ ਆਪਣਾ ਸੰਤੋਖ ਸਿੰਘ ਨੂੰ ਪੜਿਆ ਨਹੀਂ ਆ ਗਿਆ ਤੂੰ ਇੱਥੇ ਚਰਚਾ ਚ। ਠੰਡੇ ਹੋ ਜਾ, ਕੋਈ ਨਹੀਂ ਭਾਜੀ, ਠੰਡੇ ਹੋ ਜਾ। ਜਾਂ ਦੋ ਜਣੇ ਗੱਲ ਕਰਦੇ ਪਏ ਨੂੰ ਕਰਨ ਦੇ, ਪੜ੍ਹੇਗੀ ਫਿਰ ਇੱਥੇ ਆਏਗਾ ਕੋ ਦੋ ਜਣੇ ਗੱਲ ਕਰਦੇ ਪਏ ਨੂੰ ਕਰਨ ਦੇ, ਦੋ ਜਣੇ ਗੱਲ ਕਰਦੇ ਪਏ ਨੂੰ ਕਰਨ ਦੇ, ਕੋਈ ਤੀਸਰਾ ਵਿੱਚ ਬੋਲਦਾ ਪਿਆ। ਪਤਾ ਤੈਨੂੰ ਕੱਖ ਹੈ ਨਹੀਂ, ਇੰਟਰਸਟ ਸਾਰਿਆਂ ਨੂੰ ਕਰੀ ਜਾਂਦੇ ਆ। ਭਾਜੀ ਪਲੀਜ਼ ਪਿੱਪਲ ਭਾਜੀ, ਉਹ ਯਾਰ ਪਤਾ ਤੈਨੂੰ ਆ ਨਹੀਂ, ਫਿਰ ਚੁੱਪ ਰਹਿਣਾ ਫਿਰ। ਜਿਹਨੂੰ ਪਤਾ ਉਹ ਦੋ ਜਣੇ ਗੱਲ ਕਰਦੇ ਪਏ, ਇਹਨਾਂ ਨੂੰ ਕਰਨ ਦੇ, ਸਿਆਣੇ ਬੰਦੇ ਕਰਦੇ ਪਏ ਆ, ਤੂੰ ਐਵੇਂ ਵਿੱਚ ਟੰਗ ਵਜਾਈ ਜਾਂਦਾ ਪਿਆ। ਪਤਾ ਤੈਨੂੰ ਕੱਖ ਵੀ ਨਹੀਂ। ਨਹੀਂ ਚਲੋ ਦੋ ਜਣੇ ਗੱਲ ਕਰਦੇ, ਇਹਨਾਂ ਨੂੰ ਕਰਨ ਦੇ ਨਾ। ਤੂੰ ਦੰਦ ਕਾ ਤੋਂ ਕੱਢਦਾ ਕਿ ਮੈਂ ਨਹੀਂ ਪੜਿਆ? ਠੀਕ ਹੈ, ਮੈਂ ਮੰਨਿਆ ਮੈਂ ਨਹੀਂ ਪੜਿਆ। ਉਹ ਤੂੰ ਤੇ ਫਿਰ ਚੁੱਪ ਕਰ ਜਾਣਾ, ਤੈਨੂੰ 5 ਵਾਰੀ ਕਹਿਤਾ ਚੁੱਪ ਕਰ ਜਾ। ਦੋ ਸਿਆਣੇ ਬੰਦੇ ਗੱਲ ਕਰਦੇ ਤੇ ਵਿੱਚ ਤੂੰ ਆਪਣੀ ਟੰਗ ਵਜਾਈ ਜਾਂਦਾ ਪਿਆ। ਨਹੀਂ, ਇਹ ਗਲਤ ਗੱਲ ਆ ਤੁਹਾਡੀ। ਦੋ ਸਿਆਣੇ ਬੰਦੇ ਮਤਲਬ ਉਹ ਮੂਰਖ ਆ। ਜਤਿੰਦਰ ਜੀ ਮੇਰੀ ਗੱਲ ਸੁਣੋ, ਜਤਿੰਦਰ ਜੀ ਮੈਂ ਬਾਰ-ਬਾਰ ਇਹਨਾਂ ਨੂੰ ਬੇਨਤੀ ਕਰ ਰਿਹਾ ਵਾਂ ਕਿ ਡੇਵਿਲ ਜੀ ਔਰ ਜਤਿੰਦਰ ਜੀ ਆਪਸ ਵਿੱਚ ਗੱਲ ਕਰ ਲੈ, ਇਹਨਾਂ ਨੂੰ ਕਰਨ ਦਿਓ। ਉਹ ਵਿੱਚ ਬੋਲੀ ਜਾਂਦਾ ਯਾਰ ਬੰਦਾ। ਸਾਡੀ ਆਪਾਂ ਸਾਰਥਿਕ ਡਿਬੇਟ ਕਰਨੀ ਭਾਜੀ, ਪਲੀਜ਼ ਰਿਕੁਐਸਟ। ਆਪਾਂ ਕੋਈ ਗੱਲ ਕਰੀਏ ਤਰੀਕੇ ਵਾਲੀ। ਤੁਹਾਨੂੰ ਜੇ ਦੇਖੋ, ਮੈਂ ਬਾਰ-ਬਾਰ ਅਪੀਲ ਕਰ ਰਿਹਾ ਵਾਂ ਕਿ ਡੇਵਿਲ ਔਰ ਜਤਿੰਦਰ ਆਪਸ ਵਿੱਚ ਗੱਲ ਕਰ ਰਹੇ ਨੇ, ਇਹਨਾਂ ਦੋਨਾਂ ਨੂੰ ਗੱਲ ਕਰਨ ਦਿਓ। ਮੈਂ ਦੋਨਾਂ ਨੂੰ ਅਪੀਲ ਕਰ ਰਿਹਾ ਵਾਂ ਕਿ ਦੋਨੋਂ ਹੀ ਬੋਲਣ, ਔਰ ਕੋਈ ਤੀਜਾ ਨਾ ਬੋਲੇ। ਜਤਿੰਦਰ ਜੀ ਔਰ ਡੇਵਿਲ ਜੀ ਦੋਨੋਂ ਬੋਲਣ, ਤੀਜਾ ਕੋਈ ਨਾ ਬੋਲੇ। ਜੇ ਪਿੱਪਲ ਦੀ ਜਗ੍ਹਾ ਕੋਈ ਆਫਤ ਜਾਂ ਪੰਡਿਤ ਬੋਲੇਗਾ, ਮੈਂ ਉਹਨਾਂ ਨੂੰ ਵੀ ਇਹੋ ਚੀਜ਼ ਟੋਕਾਂਗਾ। ਅਸੂਲ ਹੈ ਬੰਦਾ। ਤੁਸੀਂ ਦੋਨੋਂ ਗੱਲ ਕਰ ਰਹੇ ਹੋ, ਸੁਲਝੇ ਬੰਦੇ ਹੋ, ਅੱਛੀ ਗੱਲ ਕਰ ਰਹੇ ਹੋ, ਤੁਸੀਂ ਕੰਟੀਨਿਊ ਕਰੋ। ਆਹ ਬੰਦਾ ਕਿੱਥੋਂ ਵਿੱਚ ਆਈ ਜਾਂਦੇ ਆ? ਜੇ ਆਫਤ ਵਿੱਚ ਆ ਜੇ, ਪੰਡਿਤ ਵਿੱਚ ਆ ਜੇ, ਫੇਰ ਇਹੀ ਪ੍ਰੋਬਲਮ। ਇੱਕ ਮਿੰਟ ਪਿੱਪਲ ਗੱਲ ਸੁਣ, ਮਸਲਾ ਪਤਾ ਜਤਿੰਦਰ ਜੀ ਮੈਂ ਤੁਹਾਨੂੰ ਵਿਦ ਰਿਸਪੈਕਟ ਕਹਿ ਰਿਹਾ ਵਾਂ ਕਿ ਤੁਸੀਂ ਉਹ ਡੇਵਿਲ ਦੋਨੋਂ ਗੱਲ ਕਰੋ। ਦੱਸੋ ਮੈਂ ਕੋਈ ਗਲਤ ਕਹਿ ਰਿਹਾ? ਮੇਰੀ ਗੱਲ ਸੁਣ, ਜੇ ਕੋਈ ਮੈਂ ਤੈਨੂੰ ਦੱਸ ਦੇਣਾ ਕਾਰਨ ਕੀ ਹੈ। ਜੇ ਕੋਈ ਤੀਜਾ ਬੰਦਾ ਵਿੱਚ ਗੱਲ ਕਰੇ ਤੇ ਉਹ ਗਲਤ ਹੈ ਕਿ ਸਹੀ ਹੈ? ਤੂੰ ਹੱਸਣ ਡਿਆ ਮੇਰੇ ਸੰਤੋਖ ਸਿੰਘ ਨਾ ਪੜਨ ਤੇ। ਮੈਂ ਤੈਨੂੰ ਤਾਂ ਕਿਹਾ ਵੀ ਤੂੰ ਲਿਟਰੇਚਰ ਮੈਂ ਕਿਉਂ ਨਾ ਹੱਸਾਂ? ਕੋਈ ਦਾਵਾ ਨਹੀਂ ਕਰ ਸਕਦਾ ਕਿ ਸਾਰਾ ਲਿਟਰੇਚਰ ਪੜ੍ਹ ਲਿਆ। ਯਾਰ ਤੂੰ ਇੱਕ ਗੱਲੋਂ ਕਲੇਮ ਕਰਦਾ ਪਿਆ ਕਿ ਭਾਈ ਉੱਥੇ ਸੰਤੋਖ ਸਿੰਘ ਜੀ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਗੰਗੂ ਬਾਹਮਣ, ਦੂਜੇ ਪਾਸੇ ਤੂੰ ਕਹਿਣ ਡਿਆ ਮੈਂ ਕਿਤਾਬ ਹੀ ਨਹੀਂ ਪੜ੍ਹੀ। ਜਤਿੰਦਰ ਸਿੰਘ ਤੇਰੇ ਸਾਹਮਣੇ ਕਹਿਣ ਡਿਆ, ਮੇਰੇ ਨਾਲ ਹੀ ਪਿੱਪਲ ਭਾਜੀ, ਅਨਿਲ ਭਾਜੀ ਪਲੀਜ਼ ਰਿਕੁਐਸਟ। ਪਿੱਪਲ ਭਾਜੀ ਤੁਸੀਂ ਡੇਵਿਲ ਨਾਲ ਗੱਲ ਕਰੋ ਪਲੀਜ਼, ਮੇਰੀ ਰਿਕੁਐਸਟ ਪਲੀਜ਼। ਆਪਾਂ ਇਹ ਨਾ ਕਰੀਏ, ਆਪਾਂ ਬਹੁਤ ਵਧੀਆ ਗੱਲ ਚੱਲ ਰਹੀ। ਉਹ ਯਾਰ ਪੰਡਿਤ ਜੀ ਮੇਰੀ ਗੱਲ ਸੁਣੋ, ਜਿਹੜਾ ਸਵਾਲ ਡੇਵਿਲ ਜੀ ਜਿਸ ਬੁੱਕ ਤੋਂ ਪੁੱਛ ਰਹੇ ਨੇ, ਉਹ ਬੁੱਕ ਪਿੱਪਲ ਸਾਹਿਬ ਨੇ ਪੜ੍ਹੀ ਨਹੀਂ, ਉਹ ਬੁੱਕ ਪੜ੍ਹੀ ਹੈ ਜਤਿੰਦਰ ਜੀ ਨੇ। ਇਹ ਦੋਨਾਂ ਨੂੰ ਗੱਲ ਕਰਨ ਦੀ ਹੈ, ਮੈਂ ਤੇ ਆਹੀ ਬੇਨਤੀ ਕਰ ਰਿਹਾ ਵਾਂ। ਇਹਨੂੰ ਚੁੱਪ ਕਰਾਓ, ਇਹਨੂੰ ਗੱਲ ਤਾਂ ਰੱਖਣ ਦਿਓ ਯਾਰ। ਤਾਂ ਕੀ ਹੋ ਗਿਆ? ਨਹੀਂ ਪੜ੍ਹੀ ਕੋਈ ਨਹੀਂ, ਤੁਸੀਂ ਆਪਾਂ ਇਦਾਂ ਨਹੀਂ ਕਰ ਸਕਦੇ। ਮੈਨੂੰ ਕਹਿ ਰਿਹਾ ਤੂੰ ਪੜ੍ਹੀ ਆ? ਤੂੰ ਪੜ੍ਹਿਆ ਸੰਤੋਖ ਸਿੰਘ? ਚਲੋ ਮੈਂ ਨਹੀਂ ਪੜ੍ਹੀ। ਇੱਕ ਮਿੰਟ, ਮੈਂ ਨਹੀਂ ਪੜ੍ਹੀ, ਪਰ ਮੈਂ ਬੋਲਦਾ ਵੀ ਨਹੀਂ ਪਿਆ। ਮੈਂ ਕੁਝ ਕਲੇਮ ਹੀ ਨਹੀਂ ਕਰ ਰਿਹਾ ਦੇਵ ਨੂੰ। ਨਾ ਤੂੰ ਡੇਵਿਲ ਹੋਣਾ ਦੇ ਬਿਹਾਫ ਤੇ ਗੱਲ ਕਰਨ ਡਿਆ ਨਾ, ਤੇ ਮੈਂ ਜਤਿੰਦਰ ਸਿੰਘ ਨੇ ਪੜ੍ਹੀ, ਉਹ ਮੇਰੇ ਨਾਲ ਬੈਠਾ ਇੱਥੇ। ਹਾਂ ਤੇ ਜਤਿੰਦਰ ਨੂੰ ਤੇ ਡੇਵਿਲ ਨੂੰ ਗੱਲ ਕਰਨ ਦੇਣਾ ਫਿਰ। ਹਾਂ ਫਿਰ ਤੇ ਤੂੰ ਕਿਉਂ ਵਿੱਚ ਫਿਰ ਲੱਤ ਡਾਉਣ ਡਿਆ? ਮੈਂ ਤੇ ਲੜਾਉਂਦਾ ਹੀ ਨਹੀਂ ਪਿਆ, ਮੈਂ ਤੇ ਤੈਨੂੰ ਚੁੱਪ ਕਰਾਉਣ ਡਿਆ। ਚਲੋ ਪਿੱਪਲ ਭਾਜੀ ਤੁਸੀਂ ਕਰ ਲਓ। ਇੱਕ ਮਿੰਟ ਮੋਡਰੇਟਰ ਬਣਿਆ ਇੱਥੇ। ਅਨਿਲ ਭਾਜੀ, ਜਤਿੰਦਰ ਜੀ ਔਰ ਡੇਵਿਲ ਜੀ ਕੰਟੀਨਿਊ ਕਰੀਏ ਆਪਾਂ। ਜਤਿੰਦਰ ਜੀ ਔਰ ਡੇਵਿਲ ਜੀ ਦੋਨੋਂ ਗੱਲ ਕਰਨ। ਦੋਵੇਂ ਸੁਲਝੇ ਹੋਏ ਵੀਰ ਨੇ ਮੇਰੇ, ਦੋਨੋਂ ਗੱਲ ਕਰਨ। ਤੇ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਵਾਂ, ਕੋਈ ਦੋਨਾਂ ਦੇ ਵਿੱਚ ਨਾ ਬੋਲੇ। ਆਹ ਬੇਨਤੀ ਹੈ ਮੇਰੀ ਬਸ। ਥੈਂਕ ਯੂ। ਬਿਲਕੁਲ ਪਿੱਪਲ ਜੀ ਇੱਕ ਮਿੰਟ। ਹਾਂ ਜੀ ਜਤਿੰਦਰ ਜੀ, ਆਪਾਂ ਨਾ ਗੱਲ ਡੀਰੇਲ ਨਾ ਕਰੀਏ, ਆਪਾਂ ਗੱਲ ਤੇ ਹੀ ਜਾਈਏ।
ਮੇਰਾ ਤੁਹਾਨੂੰ ਪਹਿਲਾ ਪ੍ਰਸ਼ਨ ਮੈਂ ਪੁੱਛਿਆ ਸੀ, ਤੁਸੀਂ ਵਿਪਰ ਵਾਲੀ ਗੱਲ ਬਾਅਦ ਚ ਕਹੀ ਸੀ, ਸੋ ਮੈਂ ਵਿਪਰ ਵਾਲੀ ਗੱਲ ਦਾ ਜਵਾਬ ਜ਼ਰੂਰ ਦਊਂਗਾ, ਪੱਕਾ ਦਊਂਗਾ, ਠੀਕ ਆ। ਤੁਸੀਂ ਮੈਨੂੰ ਪਹਿਲਾਂ ਇਹ ਗੱਲ ਦਾ ਜਵਾਬ ਦਿਓ, ਕੀ ਰਸੋਈਏ ਦਾ ਜ਼ਿਕਰ ਆਉਂਦਾ? ਤੁਸੀਂ ਜਵਾਬ ਦੇ ਦਿਓ ਪੇਪਰ ਕੌਣ ਹੀ, ਆਪਾਂ ਰਸੋਈਏ ਤੇ ਚਲੇ ਜਾਂਦੇ ਹਾਂ। ਭਾਜੀ ਪਹਿਲਾਂ ਪੇਪਰ ਦੱਸ ਦਿਓ ਕੌਣ ਹੈ। ਮੈਂ ਰਸੋਈਏ ਦਾ ਪੁੱਛਿਆ ਸੀ ਨਾ, ਤੁਸੀਂ ਰਸੋਈਏ ਦਾ ਨਾ ਦੱਸ ਨਾ ਦਿਓ, ਮੈਂ ਪਹਿਲਾਂ ਵਿਪਰ ਤੇ ਆ ਪਹਿਲਾਂ ਮੈਂ ਇੱਕ ਜੇਕਰ ਮਿੰਟ ਜੇਕਰ ਨਹੀਂ ਪਿੱਪਲ ਜੀ, ਆਉਂਦਾ ਜਾਂ ਪਿੱਪਲ ਨਹੀਂ ਜੀ, ਆਉਂਦਾ, ਇੱਕ ਆਉਂਦਾ ਜਾਂ ਨਹੀਂ ਆਉਂਦਾ, ਦੱਸ ਦੋ ਨਾ ਫਿਰ। ਹਾਂ ਤੁਸੀਂ ਨਾ ਨਾ ਆਪਾਂ ਆਪਾਂ ਉਹਨੂੰ ਸੰਤੋਖ ਲੁਕੋ ਸਿੰਘ ਜੀ ਸਕਦੇ ਪੇਪਰ ਆ। ਰਸੋਈ ਤੁਸੀਂ ਕੁਝ ਇੱਕ ਮਿੰਟ ਲੁਕਾਉਣ ਸੁਣੋ ਦੀ ਨਾ, ਇੱਛਾ ਨਾਲ ਆਏ ਸੁਣ ਹੋ, ਸੁਣ ਤੁਸੀਂ ਕੁਝ ਨਾ ਲੁਕਾਉਣ ਦੀ ਇੱਛਾ ਬਿਲਕੁਲ ਨਾਲ ਆਏ ਹੋ। ਕਾਦੇ ਵਾਸਤੇ ਪ੍ਰਤੱਖ ਪਿਆ, ਇਹ ਸਾਰੇ ਕੋਲ ਗ੍ਰੰਥ ਸਵਾਲ ਪਏ ਤੇ ਆ। ਜਵਾਬ ਆ, ਸਵਾਲ ਤੇ ਜਵਾਬ ਆ ਇਹ ਵੀ ਉੱਥੇ ਵਿਪਰ ਕੌਣ ਆ, ਵਿਪਰ ਅਧਿਕਾਰੀ ਕੌਣ ਹੈ, ਸਵਾਲ ਤੇ ਜਵਾਬ ਆ ਮੇਰਾ। ਮੈਂ ਵਿਪਰ ਤੇ ਵੀ ਆਉਂਗਾ ਭਾਜੀ, ਵਿਪਰ ਤੇ ਵੀ ਨਹੀਂ ਆਉਂਗਾ। ਨਹੀਂ ਨਹੀਂ, ਪਹਿਲਾਂ ਮੈਨੂੰ ਇਹ ਦੱਸੋ, ਰਸੋਈਏ ਦਾ ਜ਼ਿਕਰ ਹੁੰਦਾ ਕਿ ਨਹੀਂ ਹੁੰਦਾ? ਮੈਂ ਤੁਹਾਨੂੰ ਜਵਾਬ ਦੇ ਰਿਹਾ ਕਿ ਵਿਛੜੇ ਜਬੇ ਇੱਕ ਵਿਪਰ ਅਧਿਕਾਰੀ ਕੌਣ ਸੀ। ਨਹੀਂ, ਮੈਂ ਵਿਪਰ ਤੇ ਵੀ ਆ ਜਾਊਂਗਾ। ਪਹਿਲਾਂ ਮੈਂ ਪ੍ਰਸ਼ਨ ਪੁੱਛਿਆ ਸੀ, ਕੀ ਰਸੋਈਏ ਦਾ ਜ਼ਿਕਰ ਨਹੀਂ ਹੁੰਦਾ? ਨਹੀਂ, ਉਹ ਗੱਲ ਹੀ ਨਹੀਂ ਤੁਸੀਂ ਦੱਸਣੀ ਚਾਹੁੰਦੇ, ਕਿਉਂਕਿ ਵਿਪਰ ਅਧਿਕਾਰੀ ਜਿਹੜਾ ਆ, ਤੁਸੀਂ ਜਤਿੰਦਰ ਜੀ ਦੱਸੋ ਪਹਿਲਾਂ ਕੌਣ ਸੀ। ਜਦੋਂ ਆਪਾਂ ਚਰਚਾ ਸਾਰਥਕ ਕਰਨੀ ਹੁੰਦੀ ਨਾ, ਮੈਂ ਤੁਹਾਨੂੰ ਪਹਿਲਾਂ ਪ੍ਰਸ਼ਨ ਗੰਗੂ ਤੇ ਪੁੱਛ ਰਿਹਾ ਸੀ। ਨਹੀਂ ਤੁਹਾਨੂੰ ਗੰਗੂ ਮੈਂ ਤੇ ਜਤਿੰਦਰ ਇਤਰਾਜ਼ ਜੀ ਆ, ਤੋਂ ਸਾਨੂੰ ਕੋਈ ਇੱਕ ਚੱਕਰ ਮਿੰਟ, ਨਹੀਂ। ਗੱਲ ਸੁਣੋ, ਜਤਿੰਦਰ ਜੀ, ਸਾਨੂੰ ਕੋਈ ਚੱਕਰ ਨਹੀਂ ਗੰਗੂ ਦਾ, ਤੁਸੀਂ ਦੱਸੋ ਵਿਪਰ ਅਧਿਕਾਰੀ ਕੌਣ ਸੀ। ਮੈਂ ਵਿਪਰ ਤੇ ਵੀ ਆ ਜਾਊਂਗਾ, ਪਰ ਰਸੋਈਏ ਦਾ ਜ਼ਿਕਰ ਹੁੰਦਾ ਕਿ ਨਹੀਂ? ਤੁਸੀਂ ਇੱਕ ਗੱਲ ਕਹਿਤੀ, ਮੈਂ ਗੰਗੂ ਦਾ ਜ਼ਿਕਰ ਉਹੀ ਨਹੀਂ ਜਵਾਬ ਦੇ ਹੁੰਦਾ। ਰਿਹਾ ਨਾ, ਹਾਂ, ਉਹੀ ਰਸੋਈਏ ਜਵਾਬ ਦਾ ਦੇ ਰਿਹਾ ਜ਼ਿਕਰ ਹੁੰਦਾ ਕਿ ਤੁਹਾਡੇ ਨਹੀਂ? ਆਨਸਰ ਦਾ। ਪਹਿਲਾਂ ਆਨਸਰ ਦਾ ਰਸੋਈਏ, ਜਵਾਬ ਹੈ ਤੁਹਾਡੇ ਦਾ ਕਿ ਮੈਂ ਕਿਹਾ ਵਿਪਰ ਤੇ ਅਧਿਕਾਰੀ ਕੌਣ ਸੀ। ਤੁਸੀਂ ਇਹ ਦੱਸੋ, ਰਸੋਈਏ ਦਾ ਜ਼ਿਕਰ ਹੁੰਦਾ ਕਿ ਨਹੀਂ? ਹਾਂ, ਇਹਦਾ ਜਵਾਬ ਆ ਕਿ ਭਾਈ ਵਿਪਰ ਅਧਿਕਾਰੀ ਕੌਣ ਉਹਦਾ ਸੀ। ਰੋਲ ਕੁਝ ਵੀ ਰਿਹਾ ਹੋ ਸਕਦਾ, ਕੋਈ ਵੀ ਰੋਲ ਹੋ ਨਹੀਂ, ਸਕਦਾ, ਤੁਸੀਂ ਰਸੋਈਆ ਹੋ ਸਕਦਾ, ਫਿਰ ਕੁਝ ਵੀ ਦੱਸੋ, ਹੋ ਸਕਦਾ। ਸੰਤੋਖ ਸਿੰਘ ਦਾ ਤੁਸੀਂ ਇਹ ਗੱਲ ਦੱਸੋ ਪੇਪਰ ਕੌਣ ਆ। ਇੱਕ ਮਿੰਟ ਪਿੱਪਲ ਜੀ, ਮੇਰਾ ਪ੍ਰਸ਼ਨ ਹੈ, ਸੰਤੋਖ ਸਿੰਘ ਉਸ ਵਿਅਕਤੀ ਦਾ ਪੇਸ਼ਾ ਰਸੋਈਆ ਦੱਸਦਾ ਹੈ ਜਾਂ ਨਹੀਂ? ਭਾਈ ਉਹਦਾ ਵਿਪਰ ਅਧਿਕਾਰੀ ਰੋਲ ਕੌਣ ਕਿਸੇ ਸੀ। ਵੀ ਤਰੀਕੇ ਨਾਲ ਹੋ ਸਕਦਾ, ਪਰ ਪੇਪਰ ਕੌਣ ਹੀ ਗੱਲ ਮਸਲਾ ਰਸੋਈਆ, ਤੇ ਇਹ ਹਾਂ ਆ। ਦੱਸ ਦੋ ਨਾ ਪਿੱਪਲ ਜੀ, ਮੈਂ ਕਿਹਦਾ ਮੰਨ ਗਿਆ। ਜ਼ਿਕਰ ਕਰ ਰਿਹਾ ਹੋ, ਪਿੱਪਲ ਜੀ ਕਿਹਦਾ ਜ਼ਿਕਰ ਕਰ ਰਿਹਾ ਹੋ। ਇੱਕ ਮਿੰਟ ਪਿੱਪਲ ਜੀ, ਪਤਾ ਕੀ ਹੁੰਦਾ, ਸਭ ਤੋਂ ਪਹਿਲਾਂ ਜਿਹੜਾ ਮੈਂ ਪ੍ਰਸ਼ਨ ਦਿੱਤਾ ਤਾਂ ਉਹਦੇ ਨਾਲ ਤੁਸੀਂ ਆਪਦੀ ਸਟੇਟਮੈਂਟ ਐਡ ਕਰ ਦਿਓ। ਕੀ ਮੈਂ ਕਹਿ ਰਸੋਈਏ ਦਾ ਰਿਹਾ ਜ਼ਿਕਰ ਹੁੰਦਾ ਕਿ ਨਹੀਂ? ਰਸੋਈਏ ਦਾ ਜ਼ਿਕਰ ਆਉਂਦਾ। ਕਿੱਥੇ? ਵਿਪਰ ਅਧਿਕਾਰੀ ਕੌਣ ਸੀ। ਰਸੋਈਆ ਕਿੱਥੇ ਲਿਖਿਆ? ਵਿਪਰ ਰਸੋਈਏ ਨੂੰ ਤਾਂ ਨਹੀਂ ਕਹਿੰਦੇ ਨੇ। ਕਮਾਲ ਹੋ ਗਈ, ਵਿਪਰ ਅਧਿਕਾਰੀ ਕੌਣ ਸੀ, ਮੈਂ ਤੁਹਾਨੂੰ ਪੁੱਛ ਰਿਹਾ। ਫਿਰ ਜੇ ਨਹੀਂ ਉਹ ਰਸੋਈਆ ਸੀ, ਕੌਣ ਸੀ ਰਸੋਈਏ ਦਾ ਜ਼ਿਕਰ ਆਉਂਦਾ ਕਿ ਨਹੀਂ? ਉਹ ਮੈਂ ਦੱਸਦਾ ਰਿਹਾ ਭਰਾ, ਕਿ ਭਾਈ ਇਹ ਆਉਂਦਾ ਕੌਣ ਸੀ। ਰਸੋਈਏ ਦਾ ਜ਼ਿਕਰ, ਉਹ ਪੂਰੀ ਲਾਈਨ ਦੱਸੋ ਇੱਕ ਵਾਰੀ, ਹਾਂ, ਰਸੋਈਏ ਦਾ ਕਿੱਥੇ ਜ਼ਿਕਰ? ਹਾਂਜੀ, ਲਾਈਨ ਬੋਲੋ ਜਿੱਥੇ ਰਸੋਈਏ ਦਾ। ਤੁਸੀਂ ਦੱਸੋ ਕੌਣ ਸੀ, ਜੇ ਤੁਹਾਨੂੰ ਲੱਗਦਾ ਵੀ ਨਹੀਂ ਗੰਗੂ ਸੀ। ਤੁਸੀਂ ਜਤਿੰਦਰ ਜੀ, ਇਹ ਜਵਾਬ ਨਹੀਂ ਹੋਇਆ। ਦੇਖੋ, ਨਹੀਂ ਇੱਕ ਮਿੰਟ ਡੇਬਲ ਨਹੀਂ ਇੱਥੇ ਪੰਡਿਤ ਜੀ, ਤੁਸੀਂ ਨਾ ਬੋਲੋ ਪੰਡਿਤ ਜੀ, ਸੌਰੀ, ਮੈਂ ਹੈਂਡਲ ਕਰਾਂਗਾ, ਮੈਂ ਗੱਲ ਕਰਾਂਗਾ, ਮੈਂ ਆਪਦੀ ਗੱਲ ਪੁੱਛਾਂਗਾ ਉਹਨਾਂ ਨੂੰ ਬੜੇ ਵਿਧੀਵਤ ਤਰੀਕੇ ਦੇ ਨਾਲ, ਬੜੇ ਸਨਮਾਨਿਤ ਤਰੀਕੇ ਨਾਲ ਪੁੱਛ ਰਿਹਾ ਵਾਂ। ਜਤਿੰਦਰ ਜੀ, ਰਸੋਈਏ ਦਾ ਜ਼ਿਕਰ ਆਉਂਦਾ, ਤੁਸੀਂ ਕਿਹਾ ਆਉਂਦਾ, ਹੁਣ ਦੱਸੋ ਕਿਹੜੀ ਪੰਕਤੀ, ਕਿਹੜੀ ਲਾਈਨ 'ਚ ਰਸੋਈਏ ਦਾ ਜ਼ਿਕਰ ਆਉਂਦਾ? ਓਕੇ, ਮੈਂ ਹੁਣ ਦੱਸ ਰਿਹਾ। ਸਿੰਦਨ, ਇਹ ਤੁਸੀਂ ਚਲੇ ਜਾਓ, ਦਸਵੀਂ 11ਵੀਂ ਰੋਟੀ। ਤੁਹਾਡਾ ਨੈਟਵਰਕ ਉੱਡ ਗਿਆ, ਦੁਬਾਰਾ ਫੇਰ ਰਿਪੀਟ ਕਰਿਓ ਗੱਲ ਨੂੰ। ਹੈਲੋ, ਹਾਂ ਸਹੀ ਹੈ, ਬੋਲੋ। ਹਾਂ, ਹੁਣ ਮੈਂ ਕਿਹਾ 11ਵੀਂ ਰੁੱਤ 'ਚ ਚਲੇ ਜਾਓ, ਉਹਦੇ 'ਚ ਇਹ ਚੀਜ਼ ਪੜੋ ਕਿ ਤਬ ਮਾਹੀ ਕਰ ਬੰਦ ਕਰ ਵਿੱਚ ਸਭਾ ਉਚਾਰੀ, ਸੁਣੋ ਪ੍ਰਭੂ ਵਿਛੜੇ ਜਬ ਇੱਕ ਵਿਪਰ ਅਘਾਰੀ, ਸੰਗ ਮਾਤ ਕੇ ਕਪਟ ਕਰ ਲੈ ਕਿਉ ਨਿਰਾਲਾ। ਇਹ ਵਿਪਰ ਅਘਾਰੀ ਕੌਣ ਸੀ। ਵਿਪਰ ਘਾਰੀ ਹਲਵਾਈ ਨੂੰ ਕਹਿੰਦੇ ਆ, ਰਸੋਈਏ ਨੂੰ ਕਹਿੰਦੇ ਆ। ਠੀਕ ਆ ਜੀ, ਹੁਣ ਅਗਰ ਮੈਂ ਪੁੱਛ ਰਿਹਾ, ਵਿਪਰ ਘਾਰੀ ਰਸੋਈਏ ਨੂੰ ਕਹਿੰਦੇ ਆ ਜਾਂ ਹਲਵਾਈ ਨੂੰ ਕਹਿੰਦੇ ਆ, ਕਿਹਨੂੰ ਕਹਿੰਦੇ ਆ? ਨਹੀਂ, ਤੁਸੀਂ ਦੱਸੋ ਨਾ, ਮੈਂ ਤਾਂ ਵਿਪਰ ਅਘਾਰੀ ਦਾ ਤੁਹਾਨੂੰ ਰਸੋਈਏ ਪੁੱਛ ਦਾ ਰਿਹਾ ਕੋਈ ਕੌਣ ਜ਼ਿਕਰ ਸੀ। ਨਹੀਂ ਆਇਆ, ਰਸੋਈਏ ਦਾ ਜ਼ਿਕਰ ਨਹੀਂ ਆਇਆ। ਜਿਹੜੀ ਪੰਕਤੀ ਅੱਛਾ, ਤੁਸੀਂ ਬੋਲੀ ਉਹਦੇ 'ਚ ਰਸੋਈਆ ਰਹਿਣ ਦਿੰਦੇ ਆਪਾਂ, ਰਸੋਈਆ ਨਹੀਂ ਸੀ। ਚਲੋ ਵਿਪਰ ਅਘਾਰੀ ਕੌਣ ਸੀ। ਨਹੀਂ ਸੀ। ਚਲੋ ਵਿਪਰ ਹੁਣ ਅਘਾਰੀ ਮੈਂ ਰਹਿਣ ਆਉਂਦਾ, ਦਿੰਦੇ, ਵਿਪਰ ਅਘਾਰੀ ਤੁਸੀਂ ਦੱਸੋ ਕੌਣ। ਮੈਂ ਵਿਪਰ ਤੇ ਹੋ ਜਾਣਾ। ਸਭ ਤੋਂ ਪਹਿਲਾਂ ਵਿਪਰ ਕਿਹਨੂੰ ਕਹਿੰਦੇ ਆ? ਸੰਸਕ੍ਰਿਤ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਆਪਾਂ ਹਰੇਕ ਭਾਸ਼ਾ ਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਸੰਗਿਆ, ਇੱਕ ਹੁੰਦੀ ਕਿਰਿਆ। ਇੱਕ ਹੁੰਦੀ ਸੰਗਿਆ, ਇੱਕ ਹੁੰਦੀ ਕਿਰਿਆ। ਜਿਹੜਾ ਸੰਤੋਖ ਸਿੰਘ ਦਾ ਗ੍ਰੰਥ ਆ, ਜਿਹੜੀ ਪੰਕਤੀ ਤੁਸੀਂ ਬੋਲੀ ਆ, ਉਹ ਕਿਰਿਆ ਹੈ, ਉਹ ਕਿਰਿਆ 'ਚ ਹੈ, ਸੰਗਿਆ 'ਚ ਨਹੀਂ ਆ। ਵਿਪਰ, ਪਹਿਲੀ ਗੱਲ, ਜਿਹੜਾ ਵਿਪਰ ਤੇ ਵਿਪਰ ਹੁੰਦਾ ਆ, ਉਹਦਾ ਅੰਤਰ ਇਹ ਆ ਜਾਂਦਾ ਸ਼ਬਦ ਦੇ ਵਿੱਚ। ਜਿਹੜਾ ਸੰਸਕ੍ਰਿਤ ਦਾ ਵਿਪਰ ਆ, ਉਹਦਾ ਅਰਥ ਹੁੰਦਾ ਪ੍ਰੀਸਟ, ਪੰਡਤ, ਪੁਜਾਰੀ ਕਹਿ ਲਓ, ਬ੍ਰਾਹਮਣ ਕਹਿ ਲਓ, ਇਹਦਾ ਅਰਥ ਇਹ ਹੁੰਦਾ। ਪਰ ਇਹ ਸੰਗਿਆ ਵਿੱਚ ਹੁੰਦਾ, ਕਿਰਿਆ 'ਚ ਨਹੀਂ ਹੁੰਦਾ। ਤੇ ਜਿਹੜਾ ਸ਼ਬਦ ਤੁਸੀਂ
ਜਿਹੜੀ ਪੰਕਤੀ ਚ ਬੋਲਿਆ ਉਹ ਸੰਸਕ੍ਰਿਤ ਦੀ ਉਹ ਕ੍ਰਿਆ ਦੇ ਵਿੱਚ ਦੱਸਿਆ ਜਾ ਰਿਹਾ। ਉਹਦਾ ਅਰਥ ਵਿਪਰ ਦਾ ਮਤਲਬ ਪੰਡਤ ਜਾਂ ਬ੍ਰਾਹਮਣ ਨਹੀਂ ਹੈ, ਉਹਦਾ ਅਰਥ ਹੋਰ ਹੈ। ਕੀ ਹੈ ਉਹਦਾ ਅਰਥ? ਉਹਦਾ ਅਰਥ ਹੈ ਗਲਤ ਬੰਦਾ। ਵਿਪਰ ਗਲਤ ਹੁੰਦਾ ਹੈ? ਹਾਂ, ਜੇ ਉਹ ਕ੍ਰਿਆ ਚ ਹੈ ਗਲਤ ਆ, ਜੇ ਉਹ ਸੰਗਿਆ ਚ ਹੈ ਉਹ ਬ੍ਰਾਹਮਣ ਵੀ ਹੋ ਸਕਦਾ, ਉਹ ਹੋਰ ਵੀ ਕੁਝ ਸ਼ਬਦ ਉਹਦਾ ਹੋ ਹਾਂ ਸਕਦਾ। ਨਹੀਂ ਠੀਕ ਹੈ, ਕੋਈ ਗੱਲ ਨਹੀਂ, ਫਿਰ ਆਪਾਂ ਗਲਤ ਸਮਝ ਕੇ ਕਹਿ ਰਹੇ ਉਹਨੂੰ ਕਿ ਉਹ ਗਲਤ ਹਾਂ, ਬੰਦਾ ਸੀ। ਫਿਰ ਉਹ ਗਲਤ ਬੰਦਾ ਸੀ। ਨਾ ਉਹ ਹਾਂ ਗੰਗੂ ਸੀ, ਗਲਤ ਨਾ ਉਹ ਰਸੋਈਆ ਸੀ, ਨਾ ਉਹ ਬ੍ਰਾਹਮਣ ਸੀ। ਫਿਰ ਰਿਹਾ ਕੌਣ? ਧੁੰਮਾ ਨਾ, ਕੌਣ ਰਿਹਾ? ਦਰਬਾਰੀ ਕੌਣ ਨਾ। ਰਿਹਾ? ਧੁੰਮਾ ਤੇ ਕੌਣ ਦਰਬਾਰੀ ਰਿਹਾ? ਰਿਹਾ। ਧੁੰਮਾ ਤੇ ਨਹੀਂ ਨਹੀਂ, ਦਰਬਾਰੀ ਰਿਹਾ। ਗੰਗਾ ਕੌਣ ਰਿਹਾ? ਗੰਗਾ ਕੌਣ ਰਿਹਾ? ਗੰਗਾ ਕਿੱਥੇ ਲਿਖਿਆ? ਗੰਗਾ ਕਿੱਥੇ ਚਲੋ ਲਿਖਿਆ? ਆਪਾਂ ਇਹ ਦੋ ਰੱਖ ਲੈਨੇ, ਇਹਨਾਂ ਨੂੰ ਵਿਪਰ ਆਪਾਂ ਜਿਹੜੇ ਹੈਗਾ ਧੁੰਮਾ ਤੇ ਵਿਪਰ ਦੇ ਦਰਬਾਰੀ ਕਈ ਅਰਥ ਬ੍ਰਾਹਮਣ। ਹੁੰਦੇ ਆ, ਵਿਪਰ ਦੇ ਕਈ ਅਰਥ ਹੁੰਦੇ ਆ। ਉਹਦੇ ਵਿੱਚ ਵੀ ਦੋ ਤਿੰਨ ਚੀਜ਼ਾਂ ਸੰਗਿਆ ਚ ਵਰਤਿਆ ਨਹੀਂ ਗਿਆ, ਕ੍ਰਿਆ ਚ ਵਿਪਰ ਦਾ ਵਰਤਿਆ ਗਿਆ, ਮਤਲਬ ਸੱਪ ਦਰਬਾਰੀ ਵੀ ਬ੍ਰਾਹਮਣ ਹੁੰਦਾ ਵਰਤਿਆ ਵਾ, ਗਿਆ। ਵਿਪਰ ਦਾ ਮਤਲਬ ਸੱਪ ਵੀ ਹੁੰਦਾ ਵਾ। ਹਾਂ ਨਹੀਂ ਬਿਲਕੁਲ। ਆਪਾਂ ਵਿਪਰ ਨਹੀਂ ਉਹੀ ਮੈਂ ਕਹਿ ਰਿਹਾ, ਧੁੰਮੇ ਨੂੰ ਤੇ ਕਿਉਂਕਿ ਦਰਬਾਰੀ ਨੂੰ ਵਿਪਰ ਕਹਿੰਦੇ। ਜਤਿੰਦਰ ਜੀ ਇੱਕ ਗੱਲ ਹੋਰ ਕਹੂੰਗਾ। ਤੁਸੀਂ ਜਿਹੜੀ ਵੀ ਜਿਹੜੇ ਗ੍ਰੰਥ ਜਿਹਦੇ ਵਿੱਚ ਕ੍ਰਿਆਵਾਂ ਦਾ ਨਹੀਂ ਜ਼ਿਕਰ ਨਹੀਂ, ਹੁੰਦਾ, ਤੁਸੀਂ ਜਿਹਦੇ ਮੈਨੂੰ ਵਿੱਚ ਦੱਸੋ ਇਤਿਹਾਸ ਦਾ, ਵੀ ਜਤਿੰਦਰ ਜੀ ਧੁੰਮਾ ਇੱਕ ਤੇ ਇੱਕ ਇੱਕ ਦਰਬਾਰੀ ਸੈਕਿੰਡ, ਨੂੰ ਬ੍ਰਾਹਮਣ ਜਸਟ ਕਿਹਾ ਅ ਲਾਈਨ। ਕਰੀਏ? ਜਤਿੰਦਰ ਜੀ ਇੱਕ ਧੁੰਮੇ ਲਾਈਨ। ਬ੍ਰਾਹਮਣ ਨੂੰ ਤੇ ਜਿਹੜਾ ਦਰਬਾਰੀ ਬ੍ਰਾਹਮਣ ਨੂੰ, ਇਹਨਾਂ ਨੂੰ ਗੱਲ ਕੱਢ ਲਿਆ ਕਰੀਏ। ਧੁੰਮਾ ਜੱਟ, ਦਰਬਾਰੀ ਜੱਟ। ਲੈ ਹੁਣ ਉਹ ਜੱਟ ਬਣਾ ਦਿਓ। ਤੇ ਜੱਟ ਹੀ ਕਹਿ ਰਹੇ, ਅਸੀਂ ਪਹਿਲੇ ਦਿਨ ਤੋਂ ਜੱਟ ਕਹਿ ਰਹੇ ਹਾਂ। ਜਾਣਦੇ ਇਹ ਯਾਰ, ਸੱਟ ਵੱਜ ਗਈ ਬਈ, ਸੱਟ ਵੱਜ ਗਈ, ਜੱਟ ਜੱਟ ਬਣਾ ਕਹਿ ਦਿਓ ਹੁਣ। ਦੇਗਾ। ਦੇਖੋ ਜੀ, ਉਹ ਆਪਾਂ ਦੇਖੋ ਵਿਪਰ ਜੀ, ਰਹਿਣ ਇੱਕ ਦਿੰਦੇ ਮਿੰਟ ਆ। ਜਤਿੰਦਰ ਜੀ, ਜਤਿੰਦਰ ਜੀ, ਉਹਦਾ ਇੱਕ ਮਿੰਟ, ਮਤਲਬ ਇੱਕ ਕੱਢ ਮਿੰਟ, ਲੈਣਾ। ਇੱਕ ਮਿੰਟ, ਇੱਕ ਮਿੰਟ, ਜਤਿੰਦਰ ਜੀ, ਇਹਦਾ ਇੱਕ ਮਿੰਟ ਮਤਲਬ ਦਾ। ਆਪਾਂ ਉਹ ਉਹਦੇ ਗੱਲ ਅੱਗੇ ਤਾਂ ਸੁਣੋ, ਗੱਲ ਨਾ ਸੁਣੋ, ਨਾ ਕਰੋ। ਜਤਿੰਦਰ ਨਾ ਜੀ ਗੱਲ ਤਾਂ ਤੁਸੀਂ ਸੁਣੋ। ਦੱਸੋ ਜੱਟ ਤਾਂ ਉਹ ਜੋ ਇੱਕ ਗੋਤ ਤੇ ਮਿੰਟ, ਲੱਗੀ। ਉਹ ਭਰਾਵਾ ਤੇਰੀ ਤਾਂ ਪਹਿਲੀ ਆਵਾਜ਼ ਨਹੀਂ ਕਲੀਅਰ ਹੋਣ ਡਈ, ਤੁਹਾਡਾ ਨੈਟਵਰਕ ਇਸ਼ੂ ਵੀ ਹੈਗਾ, ਤੁਹਾਡੀ ਨਹੀਂ ਨਹੀਂ, ਆਵਾਜ਼ ਮੈਨੂੰ ਘੱਟ ਹੋ। ਦੱਸੋ ਵੀ ਉਹਦਾ ਜਿਹੜਾ ਗੋਤ ਆ ਉਹ ਆਲਰੇਡੀ ਲੱਗ ਗਿਆ ਉਹਨੂੰ ਪੇਪਰ, ਹੁਣ ਤਾਂ ਨਾਂ ਦੇਣਾ ਆਪਾਂ। ਤੁਸੀਂ ਵਿਪਰ ਗੋਤ ਵਾਲਾ ਗੋਤ ਨਾਂ ਨਹੀਂ ਹੈ, ਵਿਪਰ ਗੋਤ ਨਹੀਂ ਹੈ। ਜਿੱਥੇ ਜਿੱਥੇ ਵੀ ਇਤਿਹਾਸ ਹੈ, ਤੁਸੀਂ ਸੰਤੋਖ ਸਿੰਘ ਦਾ ਪੜ੍ਹ ਲਓ, ਚਾਹੇ ਬੰਸ਼ਾਵਲੀ ਪੜ੍ਹ ਲਓ, ਚਾਹੇ ਕੋਈ ਵੀ ਇਤਿਹਾਸ ਪੜ੍ਹ ਲਓ, ਅੱਛਾ ਚਾਹੇ ਕੀ ਤੁਸੀਂ ਹੁੰਦਾ? ਦੂਨਾ ਸਿੰਘ ਕੀ ਹੰਡੂਰੀਆ ਦੀ ਪੜ੍ਹ ਲਓ, ਕੋਈ ਵੀ ਪੜ੍ਹ ਲਓ, ਉਹਦੇ ਵਿੱਚ ਕੀ ਇੱਕ ਮਿੰਟ, ਪੇਪਰ ਦਾ ਇੱਕ ਮਿੰਟ ਮਤਲਬ ਅਨਿਲ ਜੀ, ਅਨਿਲ ਜੀ ਇੱਕ ਮਿੰਟ, ਗੋਤ ਬਸ ਨਹੀਂ ਇੱਕ ਆ, ਮਿੰਟ। ਗੋਤ ਨਹੀਂ ਆ, ਜਤਿੰਦਰ ਜੀ, ਜਿਹੜਾ ਵੀ ਮਤਲਬ ਜਤਿੰਦਰ ਨਿਕਲਦਾ ਜੀ, ਤੁਸੀਂ ਕੱਢ ਲਓ, ਸਾਨੂੰ ਜਤਿੰਦਰ ਕੋਈ ਜੀ, ਪ੍ਰੋਬਲਮ ਨਹੀਂ, ਅਸੀਂ ਬ੍ਰਾਹਮਣ ਲਾ ਦਿਆਂਗੇ ਉਹਦੇ ਮਗਰ। ਨਹੀਂ ਨਹੀਂ ਨਹੀਂ, ਇਹ ਤਾਂ ਕੋਈ ਗੱਲ ਹੀ ਨਹੀਂ। ਦੇਖੋ ਜੀ ਜਤਿੰਦਰ ਜੀ, ਇੱਕ ਮਿੰਟ ਮੈਂ ਇੱਕ ਕੁਐਸਚਨ ਇੱਕ ਮਿੰਟ, ਕਰਨਾ ਚਾਹੁੰਦਾ ਡੇਵਲ ਭਾਜੀ। ਆਫਾ ਜੀ ਮੈਨੂੰ ਨਹੀਂ ਬੋਲਣ ਦਿਓ, ਬੋਲਣ ਨਹੀਂ, ਦਿਓ, ਤੁਸੀਂ ਦੱਸੋ, ਤੁਸੀਂ ਅਗਲਾ ਇੱਕ ਨਾਂ ਮਿੰਟ। ਬਦਲੋ ਨਾ ਜਿਹੜਾ ਬਦਲਣਾ ਆ। ਤੇ ਪੇਪਰ ਆਪਾਂ ਉਹਦੇ ਮਗਰ ਲਾਣਾ ਧੁੰਮੇ ਦੇ, ਧੁੰਮੇ ਬ੍ਰਾਹਮਣ ਦੇ, ਤੇ ਪੇਪਰ ਨਹੀਂ ਨਹੀਂ, ਦੂਜੇ ਦੇ ਦਰਬਾਰੀ ਬ੍ਰਾਹਮਣ ਧੁੰਮਾ ਜੱਟ, ਧੁੰਮਾ ਦੇ। ਜੱਟ, ਲੈ ਜੱਟ ਕਿਵੇਂ ਬਣ ਗਿਆ? ਧੁੰਮੇ ਜੱਟ ਹੁੰਦੇ ਆ, ਹੁਣ ਜੱਟ ਹੋ ਗਿਆ ਧੁੰਮੇ ਜੱਟ ਹੁੰਦੇ ਆ। ਬ੍ਰਾਹਮਣ ਕਿੱਦਾਂ ਬਣ ਗਿਆ? ਇੱਕ ਤੇ ਮਿੰਟ, ਪੇਪਰ ਦਾ ਇੱਕ ਮਤਲਬ ਮਿੰਟ ਕੀ ਹੁੰਦਾ? ਜਤਿੰਦਰ ਭਾਈ ਧੁੰਮੇ ਤੂੰ, ਧੁੰਮੇ ਕਿਹੜੇ ਜੱਟ ਹੁੰਦੇ ਆ? ਦਰਬਾਰੀ ਕਿਹੜੇ ਜੱਟ ਹੁੰਦੇ ਆ? ਦਰਬਾਰੀ ਕਿਹੜਾ ਜੱਟ ਹੁੰਦਾ ਹੈ? ਕਿਹੜੀ ਗੋਤ ਆ ਜੱਟਾਂ ਦੀ ਦਰਬਾਰੀ? ਨਹੀਂ ਵਿਪਰ ਤਾਂ ਗੋਤ ਹੀ ਨਹੀਂ, ਜਿੱਥੇ ਨਹੀਂ ਨਹੀਂ, ਇਤਿਹਾਸ ਪਰ ਲਿਖਿਆ ਦਰਬਾਰੀ ਹੁੰਦਾ ਦਰਬਾਰੀ ਦਰਬਾਰੀ ਜੱਟਾਂ ਦੀ ਕਿਹੜੀ ਗੋਤ ਆ? ਪਿੱਪਰ ਮੇਰੀ ਡਨ ਗੱਲ ਹੋ ਗਿਆ ਪੂਰੀ ਕਰਨ ਪਿੱਪਲ ਦਿਓ। ਜੀ। ਮੈਂ ਦਰਬਾਰੀ ਮੈਂ ਕਿਹੜੀ ਗੋਤ ਆ ਜੱਟਾਂ ਦੀ? ਪਿੱਪਲ ਜੀ ਇੱਕ ਮਿੰਟ ਡੇਵਿਲ ਜੀ, ਇੱਕ ਮਿੰਟ ਮੈਂ ਥੋੜੀ ਜੀ ਗੱਲ ਕਰਾਂਗਾ। ਪਿੱਪਲ ਜੀ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ। ਇੱਕ ਮਿੰਟ ਅਨਿਲ ਜੀ, ਕਨਕਲੂਜਨ ਰਿਮਾਰਕ ਦਾ ਦੇਣ ਦਿਓ ਮੈਨੂੰ। ਉਹਨੇ ਗੱਲ ਓਕੇ, ਕਹਿਤੀ ਨਾ, ਮੈਨੂੰ ਕ੍ਰੋਸ ਐਗਜ਼ਾਮੀਨੇਸ਼ਨ ਕਰ ਲਿਆ, ਹੁਣ ਮੈਂ ਆਪਦਾ ਗੱਲ ਕਰੂੰਗਾ। ਹੁਣ ਸਭ ਤੋਂ ਪਹਿਲੀ ਗੱਲ ਜਤਿੰਦਰ ਜੀ ਨੇ ਕਹੀ, ਉਹ ਰਸੋਈਆ ਨਹੀਂ ਸੀ, ਨਾਲ ਉਹ ਗੰਗੂ ਨਹੀਂ ਸੀ, ਉਹ ਵਿਪਰ ਸੀ। ਹੁਣ ਇਹਦੇ ਵਿੱਚ ਇਹ ਗੱਲ ਆਉਂਦੀ ਹੈ, ਜਿਹੜੀ ਮਸੰਦ ਵਾਲੀ ਕਹਾਣੀ ਹੈ, ਉਹਦੇ ਵਿੱਚ ਤਾਂ ਧੁੰਮਾ ਤੇ ਦਰਬਾਰੀ ਹੈ ਕਿ ਧੁੰਮਾ ਦਰਬਾਰੀ ਮਸੰਦਾ ਨੇ ਜਾ ਕੇ ਗੁਰੂ ਸਾਹਿਬ ਦੀ ਮਾਤਾ ਜੀ ਅਤੇ ਬਾਲਕਾਂ ਨੂੰ ਸ਼ਹੀਦ ਕਰਾਇਆ। ਪਰ ਜਿਹੜੀ ਗੰਗੂ ਬਾਹਮਣ ਵਾਲੀ ਕਹਾਣੀ ਸਿੱਖ ਵਿਦਵਾਨ ਜਿਹੜੇ ਅੱਜ ਕੱਲ ਪ੍ਰਸਤੁਤ ਕਰਦੇ ਆ, ਜਿਹੜੇ ਪਿਛਲੇ 100 ਸਾਲਾਂ ਤੋਂ ਭਾਂਤੀ ਨਹੀਂ ਨਹੀਂ ਮਦਮਾਂ ਨਹੀਂ ਦੇ ਨਹੀਂ, ਨਾਲ, ਗਲਤ ਇੱਕ ਮਿੰਟ ਗਲਤ ਨਹੀਂ ਜਤਿੰਦਰ ਬੋਲ ਮੈਨੂੰ ਬੋਲਣ ਦੇ, ਲੈਟ ਮੀ, ਮੈਨੂੰ ਇੱਕ ਨਾ ਕਨਕਲੂਜਨ ਟਾਈਮ ਰਿਮਾਰਕ ਤੁਸੀਂ ਦੇਣ ਦੇ। ਆਪ ਨਹੀਂ ਸਾਰੇ ਨਹੀਂ ਜਣੇ ਸਹੀ ਬੋਲ ਰਹੇ, ਸਾਨੂੰ ਟਾਈਮ ਨਹੀਂ ਦੇ ਜਤਿੰਦਰ ਰਹੇ ਮੈਨੂੰ ਤੁਸੀਂ। ਬੋਲਣ ਦੇ, ਤੁਸੀਂ ਆਪਣੇ ਜਤਿੰਦਰ ਰੂਲਾਂ ਬੋਲਣ ਤੋਂ ਦੇ। ਟੁੱਟ ਰਹੇ ਹੋ। ਡੇਵਿਲ ਜੀ ਸਾਰਾ ਜਤਿੰਦਰ ਜੀ ਨੂੰ ਬੋਲਣ ਦਿਓ। ਡੇਵਿਲ ਜੀ ਜਤਿੰਦਰ ਜੀ ਨੂੰ ਇੱਕ ਬੋਲਣ ਮਿੰਟ ਦਿਓ ਮੈਨੂੰ, ਪਲੀਜ਼। ਅਨਿਲ ਜੀ ਨਹੀਂ ਮੈਨੂੰ ਕੋਈ ਗੱਲ ਨਹੀਂ ਡੇਵਿਲ ਜੀ, ਕੋਈ ਗੱਲ ਨਹੀਂ, ਮੈਨੂੰ ਤੁਸੀਂ ਰੁਕੋ 2 ਮਿੰਟ। ਓਹੋ ਕਨਕਲੂਜਨ ਮੰਨੋ ਕਹਿਣਾ, ਉਹ ਡੇਵਿਲ ਜੀ ਮੰਨੋ ਕਹਿਣਾ ਮਿਊਟ ਕਰੋ ਜੀ। ਜਤਿੰਦਰ ਜੀ ਬੋਲੋ। ਖੁਦ ਕਹਿ ਗਿਆ ਰਸੋਈਆ ਨਹੀਂ ਸੀ, ਗੰਗੂ ਨਹੀਂ ਸੀ, ਇਹਦਾ ਉਹ ਡੇਵਿਲ ਮਤਲਬ ਜੀ ਬ੍ਰਾਹਮਣ ਡੇਵਿਲ ਜੀ ਪਲੀਜ਼ ਮਿਊਟ ਕਰੋ, ਝੂਠੇ ਹੋ ਪਲੀਜ਼ ਗਿਆ, ਮਿਊਟ ਕਰਿਓ। ਤੁਸੀਂ ਆਪ ਮੰਨ ਤੁਹਾਨੂੰ ਗਏ। ਨਹੀਂ ਪਤਾ ਗੱਲ ਕਿੱਧਰ ਚਲੀ ਜਾਣੀ, ਗੱਲ ਨੂੰ ਸਮਝੋ। ਹਾਂਜੀ ਜਤਿੰਦਰ ਜੀ ਬੋਲੋ। ਹਾਂਜੀ ਦੇਖੋ, ਦਰਬਾਰੀ ਤੇ ਦੋ ਧੁੰਮਾ ਦੋ ਬੰਦੇ ਆ, ਉਹਨਾਂ ਨੂੰ ਵਿਪਰ ਇਹ ਮੰਨਦੇ ਆ ਕਿ ਇਤਿਹਾਸ ਦੇ ਵਿੱਚ ਲਿਖਿਆ ਆ। ਉਹ ਦਰਬਾਰੀ ਵਿਪਰ ਕਵਾਂਗੇ ਅਸੀਂ, ਤੇ ਧੁੰਮਾ ਵਿਪਰ ਕਵਾਂਗੇ। ਜੇ ਇਹਨਾਂ ਨੂੰ ਇਤਰਾਜ਼ ਨਹੀਂ ਆ, ਠੀਕ ਆ। ਬ੍ਰਾਹਮਣ ਨਹੀਂ ਕਹਾਂਗਾ। ਡੇਵਿਲ ਜੀ ਰੁਕ ਜਾਓ, ਡੇਵਿਲ ਜੀ ਰੁਕ ਜਾਓ। ਡੇਵਿਲ ਜੀ ਜਤਿੰਦਰ ਜੀ ਨੂੰ ਗੱਲ ਪੂਰੀ ਕਰਨ ਦਿਓ ਪਲੀਜ਼। ਡੇਵਿਲ ਜੀ ਜਤਿੰਦਰ ਜੀ ਨੂੰ ਗੱਲ ਪੂਰੀ ਕਰਨ ਦਿਓ ਪਲੀਜ਼। ਡੇਵਿਲ ਜੀ 2 ਮਿੰਟ ਪਲੀਜ਼, ਥੋੜੀ ਪੇਸ਼ੈਂਸ ਰੱਖੋ ਜੀ। ਜਤਿੰਦਰ ਜੀ ਬੋਲੋ।
ਹਾਂ, ਵਿਪਰ ਦਾ ਮਤਲਬ ਤੁਸੀਂ ਲੋਕਾਂ ਨੂੰ ਸਮਝਾ ਦਿਓ, ਜਿਹੜਾ ਮਰਜ਼ੀ ਸਮਝਾ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ ਪੈਣੀ। ਅਸੀਂ ਬ੍ਰਾਹਮਣ ਕਹਿ ਦਾਂਗੇ, ਤੁਸੀਂ ਜਿੰਨਾ ਮਰਜ਼ੀ ਸਮਝਾਈ ਜਾਇਓ, ਆਪਣੀ ਵੱਲੋਂ ਕਿਹੜਾ ਮਤਲਬ ਨਿਕਲਦਾ, ਅਸੀਂ ਬ੍ਰਾਹਮਣ ਕਹਿ ਦਾਂਗੇ, ਤੁਸੀਂ ਜਿਹੜਾ ਭੂਤ ਕਾਲ ਵਾਲਾ ਬਣਾਉਣਾ, ਭਿੱਖ ਵਾਲਾ ਬਣਾਉਣਾ, ਜਿਹੜਾ ਮਰਜ਼ੀ ਬਣਾ ਲਿਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਅਸੀਂ ਗੰਗੂ ਮੂਹਰਿਓਂ ਲਾ ਦਿੰਨੇ ਆ ਤੇ ਦਰਬਾਰੀ ਤੇ ਧੁੰਮਾ ਦੋ ਰੱਖ ਲੈਨੇ ਹੁਣ ਨਾਲੇ, ਤੇ ਦੋਨਾਂ ਨੂੰ ਅਸੀਂ ਦੱਸਾਂਗੇ ਵੀ ਇਹ ਦੋ ਗਦਾਰ ਹੋਏ ਆ, ਇੱਕ ਨਹੀਂ ਹੋਇਆ। ਠੀਕ ਹੈ ਜਤਿੰਦਰ ਜੀ, ਮੈਂ ਥੋੜਾ ਜਿਹਾ ਕਾਊਂਟਰ ਕਰਾਂਗਾ ਤੁਹਾਨੂੰ ਇੱਥੇ। ਤੁਸੀਂ ਗੰਗੂ ਕਿਹੜੇ ਹਿਸਾਬ ਨਾਲ ਕਹੋਗੇ, ਤੁਸੀਂ ਬ੍ਰਾਹਮਣ ਕਿਹੜੇ ਹਿਸਾਬ ਨਾਲ, ਤੁਸੀਂ ਕਹਿੰਦੇ ਗੰਗੂ ਹਟਾ ਲਾਂਗੇ ਬ੍ਰਾਹਮਣ ਲੱਗਾ ਦਾਂਗੇ, ਜਦ ਕਿ ਡੇਵਿਲ ਜੀ ਨੇ ਇੱਥੇ ਸਾਬਿਤ ਕੀਤਾ ਕਿ ਵਿਪਰ ਦਾ ਮਤਲਬ ਬਾਹਮਣ ਨਹੀਂ ਹੁੰਦਾ। ਜਦੋਂ ਉਹਨਾਂ ਨੇ ਜੱਟ ਗਿਆ ਤੇ ਪਿੱਪਲ ਜੀ ਨੇ ਬੜੀ ਅੱਛੀ ਗੱਲ ਕੀਤੀ ਕਿ ਜੇ ਵਿਪਰ ਦਾ ਮਤਲਬ ਬ੍ਰਾਹਮਣ ਨਹੀਂ ਹੁੰਦਾ ਤੇ ਵਿਪਰ ਦਾ ਮਤਲਬ ਜੱਟ ਕਿਵੇਂ ਹੋ ਜਾਂਦਾ। ਤੇ ਮੈਂ ਪਿੱਪਲ ਜੀ ਦੀ ਇਸ ਗੱਲ ਨਾਲ 100% ਸਹਿਮਤ ਹਾਂ ਕਿ ਜੇ ਵਿਪਰ ਦਾ ਮਤਲਬ ਬ੍ਰਾਹਮਣ ਨਹੀਂ ਹੁੰਦਾ ਤੇ ਜੱਟ ਕਿਵੇਂ ਹੋ ਜਾਂਦਾ। ਹੁਣ ਵਿਸ਼ਾ ਇਹ ਆਂਦਾ ਕਿ ਧੁੰਮਾ ਕੌਣ ਸੀ, ਉਹ ਜੱਟ ਸੀ ਜਾਂ ਬ੍ਰਾਹਮਣ ਸੀ। ਅਸੀਂ ਇਹ ਤੇ ਚੀਜ਼ ਮੰਨ ਗਏ ਕਿ ਧੁੰਮੇ ਨੇ ਸਾਰਾ ਕੁਝ ਕੀਤਾ। ਹੁਣ ਆਪਾਂ ਧੁੰਮੇ ਦਾ ਗੋਤ ਲੱਭ ਲਈਏ ਕਿ ਉਹ ਜੱਟ ਗੋਤ ਦਾ ਸੀ ਜਾਂ ਬਾਹਮਣ ਗੋਤ ਦਾ ਸੀ। ਦੱਸਦਾ ਨਾ, ਮੈਂ ਇੱਥੇ ਦੱਸਦਾ ਮੈਂ ਸਭ ਤੋਂ ਪਹਿਲੀ ਗੱਲ, ਮੈਂ ਜਿਹੜੇ ਆਪਦੇ ਕਨਕਲੂਸਿਵ ਰਿਮਾਰਕ ਦੇਣੇ ਸੀਗੇ ਉਹ ਇਹ ਆ ਕਿ ਸਭ ਤੋਂ ਪਹਿਲੀ ਗੱਲ, ਆਪਾਂ ਹੁਣ ਦੀ ਚਰਚਾ ਜਿਹੜੀ ਹੋਈ ਆ ਸੰਤੋਖ ਸਿੰਘ ਦੇ ਗ੍ਰੰਥ ਦੇ ਸੰਬੰਧ ਵਿੱਚ ਹੋਈ ਆ। ਦੋ ਕਹਾਣੀਆਂ ਨੇ ਜਿਹੜੀਆਂ ਸਿੱਖ ਸਮਾਜ ਵੱਲੋਂ ਇੱਕ ਤਾਂ ਆਪਾਂ ਰੱਖੀ, ਆਪਾਂ ਕਲੇਮ ਕੀਤੀ ਆਪਣੀ ਕਹਾਣੀ ਜਿਹਦੇ ਵਿੱਚ ਦੋ ਮਸੰਦਾਂ ਦਾ ਜ਼ਿਕਰ ਕੀਤਾ। ਦੂਜੇ ਪਾਸੇ ਜਿਹੜੇ ਸਿੱਖ ਵਿਦਵਾਨ ਜਿਹੜੀ ਗੰਗੂ ਰਸੋਈਏ ਦੀ ਕਹਾਣੀ ਦੱਸਦੇ ਆ ਕਿ ਗੁਰੂ ਘਰ ਦਾ ਰਸੋਈਆ ਜਿਹਨੇ ਮਾਤਾ ਜੀ ਤੇ ਦੋ ਬਾਲਕਾਂ ਨੂੰ ਸ਼ਹੀਦ ਕਰਾ ਦਿੱਤਾ, ਬਲੀਦਾਨ ਦਵਾ ਦਿੱਤਾ, ਉਹ ਲੱਖ ਲਾਹਨਤਾਂ ਬਾਹਮਣ ਨੂੰ ਤੁਹਾਡੇ, ਉਹ ਜੋ ਵੀ ਇਹ ਕਰਦੇ ਨੇ, ਨਾ ਤਾਂ ਉਹ ਰਸਈਆ ਸੀ ਨਾ ਉਹ ਗੰਗੂ ਸੀ। ਸਾਰੀ ਕਹਾਣੀ ਇਹਨਾਂ ਦੀ ਖਤਮ ਹੋ ਗਈ ਜਦੋਂ ਜਿਹੜਾ ਇਹ ਗ੍ਰੰਥ ਦੀ ਰੈਫਰੈਂਸ ਲੈ ਕੇ ਆਇਆ ਹੈ। ਤਾਂ ਸੰਤੋਖ ਸਿੰਘ ਤੇ ਗੱਲ ਹੋ ਰਹੀ ਹੈ, ਦੁਨਾ ਸਿੰਘ ਹੰਡੂਰੀਆ, ਗੁਰਬਿਲਾਸ, ਇਹਨਾਂ ਤੇ ਵੀ ਆਉਣਾ, ਹਲੇ ਗੱਲ ਖਤਮ ਨਹੀਂ ਹੋਈ। ਤੇ ਜਿਹੜੀ ਗੱਲ ਹੁਣ ਇਹਦੇ ਵਿੱਚ ਆਉਂਦੀ ਆ ਕਿ ਜਿੱਥੇ ਜਿੱਥੇ ਪ੍ਰਾਚੀਨ ਗ੍ਰੰਥ ਤੁਸੀਂ ਫੜੋ, ਤੁਸੀਂ ਵਿਪਰ ਨੂੰ ਬ੍ਰਾਹਮਣ ਕਹਿਣ ਡਏ ਸੀ, ਠੀਕ ਆ, ਉਹ ਬਿਲਕੁਲ ਮੈਂ ਦੱਸਦਾ ਕੀ ਹੁੰਦਾ। ਜਿੰਨੇ ਤੁਸੀਂ ਹਿਸਟੋਰੀਕਲ ਗ੍ਰੰਥ ਫੜੋਗੇ, ਚਾਹੇ ਉਹ ਦੁਨਾ ਸਿੰਘ ਹੰਡੂਰੀਏ ਦਾ ਫੜ ਲਓ, ਭਾਵਾਂ ਕੇਸਰ ਸਿੰਘ ਛਿੱਬੜ ਦਾ ਪੜ੍ਹ ਲਓ, ਕੋਈ ਵੀ ਪੜ੍ਹ ਲਓ, ਉਹਦੇ ਵਿੱਚ ਕੱਲੀ ਕੱਲੀ ਜਾਤ ਪੂਰੀ ਲਿਖੀ ਹੋਈ ਆ। ਜਿੱਥੇ ਉਹ ਬ੍ਰਾਹਮਣ ਆ ਉਹਦੀ ਗੋਤ ਵੀ ਲਿਖੀ ਹੋਈ ਆ। ਇੱਥੇ ਵਿਪਰ ਗੋਤ ਵਜੋਂ ਤਾਂ ਵਰਤਿਆ ਹੀ ਨਹੀਂ ਗਿਆ। ਜੇ ਵਿਪਰ ਸੀ ਤੇ ਕਿਹੜੀ ਗੋਤ ਦੇ ਸੀ, ਕਿਹੜੀ ਜਾਤੀ ਦੇ ਸੀ, ਉਹ ਤਾਂ ਲਿਖਿਆ ਨਹੀਂ ਹੋਇਆ। ਗੱਲ ਆਉਂਦੀ ਤੁਹਾਡੀ ਕਹਾਣੀ ਦਾ ਭਾਜੀ ਬਿਲਕੁਲ ਖਾਰਜ ਹੋ ਗਈ, ਕਿਉਂਕਿ ਉਹ ਰਸੋਈਆ ਹੀ ਨਹੀਂ ਸੀਗਾ। ਤੁਸੀਂ ਕੀ ਕਹਿੰਦੇ ਹੋ ਕਿ ਉਹ ਰਸੋਈਆ ਸੀ, ਗੁਰੂ ਘਰ ਦਾ ਰਸੋਈਆ ਧੋਖਾ ਦੇ ਗਿਆ। ਪਹਿਲੀ ਗੱਲ, ਧੋਖਾ ਕਿਹਨੂੰ ਕਵਾਂਗੇ? ਧੋਖਾ ਦੋ ਚੀਜ਼ਾਂ ਨੂੰ ਕਿਹਾ ਜਾਵਾਂਗੇ। ਇੱਕ ਤਾਂ ਤੁਹਾਡਾ ਬੰਦਾ ਸੀ, ਤੁਹਾਨੂੰ ਧੋਖਾ ਦੇ ਗਿਆ। ਇੱਕ ਬਾਹਰਲਾ ਸੀ, ਉਹਨੇ ਸਰਕਾਰ ਦੇ ਪ੍ਰਤੀ ਆਪਦੀ ਸੱਚੀ ਨਿਸ਼ਠਾ ਸਾਬਤ ਕੀਤੀ ਅਤੇ ਸਰਕਾਰ ਨੂੰ ਸੂਹ ਦੇਤੀ ਕਿ ਤੁਹਾਡੇ ਵੈਰੀ, ਤੁਹਾਡੇ ਦੋਖੀ ਇੱਥੇ ਬੈਠੇ ਆ, ਇਹਨਾਂ ਨੂੰ ਚੱਕ ਲਓ। ਗੰਗੂ ਬ੍ਰਾਹਮਣ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਪੋਰਟਰੇਟ ਕਰਦੇ ਸੀ ਕਿ ਹਾਂ ਉਹ ਇੱਕ ਬ੍ਰਾਹਮਣ ਸੀ ਗੁਰੂ ਘਰ ਦਾ ਜਿਹਨੇ ਧੋਖਾ ਦਿੱਤਾ। ਧੋਖਾ ਤਾਂ ਉਹ ਹੋਇਆ ਹੀ ਨਹੀਂ, ਮਸੰਦਾਂ ਨੇ ਧੋਖਾ ਤਾਂ ਦਿੱਤਾ ਹੀ ਨਹੀਂ। ਨਾਲੇ ਜਿਹੜੇ ਮਸੰਦ ਸੀ ਉਹ ਜੱਟ ਸੀ, ਕਿਉਂਕਿ ਦੁਨਾ ਸਿੰਘ ਹੰਡੂਰੀਆ ਧੁੰਮਾ ਤੇ ਦਰਬਾਰੀ ਦੱਸਦਾ ਧੁੰਮੇ ਜਿਹੜੀ ਹੁੰਦੀ ਹੈ ਉਹ ਜੱਟ ਹੁੰਦੇ ਆ। ਦੇਖੋ ਡੇਵਿਲ ਜੀ, ਇੱਥੇ ਦੋ ਚੀਜ਼ਾਂ ਸਾਹਮਣੇ ਆਈਆਂ ਕਿ ਦੋ ਕਿਤਾਬਾਂ ਸੀਗੀਆਂ, ਉਹਦੇ ਵਿੱਚੋਂ ਦੋਨਾਂ ਕਿਤਾਬਾਂ ਦੇ ਵਿੱਚ ਹੀ ਇੱਕ ਕਿਤਾਬ ਦਾ ਤੁਸੀਂ ਹਵਾਲਾ ਦੇ ਰਹੇ ਸੀ, ਇੱਕ ਕਿਤਾਬ ਦਾ ਪਿੱਪਲ ਜੀ ਔਰ ਜਤਿੰਦਰ ਜੀ ਹਵਾਲਾ ਦੇ ਰਹੇ ਸੀ। ਇੱਕ ਮਿੰਟ ਡੇਵਿਲ ਜੀ, ਇੱਕ ਮਿੰਟ, ਓਏ ਹੋਏ ਯਾਰ, ਤੁਸੀਂ ਗੱਲ ਪੂਰੀ ਹੋ ਲੈਣ ਦਿਆ ਕਰੋ ਯਾਰ। ਇੱਕ ਕਿਤਾਬ ਦਾ ਤੁਸੀਂ ਹਵਾਲਾ ਦੇ ਰਹੇ ਸੀ, ਇੱਕ ਕਿਤਾਬ ਦਾ ਹਵਾਲਾ ਦੇ ਰਹੇ ਸੀ। ਤੁਸੀਂ ਕਹਿ ਰਹੇ ਸੀ ਇਸ ਕਿਤਾਬ ਦੇ ਵਿੱਚ ਗੰਗੂ ਬਾਹਮਣ ਦਾ ਕਿਤੇ ਜ਼ਿਕਰ ਨਹੀਂ, ਇਹ ਕਹਿੰਦੇ ਸੀ ਸੰਤੋਖ ਸਿੰਘ ਦੀ ਲਿਖਤ ਦਾ ਉਹਦੇ ਵਿੱਚ। ਉਹ ਚਾਚਾ ਜੀ ਇੱਕ ਮਿੰਟ, ਗੱਲ ਤੇ ਪੂਰੀ ਕਰਨ ਦਿਓ। ਦੋ ਕਿਤਾਬਾਂ ਸੀ, ਇੱਕ ਬੰਦਾ ਕਲੇਮ ਕਰ ਰਿਹਾ ਸੀ ਕਿਤਾਬ 'ਚ ਇਹਦੇ ਵਿੱਚ ਗੰਗੂ ਬਾਹਮਣ ਦਾ ਜ਼ਿਕਰ ਹੈ, ਦੂਸਰੀ ਕਿਤਾਬ 'ਚ ਕਲੇਮ ਸੀ ਕਿ ਗੰਗੂ ਬਾਹਮਣ ਦਾ ਜ਼ਿਕਰ ਨਹੀਂ। ਜਦ ਕਿ ਇੱਥੇ ਡਿਬੇਟ ਦੇ ਵਿੱਚ ਇਹ ਸਾਬਤ ਹੋਇਆ ਕਿ ਦੂਸਰੀ ਬੁੱਕ ਦੇ ਵਿੱਚ ਵੀ ਗੰਗੂ ਬਾਹਮਣ ਦਾ ਕਿਤੇ ਵੀ ਜ਼ਿਕਰ ਨਹੀਂ ਸੀ, ਰਸੋਈਏ ਦਾ ਵੀ ਕਿਤੇ ਜ਼ਿਕਰ ਨਹੀਂ ਸੀ, ਉੱਥੇ ਵਿਪਰ ਦਾ ਜ਼ਿਕਰ ਸੀ। ਉਸ ਤੋਂ ਬਾਅਦ ਗੱਲ ਇਹ ਚੱਲੀ ਕਿ ਵਿਪਰ ਜਿਹੜਾ ਹੈ ਉਹ ਬ੍ਰਾਹਮਣ ਹੈ ਜਾਂ ਜੱਟ ਹੈ। ਤੁਸੀਂ ਕਿਹਾ ਉਹ ਜੱਟ ਹੈ, ਉਹਨਾਂ ਨੇ ਕਿਹਾ ਉਹ ਬਾਹਮਣ ਹੈ। ਉਹਨਾਂ ਨੇ ਕਿਹਾ ਕਿ ਵਿਪਰ ਦਾ ਮਤਲਬ ਜੱਟ ਕਿੱਦਾਂ ਹੁੰਦਾ ਹੈ, ਤੁਸੀਂ ਕਿਹਾ ਕਿ ਬਾਹਮਣ ਦਾ ਵਿਪਰ ਦਾ ਮਤਲਬ ਬਾਹਮਣ ਕਿੱਦਾਂ ਹੁੰਦਾ ਹੈ। ਜੱਜ ਨਹੀਂ ਹੈਗਾ ਤੂੰ, ਅਜੇ ਅਸੀਂ ਗੱਲ ਫਿਨਿਸ਼ ਕਰਾਂਗੇ ਫਿਰ। ਉਹ ਤੇ ਜਿਹੜੀ ਹੁਣ ਤੱਕ ਜਿਹੜੀ ਥੱਲੇ ਆਡੀਅנס ਬੈਠੀ, ਮੈਂ ਜੱਜ ਨਹੀਂ ਹੈਗਾ ਜਤਿੰਦਰ ਵੀਰ, ਮੈਂ ਜੀ ਕਰਕੇ ਬੋਲਦਾ ਪਿਆ ਵਾਂ, ਠੀਕ ਹੈ। ਮੈਨੂੰ ਲੱਗ ਰਿਹਾ ਕਿਤੇ ਨਾ ਕਿਤੇ ਤੁਸੀਂ ਗੁੱਸੇ 'ਚ ਆਏ ਹੋਏ ਹੋ। ਪਲੀਜ਼ ਪਾਣੀ ਪੂਣੀ ਪੀਓ, ਥੋੜੇ ਠੰਡੇ ਹੋ। ਮੈਂ ਹੁਣ ਤੱਕ ਦੀ ਜਿਹੜੀ ਚਰਚਾ ਹੋਈ ਵੀਰ, ਹੁਣ ਤੱਕ ਦੀ ਜਿਹੜੀ ਚਰਚਾ ਹੋਈ ਹੈ, ਥੱਲੇ ਜਿਹੜੀ ਆਡੀਅנס ਬੈਠੀ ਹੈ ਉਹਨੂੰ ਇਹ ਸਾਰੀ ਸੰਖੇਪ ਦੇ ਵਿੱਚ ਦੱਸੀ ਹੈ ਕਿ ਹੁਣ ਤੱਕ ਦੀ ਚਰਚਾ ਦੇ ਵਿੱਚ ਇਹ ਸਿੱਟਾ ਨਿਕਲ ਕੇ ਆਇਆ। ਹੁਣ ਅੱਗੋਂ ਤੁਸੀਂ ਕੰਟੀਨਿਊ ਜਤਿੰਦਰ ਜੀ, ਸ਼ਾਬਾਸ਼, ਬੋਲੋ। ਮੂਹਰੇ ਲੱਗਣਾ ਆ,
ਧੁੰਮਾਂ ਮੂਰੇ ਲੱਗਣਾ ਆ, ਰਜਾਈਆ ਮੂਰੇ ਲੱਗਣਾ ਆ, ਤੇ ਮਗਰ ਪਿੱਪਰ ਰਹਿਣਾ ਹੀ ਰਹਿਣਾ ਤੁਹਾਡਾ। ਧੁੰਮਾਂ ਜਿੱਦਾਂ ਮੂਰੇ ਲੱਗ ਜੂਗੀ, ਆ ਤੁਹਾਡਾ ਟਕਸਾਲ ਵਾਲਾ ਧੁੰਮਾਂ ਉਹ ਕੀ ਹੈਗਾ? ਬਿੱਪਰ ਸਾਡਾ ਮਤੀ ਦਾ ਸਤੀ ਦਾ ਤੁਹਾਡਾ। ਬਿੱਪਰ ਸਾਡਾ ਮਤੀ ਦਾ ਸਤੀ ਦਾ ਤੁਹਾਡਾ। ਬ੍ਰਾਹਮਣ ਰਹੂਗਾ ਪਿੱਪਰ ਦਾ ਮਤਲਬ ਉਹ ਅਸਲ ਵਿੱਚ ਪਤਾ ਜਤਿੰਦਰ ਕੀ ਕਰਨਾ ਚਾਹੁੰਦਾ ਆ? ਬ੍ਰਾਹਮਣਾਂ ਨਾਲ ਨਫ਼ਰਤ ਚੱਲਦੇ, ਬ੍ਰਾਹਮਣਾਂ ਨੂੰ ਇਹਦਾ ਟਾਰਗੇਟ ਕਰਨਾ, ਨਾਮ ਜਿਹੜਾ ਮਰਜ਼ੀ ਲਾ ਲਓ। ਆਹੀ ਚੀਜ਼ ਅਸੀਂ ਆਡੀਅנס ਨੂੰ ਦੱਸਣਾ ਚਾਹੁੰਦੇ ਸੀਗੇ। ਆਹ ਲੋਕ ਜਿਹੜੀ ਨਫ਼ਰਤ ਕਰਦੇ ਆ ਸਾਡੇ ਲੋਕਾਂ ਨੂੰ। ਇਹ ਤੁਹਾਡੇ ਵਾਲਾ ਫੰਡਾ ਨਹੀਂ ਹੈਗਾ ਵੀ ਜੱਟਾਂ ਦੇ ਨਾਲ ਵਾਦ ਸਾਡੇ ਵਾਲਾ ਫੰਡਾ ਹੀ ਆ ਕੋਈ ਨਾ। ਸਾਡਾ ਬ੍ਰਾਹਮਣਾਂ ਦੇ ਨਾਲ ਕਿਸੇ ਹਿਊਮਨ ਦੇ ਨਾਲ ਕੋਈ ਆ ਤੁਸੀਂ ਬ੍ਰਾਹਮਣ ਤੁਸੀਂ ਪੜਿਆ ਤੁਸੀਂ ਤੱਕ ਹੈਗਾ ਨਹੀਂ, ਤੁਹਾਡੇ ਤੋਂ ਜ਼ਿਆਦਾ ਸਾਡੇ ਬੰਦੇ ਅਸੀਂ ਪੜ੍ਹੇ ਬੈਠੇ ਆ, ਆਪਣੇ ਗ੍ਰੰਥ ਵੀ ਪੜ੍ਹੇ, ਤੁਹਾਡੇ ਵੀ ਪੜ੍ਹੇ ਅਸੀਂ। ਦੱਸੋ ਮੈਨੂੰ ਪਹਿਲਾਂ ਜਤਿੰਦਰ ਉਸ ਦਿਨ ਵਾਅਦਾ ਕਰਕੇ ਗਿਆ ਕਿ ਗੰਗੂ ਬਾਹਣ ਲੱਭ ਕੇ ਦਊਂਗਾ, ਗੰਗੂ ਬਾਹਣ ਤਾਂ ਲੱਭ ਨਹੀਂ ਸਕਿਆ ਵਿੱਚੋਂ ਦੀ, ਬਿੱਪਰ ਲੈ ਕੇ ਬੈਠਾ ਆ ਉਹ ਵੀ। ਆਪਣੇ ਕਿਹੜੇ ਗ੍ਰੰਥ ਪੜ੍ਹ ਲੈ ਤੂੰ? ਨਾ ਰਸੋਈਆ ਕਿਹੜਾ ਸਾਰੇ ਪੜ੍ਹੇ ਨਾ, ਤੂੰ ਦੱਸ ਕਿਹੜੇ ਡਿਬੇਟ ਕਰ ਰਹੇ ਆ? ਤੁਹਾਡੀ ਕੋਈ ਡਿਬੇਟ ਦਾ ਮਤਲਬ ਨਹੀਂ ਹੈਗਾ, ਬੇਕਾਰ ਮਤਲਬ ਗੱਲ ਕਰ ਭਰਾ ਜਿਹੜੇ ਤੇ ਡਿਬੇਟ ਕਰ ਰਹੇ ਆ। ਮਤਲਬ ਤਾਂ ਤੁਹਾਨੂੰ ਪਤਾ ਵੀ ਨਹੀਂ ਹੈਗਾ ਕਿੱਥੇ ਕਿਹੜੀ ਗੱਲ ਲਿਖੀ ਆ। ਪਰਸਨਲ ਨਾ ਜਾਈਏ, ਪਰਸਨਲ ਨਾ ਆਪਣੀ ਮਰਜ਼ੀ ਨਾਲ। ਇੱਕ ਮਿੰਟ ਜਤਿੰਦਰ ਜੀ ਤੁਸੀਂ ਉਹਨੂੰ ਬੋਲਣ ਨਹੀਂ ਪੰਡਤ ਵੀਰੇ, ਉਸ ਦਿਨ ਜਤਿੰਦਰ ਕਹਿ ਕੇ ਗਿਆ ਮੈਂ ਗੰਗੂ ਬਾਹਣ ਸਾਬਤ ਕਰੂੰਗਾ, ਗੰਗੂ ਬਾਹਣ ਸਾਬਤ ਕਰੂੰਗਾ, ਉਹ ਸਾਬਤ ਕਰਨਾ ਹੋਇਆ ਹੁਣ ਮਾਮਲਾ ਪਿੱਛੇ ਪੈ ਗਿਆ ਅਗਲਾ। ਇਹਨੇ ਇੱਕ ਮਿੰਟ ਸੁਣ ਲਾ ਹੁਣ। ਪੇਪਰ ਦਾ ਜਿਹੜਾ ਮਤਲਬ ਇਹਨੇ ਦੱਸਿਆ ਇੱਥੇ, ਪੇਪਰ ਦਾ ਮਤਲਬ ਮਹਾਨ ਕੋਸ਼ ਦੇ ਮੁਤਾਬਕ ਵੀ ਬ੍ਰਾਹਮਣ ਹੀ ਬਣਦਾ ਵਾ। ਇਹ ਆਪਣੇ ਟੇਵਿਆਂ ਦੇ ਨਾਲ ਜਿੱਦਾਂ ਮਰਜ਼ੀ ਬਣਾਈ ਜਾਣ, ਜੋ ਕੁਝ ਮਰਜ਼ੀ ਕਹਿਣ, ਮਹਾਨ ਕੋਸ਼ ਮੁਤਾਬਕ ਉਹਦਾ ਪੇਪਰ ਦਾ ਮਤਲਬ ਪੰਜਾਬੀ ਦੇ ਵਿੱਚ ਬ੍ਰਾਹਮਣ ਹੀ ਆ। ਇਹ ਹੋਰ ਜ਼ਬਾਨ ਦੇ ਵਿੱਚ ਕਿਸੇ ਹੋਰ ਲੈਂਗੁਏਜ ਦੇ ਵਿੱਚ ਕੁਝ ਵੀ ਹੋ ਸਕਦਾ। ਸੰਸਕ੍ਰਿਤ ਦਾ ਸ਼ਬਦ ਹੈ ਬ੍ਰਿਟਿਸ਼ ਦੇ ਬੰਦੇ ਨੇ ਭਾਈ, ਇਹ ਉਹਦਾ ਪੰਜਾਬੀ ਜ਼ਬਾਨ ਦੇ ਵਿੱਚ ਪੇਪਰ ਦਾ ਮਤਲਬ ਬ੍ਰਾਹਮਣ ਹੀ ਆ। ਇਹ ਹੋਰ ਜ਼ਬਾਨ 'ਚ ਕੁਝ ਵੀ ਹੋ ਸਕਦਾ। ਮੈਂ ਕਹਿਣ ਡਿਆ ਉਹਦਾ ਸੰਸਕ੍ਰਿਤ ਦੇ ਵਿੱਚ ਕਿਸੇ 'ਚ ਕੁਝ ਵੀ ਹੋ ਸਕਦਾ। ਠੀਕ ਆ, ਇਹਦੇ ਮੁਤਾਬਕ ਤੇ ਫਿਰ ਜਿੰਨੀ ਵੀ ਮਤਲਬ ਗੋਰਿਆਂ ਦੇ ਆਉਣ ਤੋਂ ਬਾਅਦ ਤੁਹਾਡੀ ਆਵਾਜ਼ ਨਹੀਂ ਠੀਕ ਆ ਰਹੀ। ਡੈਵਲ ਜੀ ਤੁਹਾਡੀ ਆਵਾਜ਼ ਨਹੀਂ ਠੀਕ। ਗੋਰਿਆਂ ਦੇ ਆਉਣ ਤੋਂ ਬਾਅਦ ਜਿੰਨੇ ਵੀ ਲੇਖਕ ਹੋਏ ਆ, ਸਿੱਖਾਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਦੇ, ਉਹ ਸਾਰੇ ਬ੍ਰਿਟਿਸ਼ਰ ਹੀ। ਫਿਰ ਤੁਸੀਂ ਇਸ ਤਰ੍ਹਾਂ ਨਾਲ ਹਰੇਕ ਨੂੰ ਡਿਨਾਈ ਕਰੋਗੇ? ਨਹੀਂ ਆ ਰਹੀ ਸਹੀ ਆਵਾਜ਼? ਹੁਣ ਠੀਕ ਆ, ਹੁਣ ਠੀਕ ਆ। ਮੈਂ ਕਹਿ ਰਿਹਾ ਸੀਗਾ ਕਿ ਜਿਹੜਾ ਕੀ ਕਹਿੰਦੇ ਘਾਣ ਸਿੰਘ ਨਾਭਾ ਸੀ, ਜਿਹੜੀ ਆ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ, ਸੰਤੋਖ ਸਿੰਘ ਦਾ ਗ੍ਰੰਥ ਕਿਹੜੀ ਭਾਸ਼ਾ 'ਚ ਲਿਖਿਆ? ਪੰਜਾਬੀ ਤਾਂ ਲਿਖਿਆ ਨਹੀਂ। ਘਾਣ ਸਿੰਘ ਨਾਭਾ ਦਾ ਸ਼ਬਦਕੋਸ਼ ਜਿਹੜਾ ਉਹ ਪੰਜਾਬੀ ਦਾ ਸ਼ਬਦਕੋਸ਼। ਘਾਣ ਸਿੰਘ ਨਾਭਾ ਨਹੀਂ ਵੀਰ, ਕਾਹਨ ਸਿੰਘ ਨਾਭਾ। ਜੋ ਵੀ ਸੀ ਨਾਭਾ, ਜੋ ਵੀ ਸੀ ਨਹੀਂ, ਬੜਾ ਦੋਵਾਂ 'ਚ ਫਰਕ ਆ ਬਹੁਤ ਜ਼ਿਆਦਾ। ਠੀਕ ਆ, ਚਲੋ ਜੋ ਸਾਡਾ ਤਾਂ ਘਾਣ ਕਰਨ ਵਾਲਾ ਹੀ ਆ ਉਹ, ਸਾਡਾ ਤਾਂ ਘਾਣ ਸਿੰਘ ਨਾਭਾ। ਤਾਇਓ ਤੁਸੀਂ ਕਹਿਣ ਡਏ ਹੋ ਨਾ, ਉਦਾਂ ਤੁਸੀਂ ਸਿਆਣੇ ਬਣਦੇ ਹੋ ਨਾ, ਉਦਾਂ ਤੁਸੀਂ ਸਿਆਣੇ ਬਣਦੇ ਹੋ ਨਾ ਕਿ ਅਸੀਂ ਬੜੇ ਸਿਵਲਾਈਜ਼ਡ ਆ। ਖੜ ਜਾ ਸੂਰਜ ਪ੍ਰਕਾਸ਼ ਵਿੱਚ ਭਰਿਆ, ਤੁਸੀਂ ਦੂਜਿਆਂ ਦਾ ਲੇਬਲ ਲਾਉਂਦੇ ਹੋ। ਸੂਰਜ ਪ੍ਰਕਾਸ਼ ਵਿੱਚ ਜ਼ਹਿਰ ਤੁਹਾਡੇ ਅੰਦਰ ਭਰਿਆ ਬਣਾ ਮੂੰਹ। ਗੁਰੂਆਂ ਨੇ ਉਹ ਮੇਰੇ ਤਾਂ ਭਰਾਵਾ, ਮੈਂ ਤਾਂ ਨੱਕੋ ਨੱਕ ਜਾਣਦਾ ਭਰਿਆ ਵਾ। ਮੇਰੀ ਗੱਲ ਛੱਡ ਦੋ ਯਾਰ, ਗੱਲ ਕਰੀ ਟੌਪਿਕ ਨਹੀਂ ਗੱਲ ਗਲਤ ਨਾ ਕਰੋ ਪਲੀਜ਼। ਦੇ ਵਿੱਚ ਜ਼ਿਕਰ ਹੁੰਦਾ ਜ਼ਹਿਰ ਉਹਦੇ ਨਹੀਂ ਭਰਿਆ ਜਿਹੜਾ ਸੂਰਜ ਪ੍ਰਕਾਸ਼ ਵਿੱਚ ਜ਼ਿਕਰ ਹੁੰਦਾ ਸਾਡੇ ਜ਼ਹਿਰ ਭਰਿਆ। ਜੀ ਨੇ ਜਿਹਨੇ ਉਪਾਇਆ ਸੀ, ਮੰਨਦੇ ਹੋ ਇਸ ਗੱਲ ਨੂੰ ਪਿੱਪਲ ਜੀ? ਕਿੱਥੇ ਗੁਰੂਆਂ ਨੇ ਜਿਹਨੂੰ ਉਪਾਇਆ? ਦਾ ਦਿਮਾਗ ਸਹੀ ਆ? ਉਹ ਭਾਈ ਸੁਣ ਮੇਰੀ ਗੱਲ ਸੁਣ, ਜਦੋਂ ਮੈਨੂੰ ਜਵਾਬ ਦੇਣ ਦੇ ਇਸ ਗੱਲ ਦਾ। ਸੰਤੋਖ ਸਿੰਘ ਦੇ ਗ੍ਰੰਥ ਦੀ ਜਦੋਂ ਸੰਪਾਦਨਾ ਕੀਤੀ ਆ ਭਾਈ ਵੀਰ ਸਿੰਘ ਨੇ, ਜਿਹੜੀ ਚੀਜ਼ ਪ੍ਰੋਬਲਮੈਟਿਕ ਹੈਗੀ ਆ ਸਿੱਖੀ ਸਿਧਾਂਤਾਂ ਮੁਤਾਬਕ ਸਹੀ ਨਹੀਂ ਆ, ਉਹਦਾ ਫੁੱਟਨੋਟ ਦੇ ਦਿੱਤਾ ਵਾ। ਜੇ ਤੂੰ ਕਵੇਂ ਵੀ ਕਿਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਕਿਸੇ ਵੀ ਇਤਿਹਾਸਕ ਸਰੋਤ ਨੂੰ ਤੁਸੀਂ 100% ਮੰਨੋ, ਅਸੀਂ ਨਹੀਂ ਮੰਨ ਸਕਦੇ, ਤੁਸੀਂ ਵੀ ਨਹੀਂ ਮੰਨ ਸਕਦੇ ਆਪਣਿਆਂ ਨੂੰ। ਠੀਕ ਆ, ਕਿਉਂਕਿ ਹਰੇਕ ਦੇ ਵਿੱਚ ਕੰਟਰਾਡਿਕਸ਼ਨ ਆ। ਤੇ ਇਦਾਂ ਹੀ ਇਤਿਹਾਸਕ ਰੈਫਰੈਂਸਸ ਜਿਹੜੇ ਹੁੰਦੇ ਨੇ, ਉਹਨਾਂ 'ਚ ਕੰਟਰਾਡਿਕਸ਼ਨਸ ਆਉਂਦੀਆਂ ਹੀ ਆ, ਕਿਉਂਕਿ ਲਿਖਾਰੀ ਆਪਣੀ ਮਤ ਕਿਤੇ ਡੈਵਲ ਭਾਈ ਨੂੰ ਕਿਹਨੇ ਕੱਢਿਆ ਇੱਥੋਂ ਦੀ? ਉਹ ਨਹੀਂ ਗਏ, ਨਹੀਂ ਆਪੇ ਆਏ, ਉਹਨਾਂ ਦੀ ਆਵਾਜ਼ ਨਹੀਂ ਠੀਕ ਆ ਰਹੀ। ਯਾਰ ਮੈਨੂੰ ਵੀ ਹੁਣ 2 ਮਿੰਟ ਦੇ ਦਿਓ ਤੁਸੀਂ। ਡੈਵਲ ਜੀ ਹਾਂਜੀ ਪਿੱਪਲ ਜੀ ਜਦ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਆਪਾਂ ਕਿਸੇ ਨੂੰ ਵੀ ਨਹੀਂ ਸਹੀ ਮੰਨਦੇ, ਫਿਰ ਗੰਗੂ ਬਾਮਨ ਦਾ ਤੇ ਕਿਤੇ ਵੀ ਨਹੀਂ ਜ਼ਿਕਰ ਹੋਇਆ, ਫਿਰ ਉਹਨੂੰ ਵੀ ਨਹੀਂ ਮੰਨਣਾ ਚਾਹੀਦਾ। ਭਾਈ ਇਤਿਹਾਸਕ ਸਰੋਤਾਂ ਦੇ ਵਿੱਚ ਜਿੰਨੇ ਵੀ ਸਰੋਤ ਚੱਲਦੇ ਆ, ਆਪਾਂ ਉਹਨਾਂ ਨੂੰ ਇਤਿਹਾਸ ਕਿੱਦਾਂ ਪਰਖਿਆ ਜਾਂਦਾ? ਇਤਿਹਾਸ ਜਿਹੜਾ ਕੋਈ ਰੈਫਰੈਂਸ ਤੇ ਦੇ ਹੀ ਨਹੀਂ ਪਾਇਆ ਕਿ ਗੰਗੂ ਬਾਮਨ ਕਿਹੜੇ ਕਿਤਾਬ 'ਚ ਲਿਖਿਆ ਸੀ। ਕੋਈ ਰੈਫਰੈਂਸ ਹੀ ਨਹੀਂ ਦੇ ਪਾਏ ਤੁਸੀਂ ਹਲੇ ਤੱਕ। ਸੁਣ ਤੇ ਲੈ ਜਿਹੜਾ ਮੰਨ ਲਓ ਤੁਸੀਂ ਰਸੋਈਏ ਦੀ ਗੱਲ ਕਰਦੇ ਹੋ ਹਨਾ, ਜਿਹੜਾ ਸੀਨਾ ਪਸੀਨਾ ਚੀਜ਼ਾਂ ਚੱਲੀਆਂ ਆਉਂਦੀਆਂ, ਉਹਨਾਂ ਦਾ ਸਮੇਂ ਦੇ ਨਾਲ ਕਿਤੇ ਨਾ ਕਿਤੇ ਰਲਾ ਪੈ ਜਾਂਦਾ। ਜੇ ਅੱਜ ਅਸੀਂ ਇਹ ਗੱਲ ਕਰਨ ਡਏ ਆ ਕਿ ਉਹ ਬੰਦੇ ਦਾ ਕਿਰਦਾਰ ਕੀ ਤੇ ਉਹ ਬੰਦੇ ਦੀ
ਜਿਹੜੀ ਪੋਜੀਸ਼ਨ ਸੀ ਉਹ ਕੀ ਸੀ ਗੁਰੂ ਘਰ ਦੇ ਵਿੱਚ। ਹਾਂ ਕਿਤੇ ਨਾ ਕਿਤੇ ਸੀਨਾ ਪਸੀਨਾ ਤੁਰੀਆਂ ਆਉਂਦੀਆਂ ਚੀਜ਼ਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਜੁੜੀ ਹੋ ਸਕਦੀ ਹੈ। ਓਏ ਉੱਥੇ ਤੇ ਰਸੋਈਏ ਦਾ ਵੀ ਜ਼ਿਕਰ ਨਹੀਂ ਹੈ ਕਿਤੇ, ਰਸੋਈਏ ਦਾ ਵੀ ਜ਼ਿਕਰ ਨਹੀਂ ਹੈ। ਸੁਣ ਤੇ ਲੈ, ਅਨਿਲ ਭਾਜੀ ਮੈਨੂੰ ਫਿਨਿਸ਼ ਕਰ ਲੈਣ ਦਿਓ। ਪਿੱਪਲ ਭਾਜੀ ਇੱਕ ਮਿੰਟ, ਪਿੱਪਲ ਭਾਜੀ ਜਿੱਦਾਂ ਤੁਸੀਂ ਦਰਬਾਰੀ ਤੇ ਧੁੰਮੇ ਨੂੰ ਜੱਟ ਬਣਾਤਾ ਨਾ ਸਿਰਫ ਆਪਣੇ ਐਨਾਲਿਸਿਸ ਦੇ ਆਧਾਰ ਤੇ, ਉਦਾਂ ਹੀ ਹੋ ਸਕਦਾ ਵੀ ਕਿਸੇ ਨੇ ਉਹਨੂੰ ਵੀ ਰਸੋਈਆ ਬਣਾਤਾ ਹੋਵੇ, ਤੇ ਹੋ ਸਕਦਾ ਵੀ ਉਹਦੇ ਰੈਫਰੈਂਸ ਮਿਲਦੇ ਵੀ ਹੋਣ ਕਿਤੇ ਨਾ ਕਿਤੇ। ਹੁਣ ਤੱਕ ਤੇ ਆਪਣੇ ਕੋਲ 2 ਹੀ ਰੈਫਰੈਂਸ ਆ ਨਾ। ਵੇਖੋ ਤੁਹਾਡੇ ਕੋਲ ਦੁੰਨਾ ਸਿੰਘ ਹੰਡੂਰੀਏ ਦੀ ਕਿਤਾਬ ਦਾ ਪੂਰਾ ਖਰੜਾ ਤੁਹਾਡੇ ਕੋਲ ਵੀ ਨਹੀਂ ਹੈਗਾ, ਕਿਸੇ ਕੋਲ ਵੀ ਨਹੀਂ ਹੈਗਾ। ਸਿਰਫ ਇੱਕ ਦਾ ਪੋਰਸ਼ਨ ਆ ਜਿਹੜਾ ਪਿਆਰਾ ਸਿੰਘ ਭਗਤ ਨੇ ਛਾਪਿਆ। ਤੁਹਾਡੇ ਕੋਲ ਪੂਰੀ ਕਿਤਾਬ ਹੈਗੀ ਆ? ਉਹਨੇ ਕਥਾ ਹੀ ਛਾਪੀ ਸੀ ਭਾਈ, ਪਿੱਪਲ ਭਾਜੀ ਉਹਨੇ ਕਿਤਾਬ ਹੈਗੀ ਆ, ਉਹਨੇ ਕਥਾ ਹੀ ਛਾਪੀ ਸੀ, ਕਥਾ ਗੁਰੂ ਜੀ ਕੇ ਸੂਤਨ ਕੀ, ਬਸ ਉਹਨੇ ਉਹੀ ਚੀਜ਼ ਛਾਪੀ ਸੀ ਉਹਨੇ ਪੂਰਾ। ਹਾਂ ਕਿੱਥੇ ਆ, ਕਿੱਥੇ ਕਥਾ ਪੂਰਾ ਖਰੜਾ ਹੈਗਾ ਤੁਹਾਡੇ ਕੋਲ? ਹਾਂ ਐਸਜੀਪੀਸੀ ਦੇ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਕਹੋਗੇ ਆਥੈਂਟਿਕ ਹੈਗੀ ਕਿ ਨਹੀਂ ਹੈਗੀ, ਕੀ ਹੈਗਾ ਉਹਨਾਂ ਤੋਂ ਪੁੱਛੋ, ਸਾਡੇ ਕੋਲ ਨਹੀਂ, ਅਸੀਂ ਤਾਂ ਉਹਨਾਂ ਦੀ ਗੱਲ ਭਾਈ ਉਹ ਕਿੱਥੋਂ ਹੋ ਸਕਦੀ? ਉਹ ਤਾਂ ਤੁਸੀਂ ਲੈ ਗਏ ਨਾ ਚੁੱਕ ਕੇ, ਜਾਂ ਤੁਸੀਂ 60 84 ਦੇ ਵਿੱਚ, ਉਹ ਕਿੱਥੋਂ ਹੋ ਸਕਦੀ ਸਾਡੇ ਕੋਲ? ਅਸੀਂ ਕਿੱਥੋਂ ਸਾੜਤੀ? ਤੁਸੀਂ ਸਾਡੀ ਕਿੰਨੇ ਸਾਡੀ ਮਤਲਬ ਇਹ ਵੀ ਅਸੀਂ ਸਾੜਤੀ? ਇੱਕ ਮਿੰਟ ਭਾਜੀ ਯਾਰ ਮੈਨੂੰ ਪਿੱਪਲ ਭਾਜੀ, ਆਹੋ ਭਾਈ ਤੁਹਾਡੀ ਸਰਕਾਰ ਚੁੱਕ ਕੇ ਲੈ ਗਈ ਸਾਡੀ ਰੈਫਰੈਂਸ ਲਾਇਬ੍ਰੇਰੀ। ਕਾਂਗਰਸ ਦੀ ਸਰਕਾਰ ਤੁਸੀਂ ਚੁਣਦੇ ਆ, 60% ਵਾਲੇ ਉੱਥੇ ਬੈਠਦੇ ਕਾਗਜ਼ ਤੁਸੀਂ ਆ ਜੱਟ ਸਾਰੇ। ਸਾਡੀ ਸੈਂਟਰ ਸਰਕਾਰ ਚੁੱਕ ਕੇ ਲੈ ਗਈ ਨਾ, ਸੈਂਟਰ ਸਰਕਾਰ ਤੁਹਾਡੀ ਚੁੱਕ ਕੇ ਲੈ ਗਈ ਆ, ਸਾੜ ਗਈ ਸਾਡੀ ਆਹੋ ਇਧਰ ਆ ਗਿਆ ਪੂਰਾ ਖਰੜਾ ਲਿਆ ਤੁਸੀਂ ਉਹਦਾ ਜਰਨੈਲ ਸਿੰਘ ਜਾ ਕੇ ਇੱਕ ਮਿੰਟ ਓਏ ਇੱਕ ਛੋਟੀ ਜੀ ਗੱਲ ਕਰਾਂਗਾ। ਮੇਰੇ ਖਿਆਲ ਨਾਲ ਡਿਬੇਟ ਖਤਮ ਹੋ ਚੁੱਕੀ ਹੈ, ਹੁਣ ਗੱਲਾਂ ਦਾ ਕੜਾਹ ਹੈ, ਤੇ ਮੈਂ ਕਹਿੰਦਾ ਹੁਣ ਆਪਾਂ ਘਰੋਂ ਘਰੇ ਚਲੀਏ, ਜੋ ਹੋਣਾ ਸੀ ਉਹ ਹੋ ਗਿਆ। ਮੈਂ ਕਹਿੰਦਾ ਧੰਨਵਾਦ ਸਾਰਿਆਂ ਦਾ, ਹੁਣ ਆਪਣੇ ਆਪਣੇ ਘਰੇ ਜਾਈਏ ਤੇ ਸੋਚੀਏ ਸਮਝੀਏ ਕਿ ਆਪਾਂ ਕਿੱਥੇ ਸਹੀ ਸੀ ਕਿੱਥੇ ਗਲਤ ਸੀ। 84 ਜੇ ਗ੍ਰੰਥ ਦੀ ਗੱਲ ਆਈ ਤੇ 84 ਦੇ ਸਰਕਾਰਾਂ ਨੇ ਦੱਸਤਾ ਇਹ ਕਰਤਾ ਉਹ ਕਰਤਾ, ਉਹ ਠੀਕ ਹੈ। ਹੁਣ ਆਫਤ ਡੇਵਿਲ ਪੰਡਤ, ਹਲੋ ਆਫਤ ਡੇਵਿਲ ਪੰਡਤ ਹੁਣ ਬੈਠਦਾ, ਹੁਣ ਚਰਚਾ ਜਿਹੜੀ ਹੈ ਉਹ ਮੇਨ ਯਾਰ ਗਲਾ ਬਹਿ ਗਿਆ ਮੇਰਾ। ਡੇਵਿਲ ਭਾਈ ਨੇ ਸਾਰਾ ਹੋਰ ਜਾ ਸਾਹਮਣੇ ਵਾ, ਮੈਂ ਤਾਂ ਹਲੇ ਵਿੱਚ ਹੋਣੇ ਪਿਆ। ਇੱਕ ਮਿੰਟ ਦਸਮ ਦੀ ਬਾਣੀ ਨੂੰ ਤਾਂ ਤੁਸੀਂ ਮੰਨਦੇ ਹੋ ਨਾ? ਦਸਮ ਦੀ ਬਾਣੀ ਨੂੰ ਤੁਸੀਂ ਮੰਨਦੇ ਹੋ ਨਾ ਵੀ ਦਸਮ ਗ੍ਰੰਥ ਮਹਾਰਾਜ ਦੀ ਕਿਰਤ ਆ? ਯਾਰ ਅਸੀਂ ਕਿਹੜਾ ਗੁਰੂ, ਮਤਲਬ ਅਸੀਂ ਗੁਰੂਆਂ ਨੂੰ ਉਸ ਤਰੀਕੇ ਨਾਲ ਲਿਖੀ ਨੂੰ ਮੰਨੀਏ। ਸੁਣ ਇੱਕ ਮਿੰਟ, ਦਸਮ ਗ੍ਰੰਥ ਦੇ ਵਿੱਚ ਪੇਪਰ ਦੇ ਮਤਲਬ ਜਿਹੜੇ ਬ੍ਰਾਹਮਣ ਆ ਵੀਰ ਮੇਰੇ ਪਿੱਪਲ ਵੀਰ ਮੇਰੀ ਇੱਕ ਮਿੰਟ ਯਾਰ ਮੈਨੂੰ ਗੱਲ ਕਰ ਲੈਣ 2 ਮਿੰਟ ਯਾਰ ਪਲੀਜ਼। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਸ਼ੁਰੂ ਕੀਤੀ ਸੀ ਵੀ ਅਸੀਂ ਸਮਕਾਲੀ ਜਿਹੜੇ 5 ਗ੍ਰੰਥ ਮੈਂ ਦੱਸੇ ਸੀ ਉਹਨਾਂ ਦੇ ਵਿੱਚ ਕਿਤੇ ਜ਼ਿਕਰ ਹੀ ਨਹੀਂ ਆਉਂਦਾ। ਤੁਸੀਂ ਦੱਸੋ ਸ਼੍ਰੀ ਗੁਰੂ ਸੋਭਾ ਸੈਨਾਪਤੀ ਦਾ ਭਾਈ ਤੁਸੀਂ ਜਿਹੜਾ ਪੇਪਰ ਦੇ ਆਧਾਰ ਤੇ ਤੁਸੀਂ ਰੱਦ ਕੀਤਾ ਵੀ ਪੇਪਰ ਕੋਈ ਵੀ ਹੋ ਸਕਦਾ, ਮਾੜਾ ਬੰਦਾ ਹੋ ਸਕਦਾ। ਮਾੜਾ ਪੇਪਰ ਦਾ ਮਤਲਬ ਬ੍ਰਾਹਮਣ ਹੀ ਬਣਦਾ। ਕੱਲਾ ਇਹੀ ਪੱਖ ਨਹੀਂ ਆਉਂਦਾ। ਇੱਕ ਮਿੰਟ ਯਾਰ ਭਾਜੀ ਇੱਕ ਮਿੰਟ, ਇੱਕ ਪੱਖ ਦੇ ਆਧਾਰ ਤੇ ਨਹੀਂ ਅਸੀਂ ਰੱਦ ਕੀਤਾ, ਦੋ ਆਧਾਰ ਕਈ ਹੋ ਸਕਦੇ ਆ। ਹਮੇਸ਼ਾ ਜਦੋਂ ਕੋਈ ਚੀਜ਼ ਹੁੰਦੀ ਉਹਦਾ ਕੋਈ ਇੱਕ ਆਧਾਰ ਨਹੀਂ ਹੁੰਦਾ, ਕਈ ਸਰਕਮਸਟੈਂਸਸ ਹੁੰਦੇ ਉਹਦੇ ਸਿਰ ਤੇ ਹੁੰਦਾ। ਇੱਕ ਹੋਰ ਆਧਾਰ ਜਿਹੜਾ ਮੈਂ ਦੇਣ ਲੱਗਾ, ਸਮਕਾਲੀ ਗ੍ਰੰਥ ਜਿਹੜੇ ਨੇ ਉਹਦੇ ਵਿੱਚ 5-6 ਗ੍ਰੰਥ ਚੱਕ ਕੇ ਦੇਖ ਲਓ, ਕਿਸੇ ਵਿੱਚ ਵੀ ਜਿਹੜਾ ਵਾ ਰਸੋਈਏ ਦਾ ਜਾਂ ਗੰਗੂ ਬ੍ਰਾਹਮਣ ਦਾ ਜਾਂ ਵਿਪਰ ਦਾ ਵੀ ਨਹੀਂ ਜ਼ਿਕਰ ਆਉਂਦਾ। ਹੋਰ ਤਾਂ ਹੋਰ ਛੱਡੋ, ਹੁਣ ਇੱਥੋਂ ਇਹ ਸਾਬਤ ਹੁੰਦਾ ਜਿਹਦੇ ਤੇ ਪੇਪਰ ਦਾ ਜ਼ਿਕਰ ਆਉਂਦਾ ਉਹੀ ਤੁਹਾਨੂੰ ਦੱਸਦਾ ਨਾ। ਫਿਨਿਸ਼ ਕਰ ਲੈਂਦਾ ਭਾਜੀ, ਮੈਂ ਬਹੁਤ ਚਿਰ ਦਾ ਵੇਟ। ਇੱਥੋਂ ਇਹ ਸਾਬਤ ਹੁੰਦਾ ਵੀ ਬਾਅਦ ਦੇ ਵਿੱਚ ਕਿਉਂਕਿ ਜਿਹੜਾ ਕੈਂਥਲ ਸੀਗਾ ਉਹ ਅੰਗਰੇਜ਼ਾਂ ਦੇ ਥੱਲੇ ਹੀ ਆਉਂਦਾ ਸੀਗਾ। ਬਾਅਦ ਦੇ ਵਿੱਚ ਕਿਤੇ ਨਾ ਕਿਤੇ ਭਾਜੀ ਸ਼ਰਾਰਤ ਜਿਹੜੀ ਮੈਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ, ਮੈਨੂੰ ਲੱਗਦਾ ਉਹ ਸ਼ਰਾਰਤ ਦੇ ਨਾਲ, ਮੈਂ ਸਿੱਖਾਂ ਨੂੰ ਨਹੀਂ ਕਹਿ ਰਿਹਾ, ਗੋਰਿਆਂ ਵੱਲੋਂ ਜਾਂ ਕਿਸੇ ਹੋਰ ਜਿਹੜੇ ਵਿੱਚ ਬੰਦੇ ਸੀ ਉਹਨਾਂ ਵੱਲੋਂ ਪੈ ਕੇ ਕਰ ਦਿੱਤੀ ਗਈ, ਜਿਹਦੇ ਨਾਲ ਹਿੰਦੂ ਸਿੱਖ ਦਾ ਉਹ ਪਾੜਾ ਇੱਕ ਵਧੇ। ਇੱਕ ਜਿਹੜਾ ਬ੍ਰਾਹਮਣ ਸ਼ਬਦ ਲਾ ਕੇ ਉਹਨਾਂ ਨੂੰ ਹਮੇਸ਼ਾ ਦੇ ਲਈ ਥੋੜਾ ਦੂਰ ਕੀਤਾ ਜਾਏ। ਇਹ ਕਰੈਕਟਰ ਮੈਨੂੰ ਲੱਗਦਾ ਤਾਂ ਕਰਕੇ ਬਾਅਦ ਚ ਘੜਿਆ ਗਿਆ ਭਾਜੀ, ਕਿਉਂਕਿ ਸਮਕਾਲੀ ਕੋਈ ਲੈ ਕੇ ਆਓ ਫਿਰ ਅਸੀਂ ਮੰਨਾਂਗੇ। ਅਸੀਂ ਇਹੀ ਉਦਣ ਜਤਿੰਦਰ ਜੀ ਨਾਲ ਗੱਲ ਹੋਈ ਸੀ ਵੀ ਕੋਈ ਸਮਕਾਲੀ ਦੇ ਵਿੱਚ ਦੇਖੋ ਜਿਹੜੇ ਗ੍ਰੰਥ 5-6 ਗ੍ਰੰਥ ਭਾਜੀ ਥੋੜੇ ਨਹੀਂ ਹੁੰਦੇ, 5-6 ਗ੍ਰੰਥ ਬਹੁਤ ਹੋ ਜਾਂਦੇ ਆ। ਮੇਨ ਜਿਹੜੇ ਸਿੱਖਾਂ ਦੇ ਮੇਨ ਬੰਸਾਵਲੀ ਨਾਮਾ, ਮਹਿਮਾ ਪ੍ਰਕਾਸ਼, ਆਪਣਾ ਸੈਨਾਪਤੀ ਦਾ ਗੁਰਸੋਭਾ, ਭਾਈ ਕੋਇਰ ਜੀ ਦਾ ਜਿਹੜਾ ਮੈਂ ਸੁਣਾਈਆਂ ਸੀਗੀਆਂ ਗੱਲਾਂ, ਫਿਰ ਆਹ ਦੁਨਾ 4-5 ਮੇਨ ਹੋ ਜਾਂਦੇ ਭਾਜੀ। ਉਹਦੇ ਵਿੱਚ ਜਦੋਂ ਨਹੀਂ ਆਉਂਦਾ ਫਿਰ ਇੱਕ ਬੰਦਾ ਸੋਚਦਾ ਵਾ ਵੀ ਗੜਬੜੀ ਕਿੱਥੇ ਹੋਈ ਆ। ਵਿਪਰ ਸ਼ਬਦ ਵੀ ਉਹ ਆ ਕੇ ਦੇਖ ਲਓ ਇਹ ਜੋੜਦਾ ਵਾ, ਇਹਦੇ ਵਿੱਚ ਵੀ ਉਹ ਕੋਈ ਹੋਰ ਜ਼ਿਕਰ ਨਹੀਂ ਕਰਦਾ, ਇਕੱਲਾ ਵਿਪਰ ਜੋੜਦਾ। ਠੀਕ ਹੈ ਜੀ, ਇੱਕ ਤਾਂ ਇਹ ਪੱਖ ਨਾਲੇ ਪੂਰੀ ਲਾਈਨ ਦਾ ਮਤਲਬ ਹੀ ਅਲੱਗ ਹਾਂ, ਉਹ ਲੱਗ ਬਿਲਕੁਲ। ਇਹ ਸਾਡਾ ਦੂਜਾ ਪੁਆਇੰਟ ਹੋ ਗਿਆ ਭਾਜੀ, ਇਹਨੂੰ ਦੂਜਾ ਪੁਆਇੰਟ ਰੱਖੋ ਆਪਣਾ। ਸਾਡਾ ਪਹਿਲਾ ਪੁਆਇੰਟ ਉਹ ਆ ਵੀ ਸਮਕਾਲੀ ਕਿਤੇ ਨਹੀਂ ਹੈਗਾ, ਦੂਜਾ ਪੁਆਇੰਟ ਸਾਡਾ ਇਹ ਪੇਪਰ ਦਾ ਅਰਥ ਨਹੀਂ ਨਿਕਲਦਾ। ਕਹਾਣੀ ਖਤਮ ਹੋ ਗਈ ਜਦੋਂ ਤੁਸੀਂ ਗੰਗੂ ਬਾਮਨ ਰਸੋਈਆ ਕਹਿੰਦੇ ਸੀ, ਅੱਜ ਉਹ ਨਹੀਂ ਹੈਗਾ।
ਗੱਲ ਕਲੀਅਰ ਹੋ ਗਈ ਉਹ ਨਾ। ਤੋਂ ਗੰਗੂ ਸਿੰਘ ਇਲਾਵਾ ਰਸੋਈਆ ਇੱਕ ਸੀ। ਹੋਰ ਭਾਈ ਗੱਲ ਆ ਜਦੋਂ ਜਿਹੜਾ ਨਾ ਜਦੋਂ ਮੈਨੂੰ ਆਪ ਤੁਸੀਂ ਭਾਜੀ ਜਦੋਂ ਤੁਸੀਂ ਭਾਜੀ ਇੱਕ ਪੇਪਰ ਮਿੰਟ ਨੂੰ ਫਿਨਿਸ਼ ਕਰ ਜਦੋਂ ਲੈਂਦਾ ਤੁਸੀਂ ਪਿੱਪਲ ਪੇਪਰ ਨੂੰ ਭਾਜੀ ਬ੍ਰਾਹਮਣ ਅਸੀਂ ਹੋਣ ਤੋਂ ਵੇਟ ਮੁਨਕਰ ਕਰਾਂਗੇ ਹੋ ਜਾਂਦੇ, ਤੁਹਾਡੀ ਕਹਾਣੀ ਕਿੱਦਾਂ ਖਤਮ ਨਹੀਂ ਹੁੰਦੀ? ਖੜ ਜਾਓ ਪੰਡਿਤ ਜੀ, ਪੰਡਿਤ ਜੀ ਪੀਪਲ ਜੀ ਨੂੰ ਮੈਨੂੰ ਆਨਸਰ ਕਰਨ ਦਿਓ ਪਲੀਜ਼ ਪਲੀਜ਼ ਪਲੀਜ਼। ਇੱਕ ਮਿੰਟ ਡੇਵਿਲ ਜੀ ਇੱਕ ਮਿੰਟ ਪੰਡਿਤ ਜੀ ਦੇਖੋ, ਪੀਪਲ ਜੀ ਸ਼ਾਇਦ ਤੁਸੀਂ ਸੁਣ ਕੱਟ ਰਹੇ ਹੋ, ਬੋਲ ਜ਼ਿਆਦਾ ਰਹੇ ਹੋ। ਡੇਵਿਲ ਜੀ ਨੇ ਪਹਿਲੇ ਹੀ ਇਹ ਚੀਜ਼ ਬੜੇ ਪਿਆਰ ਨਾਲ ਬੜੇ ਅਦਬ ਦੇ ਨਾਲ ਕਹੀ ਹੈ ਕਿ ਜਿਹੜੀ ਉਹਨੇ ਲਿਖੀ ਹੈ ਨਾ ਬੁੱਕ, ਉਹ ਸੰਸਕ੍ਰਿਤ ਦੇ ਵਿੱਚ ਲਿਖੀ, ਪੰਜਾਬੀ ਚ ਨਹੀਂ। ਤੇ ਦਸਮ ਗ੍ਰੰਥ ਕਿਹੜੀ ਭਾਸ਼ਾ ਚ ਹੈ, ਉਹਦੇ ਵਿੱਚ ਵਿਪਰ ਦਾ ਅੰਤਰ ਆਂਦਾ। ਠੀਕ ਹੈ, ਤੁਸੀਂ ਆਪਣੀ ਜਗ੍ਹਾ ਤੇ ਕਿਤੇ ਕਨਫਿਊਜ਼ ਹੋ, ਗਲਤ ਨਹੀਂ ਕਹਿ ਸਕਦਾ ਮੈਂ, ਕਨਫਿਊਜ਼ ਹੋ, ਤੇ ਜੇ ਕਨਫਿਊਜ਼ਨ ਦੂਰ ਹੁੰਦੀ ਹੋਵੇ ਤੇ ਕਰ ਲੈਣੀ ਚਾਹੀਦੀ ਹੈ। ਮੈਂ ਨਾ ਮਾਨੂ ਵਾਲੀ ਪ੍ਰਵਿਰਤੀ ਤੇ ਨਹੀਂ ਚੱਲਣਾ ਚਾਹੀਦਾ ਬੰਦੇ ਨੂੰ। ਭਾਈ ਵੇਖੋ, ਹੁਣ ਤੁਸੀਂ ਇਹ ਲੈਂਗੁਏਜ ਵਾਲਾ ਆ ਕੇ ਬਹਿ ਗਏ ਵੀ ਉਹ ਕਿਸੇ ਹੋਰ ਲੈਂਗੁਏਜ ਦੇ ਵਿੱਚ, ਜਿਹੜਾ ਸੰਤੋਖ ਸਿੰਘ ਦਾ ਗ੍ਰੰਥ ਆ ਕਿਸੇ ਹੋਰ ਲੈਂਗੁਏਜ ਦੇ ਵਿੱਚ ਆ। ਅਸਲ ਗੱਲ ਇਹ ਹੈ ਕਿ ਬ੍ਰਿਜ ਪੇਪਰ ਦਾ ਬੋਲੀ ਚ ਮਤਲਬ ਜਿਹੜਾ ਵਾ ਬ੍ਰਿਜ ਬੋਲੀ ਚ ਪਿੱਪਲ ਭਾਜੀ ਦੋ ਤੱਥ ਰੱਖੇ ਨੇ ਤੁਹਾਡੇ ਸਾਹਮਣੇ, ਇੱਕ ਵਿਪਰ ਦਾ, ਇੱਕ ਸਮਕਾਲੀ ਇਤਿਹਾਸ ਵਾਲਾ। ਅਸੀਂ ਤਾਂ ਠੀਕ ਹੈ ਜੀ, ਸਮਕਾਲੀ ਨੂੰ ਮੰਨਦੇ ਆ, ਅਸੀਂ ਤਾਂ ਸੰਤੋਖ ਸਿੰਘ ਵਾਲੀ ਨੂੰ ਮੰਨਦੇ ਹੀ ਨਹੀਂ। ਮੰਨਦੇ ਹੀ ਨਹੀਂ ਅਸੀਂ। ਭਾਈ ਮੈਂ ਉਹੀ ਕਿਹਾ ਮੇਰਾ ਪੇਪਰ ਦਾ ਜਿਹੜਾ ਤੁਸੀਂ ਮਤਲਬ ਦੱਸਿਆ, ਤੁਹਾਡੀ ਇੱਕ ਮਿੰਟ, ਸਹੀ ਨਹੀਂ। ਪੇਪਰ ਦਾ ਜਿਹੜਾ ਤੁਸੀਂ ਮਤਲਬ ਦੱਸਿਆ ਵਾ, ਤੁਸੀਂ ਕਿਹੜੀ ਡਿਕਸ਼ਨਰੀ ਦੇ ਵਿੱਚੋਂ ਮਤਲਬ ਦੱਸਿਆ ਵੀ ਪੇਪਰ ਦਾ ਮਤਲਬ ਇਹ ਬਣਦਾ? ਤੁਸੀਂ ਆਪਣੇ ਇਤਿਹਾਸ ਮੁਤਾਬਕ ਦੱਸਿਆ ਨਾ। ਪਿੱਪਲ ਭਾਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਰਚੇ ਗਏ, ਇੱਕ ਮਿੰਟ ਮੇਰਾ ਵੀਰ ਗੱਲ ਸੁਣ, ਇੱਕ ਮਿੰਟ ਪੰਜਾਬ ਦੇ ਵਿੱਚ ਰਚੇ ਗਏ ਕਿਸੇ ਇਤਿਹਾਸਿਕ ਸਰੋਤ ਦੇ ਵਿੱਚ ਇਹ ਦੱਸੋ ਹਵਾਲਾ ਦੇ ਕੇ ਵੀ ਪੇਪਰ ਦਾ ਮਤਲਬ ਜਿਹੜਾ ਉਹ ਮਾੜਾ ਬੰਦਾ ਹੁੰਦਾ, ਉਹ ਬ੍ਰਾਹਮਣ ਨਹੀਂ ਹੁੰਦਾ। ਮੈਂ ਪਿੱਪਲ ਵੀਰੇ ਤੁਹਾਨੂੰ ਪਹਿਲਾਂ ਹੀ ਸ਼ੁਰੂ ਚ ਕਹਿ ਦਿੱਤਾ ਸੀ, ਮੇਰਾ ਜਿਹੜਾ ਵਾ ਮੇਰੇ ਗ੍ਰੰਥ ਨੇ ਭਾਜੀ 5 ਪਏ ਨੇ ਭਾਜੀ ਸਮਕਾਲੀ ਨੇ। ਇਹਦੇ ਤੋਂ ਫਿਰ ਜੇ ਸੰਸਕ੍ਰਿਤ ਦੀ ਗੱਲ ਕਰਦੇ, ਮਹਾਭਾਰਤ ਲੈਣਾ, ਚਾਣਕਿਆ ਨੀਤੀ ਲੈ ਲੈਂਦੇ ਆ, ਉਹ ਸਾਰੇ ਪੰਜਾਬ ਦੀ ਧਰਤੀ ਤੇ ਹੋਏ ਆ। ਤਾਂ ਫਿਰ ਉੱਥੇ ਪੇਪਰ ਦਾ ਮਤਲਬ ਕੀ ਆ? ਪੇਪਰ ਦਾ ਮਤਲਬ ਕੀ ਆ? ਪੇਪਰ ਲਫ਼ਜ਼ ਆਉਂਦਾ ਉਹਦੇ ਵਿੱਚ? ਜਵਾਬ ਦਿਓ। ਇਹ ਤੋਂ ਡੇਵਿਡ ਭਾਈ ਜਿਹੜਾ ਦੱਸਿਆ ਉਹੀ ਆ। ਮੈਂ ਇਹ ਪੁੱਛਣ ਡਿਆ ਵੀ ਪੰਜਾਬ ਦੀ ਧਰਤੀ ਤੇ ਰਚੇ ਗਏ ਇਨਕਲੂਡਿੰਗ ਮਹਾਭਾਰਤ। ਹਾਂ, ਵੇਦ ਵਿਆਸ ਜੀ ਪੰਜਾਬ ਦੀ ਧਰਤੀ ਤੇ ਸੀਗੇ, ਵੇਦ ਵਿਆਸ ਜੀ ਇੱਥੇ ਸੀਗੇ, ਚਾਣਕਿਆ ਵੀ ਸਾਡੇ ਇੱਥੇ ਪੜ੍ਹੇ ਆ ਭਾਈ। ਠੀਕ ਹੈ, ਉਹਦਾ ਮੈਂ ਮਤਲਬ ਪੁੱਛਣ ਡਿਆ ਨਾ ਵੀ ਜੇ ਉਹਦੇ ਵਿੱਚ ਪੇਪਰ ਲਫ਼ਜ਼ ਆਉਂਦਾ ਉਹਦਾ ਮਤਲਬ ਕੀ ਮਾੜਾ ਬੰਦਾ ਬਸ ਦੱਸਿਆ ਡੇਵਿਡ ਭਾਈ ਨੇ, ਬਸ ਉਹੀ ਆ, ਉਹੀ ਤਾਂ ਮੈਂ ਜਵਾਬ ਦਿੱਤਾ ਵਾ। ਕਿਹੜੀ ਸੀ? ਕੁਛ ਵੀ ਨਹੀਂ ਦੱਸਿਆ ਉਹਨੇ, ਮੈਂ ਤਾਂ ਸੁਣਿਆ ਨਹੀਂ ਕੀ ਦੱਸਿਆ ਭਾਈ ਜੀ। ਡੇਵਿਡ ਜੀ ਇੱਕ ਮਿੰਟ ਵਿਪਰ ਦਾ ਅਰਥ ਜਦੋਂ क्रिया च वरतो दो करप्टा, जे संज्ञा च वरतो प्रीस्टा पाठी भी हो सकता, मौलवी भी हो सकता। मसंद सी, मसंद कौन सी? गुरुआं ने किहदी डेफिनेशन मैं दसी जाना ना, 22 मंजियां थापियां सी गुरुआं ने, 22 मंजियां थापियां सी गुरु नानक देव जी। ਇੱਕ ਮਿੰਟ ਭਾਈ, ਟਾਈਮ ਜਾਂ ਤਾਂ ਟਾਈਮ ਦੇਖੋ, ਤੁਹਾਡੀ ਬਹੁਤ ਲੰਘਣਾ ਆ, ਮੈਂ ਟਾਈਮ ਲੈਣਾ ਹੁਣ, ਚੁੱਪ ਕਰ ਜਾਓ ਭਾਈ। एक मिनट फिर मैनूं गल पूरी कर। ਨਹੀਂ ਇਹ ਦੱਸੋ ਵੀ ਜਿਹੜਾ ਸਮਕਾਲੀ ਆ, ਉਹ ਇਹ ਗੱਲ ਕਹੀ ਜਾਂਦਾ ਕਿ ਗੁਲਾਬ ਸਿੰਘ ਤੇ ਸੰਗੋ ਸਿੰਘ ਤੇ ਯੁੱਧ ਦੇ ਵਿੱਚ ਫਤਿਹ ਪਾ ਕੇ ਗਏ। ਜਿਹੜਾ ਹੰਡੂਰੀਆ ਉਹ ਇਹ ਗੱਲ ਲਿਖ ਰਿਹਾ, ਤੇ ਚਮਕੌਰ ਦੀ ਗੜੀ ਦੇ ਵਿੱਚ ਉਹਨੇ ਗੱਲ ਕੀਤੀ ਫਤਿਹ ਬੁਲਾਈ, ਤੁਰਕਾਂ ਦੀ ਫੌਜ ਬਹੁਤ ਮਾਰੀ, ਰਾਜੇ ਦਿੱਤੇ ਹਟਾਈ, ਓੜਕ ਸੂਰਮਿਆਂ ਸਿਰ ਦੇਣਾ, ਸੀਸ ਦੇ ਕੇ ਸੁਰਗ ਲੈਣਾ। ਇਹਦੇ ਵਿੱਚ ਸੰਗੋ ਸ਼ਾਹ ਤਾਂ ਆਉਂਦਾ ਹੀ ਨਹੀਂ ਇਸ ਜੰਗ ਦੇ ਵਿੱਚ। ਸੰਗੋ ਸ਼ਾਹ ਤਾਂ ਭੰਗਾਣੀ ਦੀ ਜੰਗ 'ਚ ਮਾਰਿਆ ਜਾਂਦਾ। ਤਾਂ ਜਿਹੜਾ ਸਮਕਾਲੀ ਆ ਉਹ ਇਹ ਗੱਲ ਲਿਖ ਰਿਹਾ ਆ ਕਿ ਚਮਕੌਰ ਦੀ ਜੰਗ 'ਚ ਮਾਰਿਆ ਗਿਆ ਸੰਗੋ ਸ਼ਾਹ। ਤੇ ਜਿਹੜਾ ਸਮਕਾਲੀ ਇਹ ਗਲਤ ਗੱਲਾਂ ਲਿਖ ਰਿਹਾ, ਉਹਨੂੰ ਅਸੀਂ ਕਿੱਦਾਂ ਅਥੈਂਟਿਕ ਮੰਨ ਲਵਾਂਗੇ? ਜਿੰਨੇ ਬਾਅਦ ਚੋਂ ਖੋਜ ਕੀਤੀ ਅਸੀਂ ਤਾਂ ਉਹਨੂੰ ਮੰਨਾਂਗੇ। अच्छा बाद चों किवें खोज हो सकदी किसी पात्र दी? ਭਾਜੀ ਕੈਸੀਆਂ ਗੱਲਾਂ ਕਰਨ ਲੱਗ ਪਿਆ ਭਾਜੀ ਤੁਸੀਂ? ਭਾਜੀ ਥੋੜਾ ਪਾਣੀ ਪੀਓ, ਖੁਸ਼ ਜਾਓ। ਜਤਿੰਦਰ ਸਿੰਘ ਨੇ ਰੱਖਿਆ ਉਹ ਬੜਾ ਵੈਲਿਡ ਆਰਗੂਮੈਂਟ ਆ ਵੀ ਸਮਕਾਲੀ ਬੰਦਾ ਗਲਤ ਗੱਲ ਕਿੱਦਾਂ ਲਿਖ ਸਕਦਾ? ਐਡਾ ਵੱਡਾ ਭਾਜੀ ਫਿਰ ਚਲੋ ਠੀਕ ਹੈ, ਇੱਕ ਮਿੰਟ ਜੋ ਸਾਡੇ ਜੁਝਾਰ ਸਿੰਘ ਹੁਣ ਆਪਣੇ ਜੁਰਾਵਰ ਸੇ ਲਿਖੀ ਜਾਂਦਾ ਪਿਆ ਵਾ ਤੁਹਾਡਾ ਸੰਤੋਖ ਸਿੰਘ, ਫਿਰ ਉਹਦੀ ਅਸੀਂ ਕਿੱਦਾਂ ਮੰਨ ਲਈਏ? ਹਾਂ ਫਿਰ ਨਾ ਫਿਰ ਦੁਨਾ ਸਿੰਘ ਹੰਡੂਰੀਆ ਨੂੰ ਤੁਸੀਂ ਕਿੱਦਾਂ ਮੰਨ ਲਿਆ ਵੀ ਉਹ ਬੰਦਾ ਬਿਲਕੁਲ ਅਥੈਂਟਿਕ ਆ? ਫਿਰ ਦੋਵਾਂ ਨੂੰ ਖਾਰਜ ਕਰ ਦੋ, ਫਿਰ ਬਾਹਮਣ ਵੀ ਹਟਾ ਦੋ, ਜੱਟ ਵੀ ਹਟਾ ਦੋ, ਫਿਰ ਕਦੀ ਵੀ ਨਾ ਬੋਲੂਗਾ। ਜਿਹੜਾ ਤੁਹਾਡਾ ਹੁਣ ਤੁਹਾਡੇ ਆਰਗੂਮੈਂਟ ਗੱਲ ਕਰਦੇ ਆ ਵੀ ਜਿਹੜਾ ਦਰਬਾਰੀ ਦੇ ਧੁੰਮੇ ਵਾਲੀ ਤੁਸੀਂ ਗੱਲ ਚੁੱਕੀ ਆ, ਉਹਨੂੰ ਤੁਸੀਂ ਕਿੱਦਾਂ ਸਾਬਤ ਕਰਦੇ ਹੋ ਦਰਬਾਰੀ ਦੇ ਧੁੰਮੇ ਨੂੰ? ਪਿੱਪਲ ਗੱਲ ਮਸੰਦ ਤੇ ਰਸੋਈਏ ਦੀ ਸੀ। ਅਸੀਂ ਕਹਿੰਦੇ ਸੀ ਮਸੰਦ, ਤੁਸੀਂ ਕਹਿੰਦੇ ਸੀ ਗੰਗੂ ਰਸੋਈਆ ਹੋਇਆ। ਤੁਸੀਂ ਨਾਲ ਇਹ ਵੀ ਕਿਤੇ ਗੱਲ ਭਾਜੀ ਨਾਲ ਕੁਝ ਨਹੀਂ, ਅਸੀਂ ਬਸ ਸਾਡਾ ਬਸ ਹੈਗਾ ਕਿ ਇਦਾਂ ਕੋਈ ਨਹੀਂ ਹੋਇਆ, ਤੇ ਜੇ ਤੁਸੀਂ ਉਹਨੂੰ ਸਾਬਤ ਕਰ ਰਹੇ ਆ ਕਿ ਦੋਵੇਂ ਗਲਤ ਆ। ਤੁਸੀਂ ਨਾਲ ਇਹ ਵੀ ਗੱਲ ਚੁੱਕੀ ਆ ਨਾ ਵੀ ਉਹ ਦੋਵੇਂ ਜੱਟ ਹੀ ਤੇ ਦੁਨਾ ਧੁੰਮਾ ਤੇ ਦਰਬਾਰੀ ਹੀ। ਤੁਸੀਂ ਇਹ ਕਿੱਦਾਂ ਸਾਬਤ ਕਰਦੇ ਹੋ? ਕਿੱਥੋਂ ਤੁਹਾਨੂੰ ਇਹ ਰੈਫਰੈਂਸ ਮਿਲਦਾ? ਜੇਕਰ ਮੰਨ ਲਓ ਵੀ ਦੁਨਾ ਸਿੰਘ ਹੰਡੂਰੀਆ ਰਿਜੈਕਟ ਹੋ ਜਾਂਦਾ ਵਾ ਕਿਉਂਕਿ ਉਹਨੇ ਸਹੀ ਇਤਿਹਾਸ ਨਹੀਂ ਲਿਖਿਆ। ਵੰਸ਼ ਦੇ ਪਿੱਪਲ ਬਾਈ ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਵਿੱਚੋਂ ਭਾਈ ਸਰੂਪ ਦਾਸ ਭੱਲਾ ਜੀ ਵੀ 2.5 ਪੇਜਾਂ ਦਾ ਪ੍ਰਸੰਗ ਲਿਖਦੇ ਆ ਯਾਰ। ਤੁਸੀਂ ਸੋਚੋ, ਤੁਸੀਂ ਪੁਆਇੰਟ ਤੇ ਤਾਂ ਉਹ ਲਿਖਦੇ ਆ। ਮੈਂ ਤੁਹਾਨੂੰ 2.5 ਪੇਜਾਂ ਦਾ ਮੈਂ ਬਸ ਇੱਕ ਲਾਈਨ ਦੱਸ ਦਿੰਦਾ। ਉਹ ਕਹਿੰਦੇ ਸਹੇੜੀ ਪਿੰਡ ਦੇ ਵਿੱਚੋਂ
ਪਹੁੰਚਦੇ ਸਾਰ ਅਗਰ ਪੂਰਾ ਨਹੀਂ ਮੈਂ ਦੱਸਾਂਗਾ ਵੀ ਤੂੰ ਲੰਬਾ ਹੋ ਜਾਂਦਾ, ਉਹ ਉੱਥੇ ਰੰਗੜਾ ਦਾ ਨਾਂ ਲੈ ਰਹੇ ਆ ਵੀ ਬਸੰਤ ਰੰਗੜ ਜਿਹੜੇ ਆ ਉਹ ਫੜਾ ਦਿੰਦੇ ਆ। ਤੁਸੀਂ ਦੱਸੋ ਮਰਿੰਡੇ ਜਾ ਕੇ ਕੰਪਲੇਂਟ ਕਰਕੇ ਫਿਰ ਤੁਸੀਂ ਆਪਣੇ ਦੂਨਾ ਸਿੰਘ ਹੰਡੂਰੀਆ ਰੰਗੜੇ ਹੀ ਕਹਿੰਦਾ, ਨਾਲ ਉਹ ਵੀ ਰੰਗੜੇ ਕਹਿੰਦਾ। ਬਿਲਕੁਲ। ਤੇ ਆਪਣੇ ਦੂਨਾ ਸਿੰਘ ਹੰਡੂਰੀਆ, ਗੁਰੂ ਪਿਲਾਸ ਪਾਤਸ਼ਾਹੀ, ਇਹ ਵੰਸ਼ਾਵਲੀ, ਇਹ ਸਾਰੀਆਂ ਰਲਦੀਆਂ ਨੇ। ਸੰਤੋਖ ਸਿੰਘ ਕੱਲਾ ਜਿਹੜਾ 125 ਸਾਲ ਬਾਅਦ ਲਿਖਦਾ, ਉਹ ਤੁਹਾਡੀ ਜਿਹੜੀ ਕਹਾਣੀ ਆ ਗੰਗੂ ਬਾਮਨ ਰਸੋਈਏ ਵਾਲੀ, ਉਹ ਸੰਤੋਖ ਸਿੰਘ ਜੀ ਜਿਹੜਾ ਤੁਸੀਂ ਸਬੂਤ ਲੈ ਕੇ ਆਏ, ਉਹਦੇ ਤੇ ਵੀ ਨਹੀਂ ਖੜਦੀ, ਉਹਦੇ ਤੇ ਵੀ ਨਹੀਂ ਖੜਦੀ। ਜਦੋਂ ਤੁਸੀਂ ਇੱਥੇ ਦੇਖਦੇ ਝੂਠੇ ਤੁਸੀਂ ਹੋ, ਅਸੀਂ ਕਿੱਥੇ? ਤੁਸੀਂ ਤੁਹਾਡੀ ਜਿਹੜੀ ਕਹਾਣੀ ਆ ਭਾਈ, ਤੁਹਾਡੀ ਜਿਹੜੀ ਕਹਾਣੀ ਆ ਧੁੰਮੇ ਵਾਲੀ ਦਰਬਾਰੀ ਵਾਲੀ, ਉਹ ਕਿੱਥੋਂ ਖੜਦੀ ਹੈ? ਉਹ ਕਿੱਥੇ ਆਉਂਦੀ ਹੈ? ਉਹਨਾਂ ਦੇ ਜੱਟ ਹੋਣ ਬਾਰੇ ਜਾਂ ਹੋਣ ਬਾਰੇ ਵੀ, ਜਾਂ ਐਗਜ਼ਿਸਟ ਕਰਨ ਬਾਰੇ, ਜਾਂ ਉਹਦੇ ਪਾਤਰ ਨੇ, ਦੋਵੇਂ ਪਾਤਰ ਨੇ, ਉਹ ਕਿੱਥੋਂ ਆਉਂਦੇ ਤੁਹਾਡੇ? ਇੱਕ ਮਿੰਟ, ਦੁਨਾ ਸਿੰਘ ਹੰਡੂਰੀਆ ਤੁਸੀਂ ਅਥੈਂਟਿਕ ਮੰਨਦੇ ਹੋ? ਤੁਸੀਂ ਮੰਨਦੇ ਹੋ? ਮੇਰੇ ਖਿਆਲ ਤਾਂ ਹੁਣ ਅਸੀਂ ਨਾ ਗੋਲ ਗੋਲ ਘੁੰਮੀ ਜਾਂਦੇ ਆ, ਇਹਦਾ ਕੋਈ ਫਾਇਦਾ ਨਹੀਂ। ਬਸ ਡਿਬੇਟ ਖਤਮ ਕਰੀਏ, ਪਹਿਲੇ ਕਿਹੜਾ ਪਤਾ ਲੱਗਣਾ ਸੀ ਲੱਗ ਗਿਆ। ਤੁਸੀਂ ਉਹਨੂੰ ਮੰਨਦੇ ਹੋ? ਤੁਸੀਂ ਉਹਨੂੰ ਅਥੈਂਟਿਕ ਇਤਿਹਾਸਕਾਰ ਮੰਨਣ ਦੇ ਹੋ ਨਾ, ਦੁਨਾ ਸਿੰਘ ਹੰਡੂਰੀਆ ਨੂੰ? ਇੱਕ ਮਿੰਟ ਪਿੱਪਲ ਜੀ ਦੇਖੋ ਮੇਰੀ, ਭਾਵੇਂ ਉਹਨੇ ਗਲਤ ਵੀ ਲਿਖਿਆ, ਭਾਵੇਂ ਉਹਨੇ ਸਮਕਾਲੀ ਇਤਿਹਾਸ ਗਲਤ ਵੀ ਲਿਖਿਆ, ਤਾਂ ਵੀ ਤੁਸੀਂ ਮੰਨਦੇ ਹੋ ਨਾ ਉਹਨੂੰ ਵੀ ਉਹਨੇ ਸਹੀ ਲਿਖਿਆ? ਮੇਰਾ ਵੀਰ, ਤੁਸੀਂ ਗੱਲ ਬੜੀ ਕੀਤੀ ਹੈ। ਤੁਹਾਨੂੰ ਜਤਿੰਦਰ ਸਿੰਘ ਨੇ ਹੁਣੇ ਦੱਸਿਆ ਕਿ ਰੈਫਰੈਂਸ ਵੀ ਜਿੱਥੇ ਉਹਨੇ ਸਮਕਾਲੀ ਹੋਣ ਦੇ ਬਾਵਜੂਦ ਵੀ ਗਲਤ ਇਤਿਹਾਸ ਲਿਖਿਆ, ਫਿਰ ਵੀ ਤੁਸੀਂ ਉਹਨੂੰ ਮੰਨਣ ਦੇ ਹੋ ਵੀ ਆਥੈਂਟਿਕ? ਸੁਣੋ, ਤੁਸੀਂ ਸੰਤੋਖ ਸਿੰਘ ਨੂੰ ਵੀ ਮੈਂ ਟਾਰਗੇਟ ਕਰਤਾ ਕਿ ਹੁਣ ਉਹਦੇ ਬੱਚਿਆਂ ਦੇ ਨਾਂ ਤਾਂ ਗਲਤ ਲਿਖਤੇ ਆ। ਮੈਨੂੰ ਗਲਤ ਥਾਂ ਤੇ ਗਲਤ ਸ਼ਹੀਦ ਹੋਏ ਆ। ਖਰਚ ਕਰ ਦੋ, ਬ੍ਰਾਹਮਣ ਵੀ ਖਰਚ ਕਰ ਦੋ, ਜੱਟ ਵੀ ਖਰਚ ਕਰ ਦੋ, ਸਾਨੂੰ ਕੋਈ ਨਹੀਂ ਪ੍ਰੋਬਲਮ। ਤੁਸੀਂ ਜੱਟ ਕਹਿਣਾ ਨਹੀਂ ਕਹੋ, ਸਾਨੂੰ ਨਹੀਂ ਪ੍ਰੋਬਲਮ। ਤੁਸੀਂ ਬ੍ਰਾਹਮਣ ਵਾਲਾ ਕਹੋ, ਸਾਨੂੰ ਬ੍ਰਾਹਮਣ ਗਿਆ ਹੈਗੀ ਆ ਪ੍ਰੋਬਲਮ ਨਾ ਕਹੋ। ਉਹ ਤਾਂ ਫਿਰ ਪੰਮਾ ਪ੍ਰੋਤ ਵੀ ਹੈਗਾ ਹੀ ਆ, ਫਿਰ ਤਾਂ ਪੰਮਾ ਪ੍ਰੋਤ ਵੀ ਹੈਗਾ ਹੀ ਆ ਸਾਡੇ ਕੋਲ। ਬਾਹਮਣ ਤਾਂ ਹੈ ਬਥੇਰੇ ਆ ਸਾਡੇ ਕੋਲ, ਇੱਕ ਥੋੜੀ ਆ। ਨੂੰ ਖਰਚ ਕਰੋਗੇ, ਨੂੰ ਖਰਚ ਕਰੋਗੇ ਉਹਦੇ ਤੇ ਵੀ ਆ ਜਾਾਂਗੇ ਕਿਸੇ ਦਿਨ ਭਾਜੀ, ਉਹਦੇ ਤੇ ਵੀ ਆ ਜਾਾਂਗੇ। ਹਾਲੇ ਵੇਟ ਤਾਂ ਕਰੋ। ਆਹ ਮਕਸਦ ਸੀਗਾ ਜਿਹੜੀ ਗੱਲ ਸੀਗੀ, ਮਕਸਦ ਸਾਹਮਣੇ ਆਹੀ ਆ। ਮਕਸਦ ਆਹੀ ਆ ਜਿਹੜੇ ਤੁਸੀਂ ਝੂਠ ਕੱਢ ਕੇ ਸਾਡੇ ਬ੍ਰਾਹਮਣ ਭਰਾਵਾਂ ਨੂੰ, ਸਾਡੇ ਹਿੰਦੂ ਸਮਾਜ ਨੂੰ ਟਾਰਗੇਟ ਕਰਦੇ ਆ ਨਾ, ਸਾਰਾ ਅਸੀਂ ਸੱਚ ਮੋਰੇ ਲੈ ਕੇ ਆਉਣਾ, ਤੁਹਾਡੇ ਗ੍ਰੰਥਾਂ ਨੂੰ ਲੈ ਕੇ ਆਉਣਾ ਵਾ। ਉਹ ਬਰਦਾਸ਼ਤ ਨਹੀਂ ਹੈਗੀ, ਸਿਰਫ ਇਹ ਪ੍ਰੋਬਲਮ ਆ ਤੁਹਾਨੂੰ। ਨਹੀਂ ਬਰਦਾਸ਼ਤ ਨਹੀਂ ਜਤਿੰਦਰ ਜੀ, ਗਲਤ ਲਿਖਿਆ ਗਿਆ। ਹਾਂ, ਤੁਸੀਂ ਝੂਠੇ ਲਿਖੋਗੇ ਕੁਝ ਵੀ ਤਾਂ ਸਾਨੂੰ ਪ੍ਰੋਬਲਮ ਹੈ ਉਸ ਚੀਜ਼ ਤੋਂ ਭਾਜੀ। ਠੀਕ ਆ ਜੀ, ਆਪਾਂ ਰੂਮ ਐਂਡ ਕਰੀਏ ਫਿਰ। ਆਪਾਂ ਇਦਾਂ ਉਹਨਾਂ ਨੂੰ ਨਹੀਂ ਪੰਡਿਤ ਜੀ ਸੁਣੋ ਨਹੀਂ ਭੱਜੇ, ਨਹੀਂ ਮੈਂ ਥੱਲੇ ਕੀਤਾ ਕਿਉਂਕਿ ਮੈਂ ਸਮਝਦਾ ਵਾਂ। ਇੱਕ ਮਿੰਟ ਡੇਵਿਲ ਜੀ, ਭਾਈ ਥੱਲੇ ਨਹੀਂ ਕਰਨਾ ਚਾਹੀਦਾ ਸੀ ਭਾਜੀ ਯਾਰ। ਨਹੀਂ ਦੇਖੋ, ਮੈਂ ਇੱਕੋ ਗੱਲ ਕਵਾਂਗਾ, ਆਪਾਂ ਗੱਲ ਕਰਨੀ ਆ, ਆਪਾਂ ਗੱਲਾਂ ਦਾ ਕੜਾ ਨਹੀਂ ਬਣਾਉਣਾ। ਡਿਬੇਟ ਖਤਮ ਹੋ ਚੁੱਕੀ ਹੈ। 2 ਕਿਤਾਬਾਂ ਦਾ ਹਵਾਲਾ ਦਿੱਤਾ ਗਿਆ ਸੀ, ਇੱਕ ਤੁਹਾਡੇ ਵੱਲੋਂ, ਇੱਕ ਉਹਨਾਂ ਵੱਲੋਂ, ਠੀਕ ਹੈ। ਜਿਹੜੀ ਤੁਹਾਡੀ ਕਿਤਾਬ ਸੀ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਸੀ ਜਿਹਦੇ ਵਿੱਚ ਗੰਗੂ ਬਾਮਨ ਦਾ ਜ਼ਿਕਰ ਹੋਵੇ। ਜਿਹੜੀ ਕਿਤਾਬ ਦਾ ਉਹ ਹਵਾਲਾ ਲੈ ਕੇ ਆਏ, ਉਹਦੇ 'ਚ ਵੀ ਇਹ ਸਾਬਿਤ ਹੋਇਆ ਕਿ ਕੋਈ ਵੀ ਜ਼ਿਕਰ ਨਹੀਂ ਸੀ ਗੰਗੂ ਬਾਮਨ ਦਾ। ਈਵਨ ਕਿ ਉਹਦੇ ਵਿੱਚ ਰਸੋਈਏ ਦਾ ਵੀ ਜ਼ਿਕਰ ਨਹੀਂ ਸੀ। ਉਹ ਡਿਵਾਈਨ ਵੀਰ ਨੇ ਜਿਹੜਾ ਅੱਜ ਕਾਊਂਟਰ ਕੀਤਾ, ਉਹ ਡਿਵਾਈਨ ਹੋ ਚੁੱਕਾ ਵਾ, ਡੈਵਿਲ ਹੋਣਾ ਡਿਵਾਈਨ ਹੋ ਚੁੱਕਾ ਵਾ। ਉਹ ਗੱਲ ਸਹੀ ਆ, ਉਹ ਕਾਬਿਲੇ ਤਾਰੀਫ ਹੈ। ਉਹਨਾਂ ਕੋਲ ਕੋਈ ਗੱਲ ਕਹਿਣ ਨੂੰ ਨਹੀਂ ਸੀ, ਉਹਨਾਂ ਨੇ ਸਿਰਫ ਇਹੀ ਗੱਲ ਕਹੀ ਕਿ ਜਦੋਂ ਵਿਪਰ ਨੂੰ ਤੁਸੀਂ ਜੇ ਬਾਹਮਣ ਨਹੀਂ ਸਮਝਦੇ ਤੇ ਜੱਟ ਕਿਉਂ ਕਹਿ ਰਹੇ ਹੋ। ਮੈਂ ਉਹਨਾਂ ਦੀ ਇਸ ਗੱਲ ਤੋਂ ਐਗਰੀ ਹਾਂ, ਆਪਾਂ ਉਹਨੂੰ ਜੱਟ ਨਹੀਂ ਕਹਿੰਦੇ। ਇਹ ਆਫਤ ਵੀਰ ਨੇ ਵੀ ਇਹ ਗੱਲ ਕਹੀ ਸੀ ਕਿ ਭਾਈ ਤੁਸੀਂ ਜੱਟ ਵੀ ਖਾਰਜ ਕਰ ਦੋ, ਤੁਸੀਂ ਬਾਹਮਣ ਵੀ ਖਾਰਜ ਕਰ ਦੋ, ਗੱਲ ਖਤਮ ਹੈ। ਪਰ ਉਹ ਇਸ ਗੱਲ ਤੇ ਆਂਦੇ ਨਹੀਂ ਪਏ। ਉਹ ਕਹਿੰਦੇ ਅਸੀਂ ਰਸੋਈਆ ਵੀ ਹਟਾ ਦਾਂਗੇ, ਅਸੀਂ ਗੰਗੂ ਵੀ ਹਟਾ ਦਾਂਗੇ, ਪਰ ਅਸੀਂ ਬਾਹਮਣ ਨਹੀਂ ਹਟਾਣਾ। ਮੋਰਲ ਆਫ ਦਾ ਸਟੋਰੀ ਹੈ ਸਾਰੀ ਡਿਬੇਟ ਦੇ ਵਿੱਚੋਂ ਇਹੋ ਹੀ ਨਿਕਲ ਕੇ ਆਇਆ ਕਿ ਇਹਨਾਂ ਦੀ ਬਾਹਮਣਾਂ ਦੇ ਨਾਲ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਹੈ ਜਿਹੜਾ ਇਹ ਕੱਢਣ ਨੂੰ ਫਿਰਦੇ ਆ। ਪਰ ਅਫਸੋਸ, ਬ੍ਰਾਹਮਣ ਦਾ ਮਤਲਬ ਇਹਨਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਬ੍ਰਾਹਮਣ ਦਾ ਅਸਲ ਦੇ ਵਿੱਚ ਮਤਲਬ ਕੀ ਹੁੰਦਾ। ਕਿਉਂਕਿ ਜਿੱਥੇ ਬ੍ਰਾਹਮਣ ਆ ਗਿਆ ਨਾ, ਉੱਥੇ ਸਮਝ ਲਓ ਸ਼ਾਸਤਰ ਆ ਗਏ, ਉੱਥੇ ਵੇਦ ਆ ਗਏ, ਉੱਥੇ ਪੁਰਾਣ ਆ ਗਏ, ਮੋਰਲ ਉੱਥੇ ਇੱਕ ਟੀਚਰ ਆ ਗਿਆ। ਲੇਕਿਨ ਇਹਨਾਂ ਨੇ ਬ੍ਰਾਹਮਣ ਦਾ ਮਤਲਬ ਕੁਝ ਹੋਰ ਕੱਢਿਆ ਹੋਇਆ। ਚਲੋ ਆਪਾਂ ਇਹੋ ਹੀ ਕਵਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਸਦਬੁੱਧੀ ਦੇਵੇ, ਪ੍ਰਮਾਤਮਾ ਇਹਨਾਂ ਨੂੰ ਸੱਚ ਸੁਣਨ ਦੀ। ਉਹਨਾਂ ਨੂੰ ਬੁਲਾ ਲਓ ਤੁਸੀਂ, ਇਦਾਂ ਨਹੀਂ ਪਿੱਪਲ ਜੀ ਨੂੰ ਬੁਲਾ ਕੇ ਉਹਨਾਂ ਨੂੰ ਕਹਿ ਦੋ ਵੀ ਠੀਕ ਆ। ਸਹੀ ਗੱਲ, ਮੈਨੂੰ ਵੀ ਭਾਈ ਇਹਦਾ ਚੰਗਾ ਜਿਹਾ ਨਹੀਂ ਲੱਗਾ ਕਿ ਕਿਉਂਕਿ ਦਾਸੀ ਜੇ ਉਹਨਾਂ ਥੱਲੇ ਕਰਦੇ ਆ ਤੇ ਉਹ ਮੇਰੇ ਖਿਆਲ ਤੋਂ ਠੀਕ ਨਹੀਂ ਹੈਗਾ। ਕਿਹਨੂੰ ਲਿਆਵਾਂ? ਉਹਨਾਂ ਨੂੰ ਵਾਪਸ ਉਦਾਂ ਹੀ ਭਾਜੀ ਲੈ ਕੇ ਆਓ ਜਿੱਦਾਂ ਸੀਗੇ ਏਦਾਂ, ਕਿਉਂਕਿ ਆ ਸਾਡੇ ਇਸ ਚੀਜ਼ ਦੇ ਖਿਲਾਫ ਆ। ਕਿਉਂ ਕੱਲ ਨੂੰ ਆਹੀ ਗੱਲ ਹੋਣੀ ਕਿ ਉਹਨਾਂ ਨੇ ਕਹਿਣਾ ਆ ਸਾਨੂੰ ਕੱਢਤਾ ਏਦਾਂ ਆ ਜੋ ਵੀ। ਪਿੱਪਲ ਜੀ ਤੁਸੀਂ ਉੱਪਰ ਆਓ ਭਾਜੀ। ਹਾਂਜੀ ਤੁਸੀਂ ਆ ਜਾਓ। ਆਫਤ ਜੀ, ਮੈਂ ਤੇ ਇੱਕੋ ਗੱਲ ਕਰਾਂਗਾ, ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ, ਮੈਂ ਆਪਣੇ ਨਹੀਂ ਪਰ ਭਾਜੀ ਜਿਹੜੀ ਯਾਰ ਦੇਖੋ ਏਦਾਂ ਨਹੀਂ ਵੀ ਗੱਲ ਚੱਲਦੇ ਨਾ। ਇੱਕ ਮਿੰਟ ਰੁਕੋ, ਮੋਰਲਸ ਹੈ ਨਾ ਭਾਜੀ, ਉਹ ਯਾਰ ਇੱਕ ਮੋਰਲਸ ਹੈਗੇ ਆ।
ਮੇਰੇ ਹਿਸਾਬ ਨਾਲ ਯਾਰ ਇੱਕ ਸੈਕਿੰਡ ਮੈਂ ਇੱਕ ਆਪਣੀ ਗੱਲ ਕਹਿ ਕੇ ਖਤਮ ਕਰਾਂਗਾ। ਮੇਰੇ ਹਿਸਾਬ ਨਾਲ ਇਹ ਚਰਚਾ ਖਤਮ ਹੋ ਚੁੱਕੀ ਹੈ। ਹੁਣ ਮੈਂ ਤੁਹਾਨੂੰ ਤਿੰਨਾਂ ਨੂੰ ਮੋਡ ਬਣਾਉਣ ਲੱਗਾ ਵਾਂ, ਤੁਸੀਂ ਜਿੰਨੂੰ ਵੀ ਉੱਪਰ ਲਿਆਣਾ ਲਿਆ ਸਕਦੇ ਹੋ, ਠੀਕ ਹੈ, ਲਿਆਓ। ਉਹ ਤਿੰਨੇ ਮੋਡ ਬਣ ਗਏ। ਨਹੀਂ ਬਸ ਨਹੀਂ ਹੋਰ ਨਹੀਂ ਕਿਸੇ ਨੂੰ ਆਪਾਂ ਪਿੱਪਲ ਜੀ ਨੂੰ ਲਿਆ ਕੇ ਉਹਨਾਂ ਨੂੰ ਰਿਸਪੈਕਟਫੁਲੀ ਆਪਾਂ ਕਵਾਂਗੇ ਭਾਜੀ ਤੁਸੀਂ ਤਿੰਨੇ ਮੋੜ ਥੱਲੇ ਚੱਲਿਆ ਯਾਰ, ਥੱਲੇ ਕਿਉਂ ਸਿੱਟਦੇ ਯਾਰ, ਇਦਾਂ ਦੇਖੋ ਨਾ ਫਿਰ ਤੁਸੀਂ। ਉਹ ਯਾਰ ਗਲਤੀ ਨਾਲ ਮੇਰੇ ਤੋਂ ਹੋ ਗਈ, ਮੈਂ ਉੱਪਰ ਚੱਕਣਾ ਸੀਗਾ, ਥੱਲੇ ਉੱਥੇ ਉਹ ਉੱਪਰ ਆ ਚੁੱਕੇ ਸੀਗੇ, ਵਾਪਸ ਥੱਲੇ ਚੱਲ ਗਏ। ਉਹ ਮੇਰੇ ਤੋਂ ਗਲਤੀ ਨਾ ਹੋ ਗਿਆ, ਵਾਪਸ ਲੈ ਲਓ ਯਾਰ, ਵਾਪਸ ਲਓ ਪਿੱਪਲ ਭਾਜੀ। ਹਾਂਜੀ ਹਾਂਜੀ ਭਾਜੀ, ਤੁਸੀਂ ਹਾਂਜੀ ਭਾਈ, ਬਹੁਤ ਸੋਹਣਾ ਤਰੀਕਾ ਪ੍ਰਵਚਨ ਦੇਣ ਦਾ। ਠੀਕ ਨਹੀਂ ਹੈ, ਸੁਣੋ ਇੱਕ ਮਿੰਟ, ਬਹੁਤ ਸੋਹਣਾ ਤਰੀਕਾ ਪ੍ਰਵਚਨ ਦੇਣ ਦਾ ਵੀ ਬੰਦੇ ਥੱਲੇ ਘੱਲ ਕੇ ਫਿਰ ਆਪਣੀ ਜੱਜਮੈਂਟ ਪਾਸ ਕਰੋ ਭਾਜੀ, ਇਦਾਂ ਨਹੀਂ ਕਰਨਾ। ਹੁਣ ਸੁਣੋ ਇੱਕ ਮਿੰਟ, ਜਿਹੜਾ ਪੇਪਰ ਵਾਲੀ ਗੱਲ ਆਪਣੀ ਚੱਲਦੀ ਸੀ ਉਹਨੂੰ ਕੰਟੀਨਿਊ ਕਰਨਾ। ਮੈਨੂੰ ਵੀ ਜਾਣਾ ਪੈਣਾ, ਮੈਂ ਵੀ ਕੰਮ ਤੇ, ਮੈਨੂੰ ਆਹ ਗੱਲ ਤੋਂ ਬਾਅਦ ਜਾਣਾ ਪੈਣਾ, ਤੁਹਾਡੀ ਸੁਣ ਕੇ ਜਾਊਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਗ ਨੰਬਰ 1192 ਦੇ ਵਿੱਚ ਬੇਪਰ ਸੁਦਾਮੇ ਦਾਲਤ ਪੰਜ, ਉਹਦਾ ਜਿਹੜਾ ਅਰਥ ਆ ਉਹ ਹੈ ਕਿ ਹੀ ਡਿਲੀਵਰਡ ਦਾ ਪੂਅਰ ਬ੍ਰਾਹਮਣ ਸੁਦਾਮਾ ਆਊਟ ਆਫ ਪਾਵਰਟੀ। ਬ੍ਰਾਹਮਣ ਉਹਦੇ ਸਪੈਸੀਫਿਕਲੀ ਉਹਦੇ ਵਿੱਚ ਮੈਂਸ਼ਨ ਕੀਤਾ। ਅਗਲੀ ਤੋਕਾ, ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ। The impurity of the sexual organs does not depart. The Brahman is burnt by the fire. तीसरी ਤੋਕਾ 1293 ਨੰਬਰ ਅੰਗ ਦੇ ਉੱਪਰ। ਭਾਈ ਠੀਕ ਹੈ, ਹੁਣ ਤੁਸੀਂ ਟੀਕੇ ਦਾ ਮਸਲਾ ਚੁੱਕ ਲਓ। ਹਾਂ, ਹੁਣ ਤੁਸੀਂ ਟੀਕੇ ਦਾ ਮਸਲਾ ਲੈ ਆਓ ਵੀ ਪੇਪਰ ਦਾ ਮਤਲਬ ਕੀ ਹੈ। ਪੇਪਰ ਦਾ ਮਤਲਬ ਭਾਈ ਗਰੀਬ ਵੀ ਹੋ ਸਕਦਾ ਵਾ, ਸੁਦਾਮਾ ਗਰੀਬ ਵੀ ਹੋ ਸਕਦਾ ਵਾ। ਜਿੱਦਾਂ ਭਾਈ ਨੇ ਪਹਿਲੇ ਵੀ ਦੱਸੀ ਸੀ ਗੱਲ, ਪੇਪਰ ਦਾ ਮਤਲਬ ਬ੍ਰਾਹਮਣ ਹੀ ਆ, ਪੇਪਰ ਦਾ ਮਤਲਬ ਬ੍ਰਾਹਮਣ ਹੀ ਆ। ਜੇ ਗਰੀਬ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਪੇਪਰ ਦਾ ਮਤਲਬ ਸਿਰਫ ਬ੍ਰਾਹਮਣ ਦਾ ਹੁੰਦਾ। ਮੈਂ ਅੱਜ ਕੱਲ ਹੀ ਦੱਸਿਆ ਵਾ। ਮਸੰਦ ਲਿਖਦਾ ਪਿਆ ਆ। ਸੁਣੋ, ਮਸੰਦ ਤੇ ਮਹਾਰਾਜ ਨੇ ਖਤਮ ਕਰਤੇ ਸੀ। ਮਸੰਦ ਦਾ ਮਤਲਬ ਕੀ ਹੋ ਸਕਦਾ? ਜਿਹੜੇ ਅਸਲ ਮਸੰਦ ਸੀ ਤਾਂ ਮਹਾਰਾਜ ਨੇ ਖਤਮ ਕਰਤੇ ਸੀ। ਹੁਣ ਸੁਣੋ ਨਾ, ਉਹ ਭਾਈ ਸੁਣੋ ਇੱਕ ਮਿੰਟ, ਸੁਣੋ ਤੁਹਾਡੀ ਹਾਂ ਤੁਹਾਡੀ ਜਿਹੜੀ ਡੈਫੀਨੇਸ਼ਨ ਸੀ ਪੇਪਰ, ਤੁਹਾਡੀ ਜਿਹੜੀ ਡੈਫੀਨੇਸ਼ਨ ਸੀ ਪੇਪਰ ਵਾਲੀ, ਉਹ ਹਲੇ ਵੀ ਉੱਥੇ ਹੀ ਆ। ਤੁਹਾਡੇ ਕੋਲ ਉਹਦਾ ਕੋਈ ਸਬੂਤ ਨਹੀਂ ਹੈ ਵੀ ਪੇਪਰ ਜਿਹੜਾ ਵਾ ਮਾੜਾ ਬੰਦਾ ਹੁੰਦਾ। ਤੁਸੀਂ ਮੈਨੂੰ ਇਹ ਦੱਸੋ, ਗੱਲ ਸੁਣੋ, ਬੰਦੇ ਦਾ ਪੁੱਤ ਬਣ ਅਨਿਲ ਬੰਦੇ ਦਾ ਪੁੱਤ ਬਣ, ਥੋੜਾ ਜਿਹਾ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰ। ਮੂਰਖਾਂ ਦੇ ਕੌਣ ਹੁੰਦਾ ਓਏ? ਉਹ ਕਾਕਾ ਗੱਲ ਸੁਣ, ਤੇਰੇ ਅੰਦਰ ਮਾਤਾ ਜੀ ਦੀ ਗੱਲ ਕਰਾਂ ਯਾਰ, ਤੂੰ ਆਪਣੇ ਆਪ ਦੇ ਕੰਟਰੋਲ ਰੱਖੇ, ਆਪਣੇ ਆਪ ਤੇ ਤੂੰ ਕੰਟਰੋਲ ਰੱਖੇ। ਮਾੜੀ ਜੀ ਵੀ ਫਿਕਰੀ ਨਹੀਂ ਤੇਰੇ ਚ। ਗੱਲਾਂ ਕਰਦਾ ਤੂੰ ਜਮਾਨੇ ਦੀਆਂ, ਚਰਚਾ ਕਰਨ ਆ ਗਿਆ ਤੂੰ ਕਿਸੇ ਚੱਕਰ 'ਚ। ਕਿਤਾਬ, ਜਿਸ ਕਿਤਾਬ ਦਾ ਤੂੰ ਹਵਾਲਾ ਦੇਣ ਡਿਆ ਉਹ ਕਿਤਾਬ ਤੂੰ ਪੜ੍ਹੀ ਨਹੀਂ, ਗੱਲਾਂ ਕਰਦਾ ਤੂੰ ਤੇਰੀਆਂ। ਦੱਸ ਮੈਨੂੰ, ਮੈਂ ਤੇ ਬੋਲਦਾ ਹੀ ਨਹੀਂ ਪਿਆ ਕੁਛ। ਮੈਂ ਤੇ ਕਿਸੇ ਚੀਜ਼ ਬਾਰੇ ਡਿਸਕਸ ਨਹੀਂ ਕੀਤੀ। ਮੈਂ ਤੇ ਕਹਿ ਹੀ ਰਿਹਾ ਵਾਂ, ਮੈਂ ਸਿਰਫ ਰੂਮ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣ ਵਾਸਤੇ ਆਇਆ ਵਾਂ। ਮੈਂ ਕਿਸੇ ਡਿਬੇਟ ਦਾ ਹਿੱਸਾ ਨਹੀਂ ਬਣਿਆ। ਤੂੰ ਆ ਕੇ ਵਿੱਚ ਆਪਣੀ ਪੂੰਛ ਅੜਾ ਰਿਹਾ ਸੀਗਾ, ਕਿਸੇ ਨੇ ਨਹੀਂ ਅੜਾਈ। ਦੋ ਸਿਆਣੇ ਬੰਦੇ ਗੱਲ ਕਰ ਰਹੇ ਸੀ, ਤੂੰ ਵਿੱਚ ਆਪਣੀ ਜਾ ਕੇ ਗੱਦੀ ਉਹੀ ਖੋਤੇ ਵਾਲੇ ਕੰਮ ਸ਼ੁਰੂ ਕਰਤੇ। ਕਿਸੇ ਦਾ ਕੋਈ ਕਸੂਰ ਨਹੀਂ ਸੀ। ਦੁਰ ਫਿਰੇ ਮੂੰਹ ਤੇਰੇ, ਲੱਖ ਲਾਂਹਤਾਂ ਤੇਰੇ ਜੰਮਣ ਵਾਲੇ ਦੇ। ਤੇਰੀ ਆ ਕਰਤੂਤ ਆ। ਅਕਲ ਤੇਰੇ ਕੋਲ ਫੋਟੀ ਨਹੀਂ। ਪਤਾ ਨਹੀਂ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਕਿ ਦੋ ਸਿਆਣੇ ਗੱਲ ਕਰਦੇ ਹੁੰਦੇ ਵਿੱਚ ਨਹੀਂ ਬੋਲੀਦਾ ਹੈ। ਤੂੰ ਮਿੰਟ ਬਾਅਦ ਪੂੰਛੀ ਚੱਕ ਕੇ ਵਿੱਚ ਆ ਜਾਂਦਾ। ਨਹੀਂ ਯਾਰ, ਇਦਾਂ ਫਿਰ ਇਹਨੂੰ ਬੰਦ ਹੀ ਕਰ ਦੋ ਜਾਂ ਫਿਰ ਆਪਾਂ क्लोज कर देने हैं। बस हो चुकी है गल। क्वेश्चन देखो, हम आप लोगों के ग्रुप को नीचे से देखो पंडित जी, हम आपके ग्रुप को नीचे से काफी देर से सुन रहे थे। अब लोग होंगे जिनके सवाल होंगे, अब हमें सवाल करने का मौका दीजिए यार। सवाल करना तो फिर उनको भी साथ में लेना पड़ेगा, वो पीपल भाई को ऊपर लो फिर। ਪੰਡਿਤ ਜੀ ਮੇਰੀ ਗੱਲ ਸੁਣੋ, ਹੁਣ ਆਪਾਂ ਗੱਲ ਕਰੀਏ ਖਤਮ, ਠੀਕ ਹੈ? ਪੰਡਿਤ ਜੀ, ਤੁਸੀਂ ਜਾਣਦੇ ਹੋਏ ਆਪਦੀਆਂ ਜਿਹੜੀਆਂ 5 ਰੈਫਰੈਂਸ ਆ ਉਹ ਦੱਸ ਦਿਓ। ਉਹਨਾਂ ਨੇ ਜਿਹੜੀ ਪੁਸਤਕ ਚੱਕੀ ਸੀ, ਉਹ ਪੁਸਤਕ ਦੀ ਉਹਨਾਂ ਦੀ ਰੈਫਰੈਂਸ ਤੇ ਉਹਨਾਂ ਦੀ ਕਹਾਣੀ, ਉਹਨਾਂ ਦੇ ਦਸਤਾਵੇਜ਼ਾਂ ਦੇ ਨਾਲ ਕੁਝ ਗੱਲਾਂ ਵਿੱਚੋਂ ਕੰਕਲੂਜਨ ਲਿਆਣਾ ਚਾਹਾਂਗਾ ਮੈਂ ਵੀ ਕੁਝ। ਭਾਜੀ ਮੈਨੂੰ ਇੱਕ ਮਿੰਟ, ਤੁਹਾਡਾ ਜਿਹੜਾ ਸੀ, ਮੈਂ ਤਾਂ ਪੇਪਰ ਜਿਹੜਾ, ਮੈਂ ਤਾਂ ਇਹ ਜਿਹੜਾ ਸੰਤੋਖ ਸਿੰਘ ਵਾਲੀ ਇਹਨੂੰ ਮੰਨਦਾ ਹੀ ਨਹੀਂ ਸਹੀ, ਠੀਕ ਹੈ ਜੀ? ਤੁਸੀਂ ਮੇਰੀ ਗੱਲ ਸੁਣਿਓ, ਇਹ ਉਹਦੇ ਕੋਲ ਮੈਂ ਕਹਿੰਦਾ ਵੀ ਜਿਹੜਾ, ਇੱਕ ਮਿੰਟ ਭਾਜੀ ਮੈਨੂੰ ਗੱਲ ਕਰ ਲੈਂਦਾ, ਤੁਸੀਂ ਬੋਲਿਓ। ਮੈਂ ਕਹਿੰਦਾ ਇਹਨੇ ਉਹ ਕਿਸੇ ਦਬਾਅ ਦੇ ਥੱਲੇ ਜਾਂ ਗਲਤੀ ਦੇ ਨਾਲ ਲਿਖੀ ਆ ਜਿਹੜੀ ਗੱਲ ਲਿਖੀ। ਮੈਂ ਸਮਕਾਲੀ ਜਿਹੜੇ ਮੇਰੇ 5 ਗ੍ਰੰਥ, ਮੈਂ ਜਿਹੜੇ ਮੇਰੇ ਨਹੀਂ, ਜਿਹੜੇ ਸਿੱਖ ਇਤਿਹਾਸ ਦੇ ਸਮਕਾਲੀ, ਮੈਂ ਤਾਂ ਉਹ ਕਹੇ ਸੀ ਉਹਨਾਂ ਦੇ ਵਿੱਚ ਕਿਤੇ ਵੀ ਇਸ ਘਟਨਾ ਦਾ ਜ਼ਿਕਰ ਗੰਗੂ ਬ੍ਰਾਹਮਣ ਦਾ ਜਾਂ ਵਿਪਰ ਦਾ, ਬ੍ਰਾਹਮਣ ਛੱਡੋ ਵਿਪਰ ਦਾ ਵੀ ਕਿਤੇ ਜ਼ਿਕਰ ਨਹੀਂ ਆ ਰਿਹਾ। ਮੈਂ ਤਾਂ ਮੇਰੇ ਤਾਂ ਉਹ ਸੀ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ, ਮਹਿਮਾ ਪ੍ਰਕਾਸ਼ ਸਰੂਪਦਾਸ ਭੱਲਾ,
ਕੋਇਰ ਜੀ ਦਾ ਜਿਹੜਾ ਇਹਨਾਂ ਨੇ ਵੀ ਜ਼ਿਕਰ ਕੀਤਾ ਖੁਦ ਆਪਣੇ ਜਿਹੜੇ ਜਤਿੰਦਰ ਵੀਰ ਨੇ ਜ਼ਿਕਰ ਕੀਤਾ, ਉਹਦੀ ਮੈਂ ਪੜ੍ਹੀ ਵੀ ਸੀ 2-3 ਪੇਜ, ਉਹ ਵੀ ਦੱਸ ਰਿਹਾ, ਉਹ ਸਟੋਰੀ ਵੀ ਸਾਰੀ ਆਪਾਂ ਸੁਣੀ। ਫਿਰ ਜਿਹੜਾ ਆ ਗਿਆ ਸੈਨਾਪਤੀ ਦਾ ਜਿਹੜਾ ਵਾ ਕਵੀ ਸੈਨਾਪਤੀ, ਜਿਹੜੇ ਮੇਨ ਸਮਕਾਲੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿੱਚੋਂ ਇੱਕ ਸੀ ਕਵੀ ਸੈਨਾਪਤੀ ਦਾ ਲਿਖਿਆ ਗੁਰਸੋਭਾ। ਤੇ ਪੰਜਵਾਂ ਆਪਣਾ ਆ ਗਿਆ ਭਾਈ ਦੂਨਾ ਸਿੰਘ ਹੰਡੂਰੀਆ, ਇਹ ਜਿਹੜਾ ਲਿਖਿਆ ਇਹਨਾਂ ਨੇ ਕਥਾ ਗੁਰੂ ਕੇ ਸੂਤਨ ਕੀ, ਇਹਦੇ ਤੇ ਤਾਂ ਪਤਾ ਹੀ ਆ ਰੌਲਾ ਚੱਲਿਆ। ਮੇਰਾ ਤਾਂ ਇਹ ਸੀ ਵੀ ਸਮਕਾਲੀ ਦੇ ਵਿੱਚ ਨਹੀਂ ਆ ਰਿਹਾ, ਜਿਹੜੇ ਬਾਅਦ ਵਿੱਚ ਲਿਖੇ ਗਏ ਉਹਨਾਂ 'ਚ ਆ ਰਿਹਾ, ਕਿਤੇ ਨਾ ਕਿਤੇ ਗੜਬੜੀ ਆ। ਦੂਸਰਾ ਜਿਹੜਾ ਸੀ ਤੁਹਾਡਾ ਡੈਵਲਸ ਭਾਜੀ ਦਾ ਪੁਆਇੰਟ, ਜਿਹੜੇ 2 ਪੁਆਇੰਟ ਸੀਗੇ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਦੋਵਾਂ ਦੇ ਵਿੱਚ ਹੀ ਗੱਲ ਜਿਹੜੀ ਆ ਉਹ ਨਹੀਂ ਕਲੀਅਰ ਕਰ ਸਕੇ ਵੀ ਕਿੱਦਾਂ ਵਾ ਉਹ ਪੂਰੀ ਤਰ੍ਹਾਂ ਉਹਨਾਂ ਨੇ। ਹੁਣ ਮੈਂ ਕੁਝ ਵਿੱਚੋਂ ਕੁਝ ਚੀਜ਼ਾਂ ਮੈਂ ਬੋਲਣਾ ਚਾਹੂੰਗਾ, ਪਿਛਲੀ ਵੀਡੀਓ ਚ ਵੀ ਮੈਨੂੰ ਬੋਲਿਆ ਇੱਕ ਸੀ। ਮਿੰਟ ਦਿਓ ਬਸ, ਮੈਂ ਇਸ ਤੋਂ ਬਾਅਦ ਨਾ ਮੈਂ ਚੱਲਾਂ ਹੀ ਆ, ਜਸਟ ਆ ਸੈਕਿੰਡ ਚ ਹੀ ਮੈਂ ਚੱਲਾਂ। ਤੁਹਾਡਾ ਗਲਾ ਨਹੀਂ ਸੁੱਕਦਾ? ਨਾ ਚਿੰਤਾ ਨਾ ਕਰੋ। ਤੇ ਉਹਦੇ ਵਿੱਚ ਮੈਂ ਇਹੀ ਕਹੂੰਗਾ, ਪਹਿਲੀ ਗੱਲ ਤਾਂ ਆਪਾਂ ਇਹ ਕਹੀ ਸੀਗੀ ਕਿ ਤੁਹਾਡੀਆਂ ਅਸੀਂ ਤਾਂ ਸਮਕਾਲੀਨ ਰੈਫਰੈਂਸ ਨੂੰ ਮੰਨਦੇ ਹੈਗੇ ਆ। ਦੂਜੀ ਗੱਲ ਜਿਹੜੀ ਉਹਨੇ ਗੱਲ ਕਹੀ, ਹੁਣ ਆਪਾਂ ਜਦੋਂ ਇਹਨਾਂ ਦੀ ਕਹਾਣੀ ਬੇਸਿਕਲੀ ਚੀਜ਼ ਅੰਡਰਸਟੈਂਡ ਕਰੋ, ਇਹਨਾਂ ਨੇ ਆ ਕੇ ਇੱਕ ਕਹਾਣੀ ਦੱਸੀ, ਠੀਕ ਆ, ਇੱਥੇ ਨਹੀਂ ਦੱਸੀ, ਪਰ ਆਪਾਂ ਉਹਨੂੰ ਉਂਝ ਪਤਾ ਕਿਹੜੀ ਕਹਾਣੀ ਦੀ ਉਹ ਡਿਫੈਂਸ ਕਰਨ ਆਏ ਸੀ। ਉਹ ਉਸ ਕਹਾਣੀ ਦੀ ਡਿਫੈਂਸ ਕਰਨੀ ਹੀ ਆਏ ਸੀ ਜਿਹੜੀ ਗੰਗੂ ਬਾਮਨ ਵਾਲੀ ਆ। ਗੰਗੂ ਬਾਮਨ ਵਾਲੀ ਕਿਹੜੀ ਆ ਕਿ ਇੱਕ ਮਾਤਾ ਗੁਜਰੀ ਜੀ ਨੂੰ ਉਹਨਾਂ ਦਾ ਨਾਲ ਇੱਕ ਰਸੋਈਆ ਸੀ, ਉਹ ਰਸੋਈਆ ਉਹਨਾਂ ਨੂੰ, ਗੁਰੂ ਘਰ ਦਾ ਰਸੋਈਆ ਉਹਨਾਂ ਨੂੰ ਧੋਖਾ ਦੇ ਕੇ, ਕੀ ਕਹਿੰਦੇ ਨੇ, ਸੂਹ ਦੇ ਕੇ, ਮਤਲਬ ਮੁਗਲ ਸਰਕਾਰ ਨੂੰ ਪੈਸੇ ਲੈ ਕੇ ਤੇ ਉਹਨਾਂ ਨੂੰ ਧੋਖਾ ਦੇ ਕੇ ਉਹਨਾਂ ਦਾ ਬਲੀਦਾਨ ਕਰਵਾ ਦਿੰਦਾ। ਇਹ ਇਹਨਾਂ ਦੀ ਸਟੋਰੀ ਸੀ। ਹੁਣ ਗੱਲ ਕੀ ਹੁੰਦੀ, ਜਦੋਂ ਗੱਲ ਆਪਾਂ ਜਦੋਂ ਐਡਜੂਡੀਕੇਸ਼ਨ ਕਿਸੇ ਮੈਟਰ ਦਾ ਹੁੰਦਾ, ਉਹਦੇ ਚ ਸਿੰਪਲ ਜੀ ਇੱਕ ਗੱਲ ਹੁੰਦੀ ਹੈ, ਜਦੋਂ 3 ਚੀਜ਼ਾਂ ਦੇ ਵਿੱਚੋਂ ਤੁਹਾਡੇ 3 ਪੁਆਇੰਟ ਹੀ ਖਾਰਿਜ ਹੋ ਗਏ, ਨਾ ਉਹ ਰਸੋਈਆ ਸੀ, ਨਾ ਉਹ ਗੰਗੂ ਸੀ, ਠੀਕ ਹੈ, ਤੇ ਨਾ ਹੀ ਉਹਨੇ ਕੋਈ ਸੂਹ ਦਿੱਤੀ ਸੀ ਉਹ ਬੰਦੇ ਨੇ, ਠੀਕ ਹੈ, ਤੇ ਤੁਹਾਡੀ ਸਟੋਰੀ ਤਾਂ ਓਬਵੀਅਸਲੀ ਖਤਮ ਹੋ ਗਈ। ਤੁਹਾਡਾ ਤਾਂ ਪੱਖ ਹੀ ਖਤਮ ਹੋ ਗਿਆ। ਸਾਡਾ ਪੱਖ ਤਾਂ ਅਜੇ ਪਹਿਲੇ ਵਾਲਾ ਹੀ ਹੈ। ਸਮਕਾਲੀਨ ਪੁਸਤਕਾਂ ਦੇ ਅਕੋਰਡਿੰਗ ਜਿਹੜੀ ਸਾਡੀ ਗੱਲਬਾਤ ਹੈ, ਹਜੇ ਉੱਥੇ ਤੁਸੀਂ ਆਏ ਨਹੀਂ। ਅਸੀਂ ਤੁਹਾਡੀ ਗੱਲ ਨੂੰ, ਤੁਹਾਡੇ ਐਵੀਡੈਂਸ ਨੂੰ ਖਤਮ ਕਰ ਦਿੱਤਾ। ਹੁਣ ਅਗਲੀ ਚਰਚਾ ਜੇ ਇਹਨਾਂ ਨੇ ਕਰਨੀ ਹੋਈ ਤੇ ਅਸੀਂ ਸਮਕਾਲੀਨ ਤੇ ਕਰਾਂਗੇ, ਸੰਤੋਖ ਸਿੰਘ ਵਾਲੀ ਤੇ ਹੁਣ ਹੋਣੀ ਨਹੀਂ, ਕਿਉਂਕਿ ਸੰਤੋਖ ਸਿੰਘ ਤਾਂ ਇਹ ਵੀ ਕਹਿੰਦਾ ਗੁਰੂਆਂ ਨੇ ਜਨੇਊ ਪਾਏ ਸੀ। ਮੈਂ ਹੁਣ ਕੁਝ ਚੀਜ਼ਾਂ ਬੋਲਣਾ ਚਾਹੂੰਗਾ ਵਿੱਚ। ਆ ਜੋ ਵੀ ਆਪਣੇ ਭਰਾਵਾਂ ਨੇ ਕਿਹਾ, ਸਭ ਤੋਂ ਪਹਿਲੀ ਗੱਲ ਤਾਂ ਸਾਡੀ ਜਿਹੜੀ ਇੱਕ ਵਧੀਆ ਗੱਲ ਆ, ਕੋਈ ਵੀ ਅਸੀਂ ਇਦਾਂ ਦਾ ਰੈਫਰੈਂਸ ਨਹੀਂ ਦਿੱਤਾ ਜਿਹੜਾ ਆਊਟ ਆਫ ਸਿੱਖ ਹਿਸਟਰੀ ਹੋਵੇ ਜਾਂ ਸਿੱਖ ਸਕ੍ਰਿਪਚਰਸ ਹੋਵੇ ਕਿ ਸਿੱਖ ਲਿਟਰੇਚਰ ਹੋਵੇ। ਕੋਈ ਵੀ ਅਸੀਂ ਇਦਾਂ ਦੀ ਚੀਜ਼ ਨਹੀਂ ਕਹੀ ਜਿਹੜੀ ਕਿ ਸਾਡੇ ਹਿੰਦੂਆਂ ਨੇ ਲਿਖੀ ਹੋਵੇ, ਠੀਕ ਹੈ। ਸਭ ਤੋਂ ਵੱਡੀ ਗੱਲ ਆ ਜਿਹੜੀ ਮੇਨ, ਅਸੀਂ ਸਿੱਖ ਇਤਿਹਾਸਕਾਰਾਂ ਦੇ ਹੀ ਅਸੀਂ ਇਤਿਹਾਸ ਤੇ ਗੱਲਾਂ ਕੀਤੀਆਂ ਆ, ਕੋਈ ਵੀ ਅਸੀਂ ਆਪਣੇ ਵੱਲੋਂ ਨਹੀਂ ਕੀਤੀ। ਸਭ ਤੋਂ ਜਿਹੜੀ ਮੇਨ ਗੱਲ ਆ। ਉਹ ਤੋਂ ਅਗਲੀ ਗੱਲ ਜਿਹੜੀ ਹੁੰਦੀ ਆ, ਮੈਂ ਫਰਜ਼ ਕਰ ਲੈਂਦਾ ਥੋੜੇ ਟਾਈਮ ਲਈ ਕਿ ਗੰਗੂ ਬਾਮਨ ਦੀ ਜਿਹੜੀ ਸਟੋਰੀ ਸੁਣਾਉਂਦੇ ਆ, ਉਹ ਸਟੋਰੀ ਵਿੱਚ ਵੀ ਕੁਝ ਤਰੁੱਟੀਆਂ ਹੈਗੀਆਂ ਵਾ। ਪਹਿਲੀ ਤਰੁੱਟੀ ਸਭ ਤੋਂ ਵੱਡੀ ਆਹ ਆ, ਉਹ ਬ੍ਰਾਹਮਣ ਹੀ ਕਿੱਦਾਂ ਰਹਿ ਗਿਆ ਜਦੋਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਅੰਮ੍ਰਿਤ ਛਕਾਤਾ। ਤਾਂ ਇੱਕ ਜਿਹੜਾ ਉਹਨਾਂ ਦੇ ਘਰ ਦਾ ਸਭ ਤੋਂ ਮੇਨ ਜੇ ਰਸੋਈਆ ਸੀਗਾ ਵੀ, ਜੇ ਮੈਂ ਫਰਜ਼ ਕਰਦਾ ਪਿਆ ਹਾਲੇ, ਉਹਨੂੰ ਉਹਨਾਂ ਨੇ ਕਿਉਂ ਨਹੀਂ ਛਕਾਇਆ, ਠੀਕ ਆ। ਚਲੋ ਆ ਵੀ ਮੰਨ ਲੈਂਦੇ ਆ ਕਿ ਉਹ ਜੇ ਜਿੱਦਾਂ ਹੁਣ ਗੁਰੂ ਸਾਹਿਬ ਜੇ ਹੁਣ ਦੱਸਿਆ ਜਾਂਦਾ ਕਿ ਮਾਸਾਹਾਰ ਵੀ ਕਰਦੇ ਸੀਗੇ, ਜੇ ਉਹ ਮਾਸਾਹਾਰ ਕਰਦੇ ਸੀਗੇ, ਇੱਕ ਬ੍ਰਾਹਮਣ ਕਿੱਦਾਂ ਬਣਾ ਸਕਦਾ ਵਾ ਮੀਟ ਵਗੈਰਾ ਸਾਰਾ ਕੁਝ। ਉਹ ਤੋਂ ਇਲਾਵਾ ਜਿਹੜੀ ਅਗਲੀ ਗੱਲ ਆਉਂਦੀ ਆ, 12 ਸਾਲ ਅਗਲੇ ਨੇ ਕੰਮ ਕੀਤਾ ਵਾ ਗੁਰੂ ਸਾਹਿਬ ਦੇ ਘਰ, ਜਦੋਂ ਉਹਨਾਂ ਕੋਲ ਬਹੁਤੀ ਜ਼ਿਆਦਾ ਜਿਊਲਰੀ ਸੀਗੀ, ਬਹੁਤੀ ਜ਼ਿਆਦਾ ਪੈਸਾ ਸੀਗਾ, ਬਹੁਤਾ ਜ਼ਿਆਦਾ ਸਾਰਾ ਕੁਝ ਸੀਗਾ। ਉਸ ਵੇਲੇ ਕੀ ਉਹਦਾ ਦਿਲ ਨਹੀਂ ਹੋਇਆ ਹੋਊਗਾ ਕਿ ਮੈਂ ਚੋਰੀ ਕਰ ਲਵਾਂ ਕਿਸੇ ਚੀਜ਼ ਦੀ? ਜਾਂ ਜਦੋਂ ਕਈ ਟਾਈਮ ਵਿੱਚ ਆਏ, ਜਦੋਂ ਗੁਰੂ ਸਾਹਿਬ ਤੇ ਅਟੈਕ ਵੀ ਹੋਏ ਹੋਊਗੇ ਉਹ ਵਾਲੇ ਟਾਈਮਾਂ 'ਚ, ਕਿ ਉਹਦਾ ਦਿਲ ਕੀਤਾ ਨਹੀਂ ਹੋਊਗਾ ਕਿ ਮੈਂ ਜਾ ਕੇ ਉਹ ਇਹਨਾਂ ਦੀ ਕਿਸੇ ਤਰੀਕੇ ਨਾਲ ਦੱਸ ਦਵਾਂ ਕਿ ਕੀ ਕਰਦੇ ਵੀ, ਕਿੱਦਾਂ ਕਰਦੇ ਵੀ, ਕਿੰਨੀ ਸੈਨਾ ਆ, ਕੀ ਆ, ਇਹਨਾਂ ਤੋਂ ਪੈਸੇ ਮੈਂ ਹੜਪ ਪੈਸੇ ਲੈ ਲਵਾਂ ਉਹਨਾਂ ਤੋਂ, ਸਰਕਾਰਾਂ ਤੋਂ, ਤੇ ਜਿਹੜੇ ਇਹਨਾਂ ਕੋਲ ਵੀ ਹੋਊਗੇ ਉਹ ਵੀ ਸਾਰੇ ਲੈ ਲਵਾਂ। ਉਹ ਤਦ ਨਹੀਂ ਹੋਇਆ ਕੁਛ ਵੀ ਏਦਾਂ ਦਾ। ਜਦੋਂ ਮਾਤਾ ਗੁਜਰੀ ਜੀ ਕੋਲ ਕਿੰਨਾ ਕੁ ਗਹਿਣਾ ਹੋਊਗਾ ਉਸ ਵੇਲੇ। ਤੇ ਨਾਲੇ ਸਭ ਤੋਂ ਮੇਨ ਗੱਲ ਹੈ, ਮਾਤਾ ਗੁਜਰੀ ਜੀ ਦੇ ਉਹ ਸੀਗੇ ਵਿਧਵਾ ਸੀਗੇ ਸਾਡੇ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹ ਜਾ ਚੁੱਕੇ ਸੀ, ਅਕਾਲ ਚਲਾਣਾ ਕਰ ਚੁੱਕੇ ਸੀਗੇ। ਉਹਨਾਂ ਨੂੰ ਗਹਿਣਿਆਂ ਗੱਠਿਆਂ ਦੀ ਕੀ ਲੋੜ ਪਈ ਸੀ ਉਸ ਵੇਲੇ, ਕਿ ਉਹ ਆਪਣੇ ਨਾਲ ਕੈਰੀ ਕਰ ਰਹੇ ਸੀਗੇ। ਤੇ ਦੂਸਰੇ ਪਾਸੇ ਆ ਵੀ ਮਿਲਦੀ ਹੈ ਚੀਜ਼ ਕਿ ਉਸ ਵੇਲੇ ਜਿਹੜੇ ਸਾਡੇ ਗੁਰੂ ਸਾਹਿਬ ਸੀਗੇ, ਉਹ ਲੋਕਾਂ ਤੋਂ, ਮਤਲਬ ਕਿ ਹੋਰ ਲੋਕਾਂ ਤੋਂ ਜੇ ਹੁਕਮਨਾਮੇ ਚੀਜ਼ਾਂ ਹੁੰਦੀਆਂ ਕਿ ਪੈਸੇ ਮੰਗਵਾ ਰਹੇ ਸੀਗੇ। ਤੇ ਇੱਧਰ ਸਾਡੇ ਮਾਤਾ ਗੁਜਰੀ ਸੀਗੇ ਜੋ ਨਾਲ ਸੀਗੇ, ਉਹਨਾਂ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਨਹੀਂ ਚੀਜ਼ ਯੂਜ਼ ਕੀਤੀ, ਆਪਣੀ ਜੁਐਲਰੀ ਵਗੈਰਾ। ਬਹੁਤ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਜਿੱਦਾਂ ਕੰਟਰਾਡਿਕਸ਼ਨ ਕਰਦੀਆਂ ਆ। ਪੇਪਰ ਦਾ ਮਤਲਬ ਦੀ ਮੈਂ ਡੀਪੀ ਲਾਈ ਆ, ਮਾੜਾ ਦੇਖ ਲਈ। ਦੇਖੋ ਭਾਜੀ, ਦੇਖੋ ਇੱਕ ਮਿੰਟ ਭਾਜੀ, ਪੇਪਰ ਦੇ ਮੁਬਾਰਕਾਂ ਭਾਜੀ ਸਾਰਿਆਂ ਨੂੰ। नहीं रूम थोड़ी ਜੰਗ ਜਿੱਤ ਗਏ ਪਾਰਟੀਆਂ ਯਾਰ ਕਰ ਲਓ। ਇੱਕ ਮਿੰਟ ਮੈਂ ਬੋਲਾਂ ਕੁਝ। ਇੱਕ ਮਿੰਟ ਆਫਤ ਜੀ ਇੱਕ ਮਿੰਟ ਮੈਂ ਹੁਣ ਕਹਾਂਗਾ, ਦੇਖੋ ਆਫਤ, ਪੰਡਿਤ, ਡੇਵਿਲ
ਅਸੀਂ ਸਾਰਿਆਂ ਨੇ ਬਹੁਤ ਚਰਚਾ ਕਰ ਲਈ। ਸਾਡੇ ਹੋਰ ਬਹੁਤ ਵੀਰ ਹੈਗੇ ਆ ਥੱਲੇ ਜਿਹੜੇ ਇਸ ਵਿਸ਼ੇ हाँ ਤੇ ਆਪਣੇ ਕੋਈ ਵਿਚਾਰ ਰੱਖਣੇ ਚਾਹੁੰਦੇ ਹੋਣਗੇ। ਸੋ ਹੁਣ ਆਪਾਂ ਚਾਰਾਂ ਤੋਂ ਇਲਾਵਾ ਕਿਸੇ ਨੇ ਬੋਲਣਾ ਚਾਹਨਾ ਤੇ ਆਪਾਂ ਇੱਕ ਵਾਰੀ ਸਾਰਿਆਂ ਨੂੰ ਪੁੱਛ ਲਈਏ आहो ਜੇ ਤੁਹਾਡੀ ਇਜਾਜ਼ਤ ਹੋਵੇ ਤੇ। ਨਹੀਂ ਭਾਜੀ ਚਰਚਾ ਹੀ ਹੋਰ ਕਰਨਗੇ, ਅਸੀਂ ਸਾਡੀ ਤਾਂ ਹੋ ਚੁੱਕੀ ਹੁਣ ਆਪਣੇ ਬਸ ਭਰਾ ਮੈਂ ਤਾਂ ਹੀ हाँ जी ਕਹਿਣ ਓ ਡਿਆ ਯਾਰ ਕਿ ਹੁਣ ਹੱਥ ਲਓ ਥੋੜਾ ਜਿਹਾ, ਬਹੁਤ ਹੋ ਗਿਆ। ਹਾਂ अच्छा मैं बोला कुछ ਰੋ ਰਹੇ ਆ ਉੱਧਰ ਹਾਂਜੀ ਜਾ ਹਾਂਜੀ ਕੇ ਗੱਲ ਡੈਵਿਲ ਮੈਂ ਭਾਜੀ ਬੰਨ ਡੈਵਿਲ ਇੱਕ ਮਿੰਟ ਭਾਜੀ ਸੰਜੂ ਜੀ ਡੈਵਿਲ ਸੰਜੂ ਭਾਜੀ ਜੀ ਕਿੱਥੇ ਆ? ਪਹਿਲੇ ਤਾਂ ਡੈਵਿਲ ਭਾਜੀ चुप नहीं ਦੱਸੋ ਕਿੱਥੇ ਹੈਗੇ ਆ? ਡੈਵਿਲ ਭਾਈ ਚੱਲ ਗਏ ਆ? ਦੇਵਲ ਭਾਈ ਡੈਵਿਲ ਭਾਈ ਥੱਲੇ ਨੂੰ ਕਿੱਥੇ ਯਾਰ ਚਲੇ ਗਏ? ਹੈਡਸ ਆਫ ਆ। ਡੈਵਿਲ ਭਾਈ ਨੂੰ ਹੈਡਸ ਆਫ ਆ, ਉਹਨੇ ਬਿਟਸ ਸੁਣਦੀ ਆ ਬਹੁਤ नहीं, ਵਧੀਆ। अब बड़े नहीं मैं आराम ते से ना क्वेश्चन आंसर्स ले लो आप सबसे। मैं ते पहले ही मैं ते मैं पहले एक नहीं यार मिनट संजू जी एक मिनट भाई बिल्कुल भाई एक शांति। मिनट अनुराग जी एक मिनट प्लीज देखो इस तरह हुण टर्न वाइज ना सारे अपना अपना टाइम लैके ना इस विषय ते बोलना शुरू करो। पहले सारे मेरे वीर एक बारी अपना माइक ऑन करके ना डेविल नू सल्यूट करो, सारे क्लैप यार करो। कल्ले डेविल नहीं तो थानू भी पंडित नु भी आफत नु भी भाजी सारे नु नहीं सारे देखो पता की है सल्यूट तो देखो ਤੁਹਾਨੂੰ रोहन जी सल्यूट तो आप सभी को भी है क्योंकि आपने इतनी पेशेंस रख के ये सब सुना। और लेकिन देखो जसप्रीत को भी हर भाजी हर कहीं ना कहीं हर उनके स्टोरी का जज्बे को भी। देखो हाँ हर जी हाँ जी करेक्टर की अहमियत होती है, लेकिन हीरो एक होता है और आज का हीरो बस डेविल है। डेविल ये डेविल चीज हमें भाई समझनी मेरा डेविल पहला भाई क्वेश्चन ले जिंदाबाद। लीजिए, पहला क्वेश्चन ले लीजिए। ठीक है। अभी रुको अभी ठीक है अभी जी, पहले ठीक है। मुझे नजर आ रहे हैं मिस्टर संजू जी। संजू जी तुसी की कहोगे? देखो मैं ना बड़ा इमोशनल इस टाइम। मैं हिंदी में बात करूंगा, बीच में बहुत सारे हिंदी वाले लोग हैं। मैं इमोशनल हूँ क्योंकि ये पिछले साल चलो हमने तो काफ़ी चीज़ें पढ़ी थी, हमें पता भी था ये जो चीज़ें आज डेविल आफत आपने सबने पंडित जी ने सबका बहुत बहुत थैंक्स इन्होंने क्लियर करी हैं। ये चीज़ें मेरे को तो पता थी, लेकिन ये चीज़ें किसी से डिस्कस नहीं गई कभी कर पाए। मेरे बेटे को पिछले साल उसके स्कूल में उसके साथ वाले जो जट पढ़ने वाले स्टूडेंट थे, उन्होंने उसको गंगू बामण उसकी छेड़ रख दी थी, जैसे पंजाब में करते हैं स्कूल टाइम में। उसका उल्टा नाम रख दिया था। उसने मेरे को आके पूछा था, पापा गंगू ब्राह्मण क्या होता है? मेरे पास आंसर नहीं था, उसको काफ़ी गलत चीज़ें बोली गई। अब मैं उसको सारी की सारी स्टोरी विद रेफरेंसेस मैं उसको बताऊँगा। प्राउड ऑफ यू पीपल, यू हैव ब्रोकन देयर नैरेटिव। उनका जो लाई था, इतना बड़ा झूठ जो गढ़ा हुआ था, हैट्स ऑफ टू यू, थैंक्स लॉट। रियली मेरे पास शब्द नहीं है कि मैं इनकी तारीफ किस सेंस में करूं। लेकिन एक बात है, इतना बड़ा झूठ बोलते रहिए, इतने सालों से झूठ बोलते रहे, शर्म नहीं सिर्फ इसीलिए कि ब्राह्मण से हेट करते हैं। द ओनली वन थिंग दे आर कैरिंग इन देयर हार्ट्स ओनली हेट। आपने सुना था ना उनकी बात, नहीं हम तो ब्राह्मण ही कहेंगे जी, हम उनको नहीं कहेंगे तो किसी और के साथ ब्राह्मण लगा देंगे। व्हाट द बुलशिट दे वर टॉकिंग। दिस shows कि how much hatred they are caring for the Brahmins। ਲੱਖ ਲਾਂਤਾਂ ਪੰਜਾਬੀ ਚ ਇਹਨਾਂ ਤੇ। थैंक यू। ओके हाँ जी मिस्टर रोहन। भाजी मेरे दो सवाल होंगे, मुझे थोड़ा सा समय चाहिए। वो इसलिए चाहिए क्योंकि जो चीज का मैं निष्कर्ष जो मैंने निकाला और इस पे मैं बहुत ही फर्मली बिलीव करता हूँ। आई वाज लिसनिंग to this conversation. I mean, this is not the first time that you all people are discussing. I will speak. तो मुझे ऐसा लगा कि मुझे जो आज चरित्र मिला, मैं सिर्फ प्लीज म्यूट कर लीजिए जिसका भी ओपन है माइक। So what I can see, so I won't target only Jats. I will target the normal regular Sikh guy. मुझे आज इनकी बातों से वो लगा कि जो एक एक मुस्लिम इस्लाम को जिस तरह से फॉलो करता है कि दे आर सो फर्म ऑन देयर बिलीव कि वो हिस्ट्री वो कोई भी हिस्टोरिकल कोई ऐसा इवेंट को इरेज करना ही नहीं देना चाहते जो शुरू से उनको दिखाया गया है। करेक्ट। तो ये आज मुझे इनकी झलक मिली कि दे आर वेरी रिजिड कि नहीं, ये अगर बोला है तो प्लीज म्यूट कर लीजिए यार, जो भी ऊपर आ रहा है ना, बार बार मेरी आवाज एको हो रही है। ठीक है, तो ये चीज मेरे को आज इससे झलक मिली और थोड़ा क्या मैं बहुत ज्यादा डिसअपॉइंटेड हूँ। ठीक है, कि ये लोग इतने रिजिड है कि नहीं हम इस चीज पे बिल्कुल हैं कि नहीं, चाहे टस से मस हो जाए हम इसको नहीं हटाएंगे। क्योंकि इन लोगों को पता होना चाहिए कि किस तरह से जैसे अभी संजू भाई ने जो ये चीज बताई कि उनके बेटे के साथ हुई है, डेफिनेटली ये चीज मैंने भी बहुत फेस करी है। और ये पंजाब के बाहर के माहौल की मैं बात करूं, ये चीज मैंने वहां भी फेस करी है। ठीक है, अब दूसरी बात में आता हूँ पिपल की। यार ऐसे कैसे? एक सेकंड, जस्ट एक सेकंड।
सेकंड, आप अपने परिचय भी दे, वो वाला परिचय मतीदास और सतीदास जी वाला। मेरा परिचय सिर्फ इतना होगा कि मैं जब एक एक ग्रुप में लोगों के साथ बैठा था, जो सारे मेरे जो अच्छे मित्र थे वो सारे सरदार थे। तो अब जब से माहौल बिगड़ना शुरू हुआ तो एक बारी चर्चा हुई वहाँ पे, और वहाँ पे डिस्कशन होने लगी कि वो डिस्कशन में ये बात कर रहे थे कि जब मुगल्स इंडिया में आए थे तो तुम हिंदुओं की बेटियों के साथ ये लोग अत्याचार करते थे और हमें सिंगों को कुछ नहीं कहते थे। अब मैं इनकी बातें सुन रहा हूँ और मेरे मन में मैंने ओपनली इनसे क्वेश्चन पूछा कि क्या आप लोग जुपिटर से आए थे या आप लोगों का कोई कबीला था? इस बात को डॉज करते हुए उन्होंने इस बात से डिफेंड किया कि तुम लोगों की जो प्रैक्टिसेस थी इस वजह से मुगल तुम लोगों पे अत्याचार करते थे। ठीक है, मुझे पता है ये बहुत लंबी डिबेट चली जाएगी, तो फिर उसने गंगू ब्राह्मण का मुझे एक बहुत बड़ा हवाला दिया। वो गंगू ब्राह्मण के ऊपर सिर्फ हवाला ही नहीं, उसके ऊपर टी सीरीज वालों ने आज से 9 साल पहले यूट्यूब में एक प्रॉपर गाना निकाला हुआ है और उसमें वो छोटे-छोटे बच्चे पूरा वो जो बाणा पाते हैं ना, जो सिख लोग बाणा पाते हैं, सुंदर-सुंदर से लगते हैं, प्यारे-प्यारे, वो बच्चों के शब्दों से ऐसे-ऐसे शब्द निकाले जा रहे हैं पूरे गाने में। ये कितनी फिर जब मैंने उनसे को अपना परिचय दिया, मैं क्या अगर एक तरफ गंगू ब्राह्मण ने अगर इस तरह से किया था, तुम ये चीज़ डिस्क्राइब कर रहे हो कि यहाँ पे कि ब्राह्मण ने तो ये कर दिया, बट जो मतीदास और सतीदास छिब्बर थे, फिर उन्होंने मुझे टोक दिया, कह रहे नहीं 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 वो छिब्बर नहीं थे, वो भाई थे। तो यहाँ से इनकी हिपोक्रेसी साबित होती है, और खैर उनको ये भी नहीं पता कि और उनको ये भी नहीं पता कि वो इस चीज का ढोंस कोई भी सिख मेरे ऊपर, एटलीस्ट वो किसी और हिंदू पे जता सकता है, बट मेरे ऊपर कोई भी सिख ये बात आके नहीं कह सकता कि भी उन्होंने हमारी रक्षा करी है। मेरा जो लास्ट नेम है मैं छिब्बर है, और अगर अपने पूर्वजों पे कंधे पे रख के बंदूक चलानी है तो मैं बड़े आराम से ये चला सकता हूँ कि भाई रोहन जी, ये भी बताओ कि आप ही सतीदास मतीदास जी के आगे वो उनके आपके पूर्वज थे और आप उनके आगे से वंशज हो, रियल फैमिली में? हाँ, मैं रियल वो ये तो है ही है, हमारे मठ भी हैं और मैं छिब्बर ही हूँ। तो मुझे नहीं पता कि ये किस वजह से ये लोग, और हमारा जो पूरे क्लैन का नाम है वो मोयाल ब्राह्मण्स होते हैं, मार्शल कौम रही है। हमें मतलब हुसैनी ब्राह्मण्स भी कहा जाता है। इट्स अ वेरी लॉन्ग हिस्ट्री, बट मैं जिस बात पे आ रहा हूँ कि वही अगेन द बात कि मैं अभी भी अपने कभी इंसेस्टर्स या गुरुओं पे कंधों पे रख के बंदूक नहीं चलाता जो ये लोग चलाते हैं, और ये पूरे माहौल में है कि इसी वजह से हिंदू हमेशा झुकाव में रहता है इन लोगों के। और मैं सच बता रहा हूँ, मैं जब से आप लोगों के साथ जुड़ा ना, आप लोगों ने मतलब मेरे छाती से ना आप लोगों ने इतनी चीजें उतार ली है ना कि अब वाकई ना चौड़ा होके घूमने का मन करता है कि अब कि भाई ठीक है सब समान है। अच्छा, मैं आखिरी बात करके आगे चलता हूँ। पीपल ने एक बात बोली थी, पीपल यहाँ पे ना एक बात ब्राह्मण की वो डेफिनेशन समझा रहे थे, वो अपने रूप में समझा रहे थे। मैं सच बता रहा हूँ, ये समय ऐसा कि कोई भी इंसान है कोई भी डेफिनेशन किसी सोर्स के हवाले से और अपनी समझ के हिसाब से दे सकता है, बट जो पीपल ने ब्राह्मण की डेफिनेशन समझाई कि ब्राह्मण फलां है, जैसे मांगने वाला है या कोई भी, उसने मैं पूरा नहीं। अब अगर ब्राह्मण की जब डेफिनेशन तय होगी कि ब्राह्मण की डेफिनेशन ये है जो सूझवान है या जो मंगता है या वो है, बट एक तरफ जब आप गंगू के कैरेक्टर को देखोगे जो मे बी क्या मोर देन टुडे आई बिलीव दैट दिस इज एन हाइपोथेटिकल, बट अगर इनके हिसाब से चले कि गंगू कभी था, तो गंगू के साथ ब्राह्मण का वर्ड जो डेफिनेशन आप दे रहे हो वो बिल्कुल भी मेल नहीं खा रही। तो यहाँ पे फिर इनकी आर्गुमेंट फेल हो जाती है, क्योंकि गंगू एक करप्टेड कैरेक्टर है जो इनकी तरफ से रचा गया, और ब्राह्मण वो है जो खुद ये कह रहे हैं कि ब्राह्मण का मतलब ये है। तो जब ब्राह्मण का मतलब ये है जो ईश्वर की नॉलेज रखता है, तो फिर वो गंगू के साथ आप लगा के रहे हो। तो मेरी बात इतनी है कि मैं आप लोगों की हिस्टोरिकल बातों में नहीं जाऊंगा, मैं सिर्फ इतना कहूंगा कि इन लोगों को रिस्पॉन्सिबिलिटी लेनी चाहिए कि जहां से ये अकाल तख्त से हमारी पूरी कम्युनिटी को बदनाम करते हैं, आप मुसलमानों को क्यों नहीं करते हो यार? उन्होंने क्या क्या कुछ किया गुरुओं के साथ या हम सबके साथ किया ना। आप मुल्लों को तो डिफेंड कर लेते हो हर बात में। तो आई थिंक जो आउटसाइड पंजाब का बच्चा होगा, आफत बाजी तुसी म्यूट करो, मान लो कोई तुसी यार साउथ इंडिया का बंदा ले लो। मैंने 2 बार आफत जी को म्यूट किया, ये फिर अनम्यूट करी यार खुद को। अनिल पाजी तुसी ना कोई साउथ इंडिया का बंदा ले यार, आफत जी म्यूट करो प्लीज। सारा मोमेंटम खराब कर छड़िया जे मेरा। फिर देख अनिल भाजी मैं गल पता की कह रहा, तुसी बाहर तुसी ये सोच के देखो कि ये ਅਸੀਂ ਵੈਰੀ ਥੋੜੀ ਆ ਇਹਨਾਂ ਦੇ,
ਠੀਕ ਹੈ ਤੁਸੀਂ ਕਮਿਊਨਿਟੀ ਤੇ ਤਾਨਾ ਕਸਤ ਆਏ, ਅਸੀਂ ਤਾਂ ਬਹੁਤ ਪੀੜਿਤ ਹਾਂ, ਮੈਂ ਬਹੁਤ ਪੀੜਿਤ ਹਾਂ, ਬਟ ਚਲੋ ਤੁਸੀਂ ਆਪਣੇ ਹਵਾਲੇ ਤੋਂ ਸੋਚ ਕੇ ਦੇਖੋ, ਜਿਹੜਾ ਬਾਹਰੋਂ ਬੰਦਾ ਆ ਰਿਹਾ, ਜਿਹੜਾ ਪੰਜਾਬ ਤੋਂ ਬਿਲਕੁਲ ਵੀ ਉਹ ਵਾਂਝਾ ਹੈ ਇਸ ਕਮਿਊਨਿਟੀ ਤੋਂ, ਇਸ ਹਿਸਟਰੀ ਤੋਂ, ਕਰੈਕਟ, ਉਹ ਸਾਊਥ ਦਾ ਬੰਦਾ ਆ ਰਿਹਾ, ਉਹ ਪ੍ਰਭਾਵਿਤ ਹੋ ਰਿਹਾ ਸਿੱਖ ਹਿਸਟਰੀ ਨੂੰ ਦੇਖ ਕੇ ਕਿ ਕਿੰਨੀ ਸ਼ੂਰਵੀਰਾਂ ਦੀ ਹਿਸਟਰੀ ਹੈ, ਬਟ ਜਦੋਂ ਇਹ ਛੋਟੀ ਜਿਹੀ ਗਲਤੀ ਫੜਦਾ ਉਹਨੇ ਦੀ, ਤੇ ਸਿੱਧਾ ਮਤਲਬ ਉਹ ਕਟਾਕਸ਼ ਕਰੇਗਾ ਕਿ ਯਾਰ ਇਹ ਹੈ ਸਿੱਖ ਕਮਿਊਨਿਟੀ ਜਿਹੜੀ ਪ੍ਰਚਾਰ ਕਰਦੀ ਹੈ ਵੇਦਾਂ ਬਾਰੇ, ਉਹ ਢੰਗੀਆਂ ਵਾਲਾ ਲੈ ਲਓ, ਉਹ ਸਾਰਾ ਦਿਨ ਗੱਲਾਂ ਕਰੇਗਾ ਵੇਦ ਇਸ ਤਰ੍ਹਾਂ ਵੋਦ ਉਸ ਤਰ੍ਹਾਂ, ਫਿਰ ਬਿਲਕੁਲ ਸਮਝ ਲੱਗਦੀ ਹੈ ਕਿ ਇਹ ਕਮਿਊਨਿਟੀ ਵਾਕਈ ਹੀ ਡਿਮਿਨਿਸ਼ ਹੁੰਦੀ ਜਾ ਰਹੀ, ਤੇ ਇਹਨਾਂ ਨੂੰ ਵਾਕਈ ਕਿਸੇ ਚੀਜ਼ ਦਾ ਡਰ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਅਸੀਂ ਨਾਲ ਖਲੋਤੇ ਇਹਨਾਂ ਦੇ, ਬਟ ਮੈਂ ਤਾਂ ਹੁਣ कभी नहीं, मतलब अब तो बिल्कुल भी ना, आई वांट टू बी वेरी फार अवे फ्रॉम देम। सही है रोहन जी, बहुत अच्छा। अच्छा, नेक्स्ट टर्न है मनमीत जी दी। यार आफत जी अपना म्यूट कर दो यार। एक मिनट अनिल भाजी, आफत जी कुछ कहना चाहते हो? आवाज नहीं आती भी। आफत भाई थोड़ी आवाज नहीं आफत आती जी ਤੁਹਾਡੀ ਫਿਰ ਆਵਾਜ਼ ਨਹੀਂ ਆ ਰਹੀ ਸਾਨੂੰ। ਅਨਿਲ ਭਾਜੀ ਮੈਂ ਪਲੀਜ਼ ਇੱਕ ਪੁਆਇੰਟ ਰੱਖਣਾ ਹੁਣ ਆ ਰਹੀ ਮੇਰੀ ਆਵਾਜ਼, ਹੁਣ ਆ ਰਹੀ ਮੇਰੀ ਆਵਾਜ਼। ਹਾਂ ਹੁਣ ਸਹੀ ਹੈ ਭਾਜੀ, ਬੋਲੋ ਹੁਣ ਸਹੀ ਹੈ। ਪਹਿਲਾਂ ਯਾਰ ਮੈਂ ਕਹਿ ਰਿਹਾ ਸੀਗਾ ਰੋਣ ਭਾਜੀ ਨੂੰ ਕਿ ਰੋਣ ਵੀਰੇ ਤੁਹਾਨੂੰ ਇੱਕ ਚੀਜ਼ ਐਡ ਕਰਨੀ ਚਾਹੀਦੀ ਆ ਕਿ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਉਹ ਬ੍ਰਾਹਮਣ ਸੀਗੇ, ਕਿਉਂਕਿ ਉਹ ਗੁਰੂ ਸਾਹਿਬ ਦੇ ਦਰਬਾਰ 'ਚ ਵੀ ਬਹਿੰਦੇ ਸੀਗੇ, ਚਰਚਾ ਵੀ ਕਰਦੇ ਸੀ, ਸਭ ਕੁਝ ਕਰਦੇ ਸੀਗੇ। ਪਰ ਇੱਕ ਰਸੋਈਆ ਸੀਗਾ, ਰਸੋਈਆ ਇੱਕ ਬ੍ਰਾਹਮਣ ਕਿੱਦਾਂ ਹੋ ਸਕਦਾ ਵਾ? ਉਹ ਤਾਂ ਬ੍ਰਾਹਮਣ ਦਾ ਕੰਮ ਹੀ ਨਹੀਂ ਕਰਦਾ ਸੀਗਾ। ਨਹੀਂ ਆਫਤ ਜੀ ਤੁਸੀਂ ਫਿਰ ਗਲਤ ਹੋ, ਉੱਥੇ ਰਸੋਈਆ ਵੀ ਨਹੀਂ ਸੀ ਕੋਈਗਾ। ਨਹੀਂ ਜੇ ਆ ਵੀ ਜਾਵੇ ਇਨ ਕੇਸ, ਮੈਂ ਉਹ ਜਿੱਦਾਂ ਕਹਿ ਰਿਹਾ ਵਾਂ, ਮਿਊਟ ਕੌਣ ਕਰ ਰਿਹਾ ਯਾਰ? ਮੈਨੂੰ ਨਹੀਂ ਪਤਾ ਯਾਰ ਕਿਹੜਾ ਆਪਣਾ ਭਰਾ ਏਦਾਂ ਦਾ ਹੈਗਾ। ਮੇਰਾ ਸੰਜੂ ਭਾਈ ਕਰਦੇ ਹੋਗੇ, ਪੱਕਾ ਸੰਜੂ ਭਾਈ ਆ ਕੰਮ ਕਰਦੇ ਹੁੰਦੇ ਆ। ਚੱਲ ਬਕਵਾਸ ਨਾ ਕਰ, ਮੈਂ ਨਹੀਂ ਕਰਦਾ ਕਦੀ ਵੀ। ਮੈਂ ਪੰਡਤ ਭਾਈ ਤੁਸੀਂ ਆ, ਪੰਡਤ ਭਾਈ ਤੁਸੀਂ ਹੈਗੇ ਆ ਯਾਰ, ਅੱਗੇ ਮੈਂ ਕਦੀ ਕੀਤਾ ਇਦਾਂ ਦਾ ਕੰਮ? ਤੂੰ ਯਾਰ ਅਸੀਂ ਭਾਜੀ 4 ਜਣੇ ਆ ਅਸੀਂ। ਅੱਜ ਕਲੋਲਾ ਕਰਦੇ ਬੰਦ, ਇਹ ਖੁਸ਼ੀਆਂ ਵੱਧ ਹੋ ਰਹੀਆਂ ਇਹਨਾਂ ਨੂੰ ਅੱਜ। ਅੱਛਾ ਚਲੋ ਸੰਜੂ ਜੀ ਥੱਲੇ ਕਿੱਦਾਂ ਚਲੇ ਗਏ? ਕਿੰਨੇ ਭੇਜਿਆ? ਅੱਛਾ ਹੁਣ ਆਫਤ ਜੀ ਇੱਕ ਮਿੰਟ, ਪਤਾ ਕੀ ਲੋਕ ਬਹੁਤ ਹੈਗੇ ਆ, ਸਾਰੇ ਵੀਰਾਂ ਨੂੰ ਆਪਾਂ ਮੌਕਾ ਦੇਣਾ।